श्री नानक प्रकाश ग्रंथ अध्याय 47वां। दोहरा। श्री गुर पद नख कांत जी, रुचर चंद्रिका मान। कर चकोर मन आपनो, कहो कथा गत दान। वाहिगुरु जी का खालसा, वाहिगुरु जी की फतेह। श्री गुर पद नख कांत जी, रुचर चंद्रिका मान। सो ਅੱਜ 47ਵਾਂ 47 ਚੈਪਟਰ ਜਿਹੜਾ ਹੈ ਪੁਰਬਾਰਦ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ। ਸੋ ਭਾਈ ਸੰਤੋਖ ਸਿੰਘ ਜੀ ਪਹਿਲਾਂ ਦੋਹਰਾ ਮੰਗਲਾਚਰਨ ਕਰਦੇ ਹਨ। ਕਹਿੰਦੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ, ਉਹਨਾਂ ਦੇ ਜਿਹੜੇ 9 ਨੀਲਸ ਹਨ, ਕਹਿੰਦੇ ਉਹ ਕੈਸੇ ਹਨ? ਰੁਚਰ ਚੰਦਰਕਾ ਮਾਨ। ਕਹਿੰਦੇ ਉਹ ਇਸ ਤਰ੍ਹਾਂ ਸੁੰਦਰ ਹਨ ਜਿਵੇਂ ਚਾਂਦਨੀ ਹੁੰਦਾ ਹੈ, ਜਿਵੇਂ ਚੰਦਰਮਾ ਦੀ ਚਾਂਦਨੀ ਦਿਖਾਈ ਦਿੰਦੀ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਜਿਹੜੇ 9 ਨੀਲਸ ਹਨ ਨਾ, ਇਸ ਤਰ੍ਹਾਂ ਚਮਕ ਦਿੰਦੇ ਹਨ, ਉਹ ਚਾਂਦਨੀ ਦੀ ਤਰ੍ਹਾਂ। ਕਰ ਚਕੋਰ ਮਨ ਆਪਨੋ। ਸੋ ਚਕੋਰ ਜਿਹੜਾ ਹੁੰਦਾ ਹੈ ਇਹ ਇੱਕ ਚਿੜੀ ਹੈ ਜੋ ਹਮੇਸ਼ਾ ਚੰਦਰਮਾ ਦੀ ਪਿਆਰੀ ਹੈ, ਇਹ ਚੰਦਰਮਾ ਵੱਲ ਦੇਖਦੀ ਰਹਿੰਦੀ ਹੈ। ਜਦੋਂ ਤੱਕ ਚੰਦਰਮਾ ਆਕਾਸ਼ ਵਿੱਚ ਹੈ ਤੇ ਇਹ ਜਿਹੜੀ ਹੈ ਚਿੜੀ, ਜਿਹੜੀ ਚਕੋਰ ਹੈ, ਇਹ ਦੇਖਦੀ ਹੋ ਰਹਿੰਦੀ ਹੈ। ਕਹਿੰਦੇ ਮੈਂ ਵੀ ਆਪਣੇ ਮਨ ਨੂੰ ਉਹ ਚਕੋਰ ਕਰਕੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਗੁਰੂ ਮਹਾਰਾਜ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ 9 ਜਿਹੜੇ ਹਨ ਉਹਨਾਂ ਦੇ ਉੱਤੇ ਮੈਂ ਆਪਣਾ ਧਿਆਨ ਜੋੜ ਕਰਕੇ ਕਹੋ ਕਥਾ ਗਤ ਦਾਨ। ਮੈਂ ਉਹ ਗਤ ਮੁਕਤੀ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਹੁਣ ਮੈਂ ਕਹਿੰਦਾ ਹਾਂ, ਲਿਖਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਅਬ ਸ੍ਰੀ ਨਾਨਕ ਕੀਨ ਪਿਆਨਾ। ਹੁਣ ਆਪ ਜੀ ਨੇ ਪਿਛਲੇ ਹਫ਼ਤੇ ਸਰਵਣ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਜਾਂਦਿਆਂ ਹੋਇਆਂ ਮਹਾਰਾਜ ਜੀ ਅਸਾਮ ਜਾਂਦੇ ਹਨ ਤੇ ਅਸਾਮ ਵਿੱਚ ਜਾ ਕਰਕੇ ਉਹ ਜਾਦੂਗਰਨੀਆਂ ਨੂੰ ਜਿਹੜਾ ਹੈ ਜਾਂ ਕਮਖਿਆ ਦੇਵੀ ਦੇ ਜਿਹੜੇ ਪੁਜਾਰੀ ਸਨ ਉੱਥੇ, ਸੋ ਉਹਨਾਂ ਨੂੰ ਜਿਹੜਾ ਹੈ ਮਹਾਰਾਜ ਨੇ ਗੁਰਸਿੱਖੀ ਬਖਸ਼ਿਸ਼ ਕਰਕੇ ਧਰਮਸ਼ਾਲਾ ਬਣਵਾਈ ਤੇ ਉਹਨਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਸੋ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਅਸਾਮ ਤੋਂ ਚੱਲ ਕਰਕੇ ਹੁਣ ਆ ਰਹੇ ਹਨ ਤੇ ਮਹਾਰਾਜ ਸਾਊਥ ਵੱਲ ਆ ਰਹੇ ਹਨ। ਸੋ ਅਬ ਕੁਸ਼ਲ ਨਾਨਕੀਨ ਪਿਆਨਾ, ਮਹਾਰਾਜ ਜੀ ਅਸਾਮ ਤੋਂ ਹੁਣ ਤੁਰ ਪਏ ਹਨ। ਮੈਂ ਪੁੰਨ ਸੰਗ ਦੁਤਿਏ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਇੱਕ ਮੈਂ ਸਾਂ, ਇੱਕ ਭਾਈ ਮਰਦਾਨਾ ਜੀ ਮੇਰੇ ਨਾਲ ਸਨ। ਦੇ ਕਰ ਕਤਕ ਥਾਨ ਉਪਦੇਸਾ। ਸੋ ਕਹਿੰਦੇ ਦੇ ਕਰ ਕਿਤਕ ਥਾਨ ਉਪਦੇਸਾ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਰਸਤੇ ਵਿੱਚ ਆਉਂਦਿਆਂ ਹੋਇਆਂ ਕਈ ਥਾਵਾਂ ਤੇ ਖੜ ਖੜ ਕੇ ਕਈ ਜੀਵਾਂ ਦਾ ਉਧਾਰ ਕੀਤਾ, ਕਈਆਂ ਨੂੰ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਸਿਮਰੋ ਸਤਨਾਮ ਜਗਤੇਸ਼ਾ। ਜਿਹੜਾ ਹੈ ਉਪਦੇਸ਼ ਕੀ ਗੁਰੂ ਨਾਨਕ ਸਾਹਿਬ ਜੀ ਦਿਆ ਕਰਦੇ ਸਨ? ਕਹਿੰਦੇ ਸਿਮਰੋ ਸਤਨਾਮ ਜਗਤੇਸ਼ਾ। ਕਹਿੰਦੇ ਉਹ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰੋ ਜੋ ਜਗਤ ਦਾ ਸੁਆਮੀ, ਜਗਤ ਦਾ ਮਾਸਟਰ ਹੈ। ਉਸ ਪਰਮੇਸ਼ਰ ਨੂੰ ਚੇਤੇ ਕਰਿਆ ਕਰੋ ਹਰ ਵੇਲੇ। ਇਹੀ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਨੂੰ ਹੀ ਇੱਕ ਜੈਸਾ ਦਿੰਦੇ ਹਨ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ। ਸੋ ਗ੍ਰਾਮ ਨਗਰ, ਕਈ ਪਿੰਡਾਂ ਵਿੱਚ ਮਹਾਰਾਜ ਜੀ ਜਾਂਦੇ ਹਨ ਰਸਤੇ ਵਿੱਚ, ਕਈ ਨਗਰਾਂ ਵਿੱਚ, ਕਈ ਟਾਊਨ ਸਿਟੀ ਉਹਨਾਂ ਵਿੱਚ ਜਾਂਦੇ ਹਨ, ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਾਰਿਆਂ ਨੂੰ ਸੇਮ ਹੁੰਦਾ ਹੈ, ਭਾਵੇਂ ਕੋਈ ਮੁਸਲਮਾਨ ਹੋਵੇ, ਕੋਈ ਹਿੰਦੂ ਹੋਵੇ, ਕੋਈ ਵੀ ਧਰਮ ਦਾ ਹੋਵੇ। ਗੁਰੂ ਨਾਨਕ ਦਾ ਉਪਦੇਸ਼ ਕਿਤੇ ਬਦਲਿਆ ਨਹੀਂ। ਮਹਾਰਾਜ ਇੱਕੋ ਜਿਹਾ ਇੱਕ ਜੈਸਾ ਹੀ ਉਪਦੇਸ਼ ਸਾਰਿਆਂ ਨੂੰ ਹੀ ਦਿੰਦੇ ਹਨ ਕਿ ਉਹ ਸਿਮਰਨ ਕਰੋ ਉਸ ਪਰਮੇਸ਼ਰ ਦਾ। ਚਲਤ ਚਲਤ ਸਾਗਰ ਪੁਨਿਆਵਾ। ਕਹਿੰਦੇ ਚਲਦਿਆਂ ਚਲਦਿਆਂ ਓਸ਼ਨ ਆ ਗਿਆ। ਸੋ ਓਸ਼ਨ ਦੇ ਕਿਨਾਰੇ ਆ ਗਏ, ਜਿੱਥੇ ਇੰਡੀਅਨ ਓਸ਼ਨ ਹੈ ਉੱਥੇ ਗੁਰੂ ਨਾਨਕ ਸਾਹਿਬ ਜੀ ਆ ਗਏ ਹਨ, ਪਹੁੰਚ ਗਏ ਹਨ। ਜਾਏ ਪਏ ਠਾਂਡੇ ਤਹਤੀਰਾ। ਹੁਣ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਦੇ ਕਿਨਾਰੇ ਤੇ ਖੜੇ ਹਨ। ਸੋ ਉਹ ਕਿਨਾਰੇ ਤੇ ਸ਼ੌਹ ਤੇ ਖੜ ਕੇ ਸਾਰਾ ਸਮੁੰਦਰ ਅੱਗੇ ਆ ਗਿਆ। ਸੋ ਸਮੁੰਦਰ ਵੱਲ ਦੇਖਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਬੋਲੇ ਸ੍ਰੀ ਮੁਖ ਵਾਕ ਗੰਭੀਰਾ। ਮਹਾਰਾਜ ਜੋ ਗੰਭੀਰ ਹਨ, ਜੋ ਬਹੁਤ ਜਿਹੜੇ ਡੂੰਘੇ ਹਨ, ਮਤਲਬ ਜਿਨ੍ਹਾਂ ਦਾ ਗਿਆਨ ਬਹੁਤ ਡੂੰਘਾ ਹੈ, ਜਿਨ੍ਹਾਂ ਨੂੰ ਸਮਝਣਾ ਬਹੁਤ ਔਖਾ ਹੈ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ, ਕਹਿਣ ਲੱਗੇ। ਕੀ ਕਹਿੰਦੇ ਹਨ? ਕਹੋ ਬਾਲਾ ਸਾਗਰ ਸਗਾਹਾ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਕਹਿੰਦੇ ਕਿ ਦੇਖ ਬਾਲਿਆ, ਇਹ ਸਮੁੰਦਰ ਬਹੁਤ ਵੱਡਾ ਹੈ। ਸਮੁੰਦਰ ਵੱਡਾ ਇਸ ਕਰਕੇ ਹੈ ਕਿ ਉਹਦਾ ਸ਼ੌਹ ਨਹੀਂ ਦਿਸਦਾ। ਦੂਜੇ ਪਾਸੇ ਇੱਥੇ ਖੜਿਆਂ ਦੂਜਾ ਸ਼ੌਹ ਨਹੀਂ ਦਿਸਦਾ ਵੀ ਐਡਾ ਵੱਡਾ ਇਹ ਸਮੁੰਦਰ ਓਸ਼ਨ ਹੈ। ਕਹੂੰ ਨਾ ਪਈਤ ਇਹ ਕੋ ਤਾਹਾ। ਕਹਿ ਲਗੇ ਭਾਵ ਇਹ ਜਿਹੜਾ ਸਮੁੰਦਰ ਬਹੁਤ ਡੂੰਘਾ ਵੀ ਹੈ,
ਵੱਡਾ ਵੀ ਹੈ ਤੇ ਡੂੰਘਾ ਵੀ ਹੈ। ਇਹਦਾ ਡੈਪਥ ਜਿਹੜਾ ਹੈ ਉਹ ਵੀ ਮਿਣਿਆ ਨਹੀਂ ਜਾਂਦਾ, ਕਿੰਨਾ ਕੁ ਡੂੰਘਾ ਹੋਊਗਾ ਸਮੁੰਦਰ, ਤੇ ਇਹਦਾ ਵਿਸਥਾਰ, ਇਹਦਾ ਜਿਹੜਾ ਬ੍ਰੌਡਨੈਸ ਹੈ ਕਿੰਨਾ ਕੁ ਹੈ। ਜਾਣੋ ਪਾਰ ਚਹਿਤ ਹਮ ਮਨ ਮੈਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਸਾਡਾ ਚਾਹ ਹੈ, ਸਾਡੀ ਇੱਛਾ ਹੈ ਇਸ ਨੂੰ ਪਾਰ ਕਰਨ ਦੀ, ਸਮੁੰਦਰ ਨੂੰ ਪਾਰ ਕਰਨ ਦੀ ਸਾਡੀ ਇੱਛਾ ਹੈ। ਕਿਸ ਪ੍ਰਕਾਰ ਗਮਨੈ ਅਬ ਬਨ ਮੈਂ। ਹੁਣ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਭਾਈ ਬਾਲੇ ਨੂੰ ਕਿ ਬਾਲਿਆ ਦੱਸ, ਇਹ ਪਾਣੀ ਹੈ, ਹੁਣ ਇਹਨੂੰ ਕਿਵੇਂ ਆਪਾਂ ਪਾਰ ਕਰਕੇ ਜਾਈਏ? ਇੱਥੇ ਕੋਈ ਬੋਟ ਸ਼ਿਪ ਵੀ ਦਿਖਾਈ ਨਹੀਂ ਦਿੰਦਾ। ਨਿਕਟ ਨਾ ਕੋ ਅਬ ਆਏ ਜਹਾਜ਼ਾ। ਕਹਿੰਦੇ ਇੱਥੇ ਨੇੜੇ ਕੋਈ ਜਹਾਜ਼ ਵੀ ਨਹੀਂ ਆਉਂਦਾ, ਕੋਈ ਫੈਰੀ ਜਾਂ ਕਰੂਜ਼ ਜਿਹੜੀ ਸਰਵਿਸ ਹੈ ਉਹ ਵੀ ਹੈ ਨਹੀਂ, ਕੁਝ ਵੀ ਨਹੀਂ ਹੈ ਇੱਥੇ ਹੁਣ। ਜਾਂ ਤੇ ਪਾਰ ਜਾਨ ਹੈ ਕਾਜਾ। ਜਿਹਦੇ ਕਰਕੇ ਪਾਰ ਜਾਣ ਦਾ ਕਾਰਜ ਜਿਹੜਾ ਕੰਮ ਉਹ ਪੂਰਾ ਹੋ ਜਾਵੇ, ਜਿਹਦੇ ਕਰਕੇ ਆਪਾਂ ਪਾਰ ਹੋ ਜਾਈਏ, ਐਸਾ ਕੋਈ ਵਸੀਲਾ ਮੀਡੀਅਮ ਨਹੀਂ ਮਿਲਦਾ। ਤੂੰ ਸਿਆਨੋ ਕਛ ਮਸਲਤ ਦੀਜੈ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬੋਲਣ ਦਾ ਤਰੀਕਾ ਕਿੰਨਾ ਚੰਗਾ ਹੈ। ਕਹਿੰਦੇ ਭਾਈ ਬਾਲਿਆ ਤੂੰ ਬੜਾ ਸਿਆਣਾ ਹੈ, ਤੂੰ ਬਹੁਤ ਜਿਹੜਾ ਹੈ ਵਾਈਸ ਹੈ, ਇਸ ਕਰਕੇ ਮੈਂ ਤੇਰੀ ਸਲਾਹ ਪੁੱਛਦਾ ਹਾਂ। ਸੋ ਵਾਟ ਸ਼ੈਲ ਵੀ ਡੂ ਨਾਓ, ਆਪਾਂ ਕੀ ਕਰੀਏ ਹੁਣ? ਜਿਸ ਪ੍ਰਕਾਰ ਤੇ ਗਮਨ ਕਰੀਜੈ। ਜਿਸ ਕਰਕੇ ਸਮੁੰਦਰ ਨੂੰ ਪਾਰ ਕਰਕੇ ਆਪਾਂ ਦੂਜੇ ਪਾਸੇ ਚਲੇ ਜਾਈਏ। ਸੁਨੀਏ ਸ੍ਰੀ ਅੰਗਦ ਗਤ ਦਾਨੀ। ਹੁਣ ਭਾਈ ਬਾਲਾ ਜੀ ਇਹ ਸਾਖੀ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਹਨ ਖਡੂਰ ਸਾਹਿਬ ਵਿਖੇ। ਸੋ ਕਹਿੰਦੇ ਸੁਣਿਆ ਸ੍ਰੀ ਗੁਰੂ ਅੰਗਦ, ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਕਹਿੰਦਾ ਕਿ ਮਹਾਰਾਜ ਹੁਣ ਸੁਣੋ ਮੈਂ ਕੀ ਕਿਹਾ। ਗੁਰ ਸੋ ਮੈਂ ਬੋਲਿਓ ਅਸਬਾਨੀ। ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਗੱਲ ਕਹੀ ਜੋ ਗੁਰੂ ਨਾਨਕ ਨੇ ਮੈਨੂੰ ਪੁੱਛਿਆ ਨਾ ਵੀ ਕਿਵੇਂ ਜਾਈਏ, ਤੇ ਉਹਦੇ ਜਵਾਬ ਵਿੱਚ ਮੈਂ ਇਹ ਕਿਹਾ, ਜੋ ਪਾਹਨ ਲੈ ਔਰ ਡੁਬੰਤੇ। ਕਹਿਣਗੇ ਮਹਾਰਾਜ ਦੇਖੋ, ਜੋ ਪਾਹਨ ਲੈ ਔਰ ਡੁਬੰਤੇ, ਕਹਿਣਗੇ ਜਿਹੜੇ ਪਾਹਨ ਨੇ, ਜਿਹੜੇ ਪੱਥਰ ਨੇ, ਕਹਿਣਗੇ ਉਹ ਜਿਹੜੇ ਹਨ ਪਾਣੀ ਵਿੱਚ ਡੁੱਬਣ ਵਾਲੇ ਜਿਹੜੇ ਹੁੰਦੇ ਨੇ। ਹੁਣ ਪੱਥਰ ਨੂੰ ਪਾਣੀ ਵਿੱਚ ਰੱਖੋ, ਡੈਫੀਨਿਟਲੀ ਉਹ ਡੁੱਬਦਾ ਹੈ, ਉਹਦੀ ਡੈਂਸਿਟੀ ਕਰਕੇ, ਉਹਦੇ weight ਕਰਕੇ, ਉਹਦੇ ਮੈਸ ਕਰਕੇ ਉਹ ਡੈਫੀਨਿਟਲੀ ਪਾਣੀ ਦੇ ਅੰਦਰ ਜਾਂਦਾ ਹੈ। ਕਹਿੰਦੇ ਜਿਹੜੇ ਪੱਥਰ ਹੁੰਦੇ ਹਨ ਨਾ, ਇਹ ਪਾਣੀ ਵਿੱਚ ਡੁੱਬਣ ਵਾਲੇ ਜਿਹੜੇ ਹੁੰਦੇ ਹਨ। ਤੁਮਰੇ ਬਚਨਨ ਤੇ ਸੋ ਤਰੰਤੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਭਾਈ ਬਾਲਾ ਕਹਿੰਦਾ, ਮਹਾਰਾਜ ਜੇ ਤੁਹਾਡਾ ਬਚਨ ਹੋਏ ਨਾ, ਉਹ ਡੁੱਬਣ ਵਾਲੇ ਪੱਥਰ ਵੀ ਤਰ ਜਾਂਦੇ ਨੇ ਪਾਣੀ ਤੇ। ਮਹਾਰਾਜ ਜੇ ਤੁਸੀਂ ਬਚਨ ਕਰੋ, ਇਹ ਜਿਹੜਾ ਪੱਥਰ ਡੁੱਬਦਾ ਹੈ ਪਾਣੀ ਵਿੱਚ, ਇਹ ਵੀ ਤਰ ਸਕਦਾ ਹੈ, ਇਹਨੂੰ ਵੀ ਪਾਣੀ ਡੋਬਦਾ ਜੇ ਤੁਹਾਡਾ ਬਚਨ ਹੋ ਜਾਵੇ। ਮਤਲਬ ਤੁਸੀਂ ਜੇ ਕਹਿ ਦਿਓ ਤਾਂ ਡੁੱਬਦੇ ਪੱਥਰਾਂ ਨੂੰ ਵੀ ਤੁਸੀਂ ਤਾਰ ਦਿੰਦੇ ਹੋ। ਗਰੂਏ ਗਿਰ ਸਾਗਰ ਪਰ ਤਾਰੇ। ਮਹਾਰਾਜ ਗਰੂਏ ਕਹਿੰਦੇ ਭਾਰੇ, ਜਿਹੜੇ ਵੱਡੇ ਵੱਡੇ ਭਾਰੇ, ਗਿਰ ਮਿਸ ਪਹਾੜ, ਵੱਡੇ ਵੱਡੇ ਮਾਊਂਟਨਸ, ਕਹਿੰਦੇ ਸਾਗਰ ਪਰ ਤਾਰੇ। ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਇੱਕ ਪੱਥਰ ਨਹੀਂ, ਵੱਡੇ ਵੱਡੇ ਮਾਊਂਟਨਸ ਨੂੰ ਤੁਸੀਂ ਸਾਗਰ ਤੇ ਤਾਰ ਸਕਦੇ ਹੋ। ਜੇ ਤੁਸੀਂ ਤਾਰਨਾ ਚਾਹੋ ਤਾਂ ਵੱਡੀਆਂ ਵੱਡੀਆਂ ਮਾਊਂਟਨਸ ਵੀ ਤਰ ਸਕਦੀਆਂ ਹਨ। ਮਾਨਵ ਕੀ ਕਿਹਾ ਗਣਤ ਉਚਾਰੇ। ਮਹਾਰਾਜ ਮਨੁੱਖਾਂ ਦੀ ਕਿਹੜੀ ਗੱਲ ਹੈ? ਮਹਾਰਾਜ ਜੇ ਤੁਸੀਂ ਪੱਥਰ ਤਾਰ ਸਕਦੇ ਹੋ, ਆਪਾਂ ਕੀ ਚੀਜ਼ ਹੈ? ਜੇ ਮਾਊਂਟਨ ਨੂੰ ਤੁਸੀਂ ਤਾਰ ਸਕਦੇ ਹੋ ਤਾਂ ਬੰਦਾ ਕੀ ਚੀਜ਼ ਹੈ? ਨਾਮ ਲੈ ਜੋ ਤੁਮ ਦਿਨ ਰਹਿਣਾ। ਮਹਾਰਾਜ ਸਿਰਫ ਤੁਸੀਂ ਨਹੀਂ, ਤੁਹਾਡਾ ਨਾਮ ਹੀ ਕੋਈ ਲੈ ਲਵੇ ਉਹ ਵੀ ਤਰ ਜਾਂਦਾ ਹੈ। ਮਹਾਰਾਜ ਤੁਹਾਡਾ ਨਾਮ ਵੀ ਇੰਨਾ ਪਾਵਰਫੁਲ ਹੈ, ਜੇ ਧੰਨ ਗੁਰੂ ਨਾਨਕ ਕੋਈ ਕਹਿ ਕੇ ਤੁਰ ਪਵੇ ਉਹ ਵੀ ਤਰ ਜਾਏਗਾ। ਸੋ ਭੌਜਲ ਲੰਘੈ ਸੁਖ ਚੈਨ। ਹਾਂ ਕਹਿਣਗੇ ਸੋ ਭੌਜਲ ਲੰਘੈ, ਕਹਿਣਗੇ ਮਹਾਰਾਜ ਇਹ ਭੌਜਲ ਸੰਸਾਰ ਤੋਂ ਵੀ ਤਰ ਜਾਈਦਾ ਹੈ ਤੁਹਾਡਾ ਨਾਂ ਲੈ ਕੇ। ਇਹ ਫਿਜ਼ੀਕਲ ਸਮੁੰਦਰ ਕੀ ਚੀਜ਼ ਹੈ? ਇਹ ਸਾਗਰ ਕਿਆ ਤਰਨ ਦੁਹੇਲਾ। ਮਹਾਰਾਜ ਇਹ ਸਾਗਰ ਨੂੰ ਤਰਨਾ ਕੀ ਔਖਾ ਹੈ? ਤੁਹਾਡਾ ਨਾਂ ਲੈ ਕੇ ਤਾਂ ਲੋਕੀ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ, ਡੁੱਬਦੇ ਹੋਏ ਨਰਕਾਂ ਵਿੱਚ ਪੈਂਦੇ ਹੋਏ ਜੀਵ ਵੀ ਤਰ ਜਾਂਦੇ ਨੇ। ਇਹ ਸਮੁੰਦਰ ਕੀ ਚੀਜ਼ ਹੈ? ਤਾਰੋ ਭੌਜਲ ਪੂਰ ਸੁਹੇਲਾ। ਮਹਾਰਾਜ ਇਹ ਭੌਜਲ ਤੋਂ ਤਾਰਨਾ ਤਾਂ ਬੜੀ ਸੌਖੀ ਜੀ ਗੱਲ ਹੈ, ਤੁਹਾਡਾ ਨਾਮ ਲੈ ਕੇ ਕੋਈ ਵੀ ਤਰ ਸਕਦਾ ਹੈ। ਸੁਨ ਪ੍ਰਸੀਦ ਪੇ ਬਹੁਗਤ ਦਾਨੀ। ਕਹਿਣਗੇ ਇਹ ਗੱਲ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ, ਬਹੁਤ ਜਿਹੜੇ ਹੈ ਮਹਾਰਾਜ ਇੰਪ੍ਰੈਸ ਹੋਏ ਸੁਣ ਕੇ ਭਾਈ ਬਾਲੇ ਜੀ ਦੀ ਗੱਲ। ਬੋਲੇ ਪਰਮ ਮਨੋਹਰ ਬਾਣੀ। ਕਹਿੰਦੇ ਉਸ ਵੇਲੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਾਣੀ ਕਹੀ। ਮਹਾਰਾਜ ਜੀ ਬੋਲੇ, ਕੀ ਕਿਹਾ? ਸ੍ਰੀ ਮੁਖ ਵਾਕ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੋ ਇਹ ਮਹਾ ਮੰਤਰ ਹੈ। ਸੋ ਉਸ ਵੇਲੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਮਹਾ ਮੰਤਰ ਪੜ੍ਹ ਦਿੱਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਦੋਂ ਮਹਾਰਾਜ ਨੇ ਇਹ ਜਿਹੜਾ ਹੈ ਮਹਾ ਮੰਤਰ ਪੜਿਆ ਉਸ ਵੇਲੇ ਚੌਪਈ ਇਹੋ ਸ਼ਲੋਕ ਪਠ ਕਰ ਮੁਖ ਆਛੇ। ਕਹਿੰਦੇ ਇਹ ਸ਼ਲੋਕ ਆਪਣੇ ਮੁਖ ਤੋਂ ਪੜ੍ਹ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਵੋ ਗਮਨੇ ਹਮਰੇ ਪਾਛੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਬਾਲੇ ਤੇ ਮਰਦਾਨੇ ਨੂੰ ਸਾਡੇ ਪਿੱਛੇ ਪਿੱਛੇ ਤੁਰੇ ਆਉਣ।
ਤੋ ਮਹਾਰਾਜ ਜੀ ਸਾਹਮਣੇ ਤੁਰ ਪਏ ਤੇ ਭਾਈ ਮਰਦਾਨੇ ਤੇ ਬਾਲੇ ਨੂੰ ਕਹਿੰਦੇ ਪਿੱਛੇ ਪਿੱਛੇ ਆ ਜਿਓ ਹੁਣ ਸਾਡੇ। ਅਸ ਕਹਿ ਸਾਗਰ ਪਰ ਗੁਣ ਖਾਨੀ। ਦੇਖੋ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਸਾਗਰ ਦੇ ਉੱਤੇ ਮਹਾਰਾਜ ਨੇ ਆਪਣਾ ਪੈਰ ਰੱਖਤਾ, ਪਾਣੀ ਦੇ ਉੱਤੇ, ਓਸ਼ਨ ਦੇ ਉੱਤੇ। ਮਹਾਰਾਜ ਓਸ਼ਨ ਦੇ ਉੱਤੇ ਤੁਰਨ ਲੱਗ ਪਏ ਜਿਵੇਂ ਧਰਤੀ ਤੇ ਤੁਰੀਦਾ ਹੁੰਦਾ ਹੈ। ਉਹ ਓਸ਼ਨ ਤੇ ਮਹਾਰਾਜ ਨੇ ਤੁਰਨਾ ਸ਼ੁਰੂ ਕਰ ਦਿੱਤਾ। ਚਲੇ ਜਾਤ ਪਗ ਸ਼ਵੈਤ ਨ ਪਾਣੀ। ਕਹਿਣ ਲੱਗੇ ਭਾਈ ਬਾਲਾ ਜੀ ਕਹਿੰਦੇ ਮੈਂ ਪਿੱਛੇ ਖੜਾ ਦੇਖ ਰਿਹਾ ਗੁਰੂ ਨਾਨਕ ਸਾਹਿਬ ਜੀ ਪਾਣੀ ਤੇ ਤੁਰ ਰਹੇ ਨੇ, ਤੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਵੀ ਨਹੀਂ ਭਿੱਜ ਰਹੇ, ਚਰਨ ਵੀ ਨਹੀਂ ਭਿੱਜ ਰਹੇ ਪਾਣੀ ਵਿੱਚ। ਪਰ ਜਿਹੜਾ ਹੈ ਮਹਾਰਾਜ ਦਾ ਜਿਹੜਾ ਹੈ ਕੱਪੜੇ ਪਾਏ ਉਹ ਵੀ ਨਹੀਂ ਭਿੱਜ ਰਹੇ। ਮਹਾਰਾਜ ਪਾਣੀ ਦੇ ਉੱਤੇ ਇਸ ਤਰ੍ਹਾਂ ਤੁਰ ਰਹੇ ਨੇ ਤੇ ਪਾਣੀ ਜਿਹੜਾ ਹੈ ਉਹਨਾਂ ਨੂੰ ਵੈਟ ਵੀ ਨਹੀਂ ਕਰ ਰਿਹਾ। ਸੋ ਇਹ ਸੁੱਕੇ ਸੁੱਕੇ ਜਿਹੀ ਜਾ ਰਹੇ ਹਨ। ਸ੍ਰੀ ਗੁਰ ਪਾਛੇ ਮੈਂ ਮਰਦਾਨਾ। ਕਹਿਣਗੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਮੈਂ ਤੇ ਮਰਦਾਨਾ ਤੁਰੇ ਜਾਂਦੇ ਹਾਂ। ਤਿਉ ਹੀ ਕੀਨੋ ਹਮ ਪਰਸਥਾਨਾ। ਕਹਿਣਗੇ ਇਸ ਤਰ੍ਹਾਂ ਅਸੀਂ ਵੀ ਤੁਰਨਾ ਕੀਤਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਤੁਰਦੇ ਸਨ ਅਸੀਂ ਵੀ ਤੁਰੇ, ਅਸੀਂ ਵੀ ਓਸ਼ਨ ਪਾਣੀ ਦੇ ਉੱਤੇ ਤੁਰਨਾ ਕੀਤਾ। ਭੀਗਿਓ ਕਹੂੰ ਨਾ ਜਲ ਸੋ ਚਰਨਾ। ਸਾਡੇ ਪੈਰ ਵੀ ਨਹੀਂ ਭਿੱਜੇ। ਭਾਈ ਮਰਦਾਨਾ ਕਹਿੰਦਾ ਪਾਣੀ ਨਾਲ। ਕਰਨਾ ਕੀਨੀ ਤਾਰਨ ਤਰਨਾ। ਕਹਿਣਗੇ ਇਹ ਕਰਨਾ, ਇਹ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਜੋ ਜਿਹੜਾ ਹਨ ਤਾਰਨ ਵਾਲੇ ਨੇ। ਤਰਨ ਵਾਲਿਆਂ ਨੂੰ ਤਾਰਨ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਇੱਥੇ ਤਾਰਨ ਤਰਨਾ ਇਸ ਕਰਕੇ ਕਿਹਾ ਹੈ ਨਾ, ਭਾਵੇਂ ਬੰਦਾ ਤਰਨਾ ਵੀ ਜਾਣਦਾ ਹੋਵੇ, ਗੁਰੂ ਨਾਨਕ ਸਾਹਿਬ ਜੀ ਉਹਨੂੰ ਵੀ ਤਾਰਦੇ ਹਨ, ਕਿਉਂਕਿ ਉਹਨੂੰ ਵੀ ਤਾਰਨ ਦੀ ਲੋੜ ਪੈਂਦੀ ਹੈ। ਹੁਣ ਦੇਖੋ ਕੋਈ ਸਵੀਮਿੰਗ ਕਰਦਾ ਹੈ, ਉਹ ਓਸ਼ਨ ਨੂੰ ਤਾਂ ਨਹੀਂ ਨਾ ਪਾਰ ਕਰ ਸਕਦਾ ਸਵੀਮਿੰਗ ਕਰਕੇ। ਕਿੰਨਾ ਕੁ ਸਵਿਮ ਕਰ ਲਏਗਾ, ਹਾਂਜੀ, ਕਿੰਨੇ ਕੁ ਕਿਲੋਮੀਟਰ ਹੋ ਜਾਏਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਰਨ ਵਾਲਿਆਂ ਨੂੰ ਵੀ ਤਾਰਨ ਵਾਲੇ ਹਨ। ਜਾਏ ਪਹੁੰਚੇ ਥੋ ਇੱਕ ਟਾਪੂ। ਕਹਿਣਗੇ ਇੱਕ ਅਸੀਂ ਉੱਥੋਂ ਇੱਕ ਟਾਪੂ ਮਤਲਬ ਕਿ ਇੱਕ ਆਈਲੈਂਡ ਤੇ ਪਹੁੰਚੇ ਜੀ। ਨਾਮ ਜਪਾਇਓ ਸੰਕਟ ਖਾਪੂ। ਕਹਿਣ ਲੱਗੇ ਉੱਥੇ ਜਿਨ੍ਹਾਂ ਦਾ ਜਿਹੜਾ ਹੈ ਨਾਮ ਜਪਦਿਆਂ ਹੋਇਆਂ ਸਾਰੇ ਦੁੱਖ ਮਿਟ ਜਾਂਦੇ ਨੇ, ਉਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਸੀਂ ਇੱਕ ਆਈਲੈਂਡ ਤੇ ਪਹੁੰਚ ਗਏ। ਨਾਗਾ ਬੰਦਰ ਤਾਂ ਕੋ ਨਾਮਾ। ਸੋ ਇਹਦਾ ਨਾਂ ਸੀ ਨਾਗਾਪਟਮ। ਹਾਂਜੀ, ਨਾਗਾਪਟਮ ਪੋਰਟ ਜਿਹੜਾ ਹੈ, ਜਾਂ ਅੱਜ ਕੱਲ ਜਿਹੜਾ ਹੈ ਇਸ ਦਾ ਨਾਂ ਜਿਹੜਾ ਹੈ ਨਾਗਾਪਟਨਮ ਵੀ ਕਿਹਾ ਜਾਂਦਾ ਹੈ, ਨਾਗਾਪਟਮ ਵੀ ਕਿਹਾ ਜਾਂਦਾ ਹੈ। ਸੋ ਕਿ ਇਹ ਤੇ ਜਿਹੜਾ ਨਾਗਾਪਟਮ ਕਹਿੰਦੇ ਉੱਥੇ ਅਸੀਂ ਪਹੁੰਚ ਗਏ। ਪੁਨ ਆਗੇ ਗਵਨੇ ਸੁਖ ਧਮ। ਤੇ ਉੱਥੇ ਖੜ ਕੇ ਥੋੜੇ ਜਿਹੇ ਜੇ ਤੁਸੀਂ ਦੇਖੋਗੇ ਨਾ, ਕੋਸਟ ਲਾਈਨ ਜਿਹੜੀ ਇੰਡੀਆ ਦੀ ਹੈ ਉੱਥੇ ਨਾਗਾਪਟਨਮ ਆਉਂਦਾ ਹੈ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਫੇਰ ਸਮੁੰਦਰ ਦੀ ਤੁਰ ਪਏ, ਫੇਰ ਸਮੁੰਦਰ ਦੇ ਉੱਤੇ ਤੁਰਦੇ ਹੋਏ ਸਾਊਥ ਨੂੰ ਜਾ ਰਹੇ ਹਨ। ਉੱਤੇ ਦੇਸ਼ ਜਿਹ ਸੰਗਲਾ ਦੀਪ। ਹੁਣ ਸੰਗਲਾ ਦੀਪ ਆ ਗਏ ਜਿੱਥੇ ਸਿਲੋਨ ਹੈ, ਸਿਲੋਨ ਦਾ ਨਾਮ ਸੰਗਲਾ ਦੀਪ ਹੈ। ਹੁਣ ਸੰਗਲਾ ਦੀਪ ਸਿਲੋਨ ਆ ਗਏ ਹਨ ਪਿੱਛੇ। ਪਹੁੰਚੇ ਤਾਂ ਕਿ ਜਾਏ ਸਮੀਪ। ਜਦੋਂ ਸਿਲੋਨ ਦੇ ਉਹ ਨੇੜੇ ਪਹੁੰਚੇ ਉੱਥੇ ਜਾ ਕੇ ਰਾਜੇ ਕੇ ਆਰਾਧਨੇ ਕਰਕੇ। ਸੋ ਇਹ ਜਿਹੜਾ ਸ਼ਹਿਰ ਹੈ ਇਹਦਾ ਨਾਮ ਸੀ ਜਫਨਾ। ਸੋ ਜਫਨਾ ਜਿਹੜਾ ਸ਼ਹਿਰ ਹੈ ਉੱਥੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਸਾਗਰ ਨੂੰ ਪਾਰ ਕਰਕੇ ਤੇ ਕਹਿੰਦੇ ਪਹੁੰਚੇ ਥਾਂ ਜਾਏ ਸਮੀਪਾ ਰਾਜੇ ਕੇ ਆਰਾਧਨੇ ਕਰਕੇ। ਉੱਥੇ ਕਿਉਂ ਗਏ ਹਨ? ਕਿਉਂਕਿ ਰਾਜਾ ਸ਼ਿਵਨਾਭ ਗੁਰੂ ਨਾਨਕ ਨੂੰ ਯਾਦ ਕਰ ਰਿਹਾ ਹੈ। ਗਏ ਦੇਸ਼ ਤਹ ਸੇਵ ਬਚਰੀ ਕੈ। ਕਹਿਣ ਲੱਗੇ ਉਸ ਰਾਜੇ ਦੀ ਸੇਵਾ ਦਾ ਵਿਚਾਰ ਕਰਕੇ ਵੀ ਇਹ ਰਾਜਾ ਜਿਹੜਾ ਕਿੰਨਾ ਚੰਗਾ ਹੈ, ਜੈਨਰਸਲੀ ਸੇਵਾ ਵੀ ਕਰਦਾ ਹੈ ਤੇ ਸਿਮਰਨ ਵੀ ਕਰਦਾ ਹੈ, ਗੁਰੂ ਨਾਨਕ ਸਾਹਿਬ ਨਾਲ ਪਿਆਰ ਵੀ ਕਰਦਾ ਹੈ। ਦੋਹਰਾ ਤਹ ਨ੍ਰਿਪ ਕੋ ਉਪਵਨ ਹੁਤੋ ਸ਼ੁਸ਼ਕ ਖਰੋ ਜਿਹ ਥਾਨ। ਹੁਣ ਇੱਕ ਉੱਥੇ ਇੱਕ ਔਰਚਰਡ ਸੀਗਾ, ਇੱਕ ਗਾਰਡਨ ਕਹਿ ਲਈਏ, ਇੱਕ ਔਰਚਰਡ ਸੀਗਾ। ਸੋ ਇਹ ਗਾਰਡਨ ਜਿਹੜਾ ਬਹੁਤ ਵੱਡਾ ਸੀ ਪਰ ਸੁੱਕਿਆ ਹੋਇਆ ਸੀਗਾ। ਸਾਰੇ ਇਹਦੇ ਦਰਖਤ, ਇਹਦਾ ਘਾਹ ਸਭ ਕੁਝ ਸੁੱਕਿਆ ਹੋਇਆ ਸੀਗਾ, ਜਿਵੇਂ ਪਾਣੀ ਨਹੀਂ ਮਿਲਿਆ ਹੁੰਦਾ। ਹਾਂਜੀ, ਬਿਲਕੁਲ ਜਿਹੜਾ ਬਰਾਊਨ ਕਲਰ ਸੀਗਾ ਸਾਰਾ ਸੁੱਕਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਣੀ ਤੋਂ ਆ ਕੇ ਸਿੱਧੇ ਇਹ ਗਾਰਡਨ ਵਿੱਚ ਗਏ। ਜਦੋਂ ਮਹਾਰਾਜ ਨੇ ਆਪਣਾ ਚਰਨ ਗਾਰਡਨ ਵਿੱਚ ਰੱਖਿਆ, ਸ੍ਰੀ ਗੁਰ ਪਰਵਿਸ਼ੇ ਤਾਸ ਮਹਿ ਦਾਸਨ ਕੇ ਸੁਖਦਾਨ। ਦਾਸਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਗਾਰਡਨ ਦੇਖਿਆ, ਦੂਰੋਂ ਦੇਖਿਆ ਤੇ ਮਹਾਰਾਜ ਨੂੰ ਪਸੰਦ ਆਇਆ। ਮਹਾਰਾਜ ਕਹਿੰਦੇ ਹੁਣ ਇੱਥੇ ਜਾਂਦੇ ਹਾਂ ਆਪਾਂ। ਚੌਪਈ ਚਰਨ ਕਮਲ ਜਬ ਤਹ ਠਾਂ ਪਾਏ। ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ, ਮਹਾਰਾਜ ਨੇ ਆਪਣੇ ਚਰਨ ਉਸ ਗਾਰਡਨ ਵਿੱਚ ਪਾਏ। ਮਹਾਰਾਜ ਨੇ ਆਪਣਾ ਜਿਹੜਾ ਹੈ ਚਰਨ ਜਿਹੜਾ ਇੱਕ ਪੈਰ ਹੀ ਰੱਖਿਆ ਉਹ ਗਾਰਡਨ ਦੇ ਵਿੱਚ, ਕੀ ਹੋਇਆ? ਸੁਕੇ ਬਿਟਪ ਹਰੇ ਹੋਏ ਆਏ। ਸਾਰੀ ਗਾਰਡਨ ਹਰੀ ਭਰੀ ਹੋ ਗਈ। ਉਹ ਗਾਰਡਨ ਜਿਹੜੀ ਇਮੀਡੀਏਟਲੀ ਟਰਨ ਇਨਟੂ ਗ੍ਰੀਨ। ਸਾਰੇ ਜਿਹੜੇ ਹਨ ਫੁੱਲ ਜਿਹੜੇ ਸਨ ਉਹ ਫੁੱਲ ਵੀ ਖਿੜ ਗਏ, ਰੰਗੋ ਰੰਗੀ ਫੁੱਲ ਆ ਗਏ ਤੇ ਉੱਥੇ ਸਾਰੀ ਗਾਰਡਨ ਹਰੀ ਭਰੀ ਹੋ ਗਈ। ਮਹਾਰਾਜ ਦਾ ਇੱਕ ਚਰਨ ਰੱਖਣ ਕਰਕੇ, ਮਹਾਰਾਜ ਬਸ ਚਰਨ ਰੱਖਣਾ ਸੀ, ਸਾਰੀ ਗਾਰਡਨ ਹਰੀ ਭਰੀ ਹੋ ਗਈ। ਤੋ ਇਹ ਦੇਖ ਕਰਕੇ ਸੁੰਦਰ ਸ਼ਾਖਾ ਦਲ ਫਲ ਫੂਲਾ। ਕਿਉਂਕਿ ਸੁੰਦਰ ਸ਼ਾਖਾ, ਸੁੰਦਰ ਜਿਹੜੀਆਂ ਬ੍ਰਾਂਚਸ ਹਨ, ਉਹ ਬ੍ਰਾਂਚਸ ਜਿਹੜੀਆਂ ਹਰੀਆਂ ਭਰੀਆਂ ਤੇ ਹਰੇ ਹਰੇ ਪੱਤਿਆਂ ਨਾਲ ਜਿਹੜੀਆਂ ਹਨ ਭਰ ਗਈਆਂ। ਫਲ, ਉਹਨਾਂ ਨੂੰ ਫਲ ਵੀ ਲੱਗ ਗਏ,
ਫਰੂਟਸ ਲਾਗੇ ਤੇ ਫੁੱਲ ਵੀ ਲਾਗੇ। ਸੋਹਤ ਭਾ ਸਭ ਮਨ ਅਨਕੂਲਾ। ਸੋਹਤ ਭਾ ਉਹ ਗਾਰਡਨ ਜਿਹੜੀ ਸੀ ਇਮੀਡੀਏਟਲੀ ਟਰਾਂਸਫਾਰਮ ਹੋ ਗਈ, ਬਹੁਤ ਸੁੰਦਰ ਲੱਗਣ ਲੱਗੀ, ਬਹੁਤ ਸੋਹਣੀ ਲੱਗਣ ਲੱਗੀ। ਜਬ ਹੈ ਨਗਰ ਕੇ ਲੋਕਨ ਦੇਖਾ। ਜਦੋਂ ਇਹ ਸਿਲੋਨ ਦੇ ਲੋਕਾਂ ਨੇ ਆ ਕੇ ਦੇਖਿਆ ਉਸ ਗਾਰਡਨ ਨੂੰ, ਉਸ ਔਰਚਰਡ ਨੂੰ ਦੇਖਿਆ, ਹਿਰਦੇ ਸਬਨ ਆਚਰਜ ਵਸ਼ੀਕਾ। ਸਾਰੇ ਬੜੇ ਹੈਰਾਨ ਹੋਏ ਵੀ ਇਹ ਤਾਂ ਜਿਹੜਾ ਹੈ ਗਾਰਡਨ ਕਿੰਨੇ ਚਿਰ ਦਾ ਸੁੱਕਾ ਪਿਆ ਹੈ ਤੇ ਅੱਜ ਇਮੀਡੀਏਟਲੀ ਹਰਾ ਭਰਾ ਕਿਵੇਂ ਹੋ ਗਿਆ। ਬਾਗਵਾਨ ਤਬ ਹੀ ਸੁਧ ਪਾਈ। ਕਹਿਣਗੇ ਬਾਗਵਾਨ ਜਿਹੜਾ ਉੱਥੇ ਦਾ ਰਖਵਾਲਾ ਸੀਗਾ ਜਾਂ ਉੱਥੇ ਗਾਰਡਨਰ ਜਿਹੜਾ ਸੀਗਾ ਬਾਗਵਾਨ, ਸੋ ਇਹ ਗਾਰਡਨਰ ਨੇ ਜੋ ਆ ਕੇ ਦੇਖਿਆ, ਕਹਿੰਦੇ ਇਹਨੇ ਜਦੋਂ ਇਹਨੇ ਸੁਧ ਪਾਈ ਵੀ ਉਹ ਤਾਂ ਸਾਰਾ ਹਰਾ ਭਰਿਆ ਹੋ ਗਿਆ। ਤੇ ਫਿਰ ਕੀ ਹੋਇਆ ਜੀ, ਆਨ ਗੁਰੂ ਪਗ ਗਰੀਬ ਨਿਵਾਈ। ਉਹਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਸੱਚੇ ਪਾਤਸ਼ਾਹ ਜੋ ਕਿ ਮੱਥਾ ਟੇਕਿਆ, ਮੱਥਾ ਟੇਕ ਕੇ ਮਹਾਰਾਜ ਦੇ ਚਰਨ ਪਕੜ ਲਏ ਉਹਨੇ। ਕਹਿੰਦੇ ਥੋੜੇ ਚਰਨ ਪੈਣ ਕਰਕੇ ਸਭ ਹਰਾ ਭਰਾ ਹੋ ਗਿਆ। ਹਰਖ ਕੀਨ ਤਨ ਹਿਰਦੇ ਵਿਸਾਲਾ। ਉਹਨੇ ਆਪਣੇ ਦਿਲ 'ਚ ਬੜੀ ਖੁਸ਼ੀ ਮਨਾਈ ਉਸ ਗਾਰਡਨ ਨੂੰ ਹਰਿਆ ਭਰਿਆ ਦੇਖ ਕੇ। ਪੁਨ ਗਵਨਿਓ ਜੈ ਹੁਤੋ ਭਵਾਲਾ। ਫਿਰ ਇਹ ਜਿਹੜਾ ਬਾਗਵਾਨ, ਇਹ ਗਾਰਡਨ, ਇਹ ਚਲਿਆ ਗਿਆ ਰਾਜਾ ਸ਼ਿਵਨਾਭ ਕੋਲ, ਜਿੱਥੇ ਰਾਜਾ ਸੀਗਾ ਉਹਦੇ ਕੋਲ ਚਲਿਆ ਗਿਆ। ਜਾਏ ਸਭਾ ਮਹਿ ਗਿਰਾ ਉਬਾਚੀ। ਉਹਨੇ ਜਾ ਕੇ ਰਾਜਾ ਸ਼ਿਵਨਾਭ ਨੂੰ ਉਹਦੇ ਦਰਬਾਰ ਦੇ ਵਿੱਚ, ਉਹਦੇ ਕੋਟ ਦੇ ਵਿੱਚ ਜਾ ਕੇ ਦੱਸਿਆ। ਸੁਨਹੁ ਬਾਤ ਭੂਪਤ ਮਮ ਸਾਚੀ। ਕਹਿਣਗੇ ਹੇ ਰਾਜਨ ਮੇਰੀ ਇੱਕ ਗੱਲ ਸੁਣ, ਮੈਂ ਇੱਕ ਖਬਰ ਲੈ ਕੇ ਆਇਆ ਹਾਂ। ਉੱਤਮ ਸੰਤ ਏਕ ਚਲ ਆਇਓ। ਕਹਿਣਗੇ ਇੱਕ ਉੱਤਮ ਸੰਤ ਆਇਆ ਹੈ, ਬਹੁਤ ਉੱਤਮ ਮੀਨਸ ਗ੍ਰੇਟ ਸੰਤ। There's a great saint who has come to our town। ਹਾਂਜੀ, ਸੂਕੇ ਉਪਬਨ ਪਗ ਜਬ ਪਾਇਓ। ਕਹਿਣਗੇ ਜਦੋਂ ਉਹਨੇ ਸੁੱਕੇ ਜਿਹੜੇ ਹਨ ਗਾਰਡਨ ਦੇ ਵਿੱਚ ਆਪਣੇ ਚਰਨ ਪਾਉਣੇ ਕੀਤੇ, ਹਰਿਆ ਹੋਤ ਭਇਓ ਤਤਕਾਲ। ਕਹਿਣਗੇ ਹਰਿਆ ਭਰਿਆ ਹੋ ਗਿਆ, ਇਮੀਡੀਏਟਲੀ ਇੰਸਟੈਂਟਲੀ ਉਹ ਹਰਿਆ ਭਰਿਆ ਹੋ ਗਿਆ। ਜੇ ਕੋ ਦਰਸ਼ਨ ਕਰਤ ਨਿਹਾਲਾ। ਕਹਿਣਗੇ ਉਹਨਾਂ ਦੇ ਦਰਸ਼ਨ ਕਰਕੇ ਵੀ ਬੜੇ ਨਿਹਾਲ ਹੋਈਦਾ। ਕਹਿੰਦਾ ਮੈਂ ਤਾਂ ਉਹਨਾਂ ਦਾ ਦਰਸ਼ਨ ਕਰਕੇ ਮੈਂ ਵੀ ਨਿਹਾਲ ਹੋ ਗਿਆ, ਮੈਨੂੰ ਵੀ ਬੜੀ ਖੁਸ਼ੀ ਹੋਈ, ਮੈਨੂੰ ਬੜਾ ਆਨੰਦ ਆਇਆ। ਦੋਏ ਚੇਲੇ ਹੈ ਤਾਂ ਕੇ ਸੰਗਾ। ਤੇ ਨਾਲ ਇਹ ਵੀ ਦੱਸਿਆ, ਕਹਿੰਦੇ ਉਹ ਇੱਕ ਸੰਤ ਹੈ, ਉਹਦੇ ਨਾਲ ਦੋ ਚੇਲੇ ਵੀ ਹਨ। ਚਲੋ ਨਿਕਟ ਤਹ ਧਾਰ ਉਮੰਗਾ। ਕਹਿਣ ਲੱਗਾ ਰਾਜਾ ਸ਼ਿਵਨਾਮ ਨੂੰ, ਤੂੰ ਮੇਰੇ ਨਾਲ ਚੱਲ, ਤੂੰ ਵੀ ਜਾ ਕੇ ਦਰਸ਼ਨ ਕਰ ਉਹਨਾਂ ਦੇ। ਸੁਨਤ ਸ਼ਰੋਨ ਭੂਪਤ ਹਰਖਾਇਓ। ਇਹ ਗੱਲ ਸੁਣ ਕੇ ਆਪਣੇ ਕੰਨਾਂ ਦੇ ਨਾਲ ਰਾਜਾ ਸ਼ਿਵਨਾਮ ਜੀ ਬੜੇ ਖੁਸ਼ ਹੋਏ। ਮੰਤਰੀ ਆਪਨੋ ਨਿਕਟ ਬੁਲਾਇਓ। ਉਹਨੇ ਆਪਣੇ ਮੰਤਰੀ ਸੱਦ ਲਏ, ਆਪਣੇ ਮਿਨਿਸਟਰ ਆਪਣੇ ਕੋਲ ਸੱਦ ਲਏ। ਤਹ ਕੇ ਸੰਗ ਕਹੀ ਇਹ ਬਾਣੀ। ਉਹ ਮੰਤਰੀਆਂ ਨੂੰ ਰਾਜਾ ਸ਼ਿਵਨਾਮ ਕਹਿੰਦਾ ਹੈ, ਜਾਵੋ ਨਿਕਟ ਸੰਤ ਸੁਖਦਾਨੀ। ਕਹਿਣਗੇ ਤੁਸੀਂ ਇਕੱਠੇ ਹੋ ਕੇ ਉਹ ਸੰਤ ਕੋਲ ਜਾਓ, ਇਹ ਬਾਗਵਾਨ ਨੂੰ ਨਾਲ ਲੈ ਜਾਓ ਗਾਰਡਨਾਂ ਨੂੰ, ਤੇ ਜਾਓ ਜਾ ਕੇ ਉਹ ਸੰਤ ਨੂੰ ਮਿਲੋ ਜਿਹਦੇ ਕਰਕੇ ਹਰਿਆ ਭਰਿਆ ਹੋ ਗਿਆ ਗਾਰਡਨ ਸਾਰਾ। ਜੇ ਸ੍ਰੀ ਨਾਨਕ ਆਗਮ ਕੀਨਾ। ਕਹਿਣਗੇ ਜਿੱਥੇ ਸ੍ਰੀ ਨਾਨਕ ਨੇ ਆਗਮਨ ਕੀਤਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ ਕੀਤਾ ਹੈ, ਕਰੋ ਪਰਖ ਫਲ ਵਿਦ ਲਿਹੋ ਚੀਨਾ। ਹੁਣ ਇਹ ਇਹਨਾਂ ਨੂੰ ਕਿਉਂ ਭੇਜ ਰਿਹਾ ਸੀ ਰਾਜਾ ਸ਼ਿਵਨਾਭ? ਇਹ ਨਾ ਮਿਨਿਸਟਰ ਨੂੰ ਕਹਿੰਦਾ ਜਾ ਕੇ ਉਹਨੂੰ ਟੈਸਟ ਕਰੋ, ਉਹਨੂੰ ਐਨਾਲਾਈਜ਼ ਕਰੋ ਵੀ ਸੱਚਮੁੱਚ ਉਹ ਗੁਰੂ ਨਾਨਕ ਹੈ, ਸੱਚਮੁੱਚ ਉਹ ਸ਼੍ਰੀ ਨਾਨਕ ਹੈ ਜਾਂ ਕੋਈ ਹੋਰ ਕੋਈ ਹੈ। ਕਰਕੇ ਉਸ ਤੋਂ ਪਹਿਲਾਂ ਆਪ ਜੀ ਨੇ ਕਥਾ ਸੁਣੀ ਹੈ ਨਾ, ਕਈ ਜਿਹੜੇ ਹਨ ਇੰਪੋਸਟਰਸ ਆ ਗਏ ਸਨ, ਝੂਠੇ ਆ ਗਏ ਸਨ, ਸਾਰੇ ਕਹਿੰਦੇ ਮੈਂ ਨਾਨਕ ਆ, ਮੈਂ ਨਾਨਕ ਆ, ਮੈਂ ਨਾ। ਸੋ ਇਸ ਕਰਕੇ ਰਾਜਾ ਸ਼ਿਵਨਾਮ ਨੂੰ ਹੁਣ ਮੰਨਣ 'ਚ ਨਹੀਂ ਆਉਂਦਾ, ਕਹਿੰਦਾ ਵੀ ਸੱਚਮੁੱਚ ਹੋਊਗਾ ਜਾਂ ਇਹ ਵੀ ਕੋਈ ਝੂਠਾ ਹੀ ਹੋਣਾ ਹੈ। ਤੇ ਇਸ ਕਰਕੇ ਮਿਨਿਸਟਰ ਨੂੰ ਕਹਿੰਦਾ ਵੀ ਜਾ ਕੇ ਪਹਿਲਾਂ ਟੈਸਟ ਕਰੋ ਉਹਨੂੰ, ਹਾਂਜੀ ਜਿਹੜਾ ਹੈ ਦੇਖੋ ਜਾ ਕੇ ਠੀਕ ਆ ਕਿ ਨਹੀਂ। ਪਰਸ਼ੁਰਾਮ ਸੁਨ ਬਚ ਅਵਨੀਪਾ। ਹੁਣ ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਨਾ, ਉਹਦਾ ਨਾਂ ਸੀਗਾ ਪਰਸ਼ੁਰਾਮ। ਪਰਸ਼ੁਰਾਮ ਉਹਦੇ ਮਿਨਿਸਟਰ ਦਾ ਨਾਂ ਸੀਗਾ, ਪ੍ਰਾਈਮ ਮਿਨਿਸਟਰ ਦਾ। ਸੋ ਉਹਨੇ ਜਦੋਂ ਇਹ ਗੱਲ ਆਪਣੇ ਰਾਜੇ ਤੋਂ ਸੁਣੀ, ਸੁੰਦਰ ਭੋਜਨ ਲੀਨ ਸਮੀਪਾ। ਉਹਨੇ ਜਾਣ ਤੋਂ ਪਹਿਲਾਂ ਖਾਣਾ ਲਿਆ, ਭੋਜਨ ਲਿਆ, ਲੰਗਰ ਲਿਆ, ਵੀ ਮੈਂ ਖਾਲੀ ਹੱਥ ਥੋੜੋ ਜਾਣਾ, ਵੀ ਮੈਂ ਉਹਨਾਂ ਨੂੰ ਜਾ ਕੇ ਲੰਗਰ ਤਾਂ ਸਰਵ ਕਰਾਂ। ਗਮਨਿਓ ਉਪਵਨ ਕੋ ਤਤਕਾਲ। ਉਹ ਚੱਲ ਕੇ ਆ ਗਿਆ ਜੀ ਉਹ ਗਾਰਡਨ ਦੇ ਵਿੱਚ, ਜਹਾਂ ਬਿਰਾਜਤ ਦੀਨ ਦਿਆਲਾ। ਜਿੱਥੇ ਦੀਨ ਦਿਆਲਾ, ਗਰੀਬਾਂ ਦਾ ਦਇਆ ਦਾ ਘਰ ਗੁਰੂ ਨਾਨਕ ਸਾਹਿਬ ਜੀ ਬਿਰਾਜ ਰਹੇ ਸਨ। ਕੀਨ ਬੰਦਨਾ ਦੁਐ ਕਰ ਜੋਰੀ। ਹੱਥ ਜੋੜ ਕੇ ਉਹਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਜੀ ਨੂੰ। ਆਗੇ ਭੋਜਨ ਧਰਿਓ ਬਹੋਰੀ। ਤੇ ਉਹਨੇ ਜਿਹੜਾ ਭੋਜਨ ਲੈ ਕੇ ਆਇਆ ਸੀ ਲੰਗਰ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਨਿਰਪਤ ਪਠਿਓ ਹੈ ਕਰੋ ਆਹਾਰ। ਕਹਿ ਲਗੇ ਇਹ ਰਾਜੇ ਨੇ ਤੁਹਾਡੇ ਵਾਸਤੇ ਲੰਗਰ ਭੇਜਿਆ, ਇਹਨੂੰ ਛਕੋ ਤੁਸੀਂ। ਸੁਨ ਸ੍ਰੀ ਨਾਨਕ ਬਚਨ ਉਚਾਰਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਉਸ ਮੰਤਰੀ ਨੂੰ, ਮਾਰੂ ਮਹੱਲਾ ਪਹਿਲਾ। ਰਸ ਕਸ ਸਵਾਦ ਅਨੇਕ ਹੈ, ਬਿਖ ਫਲ ਮੀਠੇ ਚਾਖ। ਕਿਰਪਾ ਕਰੇ ਜਿਸ ਆਪਣੀ, ਤਾਂ ਕੋ ਰਾਖੈ ਆਪ। ਹੁਣ ਇਹਦਾ ਜਿਹੜਾ ਸਿਰਲੇਖ ਆਇਆ ਮਾਰੂ ਮਹੱਲਾ ਪਹਿਲਾ, ਮਤਲਬ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਚਾਰਿਆ ਹੋਇਆ ਸ਼ਬਦ ਹੈ, ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਉਂਦਾ। ਇਹ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ। ਤੇ ਇਹ ਸ਼ਬਦ ਦੇ ਵਿੱਚ ਰਸ ਕਸ, ਰਸ ਮੀਨਸ ਜਿਹੜੇ ਸਵਾਦਲੇ ਹਨ, ਜਿਹੜੇ ਮਿੱਠੇ ਰਸ ਹਨ,
ਕਸ ਮੀਨਸ ਜਿਹੜੇ ਥੋੜੇ ਜਿਹੇ ਜਿਹੜੇ ਹਨ ਕੁੜੱਤਣ ਵਾਲੇ, ਮਤਲਬ ਕੁੜੱਤਣ ਵਾਲੇ ਥੋੜੇ ਜਿਹੇ ਕੌੜੇ। ਕਹਿੰਦੇ ਰਸ ਤੇ ਕਸ ਸਵਾਦ ਅਨੇਕ ਹੈ, ਤਰ੍ਹਾਂ ਤਰ੍ਹਾਂ ਦੇ ਸਵਾਦ ਨੇ, ਵੇਰੀਅਸ ਟਾਈਪ ਆਫ ਟੇਸਟ ਹੁੰਦੇ ਨੇ, ਜਿਨ੍ਹਾਂ ਨੂੰ 6 ਕੈਟੇਗਰੀ ਵਿੱਚ ਵੰਡਿਆ ਗਿਆ। ਹੁਣ ਸਾਰੇ ਜਿੰਨੇ 36 ਪ੍ਰਕਾਰ ਦੇ ਭੋਜਨ ਨੇ, 36 ਤਰ੍ਹਾਂ ਦੇ ਭੋਜਨ ਮੰਨੇ ਨੇ, ਉਹਨਾਂ ਵਿੱਚੋਂ ਜਿਹੜਾ 6 ਤਰ੍ਹਾਂ ਦੇ ਰਸ ਹੁੰਦੇ ਨੇ। ਸੋ ਕਹਿੰਦੇ ਇਹ ਸਾਰੇ ਬੜੇ ਜਿਹੜੇ ਹਨ ਤਰ੍ਹਾਂ ਤਰ੍ਹਾਂ ਦੇ ਰਸ ਨੇ। ਕਹਿੰਦੇ ਬਿਕ ਫਲ ਮਿੱਠੇ ਚਾਖ, ਬੰਦਾ ਮਾਇਆ ਰੂਪੀ ਫਲ, ਮਾਇਆ ਜਿਹੜੀ ਜ਼ਹਿਰ ਹੈ ਪਰ ਇਹਨੂੰ ਮਿੱਠਾ ਕਰਕੇ ਖਾਂਦਾ ਹੈ, ਮਿੱਠਾ ਕਰਕੇ ਇਹਨੂੰ ਅਪਣਾਉਂਦਾ ਹੈ। ਮਾਇਆ ਹਮੇਸ਼ਾ ਬੰਦੇ ਨੂੰ ਡੋਬਦੀ ਹੈ, ਮਾਇਆ ਹਮੇਸ਼ਾ ਬੰਦੇ ਨੂੰ ਪਰਮਾਤਮਾ ਨਾਲੋਂ ਵਿਛੋੜਦੀ ਹੈ। ਇਸ ਕਰਕੇ ਮਾਇਆ ਇੱਕ ਜ਼ਹਿਰ ਹੈ, ਪਰ ਇਹਨੂੰ ਮਿੱਠਾ ਫਲ ਕਰਕੇ ਬੰਦਾ ਲੈਂਦਾ ਹੈ। ਜਿਵੇਂ ਮੋਹ ਹੈ, ਅਟੈਚਮੈਂਟ ਜਿਹੜੇ ਹਨ ਜ਼ਹਿਰ ਵਰਗੇ ਨੇ। ਬਹੁਤ ਮਾੜਾ ਹੈ ਕਿਸੇ ਨਾਲ ਅਟੈਚ ਹੋਣਾ, ਕਿ ਆਪਣੇ ਆਪ ਨੂੰ ਕਿਸੇ ਚੀਜ਼ ਨਾਲ ਅਟੈਚ ਕਰਨਾ, ਬਹੁਤ ਮਾੜੀ ਗੱਲ ਹੈ, ਜ਼ਹਿਰ ਹੈ। ਪਰ ਬੰਦਾ ਇਸ ਨੂੰ ਮਿੱਠਾ ਕਰਕੇ ਮੰਨਦਾ ਹੈ। ਤੇ ਮਹਾਰਾਜ ਕਹਿੰਦੇ ਕਿਰਪਾ ਕਰੇ ਜਿਸ ਆਪਣੀ, ਜਿਹਦੇ ਉੱਤੇ ਪਰਮੇਸ਼ਰ ਆਪਣੀ ਕਿਰਪਾ ਕਰਦਾ ਹੈ, ਤਾਂ ਕੋ ਰਾਖੇ ਆਪ, ਉਹਨੂੰ ਪਰਮੇਸ਼ਰ ਆਪ ਹੀ ਰੱਖਦਾ ਹੈ। ਨਹੀਂ ਤਾਂ ਦੁਨੀਆ ਵਿੱਚ ਲੋਕ ਕਹਿਣਗੇ ਮੈਂ ਮੋਹ ਤੋਂ ਕਿਵੇਂ ਬਚਾਂ, ਮੋਹ ਤਾਂ ਹਰ ਇੱਕ ਨੂੰ ਹੁੰਦਾ ਹੈ। ਹਾਂਜੀ, ਮਾਇਆ ਦੀ ਲੋੜ ਸਾਰਿਆਂ ਨੂੰ ਆ, ਮਾਇਆ ਕਿਵੇਂ ਛੱਡਾਂਗੇ। ਹੁਣ ਦੇਖੋ ਇਹ ਮਾਇਆ ਵਿੱਚ ਰਹਿੰਦਿਆਂ ਹੋਇਆਂ, ਮਾਇਆ ਨੂੰ ਕਮਾਉਂਦਿਆਂ ਹੋਇਆਂ, ਵਰਤਦਿਆਂ ਹੋਇਆਂ, ਸਟਿਲ ਯੂ ਹੈਵ ਟੂ ਬੀ ਅਬਵ ਮਾਇਆ, still you have to be above the more attachments of Maya। ਕਹਿੰਦੇ ਉਹਨੂੰ ਤਾਂ ਜਿਹੜਾ ਹੈ, ਇਹ ਗੱਲ ਤਾਂ ਬੜੀ ਮੁਸ਼ਕਲ ਹੈ, ਔਖੀ ਹੈ, ਪਰ ਕਹਿੰਦੇ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰੇ ਨਾ, ਉਹਨੂੰ ਆਪ ਹੀ ਰੱਖਦਾ ਹੈ। ਚੌਪਈ ਰਸ ਕਸ ਸਾਧ ਬਾਦ ਇਹ ਜਾਨੋ, ਕਹਿੰਦੇ ਜਿੰਨੇ ਵੀ ਰਸ ਕਸ ਸਵਾਦ ਹੈ ਇਹ ਸਾਰੇ ਯੂਸਲੈਸ ਨੇ, ਇਹਨਾਂ ਇਹ ਬਾਦ ਨੇ, ਇਹਨਾਂ ਦਾ ਕੋਈ ਜਿਹੜਾ ਹੈ, ਇਹ ਜਿਹੜਾ ਹੈ ਬਿਲਕੁਲ ਹੀ ਬੇਮੈਨਾ ਹਨ ਸਾਰੇ। ਨਾਮ ਮਹਾਰਸ ਸੁਖ ਦਾ ਮਨ, ਕਹਿੰਦੇ ਸੁਖ ਦੇਣ ਵਾਲਾ ਸਿਰਫ ਇੱਕੋ ਰਸ ਹੈ, ਉਹ ਨਾਮ ਦਾ ਹੈ। ਪਰਮੇਸ਼ਰ ਦਾ ਨਾਮ ਦਾ ਰਸ ਹੀ ਸੱਚਾ ਹੈ, ਬਾਕੀ ਸਾਰੇ ਝੂਠੇ ਹਨ। ਫਸੇ ਜੇ ਉਨ ਮਹਿ ਹੋਤ ਬਿਕਾਰਾ, ਕਹਿੰਦੇ ਜਿਹੜਾ ਕੋਈ ਬੰਦਾ ਮਾਇਆ ਦੇ ਰਸ ਵਿੱਚ ਫਸ ਜਾਂਦਾ ਹੈ ਨਾ, ਮੋਹ ਵਿੱਚ ਫਸ ਜਾਂਦਾ ਹੈ, ਉਹ ਫਿਰ ਆਪਣੀ ਜ਼ਿੰਦਗੀ ਵਿੱਚ ਬੜੇ ਵਿਕਾਰ ਕਰਦਾ ਹੈ, ਉਹ ਵਾਈਸਸ ਬਹੁਤ ਕਰਦਾ ਹੈ। ਉਹ ਜਿਹੜੇ ਈਵਲ ਡਿਜ਼ਾਇਰਸ ਹੋਣ ਕਰਕੇ ਨਾ, ਉਹਦੇ ਵਿੱਚ ਈਵਲ ਡਿਜ਼ਾਇਰਸ ਆਪਣੇ ਆਪ ਹੀ ਪੈਦਾ ਹੋ ਜਾਂਦੇ ਨੇ, ਫਿਰ ਬੰਦਾ ਵਿਕਾਰ ਬਹੁਤ ਕਰਦਾ ਹੈ। ਇਹ ਨਾਮ ਕੇ ਰਸ ਵਿਕਾਰਾ, ਕਹਿੰਦੇ ਵਿਕਾਰਾਂ ਤੋਂ ਰਹਿਤ ਸਿਰਫ ਇੱਕੋ ਹੀ ਪਰਮੇਸ਼ਰ ਦਾ ਨਾਮ ਹੈ, ਜਿਹਦੇ ਵਿੱਚ ਵਿਕਾਰ ਨਹੀਂ ਹੁੰਦੇ, ਬਿਲਕੁਲ ਪਿਓਰ ਸਿਰਫ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ। ਸੁਣ ਕੇ ਬਚ ਮੰਤਰੀ ਬਿਸਮਾਨਾ, ਇਹ ਗੱਲ ਸੁਣ ਕੇ ਨਾ ਉਹ ਪਰਸ਼ੂਰਾਮ ਜਿਹੜਾ ਸੀਗਾ ਮੰਤਰੀ, ਜਿਹੜਾ ਆਇਆ ਸੀ ਵਜ਼ੀਰ, ਉਹ ਹੈਰਾਨ ਹੋ ਗਿਆ ਇਹ ਉਪਦੇਸ਼ ਨੂੰ ਸੁਣ ਕੇ। ਬਹੋਰੋ ਗਮਨਿਓ ਨਿਕਟ ਰਜਾਨਾ, ਉਹ ਵਾਪਸ ਜਾ ਕੇ ਰਾਜਾ ਸ਼ਿਵਨਾਮ ਨੂੰ ਦੱਸਣ ਲੱਗਿਆ। ਜਾਏ ਸਭੈ ਉਚਰਿਓ ਬਿਰਤੰਤਾ, ਉਹਨੇ ਜਾ ਕੇ ਰਾਜਾ ਸ਼ਿਵਨਾਮ ਨੂੰ ਸਾਰੀ ਉਹ ਗੱਲ ਦੱਸ ਦਿੱਤੀ, ਡਿਟੇਲ ਨਾਲ ਦੱਸਿਆ ਵੀ ਕੀ ਹੋਇਆ। ਸਾਧ ਅਸਨ ਤੇ ਬਿਰਕਤੀ ਸੰਤਾ, ਕਹਿਣ ਲੱਗੇ ਸਾਧ ਅਸਨ ਤੇ, ਕਹਿਣ ਲੱਗੇ ਉਹ ਸਾਧ ਜਿਹੜਾ ਆਇਆ ਹੈ ਨਾ, ਉਹਨੂੰ ਕੋਈ ਖਾਣ ਦਾ ਕੋਈ ਚਾਹ ਨਹੀਂ, ਉਹਦੇ ਅੰਦਰ ਇਹ ਲਾਲਸਾ ਹੈ ਨਹੀਂ ਵੀ ਮੈਂ ਖਾਵਾਂ। ਕਹਿਣ ਲੱਗੇ ਨਾ ਉਹਨੂੰ ਸਵਾਦ ਲੈਣ ਦੀ ਕੋਈ ਲਾਲਸਾ ਹੈ। ਕਹਿਣ ਲੱਗੇ ਵੀ ਉਹ ਜਿਹੜਾ ਹੈ ਬਿਲਕੁਲ ਬਿਰਕਤ ਹੈ। ਬਿਰਕਤ ਮੀਨਸ ਤਿਆਗੀ, ਉਹ ਤਿਆਗੀ ਹੈ, ਉਹਨੇ ਸਾਰਾ ਸੰਸਾਰ ਨੂੰ ਤਿਆਗਿਆ ਹੋਇਆ। ਉਹਨੂੰ ਤੁਸੀਂ ਖਰੀਦ ਨਹੀਂ ਸਕਦੇ, ਉਹਨੂੰ ਖੁਸ਼ ਕਰਨ ਵਾਸਤੇ ਕੋਈ ਪਦਾਰਥ ਨਹੀਂ ਤੁਸੀਂ ਦੇ ਸਕਦੇ। ਭੂਪਤ ਭਾਖਤ ਸੁੰਦਰ ਨਾਰੀ, ਸੋ ਹੁਣ ਰਾਜਾ ਸ਼ਿਵਨਾਮ ਕਹਿੰਦਾ ਦੂਜਾ ਟੈਸਟ ਕਰੀਏ। ਹੁਣ ਕੀ ਕਹਿਣ ਲੱਗਾ, ਕਹਿੰਦਾ ਚੰਗ ਜਿਹੜਾ ਹੈ ਚੰਗਾ, ਜੇ ਉਹ ਬਿਰਕਤ ਹੈ, ਤਿਆਗੀ ਹੈ, ਤਾਂ ਕਹਿੰਦਾ ਫਿਰ ਚੰਗੀਆਂ ਸੁੰਦਰ ਇਸਤਰੀਆਂ ਉਹਦੇ ਕੋਲ ਭੇਜੋ। ਹੁਣ ਇਹ ਟੈਸਟ ਕਰੋ ਵੀ ਇਸ ਸੁੰਦਰ ਇਸਤਰੀਆਂ ਉਹਨੂੰ ਮੋਹ ਕਰ ਸਕਦੀਆਂ ਕਿ ਨਹੀਂ। ਲੈ ਜਾਵਹੁ ਤੈ ਸੰਤ ਅਗਾਰੀ, ਹੁਣ ਉਹ ਰਾਜਾ ਕਹਿੰਦਾ ਜਿਹੜੀਆਂ ਜਿੰਨੀਆਂ ਵੀ ਸੁੰਦਰ ਇਸਤਰੀਆਂ ਨੇ, ਉਹਨਾਂ ਨੂੰ ਇਕੱਠੀਆਂ ਕਰਕੇ ਉਹ ਸਾਧ ਕੋਲ ਲੈ ਕੇ ਜਾਓ, ਫਿਰ ਦੇਖੋ ਕੀ ਬਣਦਾ ਹੈ। ਸੁਨਤ ਸਚਵਲੇ ਬੇਸਿਆ ਸੰਗਾ, ਹੁਣ ਇਹ ਜਿਹੜਾ ਸੀਗਾ ਨਾ, ਇਹ ਜਿਹੜਾ ਆਪਣਾ ਮੰਤਰੀ ਸੀਗਾ ਪਰਸ਼ੂਰਾਮ, ਇਹਨੇ ਕੀ ਕੀਤਾ, ਪ੍ਰੋਸਟੀਟਿਊਟਸ ਇਕੱਠੀਆਂ ਕਰ ਲਈਆਂ। ਜਿਹੜੀਆਂ ਪ੍ਰੋਸਟੀਟਿਊਟ ਬਹੁਤ ਸੋਹਣੀਆਂ ਸੀਗੀਆਂ, ਜਾਂ ਜਿਹੜੀਆਂ ਹਾਈ ਕਲਾਸ ਵਾਲੀਆਂ ਪ੍ਰੋਸਟੀਟਿਊਟ, ਉਹ ਇਕੱਠੀਆਂ ਕਰ ਲਈਆਂ, ਸਾਰੀਆਂ ਇਕੱਠੀਆਂ ਕਰਕੇ ਹੁਣ ਗੁਰੂ ਨਾਨਕ ਸਾਹਿਬ ਕੋਲ ਭੇਜਣ ਲੱਗਿਆ ਉੱਥੇ ਗਾਰਡਨ ਦੇ ਵਿੱਚ। ਜਿਨੇ ਬੇਲੋਕੇ ਲਜਤ ਅਨੰਗਾ, ਕਹਿਣ ਲੱਗੇ ਇਹ ਜਿਹੜੀਆਂ ਪ੍ਰੋਸਟੀਟਿਊਟ ਸੀਗੀਆਂ ਨਾ, ਇਹ ਇੰਨੀਆਂ ਸੋਹਣੀਆਂ ਸੀਗੀਆਂ ਨਾ, ਕਹਿੰਦੇ ਕਿ ਕਾਮ ਦੇਵਤੇ ਨੂੰ ਵੀ ਸ਼ਰਮ ਆਉਂਦੀ ਸੀ ਇਹਨਾਂ ਨੂੰ ਦੇਖ ਕੇ, ਕਹਿੰਦੇ ਬਹੁਤ ਸੁੰਦਰ ਸਨ ਇਹ। ਆਏ ਸਮੀਪ ਕਰੀ ਨ੍ਰਿਤਕਾਰੀ, ਉਹਨਾਂ ਨੇ ਕੀ ਕੀਤਾ, ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆ ਗਈਆਂ ਗਾਰਡਨ ਦੇ ਵਿੱਚ, ਉਹਨਾਂ ਨੇ ਆ ਕੇ ਨਾਚ ਸ਼ੁਰੂ ਕਰ ਦਿੱਤਾ। ਨਾਚ ਹੁੰਦਾ ਨ੍ਰਿਤਕਾਰੀ, ਨ੍ਰਿਤਕਾਰੀ ਹੁੰਦਾ ਹੈ ਨਾਚ, ਜਿਵੇਂ ਉਹ ਜਿਹੜਾ ਟ੍ਰੈਡੀਸ਼ਨਲ ਨਾਚ ਹੁੰਦਾ ਹੈ। ਹਾਂਜੀ, ਸੋ ਇਹ ਟ੍ਰੈਡੀਸ਼ਨਲ ਨਾਚ ਜਿਹੜਾ ਹੈ ਉਹਨੇ ਸ਼ੁਰੂ ਕਰਤਾ ਜੀ ਆ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ। ਕਹੇ ਮੰਤਰੀ ਇਹ ਭੇਟ ਤੁਮਾਰੀ, ਉਹ ਮੰਤਰੀ ਨਾਲ ਆਇਆ ਪਰਸ਼ੂਰਾਮ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਰਾਜੇ ਵੱਲੋਂ ਇਹ ਭੇਟ ਹੈ ਜੀ ਤੁਹਾਡੀ।
ਜਿਵੇਂ ਰਾਜਿਆਂ ਨੂੰ ਭੇਟਾਂ ਨਹੀਂ ਦੇਈਦੀ ਵੀ ਨਾਰੀਆਂ ਲਿਆ ਕੇ ਨਚਾਈਆਂ ਜਾਂਦੀਆਂ ਨੇ, ਫਿਰ ਜਿਹੜੇ ਹਨ ਉਹ ਬਹਿ ਜਾਂਦੇ ਨੇ, ਸੋ ਇਹ ਮਜਲਸ ਲੱਗਦੀਆਂ ਨੇ ਲੋਕਾਂ ਦੀਆਂ। ਸੋ ਕਹਿੰਦੇ ਇਹ ਭੇਟਾ ਹੈ ਰਾਜੇ ਵੱਲੋਂ ਤੁਹਾਡੀ। ਪੱਠੀ ਭੂਪ ਹਿਰਦਾ ਹੁਲਸਾਵਨ, ਕਹਿਣਗੇ ਪੱਠੀ ਭੂਪ ਹਿਰਦਾ ਹੁਲਸਾਵਨ, ਕਹਿਣਗੇ ਇਸ ਕਰਕੇ ਇਹ ਜਿਹੜਾ ਹਨ ਇਹਨਾਂ ਨੂੰ ਭੇਜਿਆ ਹੈ ਰਾਜੇ ਨੇ ਕਿਸ ਵਾਸਤੇ? ਗੁਰੂ ਨਾਨਕ ਸਾਹਿਬ ਨੂੰ ਮੰਤਰੀ ਕਹਿੰਦਾ ਤੁਹਾਨੂੰ ਖੁਸ਼ ਕਰਨ ਵਾਸਤੇ, ਟੂ ਐਂਟਰਟੇਨ ਯੂ, ਤੁਹਾਡੇ ਐਂਟਰਟੇਨਮੈਂਟ ਵਾਸਤੇ ਭੇਜੀਆਂ ਹਨ। ਜਿਵੇਂ ਅੱਜ ਕੱਲ੍ਹ ਇਹਨਾਂ ਨੂੰ ਭੇਜਣ ਦੀ ਲੋੜ ਨਹੀਂ, ਤੁਸੀਂ ਟੀਵੀ ਲਿਆ ਕੇ ਰੱਖ ਦਿਆ ਕਰੋ। ਹਾਂਜੀ, ਟੀਵੀ 'ਚ ਸਭ ਕੁਝ ਆ ਜਾਂਦਾ। ਅੱਗੇ ਟੀਵੀ ਨਹੀਂ ਹੁੰਦਾ ਸੀਗਾ, ਅੱਗੇ ਲਾਈਵ ਪਰਫਾਰਮੈਂਸ ਹੁੰਦੇ ਸਨ, ਹੁਣ ਤਾਂ ਕੋਈ ਲੋੜ ਹੀ ਨਹੀਂ ਲਾਈਵ ਪਰਫਾਰਮੈਂਸ ਦੀ। ਹਾਂਜੀ, ਫਿਰ ਸੁਣ ਬੋਲੇ ਜਿਨ ਕੀਰਤ ਪਾਵਨ। ਹਾਂ, ਕਹਿਣ ਲੱਗੇ ਇਹ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਹੋਰ ਸ਼ਬਦ ਪੜਿਆ, ਇਹ ਬਿਖ ਭਰੀਆਂ ਗੰਦਲਾਂ ਧਰੀਆਂ ਖੰਡ ਲਿਵਾੜ। ਮਹਾਰਾਜ ਕਹਿਣ ਲੱਗੇ ਇਹ ਕੋਈ ਔਰਤਾਂ ਨਹੀਂ, ਮਹਾਰਾਜ ਕਹਿੰਦੇ ਇਹ ਬਿਖ ਭਰੀਆਂ ਗੰਦਲਾਂ। ਗੰਦਲਾਂ ਹੁੰਦੀਆਂ ਨਾ ਜਿਵੇਂ ਸ਼ੂਟਸ ਹੁੰਦੇ ਨੇ, ਘਾਹ ਦੇ ਸ਼ੂਟਸ। ਹਾਂਜੀ, ਘਾਹ ਦੇ ਸ਼ੂਟਸ ਜਿਹੜੇ ਹੁੰਦੇ ਨੇ ਉਹ ਜਿਹੜੇ ਹੁੰਦੇ ਆ ਟੇਸਟਲੈਸ, ਕਈ ਕੌੜੇ ਵੀ ਹੁੰਦੇ ਹਨ, ਜਾਂ ਇਹਨਾਂ ਨੂੰ ਕਿ ਐਕਸਲੈਂਟ ਪਲਾਂਟ ਵੀ ਕਹਿੰਦੇ ਹੁੰਦੇ ਹਨ। ਸੋ ਇਹ ਥੋੜੇ ਕੌੜੇ ਹੁੰਦੇ ਨੇ। ਸੋ ਕੀ ਹੁੰਦਾ, ਕਹਿੰਦਾ ਵੀ ਇਹ ਜਿਹੜੀਆਂ ਔਰਤਾਂ ਨੇ ਇਹ ਜਿਵੇਂ ਨਾ ਉੱਤੇ ਕੋਟਿੰਗ ਕੀਤੀ ਹੁੰਦੀ ਹੈ, ਜਿਵੇਂ ਸੁੰਦਰ ਜਿਹੜੀ ਹੈ ਚਾਕਲੇਟ ਕੋਟਿੰਗ ਕਰਦੀ, ਸ਼ੂਗਰ ਕੋਟਿੰਗ ਕਰਦੀ, ਹੁੰਦੇ ਵਿੱਚ ਉਹੀ ਸ਼ੂਟਸ ਨੇ ਜਿਹੜੀਆਂ ਕੌੜੀਆਂ ਨੇ, ਪਰ ਉੱਤੋਂ ਬਹੁਤ ਸੋਹਣਾ ਉਹਦੇ ਉੱਤੇ ਕੋਟਿੰਗ ਕੀਤੀ ਹੋਈ ਹੈ। ਇਸੇ ਤਰ੍ਹਾਂ ਜਿਵੇਂ ਆਪਾਂ ਉਹ ਖਾਂਦੇ ਹੁੰਦੇ ਆ ਨਾ, ਕੀ ਕਹਿੰਦੇ ਉਹਨੂੰ, ਪੀਨਟਸ ਦੇ ਉੱਤੇ ਵੀ ਚਾਕਲੇਟ ਚੜਾਈ ਹੁੰਦੀ ਹੈ। ਹਾਂਜੀ, ਜਾਂ ਹੋਰ। ਸੋ ਇਸ ਤਰ੍ਹਾਂ ਕਰਕੇ ਜਿਹੜੀਆਂ ਆਪਣੇ ਮੈਡੀਸਿਨਸ ਆਪਾਂ ਖਾਂਦੇ ਆ ਉਹਦੇ ਉੱਤੇ ਫਿਲਮ ਚੜਾਈ ਹੁੰਦੀ ਹੈ ਵੀ ਕੌੜੀ ਨਾ ਲੱਗੇ। ਸੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਕਹਿੰਦੇ ਇਹ ਬਿਖ ਭਰੀਆਂ ਗੰਦਲਾਂ ਧਰੀਆਂ ਖੰਡ ਲਿਵਾੜ, ਇਹਦੇ ਉੱਤੇ ਖੰਡ ਲਾਈ ਹੋਈ ਹੈ। ਪਰ ਅਸਲ ਵਿੱਚ ਔਰਤ ਕੀ ਹੈ? ਸੁੰਦਰ ਰੂਪ ਅਪਾਰ ਹੈ ਦੇਤੀ ਜਨਮ ਵਿਗਾੜ। ਕਹਿਣ ਲੱਗੇ ਦੇਖਣ ਨੂੰ ਬਹੁਤ ਸੋਹਣੀਆਂ ਨੇ, ਪਰ ਜਿਹੜਾ ਵੀ ਇਹਨਾਂ ਦੇ ਚੱਕਰਾਂ 'ਚ ਫਸ ਜਾਂਦਾ ਹੈ, ਮਹਾਰਾਜ ਕਹਿੰਦੇ ਦੇਤੀ ਜਨਮ ਵਿਗਾੜ, ਇਹ ਸਾਰਾ ਜਨਮ ਵਿਗਾੜ ਕੇ ਰੱਖ ਦਿੰਦੀਆਂ ਨੇ। ਜਿਹੜਾ ਕੋਈ ਇਹਨਾਂ ਵਿੱਚ ਫਸ ਜਾਂਦਾ ਹੈ, ਦੇਖਣ ਨੂੰ ਤਾਂ ਸੋਹਣੀਆਂ ਲੱਗਦੀਆਂ ਪਰ ਇਹਨਾਂ 'ਚ ਫਸਣ ਦੀ ਦੇਰ ਆ, ਬਸ ਉਦੋਂ ਹੀ ਬੰਦੇ ਨੂੰ ਡੋਬ ਕੇ ਰੱਖ ਦਿੰਦੀਆਂ। ਸੋ ਮਹਾਰਾਜ ਨੇ ਸਿੱਧੀ ਇਹ ਗੱਲ ਕਹਿ ਦਿੱਤੀ, ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ। ਸੋ ਇਹ ਭਗਤ ਫਰੀਦ ਜੀ ਦਾ ਸ਼ਬਦ ਹੁਣ ਜਿਹੜਾ ਪਹਿਲਾਂ ਆਪਾਂ ਵਿਚਾਰ ਕੀਤੇ ਆ ਉਹ ਗੁਰਬਾਣੀ ਵਿੱਚ ਨਹੀਂ ਆਉਂਦਾ, ਉਹ ਸ਼ਬਦ ਗੁਰਬਾਣੀ ਵਿੱਚ ਹੈ ਨਹੀਂ, ਤੇ ਪਰ ਉਹ ਵੈਸਾ ਹੀ ਸ਼ਬਦ ਭਗਤ ਫਰੀਦ ਜੀ ਨੇ ਉਚਾਰਨ ਕੀਤਾ ਹੋਇਆ। ਸੋ ਜੋ ਆਪ ਜੀ ਨੇ ਕਿਹਾ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਉਹੀ ਮੀਨਿੰਗ ਹੈ। ਹਾਂਜੀ, ਫਿਰ ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਹਾਂ, ਕਹਿਣ ਲੱਗੇ ਇੱਕ ਰਾਹੇ ਤੇ ਰਾਹੀ ਰਹੇ ਗਏ। ਕਹਿਣ ਲੱਗੇ ਇੱਕ ਤਾਂ ਜਿਹੜੇ ਹਨ ਰਾਹੇ, ਕਹਿਣ ਲੱਗੇ ਇੱਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਕਬੂਲ ਲਿਆ, ਤੇ ਜਿਨ੍ਹਾਂ ਨੇ ਇਹਨਾਂ ਨੂੰ ਕਬੂਲ ਲਿਆ ਕਹਿੰਦੇ ਰਹਿ ਗਏ, ਉਹ ਤਾਂ ਜਿਹੜੇ ਹਨ ਰਹਿ ਗਏ। ਹਾਂਜੀ, ਉਹ ਵੀ ਛੱਡ ਗਏ। ਕਹਿੰਦੇ ਇੱਕ ਰਾਧੀ ਗਏ ਉਜਾੜ, ਜਿਨ੍ਹਾਂ ਨੇ ਇਹਨਾਂ ਨੂੰ ਵਿਆਹ ਲਿਆ ਉਹ ਵੀ ਛੱਡ ਕੇ ਚਲੇ ਜਾਂਦੇ ਨੇ, ਉਹ ਵੀ ਗਏ। ਕਹਿੰਦੇ ਜਿਨ੍ਹਾਂ ਨੇ ਵੀ ਔਰਤ ਨੂੰ ਜਿਹੜਾ ਹੈ ਸਿਰਫ ਕਾਮ ਵਾਸ਼ਨਾ ਕਰਕੇ ਦੇਖਿਆ, ਉਹ ਉੱਥੇ ਜਿਹੜਾ ਹਨ ਉਹ ਗਰਕ ਹੋ ਜਾਂਦੇ ਨੇ। ਸੋ ਉਹਨਾਂ ਨੂੰ ਜਿਹੜਾ ਹੈ ਸਿਰਫ ਉਹੀ ਚੀਜ਼ ਨਾਲ ਸੰਬੰਧ ਰਹਿ ਜਾਂਦਾ। ਸੋ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਦੱਸੀ ਹੈ। ਸੋ ਜਿਵੇਂ ਇੱਕ ਵਿਰਾਗ ਸ਼ਤਕ ਗ੍ਰੰਥ ਹੈ, ਜੋ ਜਿਹੜਾ ਹੈ ਇਹ ਵਿਰਾਗ ਸ਼ਤਕ ਜਿਹੜਾ ਗ੍ਰੰਥ ਹੈ, ਸੋ ਇਹਨੂੰ ਜਿਹੜਾ ਹੈ ਇੱਕ ਰਾਜਾ ਹੋਇਆ ਜਿਹੜਾ ਬਾਅਦ ਵਿੱਚ ਜੋਗੀ ਬਣਿਆ। ਹਾਂਜੀ, ਸੋ ਇਹਦਾ ਨਾਮ ਸੀਗਾ ਮੇਰੇ ਖਿਆਲ ਕੀ ਸੀ, ਮੈਨੂੰ ਯਾਦ ਨਹੀਂ ਆਉਂਦਾ, ਓਕੇ ਬਾਅਦ ਚ ਕਰਦੇ ਹਾਂ। ਸੋ ਉਹਨਾਂ ਨੂੰ ਜਿਹੜਾ ਹੈ ਉਹਨੂੰ ਵਿਰਾਗ ਦੇਣ ਵਾਸਤੇ ਵਿਰਾਗ ਸ਼ਤਕ ਇੱਕ ਗ੍ਰੰਥ ਲਿਖਿਆ ਗਿਆ। ਸੋ ਉਹ ਵਿਰਾਗ ਸ਼ਤਕ ਗ੍ਰੰਥ ਜਿਹੜਾ ਅੱਜ ਵੀ ਮਿਲਦਾ ਹੈ, ਉਹਨੂੰ ਸੁਣ ਕੇ ਜਿਹੜਾ ਵੀ ਕੋਈ ਵਿਰਾਗ ਵਿੱਚ ਚਲਿਆ ਜਾਂਦਾ ਉਹਨੂੰ ਇਹ ਚੀਜ਼ਾਂ ਦੀ ਸਮਝ ਪੈ ਜਾਂਦੀ ਹੈ। ਬਿਕਾਜ਼ ਹੁਣ ਲੋਕ ਜਿਹੜੇ ਨੇ ਉਹ ਔਰਤ ਨੂੰ ਔਰਤ ਕਰਕੇ ਦੇਖਦੇ ਨੇ, ਪਰ ਜੇ ਤੁਸੀਂ ਔਰਤ ਦਾ ਜਿਹੜਾ ਹੈ ਐਕਸਰੇ ਕੱਢ ਲਓ ਤੁਹਾਨੂੰ ਸਕੈਲੀਟਨ ਦਿਸੇਗਾ। ਦੇਖੋ, ਕਹਿੰਦੇ ਔਰਤ ਨੂੰ ਉਹ ਨਿਗਾਹ ਨਾਲ ਦੇਖੋ ਜਿਵੇਂ ਸਕੈਲੀਟਨ ਹੈ। ਅਲਟੀਮੇਟਲੀ ਅੰਦਰ ਤਾਂ ਗੰਦੇ ਆ ਨਾ। ਹੁਣ ਜੇ ਆਪਣਾ ਸਰੀਰ ਆ ਬੜਾ ਸੋਹਣਾ ਲੱਗਦਾ ਦੇਖਣ ਨੂੰ, ਪਰ ਜੇ ਇਹਦੇ ਉੱਤੇ ਉਹ ਤੁਸੀਂ ਉਹ ਜਿਹੜੀ ਸਕਿਨ ਲਾ ਦਿਓ ਫਿਰ ਦੇਖ ਸਕੋਗੇ ਸਰੀਰ ਨੂੰ ਕੀ ਬਣੇਗਾ? ਸਰ ਗੰਦ ਦਾ ਭਰਿਆ ਹੋਇਆ ਹੈ। ਸੋ ਜਿਹੜੀ ਅਲਟੀਮੇਟ ਜਿਹੜੀ ਵਿਜ਼ਨ ਹੈ ਨਾ, ਕਹਿੰਦੇ ਇਹ ਤੋਂ ਅੰਦਰਲੀ ਚਾਹੀਦੀ ਹੈ। ਹਾਂਜੀ, ਇਹ ਤੋਂ ਅੰਦਰਲੀ ਚਾਹੀਦੀ ਹੈ, ਇਹਨੂੰ ਅੰਦਰ ਦੇਖੋ, ਬਾਹਰੋਂ ਨਾ ਦੇਖੋ। ਉਹ ਗੁਰੂ ਨਾਨਕ ਸਾਹਿਬ ਨੇ ਦੱਸਿਆ, ਚੌਪਈ ਦੁਰਗੰਧ ਕੋ ਵਾਸਨ ਹੈ ਦੇਹੀ। ਹਾਂ, ਕਹਿੰਦੇ ਦੁਰਗੰਧ ਕੋ, ਕਹਿੰਦੇ ਇਹ ਗੰਦੀ ਦੇਹ ਹੈ, ਜੇ ਇਹਨੂੰ ਨਹਾਈਏ ਨਾ ਤਾਂ ਕਿੰਨੀ ਬੋ ਮਾਰਦੀ ਹੈ ਜੀ ਆਪਣੇ ਤੋਂ। ਆਪਾਂ ਨੂੰ ਤਾਂ ਇਸ਼ਨਾਨ ਕਰਨਾ ਪੈਂਦਾ 2 ਵਾਰੀ ਘੱਟੋ ਘੱਟ ਹੈ ਮਲੇਸ਼ੀਆ 'ਚ। ਜੇ ਤੁਸੀਂ ਠੰਡੇ ਮੁਲਕਾਂ 'ਚ ਹੋਗੇ ਕੀ ਪਤਾ ਤੁਹਾਨੂੰ ਨਹੀਂ ਨਹਾਉਣਾ ਪਊਗਾ, ਹਫਤਾ ਵੀ ਲੰਘਾ ਲੈਂਦੇ ਨੇ, ਕਈ ਮਹੀਨਾ ਲੰਘਾ ਲੈਂਦੇ ਨੇ। ਹਾਂਜੀ, ਉਹ ਤਾਂ ਵੱਖਰੀ ਗੱਲ ਹੈ, ਪਰ ਮਲੇਸ਼ੀਆ ਵਰਗੇ ਮੁਲਕ 'ਚ ਤਾਂ ਨਹਾਉਣਾ ਹੀ ਪੈਂਦਾ ਨਾ। ਕਹਿੰਦੇ ਜਿਹੜਾ ਹੈ ਸਰੀਰ ਜਿਹੜਾ ਪਿਆ ਵੀ ਬਦਬੂ ਆਉਣ ਲੱਗ ਜਾਂਦੀ ਆ, ਇਹਨੂੰ ਪਰਫਿਊਮ ਲਾਉਣਾ ਪੈਂਦਾ। ਜਾਨਵਰਾਂ ਨੇ ਕਿਤੇ ਪਰਫਿਊਮ ਲਾਇਆ? ਹਾਂਜੀ, ਜੇ ਆਪਣੇ ਹਿਸਾਬ ਨਾਲ ਜਾਨਵਰ ਹੁੰਦੇ ਨਾ ਤਾਂ ਉਹਨਾਂ ਤੋਂ ਮੈਂ ਕਿਹਾ ਸਾਰੀ ਦੁਨੀਆ ਨੂੰ ਬਦਬੂ ਕਰ ਦੇਣਾ ਸੀਗਾ। ਹਾਂਜੀ, ਸੋ ਕਹਿੰਦੇ ਇਹ ਸਰੀਰ ਜਿਹੜਾ ਹੈ ਤਾਂ ਗੰਦਾ,
ਹਾਂਜੀ, ਪਰ ਇਹਨੂੰ ਬਾਸਨਾ ਲਾਉਣੀ ਪੈਂਦੀ ਹੈ, ਚੰਗੇ ਅਤਰ ਫਲੀਲ ਲਾਉਣੇ ਪੈਂਦੇ ਹਨ। ਇਨੇ ਸਪਰਸ਼ ਹੋਇ ਜੋ ਸਨੇਹ। ਕਹਿਣਗੇ ਜੋ ਵੀ ਇਹਨਾਂ ਦਾ ਪ੍ਰੇਮੀ ਹੋ ਕੇ ਇਹਨਾਂ ਨੂੰ ਸਪਰਸ਼ ਕਰਦਾ, ਟੱਚ ਕਰਦਾ ਹੈ। ਏਠਾਂ ਜਨਮ ਭ੍ਰਿਸ਼ਟ ਤਿਨ ਕੇਰਾ। ਕਹਿਣਗੇ ਉਹਨਾਂ ਦਾ ਇੱਥੇ ਦਾ ਜਨਮ, ਧਰਤੀ ਦਾ ਜਨਮ ਸਾਰਾ ਭ੍ਰਿਸ਼ਟ ਹੋ ਜਾਂਦਾ ਹੈ, ਉਹ ਕੁਸਤ ਹੋ ਜਾਂਦੇ ਨੇ, ਉਹਨਾਂ ਦਾ ਸਾਰਾ ਜਨਮ ਗੁਆਚ ਜਾਂਦਾ ਹੈ। ਉਹ ਇਹ ਚੀਜ਼ਾਂ ਵਿੱਚ ਭੁੱਲ ਜਾਂਦੇ ਨੇ, ਉਹ ਭੁੱਲ ਜਾਂਦੇ ਨੇ ਆਪਣਾ ਜੀਵਨ ਨੂੰ, ਵੀ ਉਹ ਜੀਵਨ ਵਿੱਚ ਕੀ ਕਰਨ ਵਾਸਤੇ ਆਏ ਸਨ। ਹੋਏ ਨਰਕ ਮਹਿ ਜਨ ਜਮ ਨੈ ਗੇਰਾ। ਫਿਰ ਕਹਿੰਦੇ ਜਿਉਂਦਿਆਂ ਜੀ ਤਾਂ ਉਹ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਨੇ, ਮਰ ਕੇ ਫਿਰ ਉਹਨਾਂ ਨੂੰ ਨਰਕ ਮਿਲਦੇ ਨੇ, ਉਹ ਫਿਰ ਨਰਕਾਂ ਨੂੰ ਜਾਂਦੇ ਨੇ, ਐਸੇ ਜਿਹੜੇ ਕਾਮੀ ਪੁਰਸ਼ ਹੁੰਦੇ ਹਨ। ਸੋਨ ਮੰਤਰੀ ਕਰ ਬੰਧਨ ਗਇਓ। ਸੋ ਕੀ ਹੋਇਆ ਜੀ, ਉਹਨਾਂ ਦੇ ਨਿਰਤਕਾਰੀ ਦਾ ਜਿਹੜਾ ਪਰਫਾਰਮੈਂਸ ਇਹ ਬੰਦ ਹੋ ਗਿਆ ਇਮੀਡੀਏਟਲੀ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹ ਕਿਹਾ, ਉਹ ਇਮੀਡੀਏਟਲੀ ਸਾਰਾ ਪਰਫਾਰਮੈਂਸ ਬੰਦ। ਮੰਤਰੀ ਉਹਨਾਂ ਨੂੰ ਜਿਹੜਾ ਹਨ ਪ੍ਰੋਸਟੀਟਿਊਟ ਨੂੰ ਲੈ ਕੇ ਵਾਪਸ ਚਲਿਆ ਗਿਆ। ਨਿਰਪਸੋਂ ਸਭ ਵਿਦ ਭਾਖਤ ਭਇਓ। ਉਹਨੇ ਜਾ ਕੇ ਫਿਰ ਰਾਜਾ ਸ਼ਿਵਨਾਮ ਨੂੰ ਦੱਸਿਆ। ਦੋਖ ਅਰੋਪਤ ਇਨਕੇ ਮਾਹੀ। ਕਹਿਣਗੇ ਦੋਖ ਅਰੋਪਤ ਇਨਕੇ ਮਾਹੀ। ਕਹਿਣਗੇ ਦੇਖੋ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਐਕਸੈਪਟ ਨਹੀਂ ਕੀਤਾ, ਸਮਾਂ ਇਹਨਾਂ ਵਿੱਚ ਦੋਖ ਆਰੋਪ ਦਿੱਤੇ। ਇਹਨਾਂ ਦੀ ਸੱਚਾਈ ਗੁਰੂ ਨਾਨਕ ਨੇ ਦੱਸ ਦਿੱਤੀ ਵੀ ਲੱਗਦੀਆਂ ਭਾਵੇਂ ਸੋਹਣੀਆਂ ਨੇ ਪਰ ਅੰਦਰੋਂ ਤਾਂ ਹੋਰ ਹੋ ਜੇ ਨੇ। ਕਹਿੰਦੇ ਵੀ ਅੰਦਰ ਵਿਸ਼ਨ ਜਿਹੜੀ ਡੂੰਗੀ ਕਰੀਏ ਤਾਂ ਹੋਰ ਕੁਝ ਨੇ। ਇਹ ਕਹਿੰਦੇ ਕਿ ਇਹਨਾਂ ਵਿੱਚ ਦੋਖ ਕੱਢ ਦਿੱਤੇ। ਦੇਖੋ ਨਾ, ਬੰਦਾ ਐਸਾ ਹੈ ਜਿਹੜੀ ਚੀਜ਼ ਇਹਨੂੰ ਚੰਗੀ ਲੱਗਦੀ ਹੈ ਨਾ, ਇਹ ਸਿਰਫ ਗੁਣ ਦੇਖਦਾ, ਇਹ ਫਿਰ ਉਹਦੇ ਔਗਣ ਨਹੀਂ ਦੇਖਦਾ, ਹੈ ਨਾ। ਜਿਵੇਂ ਆਪਾਂ ਨੂੰ ਲੋੜ ਆ, ਠੀਕ ਹੈ ਨਾ, ਜਿਵੇਂ ਆਪਾਂ ਨੂੰ ਬਹੁਤ ਭੁੱਖ ਲੱਗੀ ਆ, ਕੋਈ ਵੈਜੀਟੇਰੀਅਨ ਬੰਦਾ ਹੋਵੇ, ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ, ਜਦੋਂ ਉਹਨੂੰ ਕੋਈ ਚੀਜ਼ ਮਿਲਦੀ ਹੈ ਨਾ ਖਾਣ ਨੂੰ, ਫਿਰ ਉਹ ਇੰਗਰੀਡੀਅੰਟਸ ਨਹੀਂ ਪੜ੍ਹਦਾ। ਉਹਨੂੰ ਪਤਾ ਜੀ ਮੈਂ ਪੜ੍ਹ ਲਿਆ, ਮੈਂ ਤਾਂ ਖਾਣੀ ਹੋਣਾ, ਹੈ ਨਾ। ਕਹਿੰਦਾ ਭੁੱਖ ਲੱਗੀ ਆ, ਹੁਣ ਜਿਹੜਾ ਹੈ ਇਗਨੋਰੈਂਸ ਦਾ ਲਾਹਾ ਉਠਾਓ। ਹਾਂਜੀ, ਸੋ ਉਹ ਕੀ ਕਰਦਾ, ਉਹ ਪਾੜ ਕੇ ਖਾਣ ਦੀ ਕਰਦਾ ਹੈ, ਬਾਅਦ 'ਚ ਪਤਾ ਲੱਗ ਜਾਏ, ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਪਤਾ ਨਹੀਂ ਸੀ। ਹਾਂਜੀ, ਸੋ ਉਹ ਜਿਹੜਾ ਹੈ ਡਾਊਟ ਜਿਹੜਾ ਹੈ ਇਗਨੋਰੈਂਸ ਦਾ ਫਾਇਦਾ ਉਠਾ ਲੈਂਦੇ ਨੇ। ਸੋ ਇਸ ਤਰ੍ਹਾਂ ਹੀ ਕਰਕੇ ਨੇ। ਸੋ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਦੇਖੋ ਉਹਨਾਂ ਵਿੱਚ ਵੀ ਰੋਗ ਜਿਹੜੇ ਉਹਨਾਂ ਨੇ ਉਹਦੇ ਵਿੱਚ ਵੀ ਔਗਣ ਦੇਖੇ ਹਨ। ਭਾਵੇਂ ਉਹ ਚੀਜ਼ ਸਾਰਿਆਂ ਨੂੰ ਚੰਗੀ ਲੱਗਦੀ, ਕੋਈ ਵੀ ਬਚਦਾ ਨਹੀਂ ਹੈ ਲਸਤ ਤੋਂ। ਇਹ ਲਸਤ ਚੀਜ਼ ਐਸੀ ਹੈ, ਪਰ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉਹਦੇ ਵਿੱਚ ਵੀ ਦੋਖ ਕੱਢ ਕੇ ਦੱਸ ਦਿੱਤੇ। ਆਪਣੇ ਅੰਗ ਸਪਰਸ਼ਤ ਨਹੀਂ। ਦੇਖੋ ਮਹਾਰਾਜ ਨੇ ਨਾ ਉਹਨਾਂ ਨੂੰ ਟੱਚ ਕੀਤਾ, ਨਾ ਉਹਨਾਂ ਨੂੰ ਗੁਰੂ ਨਾਨਕ ਨੇ ਟੱਚ ਕਰਨ ਦਿੱਤਾ। ਕਹਿੰਦੇ ਐਸੇ ਉਹ ਸਾਧ ਨੇ, ਮੈਨੂੰ ਤਾਂ ਲੱਗਦੇ ਵੀ ਸੱਚੇ ਨੇ। ਪਰਸ਼ੁਰਾਮ ਕੋ ਕਹੇ ਅਵਨੀਪਾ। ਹੁਣ ਪਰਸ਼ੁਰਾਮ ਨੂੰ ਇਹ ਰਾਜਾ ਸ਼ਿਵਨਾਮ ਕਹਿੰਦਾ, ਅਬ ਕੇ ਬੋਹਰੋ ਜਾਏ ਸਮੀਪਾ। ਕਹਿਣਗੇ ਅਬ ਕੇ ਬੋਹਰੋ, ਕਹਿਣਗੇ ਹੁਣ ਜਦੋਂ ਤੂੰ ਵਾਪਸ ਫਿਰ ਉਹਨਾਂ ਕੋਲ ਜਾਵੇਂਗਾ, ਸੁੰਦਰ ਭੂਖਨ ਬਸਨ ਸੁਹਾਏ। ਹੁਣ ਕਹਿੰਦੇ ਤੁਸੀਂ ਉਹਨਾਂ ਸੇ ਗਹਿਣੇ ਲੈ ਜਾਓ, ਗੋਲ ਦੇ ਜੁਵਲਰੀਜ਼ ਲੈ ਜਾਓ, ਤੇ ਚੰਗੇ ਤੋਂ ਚੰਗੇ ਮਹਿੰਗੇ ਤੋਂ ਮਹਿੰਗੇ ਕੱਪੜੇ ਲੈ ਜਾਓ। ਉਹਨਾਂ ਦੀ ਜਿਹੜਾ ਹਨ ਚੰਗੇ ਤੋਂ ਚੰਗੇ ਕੱਪੜੇ ਤੇ ਗਹਿਣੇ, ਇਹ ਦੋ ਚੀਜ਼ਾਂ ਹੁੰਦੀਆਂ ਸੀ ਪਿਛਲੇ ਸਮਿਆਂ ਵਿੱਚ, ਜਿਹੜੀਆਂ ਬੰਦੇ ਨੂੰ ਗ੍ਰੈਂਡ ਲਗਜ਼ਰੀ ਦਿੰਦੀਆਂ ਹੁੰਦੀਆਂ ਸਨ। ਇੱਕ ਤਾਂ ਜਿਹੜਾ ਸੋਨਾ ਹੁੰਦਾ ਸੀ, ਜਿਵਲਰੀਜ਼ ਹੁੰਦੀਆਂ ਸੀਗੀਆਂ, ਦੂਜੇ ਕੱਪੜੇ। ਇਹ ਦੋ ਚੀਜ਼ਾਂ ਨੂੰ ਲੋਕ ਇੰਪ੍ਰੈਸ ਹੋਇਆ ਕਰਦੇ ਸਨ। ਸੋ ਕਹਿੰਦੇ ਜਿਹੜਾ ਅੱਜ ਕੱਲ੍ਹ ਤਾਂ ਆਪਣੇ ਕੋਲ ਬਹੁਤ ਕੁਝ ਆ ਗਿਆ ਨਾ, ਜਿਹੜਾ ਹੈ ਘੜੀਆਂ ਆ ਗਈਆਂ, ਫਿਰ ਹੈਂਡਫੋਨ ਵੀ ਵਧੀਆ ਚਾਹੀਦੇ ਨੇ, ਹਾਂਜੀ ਵਧੀਆ ਵੀ ਅਪ ਟੂ ਡੇਟ ਚਾਹੀਦਾ ਹੈ, ਹਾਂਜੀ ਫਿਰ ਗੱਡੀਆਂ, ਹਾਂਜੀ ਆਪਣੇ ਕੋਲ ਕਿੰਨਾ ਕੁਝ ਆ ਗਿਆ। ਉਹ ਸਮਿਆਂ ਵਿੱਚ ਕਹਿੰਦੇ ਗਹਿਣੇ ਤੇ ਕੱਪੜੇ, ਇਹ ਦੋ ਚੀਜ਼ ਸੀ ਜਿਹੜੇ ਬੰਦੇ ਨੂੰ ਧਨੀ ਦਿਖਾਉਂਦੇ ਸਨ। ਸੋ ਕਹਿੰਦੇ ਇਹ ਦੋ ਚੀਜ਼ਾਂ ਤੁਸੀਂ ਲੈ ਜਾਓ ਉਹਨਾਂ ਦੇ ਕੋਲ। ਦੇਵ ਹੋ ਤੈਨ ਜੇ ਮਨ ਲਲਚਾਏ। ਹਾਂ, ਕਹਿੰਦੇ ਦੇਖੀਏ ਇਹ ਲੈ ਜਾਓ, ਫਿਰ ਦੇਖੀ ਕੀ ਕਰਦੇ ਨੇ ਉਹ ਸਾਧ, ਡੋਲਦਾ ਕਿ ਨਹੀਂ ਡੋਲਦਾ, ਹੁਣ ਦੇਖੀਏ ਜੀ। ਲੈ ਮੰਤਰੀ ਭੂਖਨ ਪਟਰੂਰੇ। ਕਹਿੰਦੇ ਲੈ ਮੰਤਰੀ ਭੂਖਨ ਪਟਰੂਰੇ, ਚੰਗੇ ਤੋਂ ਚੰਗੇ ਗਹਿਣੇ ਡਾਇਮੰਡਸ ਸਾਰੇ ਹਨ, ਤੇ ਚੰਗੇ ਤੋਂ ਚੰਗੇ ਕੱਪੜੇ ਲੈ ਜਾਓ। ਆਏ ਧਰੇ ਆਗੇ ਗੁਰਪੂਰੇ। ਉਹ ਲੈ ਕੇ ਆ ਗਿਆ ਤੇ ਗੁਰੂ ਨਾਨਕ ਸਾਹਿਬ ਦੇ ਮੂਹਰੇ ਰੱਖ ਕੇ ਮੱਥਾ ਟੇਕਤਾ। ਲੇਹੋ ਪੇਟ ਇਹੋ ਭੂਖ ਪਠਾਈ। ਕਹਿੰਦੇ ਇਹ ਭੇਟਾ ਲੈ ਲਓ ਸੰਤ ਜੀ, ਇਹ ਮੇਰੇ ਰਾਜੇ ਵੱਲੋਂ ਤੁਹਾਨੂੰ ਭੇਟਾ ਦਿੱਤੀ ਹੈ। ਦੇਖਤ ਸ੍ਰੀ ਗੁਰ ਗਿਰਾ ਅਲਾਈ। ਗੁਰੂ ਨਾਨਕ ਸਾਹਿਬ ਜੀ ਨੇ ਉਹਦੀ ਭੇਟਾ ਦੇਖ ਕੇ ਨਾ ਇਹ ਸ਼ਬਦ ਉਚਾਰਨ ਕੀਤਾ, ਕਾਇਆ ਕੱਪੜ ਕੂੜ ਹੈ ਇਨ ਕੋ ਦੇਖ ਨਾ ਭੂਲ। ਮਾਇਆ ਕਹਿੰਦੇ, ਮਹਾਰਾਜ ਕਹਿੰਦੇ ਕਾਇਆ, ਇਹ ਕਾਇਆ ਮੀਨਸ ਇਹ ਸਰੀਰ, ਕੱਪੜ ਕੱਪੜੇ, ਕਹਿੰਦੇ ਕੂੜ ਹੈ, ਇਹ ਝੂਠੇ ਨੇ, ਇਹ ਸੱਚੇ ਨਹੀਂ ਹੈ। ਇਨ ਕਿਉਂ ਦੇਖ ਨਾ ਭੂਲ, ਇਹਨਾਂ ਨੂੰ ਦੇਖ ਕੇ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ ਪਰਮੇਸ਼ਰ ਨੂੰ। ਸੋਇਨਾ ਰੂਪਾ ਮਾਲ ਧਨ ਏ ਨਰਕ ਕੇ ਮੂਲ। ਮਹਾਰਾਜ ਕਹਿੰਦਾ ਇਹ ਸੋਨਾ, ਇਹ ਜਿਹੜਾ ਰੂਪਾ ਚਾਂਦੀ, ਕਹਿੰਦੇ ਜਿਹੜਾ ਇਹ ਮਾਲ, ਜਿਹੜਾ ਮਾਲ ਹੋਰ ਜਿਹੜੀ ਪ੍ਰਾਪਰਟੀ ਹੈ, ਵੈਲਥ ਹੈ ਸਾਰੀ, ਇਹੀ ਨਰਕ ਕੇ ਮੂਲ, ਇਹੀ ਨਰਕ ਨੂੰ ਲੈ ਕੇ ਜਾਂਦੇ ਨੇ ਬੰਦੇ ਨੂੰ। ਇਹਦੇ ਕਰਕੇ ਬੰਦਾ ਹੰਕਾਰ ਕਰਦਾ ਹੈ, ਇਹ ਹੰਕਾਰ ਕਰਨ ਕਰਕੇ ਫਿਰ ਉਹਨੂੰ ਨਰਕ ਮਿਲਦੇ ਨੇ ਮਰ ਕੇ। ਇਹ ਵੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈ। ਚੌਪਈ
ਕਾਇਆ ਆਦ ਕੱਪੜ ਹੈ ਕੂੜੇ। ਸੋ ਕਾਇਆ ਕੱਪੜ ਇਹ ਸਾਰਾ ਹੀ ਝੂਠਾ ਹੈ, ਕੂੜੇ ਹਨ। ਇਨ ਬਿਲੋਕ ਭੂਲਤ ਹੈ ਮੂੜੇ। ਕਹਿਣ ਲੱਗੇ ਇਹਨਾਂ ਨੂੰ ਦੇਖ ਕੇ ਮੂਰਖ ਲੋਕ ਹੀ ਭੁੱਲਦੇ ਹਨ, ਮੂਰਖ ਲੋਕ ਹੀ ਇਹਨਾਂ ਵਿੱਚ ਇੰਡਲਜ ਹੋ ਜਾਂਦੇ ਹਨ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ। ਹਮਰੇ ਉਹ ਨਾ ਕਿਸ ਹੂੰ ਕਾਜਾ। ਮਹਾਰਾਜ ਕਹਿੰਦੇ ਇਹ ਸਾਡੇ ਕੋਈ ਕੰਮ ਨਹੀਂ, ਤੂੰ ਲੈ ਜਾ ਵਾਪਸ ਇਹਨਾਂ ਨੂੰ, ਅਸੀਂ ਕੀ ਕਰਨੇ ਨੇ, ਸਾਡੇ ਕੋਈ ਕੰਮ ਨਹੀਂ ਇਹ। ਜਾਏ ਦੀਜੀਏ ਆਪਨ ਰਾਜਾ। ਕਹਿਣ ਲੱਗੇ ਇਹ ਚੀਜ਼ਾਂ ਦੀ ਤੇਰੇ ਰਾਜੇ ਨੂੰ ਲੋੜ ਹੋਣੀ ਹੈ, ਚੱਕ ਕੇ ਲੈ ਜਾ, ਰਾਜੇ ਨੂੰ ਦੇ ਦੇ ਵਾਪਸ, ਮੈਨੂੰ ਨਹੀਂ ਚਾਹੀਦੇ। ਦੇਖੋ ਨਾ ਮਹਾਰਾਜ ਬੜੇ ਫੋਕਸ ਨੇ। ਇੱਥੇ ਇੱਕ ਗੱਲ ਦੀ ਸਮਝ ਆਉਂਦੀ ਹੈ ਕਿ ਮਹਾਰਾਜ ਕਿੰਨੇ ਫੋਕਸ ਨੇ, ਉਹਨਾਂ ਨੂੰ ਜਿਹੜੀ ਚੀਜ਼ ਨਹੀਂ ਲੋੜ ਨਹੀਂ ਲੈਂਦੇ। ਹੁਣ ਦੇਖੋ ਨਾ ਬੰਦਾ ਹੋਵੇ, ਜੇ ਉਹ ਤੁਰਦਾ ਜਾਂਦਾ ਹੋਵੇ ਨਾ, ਉਹਨੂੰ ਕੋਈ ਚੀਜ਼ ਮਿਲੇ ਉਹ ਫਿਰ ਵੀ ਚੱਕ ਲੈਂਦਾ, ਭਾਵੇਂ ਉਹਦੀ ਕੰਮ ਦੀ ਵੀ ਨਾ ਹੋਵੇ, ਉਹਨੂੰ ਪਤਾ ਵੀ ਨਾ ਹੋਵੇ ਉਹ ਕੀ ਚੀਜ਼ ਹੈ, ਬੰਦੇ ਨੂੰ ਸੋਹਣੀ ਲੱਗਦੀ ਹੈ ਚੱਕ ਕੇ ਤੁਰਨ ਦੀ ਕਰਦਾ ਹਨੇ। ਤੇ ਮਹਾਰਾਜ ਦੇਖੋ ਕਿੰਨੇ ਫੋਕਸ ਨੇ, ਕਹਿੰਦੇ ਸਾਡੇ ਕੋਈ ਕੰਮ ਦੀਆਂ ਚੀਜ਼ਾਂ ਨਹੀਂ, ਨਾ ਇਹ ਕੱਪੜੇ ਅਸੀਂ ਪਾਉਣੇ ਆ, ਨਾ ਗਹਿਣੇ ਪਾਉਣੇ ਆ, ਚੱਕ ਕੇ ਲੈ ਜਾਓ ਜੀ ਇਹ। ਸੁਨ ਮੰਤਰੀ ਗਾ ਨਿਕਟ ਰਜਾਨਾ। ਸੋ ਸੁਣ ਕਰ ਮੰਤਰੀ ਗਾ ਨਿਕਟ ਰਾਜਾਨਾ। ਇਹ ਜਿਹੜਾ ਹੈ ਮੰਤਰੀ ਰਾਜੇ ਕੋਲ ਚਲਿਆ ਗਿਆ, ਸ਼ਿਵਨਾਮ ਕੋਲ। ਅਸ ਪ੍ਰਕਾਰ ਮੁਖ ਬਚਨ ਬਖਾਨਾ। ਤੇ ਉੱਥੇ ਜਾ ਕੇ ਰਾਜੇ ਨੂੰ ਇਹ ਕਹਿਣ ਲੱਗਾ, ਉਤਮ ਸੰਤ ਸੁਸ਼ੀਲ ਉਦਾਰਾ। ਕਹਿਣ ਲੱਗੇ ਉਹ ਸੰਤ ਤਾਂ ਬੜਾ ਉੱਤਮ ਹੈ, ਬਹੁਤ ਗ੍ਰੇਟ ਸੰਤ ਹੈ ਤੇ ਬੜਾ ਸਿਆਣਾ ਵੀ ਹੈ ਕਛੂ ਤੇ ਨਾ ਉਦਾਰਾ ਵੀ ਬੜਾ ਜੈਨਰਸ ਹੈ। ਕਛੂ ਨ ਲੇਵਤ ਪਠਿਓ ਤੁਮਾਰਾ। ਕਹਿ ਲਗਾ ਹੁਣ ਤੱਕ ਜਿੰਨਾ ਕੁਝ ਤੂੰ ਭੇਜਿਆ ਹੈ ਨਾ, ਉਹਨਾਂ ਨੇ ਤੇਰਾ ਕੁਝ ਵੀ ਲਿਆ, ਉਹਨੇ ਅੰਗੀਕਾਰ ਨਹੀਂ ਕੀਤਾ, ਐਕਸੈਪਟ ਨਹੀਂ ਕੀਤਾ। ਚਲਹੁ ਆਪ ਤਹਿ ਦਰਸ਼ਨ ਕੀਜੈ। ਹੁਣ ਕਹਿੰਦਾ ਇਹ ਜਿਹੜਾ ਮੰਤਰੀ ਸੀ ਨਾ ਪਰਸ਼ੁਰਾਮ, ਕਹਿਣ ਲੱਗੇ ਇਹ ਰਾਜਨ ਤੂੰ ਆਪ ਚੱਲ ਜਾ ਕੇ ਉਹਨਾਂ ਨੂੰ ਮਿਲ। ਸ੍ਰੀ ਨਾਨਕ ਕੋ ਪਰਖ ਪਤੀਜੈ। ਕਹਿਣ ਲੱਗੇ ਮੈਂ ਤਾਂ ਪਰਖ ਲਿਆ, ਮੇਰੇ ਵਾਸਤੇ ਤਾਂ ਉਹ ਪੂਰਨ ਨੇ, ਉਹ ਗੁਰੂ ਨਾਨਕ ਨੇ, ਉਹਨਾਂ ਵਰਗਾ ਪੂਰਨ ਹੋਰ ਕੋਈ ਹੋ ਨਹੀਂ ਸਕਦਾ। ਕਹਿੰਦਾ ਤੂੰ ਜਾ ਕੇ, ਤੂੰ ਵੀ ਜਾ ਕੇ ਦੇਖ ਲੈ ਆਪਣੇ ਆਪ। ਸੁਨਤ ਸੁਮਤ ਕੇ ਭੂਪਤ ਬੈਨਾ। ਇਹ ਆਪਣੇ ਸਿਆਣੇ ਮੰਤਰੀ ਦੀ ਗੱਲ ਸੁਣ ਕੇ ਉਹ ਸ਼ਿਵਨਾਭ ਰਾਜੇ ਨੇ ਗਮਨਿਓ ਆਪ ਨਿਕਟ ਗੁਣ ਐਨਾ। ਉਹ ਆਪ ਚੱਲ ਕੇ ਗਿਆ ਹੁਣ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ। ਭੀਰ ਨਰਨ ਕੀ ਲੀਨੇ ਸੰਗਾ। ਕਹਿਣਗੇ ਆਪਣੇ ਨਾਲ ਰਾਜੇ ਸ਼ਿਵਨਾਭ ਨੇ ਬੜੇ ਲੋਕ ਨਾਲ ਲੈ ਲਏ, ਬਹੁਤ ਭੀੜ ਲੋਕਾਂ ਦੀ ਲੈ ਕੇ ਚੱਲਿਆ। ਮਿਲਨ ਹੇਤ ਸਤਿਗੁਰੂ ਉਮੰਗਾ। ਉਹਦੇ ਮਨ 'ਚ ਚਾਹ ਹੈ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ। ਪਹੁੰਚਿਓ ਉਪਵਨ ਹੋਏ ਉਹ ਸਮੀਪਾ। ਪਹੁੰਚ ਗਿਆ ਜੀ ਗਾਰਡਨ ਵਿੱਚ ਤੇ ਨਾਲ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕੇ ਪਦ ਬੰਦਨ ਕੀਨੀ ਅਵਨੀ। ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਦਰਸ ਬਿਲਕਤ ਵਧਿਓ ਆਨੰਦਾ। ਕਹਿਣਗੇ ਮਹਾਰਾਜ ਦੇ ਦਰਸ਼ਨ ਕਰਕੇ ਉਹਦੇ ਮਨ ਵਿੱਚ ਆਨੰਦ ਵਧਿਆ। ਰਾਜਾ ਸ਼ਿਵਨਾਭ ਨੇ ਅੰਦਰੋਂ ਮਹਿਸੂਸ ਕੀਤਾ ਵੀ ਬਹੁਤ ਆਨੰਦ ਆ ਰਿਹਾ ਹੈ। ਜਿਉ ਸਾਗਰ ਪਿਖ ਪੂਰਨ ਚੰਦਾ। ਜਿਵੇਂ ਕਹਿੰਦੇ ਸਾਗਰ ਜਦੋਂ ਪੂਰਨ ਚੰਦਰਮਾ, ਪੂਰਨ ਮਾਸੀ ਵਾਲੇ ਦਿਨ ਜਦੋਂ ਸਾਗਰ ਚੰਦਰਮਾ ਨੂੰ ਦੇਖਦਾ ਉਹ ਉਛਲਦਾ ਹੈ। ਸਮੁੰਦਰ ਜਿਹੜਾ ਰਫ ਹੁੰਦਾ ਹੈ ਜਦੋਂ ਪੂਰਨ ਮਾਸੀ ਹੁੰਦੀ ਹੈ, ਜਾਂ ਜਦੋਂ ਚੰਦਰਮਾ ਪੂਰਨ ਫੁੱਲ ਮੂਨ ਹੁੰਦਾ ਹੈ, ਸਮੁੰਦਰ ਉਛਲਦਾ ਹੈ ਜਿਵੇਂ। ਬਹੁਰ ਠਾਂਡ ਭਾ ਗੁਰੂ ਅਗਾਰੀ। ਫੇ ਖੜਾ ਹੋ ਗਿਆ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ। ਸ੍ਰੀ ਨਾਨਕ ਤਬ ਗਿਰਾ ਉਚਾਰੀ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਸੁਨ ਰਾਜਾ ਸਿਵਨਾਭ ਤੂੰ। ਕਹਿਣ ਲੱਗੇ ਹੇ ਰਾਜਾ ਸ਼ਿਵਨਾਭ ਮੇਰੀ ਗੱਲ ਇੱਕ ਸੁਣ ਤੂੰ। ਸਭ ਮਤ ਤੇਰੀ ਰਾਸ। ਕਹਿਣ ਲੱਗੇ ਤੇਰੀ ਮਤ ਚੰਗੀ ਹੈ, ਤੇਰੀ ਸੋਚਣੀ ਚੰਗੀ ਹੈ, ਤੇਰੀ ਰਾਸ ਦੇਣ ਵਾਲੀ, ਮਤਲਬ ਕਿ ਤੈਨੂੰ ਫਲ ਦੇਣ ਵਾਲੀ ਹੈ ਤੇਰੀ ਮਤੀ। ਨਾਨਕ ਪੜਦਾ ਦੂਰ ਕਰ। ਕਹਿਣਗੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਪੜਦਾ ਦੂਰ ਕਰ, ਜਿਨ੍ਹਾਂ ਦਾ ਪੜਦਾ ਪਰਮੇਸ਼ਰ ਦੂਰ ਕਰਦਾ ਹੈ। ਹੋਵੇ ਦਾਸਨ ਦਾਸ। ਉਹੀ ਦਾਸਾਂ ਦਾ ਦਾਸ ਬਣਦਾ ਹੈ ਆ ਕੇ, ਜਿਹਦਾ ਪੜਦਾ ਪਰਮੇਸ਼ਰ ਆਪ ਦੂਰ ਕਰਦਾ ਹੈ। ਬਿਕਾਜ਼ ਹੁਣ ਤਾਂ ਰਾਜਾ ਸ਼ਿਵਨਾਭ ਨੂੰ ਇਹ ਮੈਂ ਰਾਜਾ ਹਾਂ। ਮਹਾਰਾਜ ਨੇ ਤਾਂ ਹੀ ਇਹ ਗੱਲ ਕਹੀ, ਹੋਵੇ ਦਾਸਨ ਦਾਸ। ਕਹਿਣਗੇ ਦਾਸਾਂ ਦਾ ਵੀ ਦਾਸ, ਸਰਵਨ ਦਾ ਵੀ ਅੱਗੇ ਸਰਵਨ ਹੋਣਾ, ਇਹ ਤਾਂ ਉਹੀ ਹੋ ਸਕਦਾ ਹੈ ਜਿਹਦੇ ਵਿੱਚੋਂ ਪਰਮੇਸ਼ਰ ਪਰਦਾ ਲਾ ਦਿੰਦਾ ਹੈ। ਚੌਪਈ ਸੁਨ ਸ੍ਰੀ ਗੁਰ ਕੇ ਬਚਨ ਰਜਾਨਾ। ਜਦੋਂ ਇਹ ਬਚਨ ਸੁਣੇ ਰਾਜਾ ਸ਼ਿਵਨਾਮ ਨੇ ਗੁਰੂ ਨਾਨਕ ਸਾਹਿਬ ਜੀ ਦੇ, ਨਿਸ਼ਚਾ ਭਇਓ ਹਿਰਦੇ ਸੁਖ ਮਨ। ਉਹਦੇ ਮਨ 'ਚ ਨਿਸ਼ਚਾ ਆਇਆ, ਫੇਥ ਆਇਆ, ਜਿਹੜਾ ਹੈ ਉਹਦੇ ਮਨ ਵਿੱਚ ਉਹ ਮੰਨਿਆ ਵੀ ਹਾਂ ਗੁਰੂ ਨਾਨਕ ਮੈਨੂੰ ਲੱਗਦਾ ਵੀ ਸੱਚਾ ਹੈ। ਨਿਸ਼ਚਾ ਆ ਗਿਆ ਉਹਦੇ ਹਿਰਦੇ ਵਿੱਚ, ਬੜਾ ਸੁਖ ਪਾਇਆ। ਤਦਪ ਏਕ ਨਿਸ ਲਿਓ ਪਤਿਆਰਾ। ਫਿਰ ਵੀ ਨਾ ਇੱਕ ਸ਼ੱਕ ਸੀ ਉਹਦੇ ਮਨ ਵਿੱਚ। ਕਹਿੰਦਾ ਇੱਕ ਰਾਤ ਵਾਸਤੇ ਮੈਂ ਫੇਰ ਟੈਸਟ ਕਰਨਾ ਹੈ, ਇੱਕ ਟੈਸਟ ਹੋਰ ਲੈਣਾ ਹੈ ਗੁਰੂ ਨਾਨਕ ਸਾਹਿਬ ਦਾ। ਉਹ ਭਾਵੇਂ ਮੰਨ ਵੀ ਗਿਆ, ਅੰਦਰੋਂ ਵੀ ਆਨੰਦ ਆ ਗਿਆ, ਸਭ ਕੁਝ ਠੀਕ, ਪਰ ਕਹਿੰਦਾ ਇੱਕ ਰਾਤ ਹੋਰ ਇੱਕ ਟੈਸਟ ਲੈਣਾ ਹੀ ਲੈਣਾ ਹੈ। ਪੰਥ ਕਰੋ ਪੁਨ ਅੰਗੀਕਾਰ। ਕਹਿੰਦੇ ਜੇ ਗੁਰੂ ਨਾਨਕ ਸਾਹਿਬ ਜੀ ਪਾਸ ਹੋ ਗਏ ਅਖੀਲੇ ਇਹ ਟੈਸਟ ਦੇ ਵਿੱਚ, ਤਾਂ ਕਹਿਣਗੇ ਫੇਰ ਮੈਂ ਇਹਨਾਂ ਦਾ ਪੰਥ ਅੰਗੀਕਾਰ ਕਰਾਂਗਾ,
ਫਿਰ ਇਹਨਾਂ ਦੀ ਸਿੱਖਿਆ ਨੂੰ ਮੈਂ ਐਮਬ੍ਰੇਸ ਕਰਾਂਗਾ, ਮੈਂ ਐਕਸੈਪਟ ਕਰਾਂਗਾ। ਆਸਮਨ ਠਾਨ ਗਇਓ ਨਿਜ ਧਮ। ਸੋ ਇਹ ਮਨ ਵਿੱਚ ਸੋਚ ਕੇ ਰਾਜਾ ਸ਼ਿਵਨਾਮ ਵਾਪਸ ਆਪਣੇ ਮਹਿਲਾਂ ਨੂੰ ਚਲਿਆ ਗਿਆ। ਉਪਵਨ ਰਾਜਤ ਪੂਰਨ ਕੰਮ। ਕਹਿਣ ਲੱਗੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਸਾਰੇ ਕੰਮਾਂ ਨੂੰ ਪੂਰਨ ਕਰਨ ਵਾਲੇ ਨੇ, ਸਾਰੀ ਚੀਜ਼ ਨੂੰ ਕੰਪਲੀਟ ਕਰਨ ਵਾਲੇ। ਦੇਖੋ ਇੱਕ ਸ਼ਬਦ ਬਹੁਤ ਵੱਡਾ ਹੈ, ਪੂਰਨ ਕੰਮ। ਦੇਖੋ ਨਾ, ਆਪਾਂ ਨੂੰ ਜਨਮ ਮਿਲਿਆ ਹੈ ਆਪਣੇ ਪ੍ਰਾਲਬੱਧ ਕਰਮਾਂ ਕਰਕੇ, ਆਪਾਂ ਆਪਣੇ ਕਰਮ ਭੁਗਤ ਰਹੇ ਹਾਂ। ਇੱਥੇ ਇੱਕ ਸਿਸਟਮ ਹੈ ਜਿਹਦੇ ਵਿੱਚ ਆਪਾਂ ਬੰਨੇ ਹੋਏ ਹਾਂ, ਮਤਲਬ ਜਿੰਨੇ ਕੁ ਆਪਣੇ ਪ੍ਰਾਲਬੱਧ ਕਰਮ ਲੈ ਕੇ ਆਏ ਆ, ਜਿੰਨਾ ਸੁੱਖ ਦੁੱਖ ਆਪਾਂ ਭੋਗਣਾ ਹੈ, ਉਹੀ ਆਪਣੀ ਲਾਈਫ ਹੈ। ਪਰ ਜਦੋਂ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਨਕ ਸਾਹਿਬ ਜੀ ਆਉਂਦੇ ਨਾ, ਜਾਂ ਪਰਮੇਸ਼ਰ ਆਉਂਦੇ ਆ ਨਾ, ਪੂਰਨ ਕੰਮ, ਉਹ ਸਾਰੇ ਕਾਰਜ ਆਪਣੇ ਪੂਰੇ ਕਰਦੇ ਨੇ, ਮਤਲਬ ਕੰਪਲੀਟ ਕਰਦੇ ਨੇ। ਦੇਖੋ ਜਦੋਂ ਆਪਾਂ ਨੂੰ ਜਨਮ ਮਿਲਿਆ ਹੈ ਨਾ, ਉਹ ਜਨਮ ਜਿਹੜਾ ਸੀਗਾ ਸਿਰਫ ਆਪਣੇ ਕਰਮਾਂ ਨੂੰ ਭੁਗਤਣ ਵਾਸਤੇ ਮਿਲਿਆ। ਸੋ ਦੈਟ ਮੀਨਸ ਵੀ ਗੋਟ ਅ ਲੋਟ ਮੋਰ ਕਰਮ, ਵੀ ਕਾਲ ਸੰਚਿਤ ਕਰਮ, ਜਿਹੜੇ ਡੀਕ ਰਹੇ ਨੇ। ਸੋ ਇਹ ਜਨਮ ਤੋਂ ਬਾਅਦ ਇੱਕ ਹੋਰ ਜਨਮ, ਉਹ ਜਨਮ ਤੋਂ ਬਾਅਦ ਇੱਕ ਹੋਰ ਜਨਮ, ਇਹ ਸਿਸਟਮ ਹੈ, ਸਟੈਂਡਰਡ ਸਿਸਟਮ ਹੈ। ਪਰ ਇਹਦੇ ਵਿੱਚ ਗੁਰੂ, ਜਿਹੜੇ ਗੁਰੂ ਆਪਣੀ ਜ਼ਿੰਦਗੀ ਵਿੱਚ ਆਉਂਦਾ, ਉਹ ਪੂਰਨ ਕੰਮ ਆ, ਉਹ ਪੂਰਨ ਕਰ ਦਿੰਦਾ ਹੈ ਸਾਰੇ ਕੰਮ, ਮਤਲਬ ਉਹ ਕੰਪਲੀਟ ਕਰ ਦਿੰਦਾ ਹੈ, ਜਿਹਦੇ ਕਰਕੇ ਸੰਚਿਤ ਕਰਮ ਵੀ ਖਤਮ ਹੋ ਜਾਂਦੇ ਨੇ। ਪ੍ਰਾਲਬੱਧ ਭੋਗ ਕੇ ਬੰਦਾ ਪ੍ਰਾਲਬੱਧ ਭੋਗਦਿਆਂ ਹੋਇਆਂ ਵੀ ਇੱਕ ਅਵਸਥਾ ਵਿੱਚ ਰਹਿੰਦਾ ਹੈ ਜਿੱਥੇ ਉਹ ਐਕਸੈਪਟ ਕਰਦਾ ਹੈ। ਉਹ ਦੁੱਖ ਦੇ ਨਾਲ ਦੁਖੀ ਨਹੀਂ ਹੁੰਦਾ, ਸੁੱਖ ਦੇ ਨਾਲ ਓਵਰਜੋਏ ਨਹੀਂ ਹੁੰਦਾ, ਉਹ ਇੱਕ ਸਮ ਅਵਸਥਾ ਵਿੱਚ ਰਹਿੰਦਾ ਹੈ। ਸੋ ਉਸ ਕਰਕੇ ਜਿਹੜਾ ਹੈ ਉਹਦਾ ਜਨਮ ਜਿਹੜਾ ਪੂਰਾ ਹੋ ਜਾਂਦਾ ਹੈ, ਜਿਹੜਾ ਨਹੀਂ ਵੀ ਪੂਰਾ ਹੋਣ ਵਾਲਾ ਸੀ ਉਹਨੇ ਪੂਰਾ ਹੋ ਜਾਣਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕੰਪਲੀਟ ਕਰਦੇ ਨੇ ਆਪਣੀ ਲਾਈਫ ਨੂੰ। ਬਹੁਤ ਸੁੰਦਰ ਪਰਯੰਕ ਪਠਾਏ। ਕਹਿਣਗੇ ਕੀ ਹੋਇਆ, ਉਹਨੇ ਘਰ ਜਾ ਕੇ ਰਾਜਾ ਸ਼ਿਵਨਾਮ ਨੇ ਮਹਿਲਾਂ ਤੋਂ ਇੱਕ ਬਹੁਤ ਸੋਹਣੇ ਪਲੰਗ, ਮਹਾਰਾਜ ਵਾਸਤੇ ਬੈੱਡ ਸੀ, ਜਿਹੜੇ ਬੈੱਡ ਸ਼ੀਟਸ ਜਿਹੜੇ ਬਹੁਤ ਸੁੰਦਰ ਸੁੰਦਰ ਉਹਨੇ ਪਹੁੰਚਾਏ ਵੀ ਮਹਾਰਾਜ ਨੂੰ ਸੌਣ ਵਾਸਤੇ ਦਿਓ। ਸੇਵਨ ਹਿਤ ਸੇਵਕ ਤਬ ਆਏ। ਤੇ ਸੇਵਾ ਕਰਨ ਵਾਸਤੇ ਸੇਵਕ ਵੀ ਭੇਜ ਦਿੱਤੇ, ਵੀ ਜੋ ਵੀ ਉਹਨਾਂ ਨੂੰ ਲੋੜ ਆ ਉਹਨੂੰ ਲਿਆ ਕੇ ਦਿਓ, ਉਹਨਾਂ ਦੀ ਸੇਵਾ ਕਰੋ। ਰਹਿਣ ਪਏ ਪਦ ਮਨ ਬਲਵਾਈ। ਉਸ ਵੇਲੇ ਉਹਨਾਂ ਨੇ ਰਾਤ ਜਦੋਂ ਪਈ ਨਾ, ਹੁਣ ਰਾਜੇ ਨੇ ਆਪਣੀਆਂ ਪਰਸਨਲ, ਜਿਹੜੀਆਂ ਉਹਦੀਆਂ ਪਰਸਨਲ ਰਾਣੀਆਂ ਸੀਗੀਆਂ, ਪਦਮਣੀਆਂ ਜਿਹਨੂੰ ਕਹਿੰਦੇ ਨੇ। ਸੋ ਪਦਮਣੀ ਮੀਨਸ ਦ ਮੋਸਟ ਬਿਊਟੀਫੁਲ ਹੈ, ਕਿਉਂਕਿ ਪਦਮਣੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਵਿੱਚ 16 ਸ਼ਿੰਗਾਰ ਹੁੰਦੇ ਨੇ, ਉਹ 16 ਸ਼ਿੰਗਾਰਾਂ ਕਰਕੇ ਕੰਪਲੀਟ ਹੁੰਦੀਆਂ ਨੇ ਨੇਚਰਲੀ। ਸੋ ਉਹ ਪਦਮਣੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਸਦਨੀਆਂ ਕੀਤੀਆਂ। ਸੋ ਹੁਣ ਇਸਤਰੀਆਂ 4 ਤਰ੍ਹਾਂ ਦੀਆਂ ਹੁੰਦੀਆਂ, 4 ਕੈਟੇਗਰੀਆਂ ਹੁੰਦੀਆਂ ਹਨ। ਜਿਹੜੀਆਂ ਸਭ ਤੋਂ ਟੌਪ ਨੇ ਉਹ ਆ ਪਦਮਣੀ। ਸੋ ਦੂਜੀਆਂ ਹੁੰਦੀਆਂ ਨੇ ਚਿੱਤਰਨੀ ਕਹਿੰਦੇ ਨੇ। ਸੋ ਤੀਜੇ ਤਰ੍ਹਾਂ ਦੀਆਂ ਹੁੰਦੀਆਂ ਸੰਖਣੀ, ਤੇ ਚੌਥੀਆਂ ਹੁੰਦੀਆਂ ਨੇ ਹਸਤਨੀ। ਸੋ ਇਹਨਾਂ ਦੇ ਅੱਡ-ਅੱਡ ਗੁਣ ਨੇ। ਇਹ 4 ਕੈਟੇਗਰੀ ਦੀਆਂ ਔਰਤਾਂ ਮੰਨੀਆਂ ਗਈਆਂ, ਪਰ ਸਭ ਤੋਂ ਟੌਪ ਵਾਲੀਆਂ ਪਦਮਣੀ। ਸੋ ਇਹ ਪਦਮਣੀਆਂ ਜਿਹੜੀਆਂ ਹੁੰਦੀਆਂ ਨੇ, ਇਹਨਾਂ 'ਚ ਕੰਪਲੀਟ 16 ਸ਼ਿੰਗਾਰ ਹੁੰਦੇ ਨੇ। ਸੋ ਇਹ ਜਿਹੜੀਆਂ ਹੁੰਦੀਆਂ ਨੇ, ਇਹਨਾਂ ਦੀ ਤੋਰ ਵੀ ਸਪੈਸ਼ਲ ਹੁੰਦੀ ਆ। ਇਹ ਜਿਵੇਂ ਤੁਰਦੀਆਂ ਨੇ, ਜਿਵੇਂ ਬੋਲਦੀਆਂ ਨੇ, ਜਿਵੇਂ ਹਿਲਦੀਆਂ ਨੇ, ਸਭ ਕੁਝ ਇਹਨਾਂ ਦਾ ਸਪੈਸ਼ਲ ਹੁੰਦਾ। ਸੋ ਇਹ ਜਿਹੜੀਆਂ ਹਨ, ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਪਰ ਨੈਚੁਰਲੀ ਇਹ ਸੁੰਦਰ ਹੁੰਦੀਆਂ ਨੇ। ਸੋ ਇਹ ਜਿਹੜਾ ਮੇਕਅਪ ਨਾਲ ਨਹੀਂ ਬਣਦੀਆਂ। ਕਈ ਤਾਂ ਲੋਕ ਅੱਜ ਕੱਲ੍ਹ ਜਿਹੜੇ ਮੇਰੇ ਵਰਗੇ ਭੈੜੀਆਂ ਸ਼ਕਲਾਂ ਵਾਲੇ ਵੀ ਸੋਹਣੇ ਬਣੇ ਫਿਰਦੇ ਨੇ। ਹਾਂਜੀ, ਪਾਊਡਰ ਜੇ ਲਾ ਕੇ 2 ਇੰਚਸ ਲੱਗਿਆ ਹੁੰਦਾ ਉੱਤੇ, ਮੂੰਹ ਦੇ ਉੱਤੇ। ਹਾਂਜੀ, ਜਦੋਂ ਧੋਂਦੇ ਨੇ ਮੇਰੇ ਖਿਆਲ ਉਹ ਸਾਰਾ ਉਹ ਕਲੱਕ ਹੋ ਜਾਂਦਾ ਜੀ, ਉਹ ਭਾਂਡੇ ਭੁੰਡੇ ਜੇ ਸਾਰੇ ਜਿਹੜਾ ਆਪਣਾ ਅੱਗੇ ਸਿੰਕ ਹੁੰਦੇ ਨੇ। ਹਾਂਜੀ, ਸੋ ਉਹ ਗੱਲ ਨਹੀਂ ਹੁੰਦੀ। ਸੋ ਇਹਨਾਂ ਦੀ ਨੈਚੁਰਲੀ, ਇਹ ਨੈਚੁਰਲ ਬਿਊਟੀ ਹਨ। ਹਾਂਜੀ, ਇਹਨਾਂ ਦੇ ਪਰਵੱਟੇ ਵੀ ਉਵੇਂ ਹੀ ਹੁੰਦੇ ਹਨ, ਮੁੜ ਕੇ ਉਹਨਾਂ ਨੂੰ ਸਵਾਰਨਾ ਵੀ ਪੈਂਦਾ, ਨਥਿੰਗ, ਕੰਪਲੀਟ ਇਹਨਾਂ ਦਾ ਸਰੀਰ ਵੈਸਾ ਹੀ ਹੁੰਦਾ। ਸੋ ਇਸ ਕਰਕੇ ਦੁਨੀਆ ਦੇ ਵਿੱਚ ਨਾ ਜਿਹੜੇ ਰਾਜੇ ਹੁੰਦੇ ਸਨ, ਇਹ ਜਿਹੜੇ ਹਨ ਪਦਮਣੀਆਂ ਬਹੁਤ ਘੱਟ ਹੁੰਦੀਆਂ ਸੀ ਦੁਨੀਆ ਵਿੱਚ। ਸੋ ਇਹ ਪਿਕਅਪ ਕਰਕੇ ਲਿਆਉਂਦੇ ਸੀਗੇ ਤੇ ਇਹਨਾਂ ਨੂੰ ਬਹੁਤ ਪੈਸਾ ਤਾਰਨਾ ਪੈਂਦਾ ਸੀਗਾ। ਹਾਂਜੀ, ਸੋ ਇਹ ਜਿਹੜੇ ਹੈਂਡ ਪਿਕ ਹੁੰਦੇ ਸਨ। ਸੋ ਇਹਨੇ ਕੀ ਕੀਤਾ, ਆਪਣੀਆਂ ਪਰਸਨਲ ਜਿਹੜੀਆਂ ਕਿ ਪਦਮਣੀਆਂ ਨੂੰ ਅੱਜ ਤੱਕ ਇਹਨੇ ਕਿਸੇ ਕੋਲ ਨਹੀਂ ਭੇਜਿਆ। ਹੁਣ ਇਹਨੇ ਰਾਤ ਨੂੰ ਸੋਚਿਆ ਮੈਂ ਆਪਣੀਆਂ ਪਦਮਣੀਆਂ ਨੂੰ ਭੇਜਦਾ ਗੁਰੂ ਨਾਨਕ ਸਾਹਿਬ, ਕਿਉਂਕਿ ਉਹਨਾਂ ਦੀ ਸੁੰਦਰਤਾ ਨੂੰ ਦੇਖ ਕੇ ਕੋਈ ਰੈਸਿਸਟ ਨਹੀਂ ਕਰ ਸਕਦਾ ਸੀਗਾ। ਹਾਂਜੀ, ਇੰਨੀਆਂ ਉਹ ਸੁੰਦਰ ਸਨ। ਭੂਪਤ ਤਹਿ ਸੋ ਗਿਰਾ ਅਲਾਈ। ਕਹਿੰਦੇ ਭੂਪਤ, ਹੁਣ ਉਹ ਰਾਜੇ ਨੇ ਜਿਹੜਾ ਹੈ ਭੂਪਤ ਤੇ ਸਿਓ ਗਿਰਾ ਅਲਾਈ, ਸਾਰੀਆਂ ਪਦਮਣੀਆਂ ਨੂੰ ਸੱਦ ਕੇ ਉਹ ਰਾਜਾ ਉਹਨਾਂ ਨੂੰ ਕਹਿੰਦਾ ਹੈ ਸੁੰਦਰ ਸਖੀਆਂ ਲੈ ਕਰ ਸੰਗਾ। ਕਹਿਣ ਲੱਗੇ ਪਦਮਣੀਆਂ ਨੂੰ ਕਹਿੰਦਾ ਹੋਰ ਵੀ ਆਪਣੇ ਨਾਲ 2-4 ਹੋਰ ਜਿਹੜੀਆਂ ਸੁੰਦਰ ਲੜਕੀਆਂ ਨੇ ਉਹਨਾਂ ਨੂੰ ਲੈ ਜਾਓ ਨਾਲ। ਤਾਹੇ ਸੰਤ ਉਪਜਾਓ ਅਨੰਗਾ। ਕਹਿਣ ਲੱਗੇ ਜਾ ਕੇ ਤੁਹਾਡਾ ਕੰਮ ਕੀ ਆ, ਉਹ ਸੰਤ ਜਿਹੜਾ ਆਇਆ ਹੋਇਆ ਨਾ ਗਾਰਡਨ ਦੇ ਵਿੱਚ, ਉਹਦੇ ਵਿੱਚ ਕਾਮ ਵਾਸ਼ਨਾ ਜਗਾਓ, ਉਹਨਾਂ ਵਿੱਚ ਲਸਤ ਜਗਾਓ, ਕਿਵੇਂ ਨਾ ਕਿਵੇਂ ਵੀ ਕਰੋ, ਉਹਨਾਂ ਵਿੱਚ ਲਸਤ ਜਗਾਉਣਾ ਕਰੋ। ਸੋ ਉਹਨਾਂ ਨੂੰ ਇਹ ਕਹਿ ਕੇ ਭੇਜ ਦਿੱਤਾ। 3 ਸੋਨਨ ਵਸਤ ਕੀਨ ਸੰਗਾਰਾ। ਕਹਿਣਗੇ 3 ਸੋਨਾ, ਕਹਿਣਗੇ ਇਹ ਗੱਲ ਸੁਣ ਕੇ ਉਹਨਾਂ ਨੇ 16 ਸ਼ਿੰਗਾਰ ਪੂਰੇ ਕਰਕੇ ਆਪਣੀ ਬੋਡੀ ਤੇ ਪੂਰੇ ਉਹਨਾਂ ਨੇ 16 ਸ਼ਿੰਗਾਰ ਕਰਕੇ ਸਾਰੇ ਭੂਖਨ ਪਟ ਸੁਠ ਅੰਜਨ ਡਾਰਾ। ਕਹਿਣਗੇ ਉਹਨਾਂ ਨੇ ਗਹਿਣੇ ਬੜੇ ਸੋਹਣੇ ਪਾਏ,
ਕੱਪੜੇ ਬਹੁਤ ਸੁੰਦਰ ਪਾਏ ਉਹਨਾਂ ਨੇ, ਸੁੱਠ ਕਹਿੰਦੇ ਕਿ ਸੁੰਦਰ ਕੱਪੜੇ, ਤੇ ਫਿਰ ਸੁਰਮਾ ਪਾਇਆ ਜੀ ਅੱਖਾਂ ਵਿੱਚ। ਹਾਂਜੀ, ਸੁਰਮਾ ਪਾ ਲਿਆ ਜੀ ਅੱਖਾਂ ਵਿੱਚ। ਅੱਜ ਕੱਲ ਹੋਰ ਕੁਝ ਨੂੰ ਮਸਕਰਾ ਬਣੇ ਕੀ ਕਹਿੰਦੇ ਹਨ, ਅੱਗੇ ਸੁਰਮਾ ਕਹਿੰਦੇ ਹੁੰਦੇ ਸਨ। ਹਾਂਜੀ, ਸੋ ਸੁਰਮਾ ਪਾ ਲੈਂਦੇ ਸਨ। ਹਾਂਜੀ, ਸੋ ਕੱਜਲ ਲਾ ਲੈਂਦੇ ਸਨ। ਸੋ ਇਹ ਚੀਜ਼ਾਂ ਹੁੰਦੀਆਂ ਸਨ। ਸੋ ਉਹਨਾਂ ਦੇ ਨਾਂ ਚੇਂਜ ਹੋ ਗਏ ਪਰ ਚੀਜ਼ ਉਹੀ ਹੈ, ਕਿਉਂਕਿ ਜਦੋਂ ਨਾਂ ਚੇਂਜ ਹੁੰਦਾ ਹੈ ਉਹ ਥੋੜਾ ਇੰਗਲਿਸ਼ ਨੇਮ ਆ ਜਾਂਦਾ ਹੈ, ਪ੍ਰਾਈਸ ਵੀ ਫਿਰ ਇੰਗਲਿਸ਼ ਪ੍ਰਾਈਸ ਹੋ ਜਾਂਦਾ ਹੈ। ਹਾਂਜੀ, ਸੋ ਲੋਕ ਫਿਰ ਠੱਗੇ ਜਾਂਦੇ ਨੇ। ਇਹ ਤਾਂ ਸਭ ਤੋਂ ਚੰਗਾ ਬਿਜ਼ਨਸ ਹੈ ਨਾ। ਮੈਂ ਇਹੀ ਕਹਿੰਦਾ ਹੁੰਦਾ ਕਿ ਮੈਂ ਕਿਹਾ ਜਿਹੜਾ ਮੇਕਅਪ ਦਾ ਕੰਮ ਆ ਨਾ, ਇਹ ਸਭ ਤੋਂ ਚੰਗਾ ਬਿਜ਼ਨਸ ਹੈ। ਭਾਵੇਂ ਤੂੰ ਬੇਸਨ ਘੋਲ ਕੇ ਦੇ ਦੋ ਲੋਕਾਂ ਨੂੰ, ਉਹ ਵੀ ਲੋਕਾਂ ਨੇ ਮੂੰਹ ਤੇ ਲਾ ਲੈਣਾ। ਭਾਵੇਂ ਕਣਕ ਦਾ ਆਟਾ ਦੇ ਦਿਓ, ਉਹ ਵੀ ਲੋਕਾਂ ਨੇ ਲਾ ਲੈਣਾ। ਹਾਂਜੀ, ਜਿਹੜਾ ਹੈ ਕੋਈ ਮਰਜ਼ੀ ਚੀਜ਼ ਨੂੰ ਘੋਲ ਕੇ ਦੇ ਦਿਓ, ਲੋਕੀ ਤਾਂ ਤਿਆਰ ਹੀ ਹੁੰਦੇ ਆ ਲਾਉਣ ਵਾਸਤੇ। ਹਾਂਜੀ, ਜਿਹਦੇ ਮਰਜ਼ੀ ਲਾ ਦਿੰਦੇ ਹਨ। ਉਪਵਨ ਵਿਖੇ ਆਣ ਤਤਕਾਲਾ। ਹਾਂ, ਕਹਿੰਦੇ ਉਪਵਨ ਵਿਖੇ, ਹੁਣ ਉਹ ਗਾਰਡਨ ਵਿੱਚ ਆ ਗਈਆਂ ਜੀ ਸਾਰੀਆਂ ਇਕੱਠੀਆਂ ਹੋ ਕੇ। ਰੂਪ ਅਨੂਪਮ ਰੁਚਿਰ ਵਿਸਾਲਾ। ਕਹਿੰਦੇ ਕਿ ਉਹਨਾਂ ਦਾ ਰੂਪ ਅਨੂਪਮ ਸੀਗਾ। ਕਹਿੰਦਾ ਉਹ ਸ਼ਕਲ ਵਾਲੀਆਂ ਕਿਤੇ ਦੁਨੀਆ 'ਚ ਦਿਖਾਈ ਨਹੀਂ ਦਿੰਦੀਆਂ ਸਨ। ਹਾਂਜੀ, ਕਿਉਂਕਿ ਇਹ ਜਿਹੜੀਆਂ ਪਦਮਨੀਆਂ ਹੁੰਦੀਆਂ ਸੀ ਇਹ ਪੈਲਸ ਵਿੱਚ ਹੀ ਹੋਇਆ ਕਰਦੀਆਂ ਸਨ। ਸੋ ਆਮ ਤੁਹਾਨੂੰ ਸੜਕਾਂ ਤੇ ਕਿਤੇ ਵੀ ਇਹ ਜਿਹੀਆਂ ਸੁੰਦਰ ਇਸਤਰੀਆਂ ਕਿਤੇ ਵੀ ਨਹੀਂ ਦਿਖਾਈ ਦੇਣਗੀਆਂ। ਗੌਰ ਰੰਗ ਕਾਂਚਨ ਗਜ ਗੋਨੀ। ਕਹਿਣ ਲੱਗੇ ਦੇਖੋ ਉਹਨਾਂ ਦਾ ਜਿਹੜਾ ਗੋਰਾ ਰੰਗ ਸੀ, ਰੰਗ ਉਹਨਾਂ ਦਾ ਸਰੀਰ ਦਾ ਜਿਹੜਾ ਗੋਰਾ ਸੀਗਾ। ਕੰਚਨ ਗਜ ਗੋਨੀ, ਕਹਿਣ ਲੱਗੇ ਉਹਨਾਂ ਦਾ ਜਿਹੜਾ ਹੈ ਕਹਿੰਦੇ ਉਹਦਾ ਰੰਗ ਜਿਹੜਾ ਚਿੱਟਾ ਵੀ ਹੈ, ਪਰ ਚਿੱਟਾ ਜਦੋਂ ਆਪਾਂ ਕਹਿੰਦੇ ਆਪਾਂ ਪੇਲ ਵੀ ਕਹਿ ਸਕਦੇ ਹਾਂ ਨਾ, ਵੀ ਬੰਦਾ ਮਰਿਆ ਹੋਇਆ ਵੀ ਚਿੱਟਾ ਹੀ ਲੱਗਦਾ ਹੁੰਦਾ ਹੈ। ਫਿਰ ਉਹ ਚਿੱਟਾ ਵੀ ਨਹੀਂ, ਉਹ ਸੋਨੇ ਰੰਗਾ ਹੈ। ਗੋਰੀਆਂ ਵੀ ਨੇ ਪਰ ਸੋਨੇ ਰੰਗੇ ਦੀਆਂ ਹਨ। ਫਿਰ ਕਹਿੰਦੇ ਗੱਜ ਗੋਨੀ, ਕਹਿਣਗੇ ਉਹ ਤੁਰਦੀਆਂ ਨੇ ਜਿਵੇਂ ਹਾਥੀ ਤੁਰਦਾ ਹੁੰਦਾ। ਹੁਣ ਹਾਥੀ ਦੀ ਚਾਲ ਜਿਹੜੀ ਹੈ ਸਭ ਤੋਂ ਸੁੰਦਰ ਮੰਨੀ ਹੈ, ਜਿਵੇਂ ਉਹ ਤੁਰਦੇ ਹਨ। ਹਾਂਜੀ, ਥੋੜੋ ਆਪਣੇ ਵਾਂਗੂ ਕੋਈ ਆਇਓ ਤੁਰਿਆ ਫਿਰਦਾ ਹੱਥ ਜੇ ਮਾਰ ਕੇ ਇੱਧਰ ਉੱਧਰ। ਹਾਂਜੀ, ਜਿਵੇਂ ਪੁਲਿਸ ਵਾਲੇ ਨੇ, ਉਹਨਾਂ ਦੀ ਪਰੇਡ ਹੁੰਦੀ ਹੈ, ਉਹਨਾਂ ਨੂੰ ਸਿਖਾਇਆ ਜਾਂਦਾ ਤੁਰਨਾ ਕਿਵੇਂ ਹੈ। ਸੋ ਇਹਨਾਂ ਦੀ ਤੋਰ ਜਿਹੜੀ ਹੈ ਗੱਜ ਵਰਗੀ ਤੋਰ ਮੰਨੀ ਹੈ। ਹਾਂਜੀ, ਗੱਜ ਵਰਗੀ ਤੋਰ ਉਹ ਤੁਰਦੀਆਂ ਹਨ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਅੱਜ ਕੱਲ੍ਹ ਤਾਂ ਕੋਈ ਦੇਖਦਾ ਨਹੀਂ ਗੱਲਾਂ ਨੂੰ, ਕਿਸੇ ਨੂੰ ਸਮਝੇ ਕੋਈ ਨਹੀਂ ਹੈਗੀ। ਗੱਜ ਮੇਚਕ ਜਨ ਕੰਦਰ ਪਛਾਉਣੀ। ਹਾਂ, ਕਹਿੰਦੇ ਉਹਨਾਂ ਦੇ ਕੇਸ ਕਾਲੇ ਨੇ, ਤੇ ਕਹਿੰਦੇ ਮਾਨੋ ਜਿਵੇਂ ਕਹਿੰਦੇ ਕਾਮਦੇਵ ਦੀ ਪੁੱਤਰੀ ਹੁੰਦੀ ਹੈ, ਜਿਵੇਂ ਕਾਮਦੇਵ ਦੀਆਂ ਧੀਆਂ ਹੁੰਦੀਆਂ ਨੇ। ਕਹਿੰਦੇ ਬਹੁਤ ਸੋਹਣੇ ਹਨ। ਸੋ ਅੱਜ ਕੱਲ ਤਾਂ ਜਿਹੜੇ ਕੇਸ ਵੀ ਲਾਲ ਪੀਲੇ ਜੇ ਕਰੀ ਫਿਰਦੀਆਂ ਨੇ। ਹਾਂਜੀ, ਉਹ ਟਾਈਮ ਦੇ ਵਿੱਚ ਨਾ, ਪਿਛਲੇ ਸਮਿਆਂ ਦੇ ਵਿੱਚ ਨਾ, ਲਾਲ ਕੇਸ ਨਾ ਡੈਣਾ ਦੇ ਹੁੰਦੇ ਸੀਗੇ। ਹਾਂਜੀ, ਸੋ ਅੱਜ ਕੱਲ ਬੜੀ ਖੁਸ਼ੀ ਨਾਲ ਕਰੀਆਂ ਫਿਰਦੇ ਹਨ। ਪੀਨ ਹਰੋਜਨ ਖੰਜਨ ਨੈਣੀ। ਹਾਂ, ਕਹਿੰਦੇ ਛਾਤੀ ਉਹਨਾਂ ਦੀ ਜਿਹੜੀ ਕਠੋਰ ਹੈ, ਮਤਲਬ ਕੈੜੀ ਹੈ। ਫੇਰ ਜਿਹੜਾ ਅਰੋਜਨ, ਸੋ ਕਹਿੰਦੇ ਅੱਖਾਂ ਜਿਹੜੀਆਂ ਮਮੋਲੇ ਵਰਗੀਆਂ ਨੇ, ਗੋਲ ਗੋਲ ਵੱਡੀਆਂ ਅੱਖਾਂ ਨੇ। ਸੋ ਮਮੋਲੇ ਵਰਗੀਆਂ ਉਹਨਾਂ ਦੀਆਂ ਅੱਖਾਂ ਨੇ। ਘਟ ਜਿਨ ਛੀਨ ਕੋਕਲਾ ਬੈਣੀ। ਹਾਂ, ਕਹਿੰਦੇ ਉਹਨਾਂ ਦਾ ਲੱਕ, ਜਿਹੜਾ ਇਹ ਲੱਕ ਹੁੰਦਾ ਹੈ ਨਾ, ਸੋ ਲੱਕ ਜਿਹੜਾ ਹੈ ਜਿਨ ਛੀਨ, ਕਹਿਣਗੇ ਬਹੁਤ ਪਤਲਾ ਲੱਕ ਹੈ। ਸੋ ਕੋਕਲ ਬਾਣੀ, ਕੋਇਲ ਵਰਗੀ ਉਹਨਾਂ ਦੀ ਬਾਣੀ ਹੈ, ਮਤਲਬ ਜੋ ਬੋਲਦੀਆਂ ਬਹੁਤ ਮਿੱਠਾ ਬੋਲਦੀਆਂ ਨੇ। ਹਾਂਜੀ, ਸੋ ਲੱਕ ਉਹਨਾਂ ਦਾ ਜਿਹੜਾ ਹੈ ਪਤਲਾ, ਤੇ ਬੋਲੀ ਉਹਨਾਂ ਦੀ ਕੋਇਲ ਵਰਗੀ। ਹਾਂਜੀ, ਸੋ ਜਿਹੜਾ ਹੈ ਅੱਜ ਕੱਲ ਲੱਕ ਦਾ ਹੀ ਸਾਰਾ ਪ੍ਰੋਬਲਮ ਹੈ, ਕਿਉਂਕਿ ਢਿੱਡ ਇੱਧਰ ਉੱਧਰ ਹੋਏ ਪਏ ਨੇ। ਹਾਂਜੀ, ਇਹ ਵੀ ਨਹੀਂ ਪਤਾ ਲੱਗਦਾ ਢਿੱਡ ਕਿਹੜਾ ਲੱਕ ਕਿਹੜਾ ਹੈ। ਬਰਖ ਚਤੁਰਦਸ ਕੀ ਕਹਿ ਬੈਸਾ। ਹਾਂ, ਕਈ ਬਰਖ, ਉਹਨਾਂ ਦੀ ਦੇਖੋ ਉਮਰ ਕਿੰਨੀ ਸੀਗੀ। ਕਹਿੰਦੀ ਕਈ 14 ਸਾਲਾਂ ਦੀਆਂ ਸੀਗੀਆਂ, 14 ਇਅਰਸ ਓਲਡ ਨਾ। ਤੇ ਕਹਿੰਦੇ ਉਹਨਾਂ ਦੀ ਉਮਰ ਦੇਖੋ ਕਈਆਂ ਦੀ 14 ਸਾਲ ਦੀ ਸੀ। ਕੀ ਖੋੜਸ ਕੀ ਰੂਪ ਸੁਦੇਸ਼ਾ। ਹਾਂ, ਕਹਿਣ ਲੱਗੇ ਕਈ 16 ਸਾਲ ਦੀਆਂ ਸੀਗੀਆਂ ਸੁੰਦਰ ਇਸਤਰੀਆਂ। ਸੋ ਕਈਆਂ ਦੀ 14 ਇਅਰਸ ਓਲਡ ਦੇ ਸਨ, ਕਈ ਜਿਹੜੀਆਂ 16 ਇਅਰਸ ਓਲਡ ਦੀਆਂ ਸਨ। ਜਲਤ ਹੋਤ ਭੂਖਨ ਚੁਨਕਾ। ਕਹਿਣ ਲੱਗੇ ਜਦੋਂ ਤੁਰਦੀਆਂ ਸਨ ਨਾ, ਉਹ ਗਹਿਣਿਆਂ ਦੀ ਆਵਾਜ਼ ਆਉਂਦੀ ਹੈ। ਹੁਣ ਦੇਖੋ ਨਾ, ਤੁਰਨਾ ਜੇ ਜਿਹੜਾ ਹਨ ਲੱਤ 'ਚ ਜੇ ਜਿਹੜਾ ਝਾਂਜਰਾਂ ਪਾਈਆਂ ਹੈ ਨਾ, ਅੱਜ ਕੱਲ ਵੀ ਲੋਕ ਝਾਂਜਰਾਂ ਪਾ ਲੈਂਦੇ ਨੇ, ਪਰ ਜਦੋਂ ਤੁਰਦੀਆਂ ਹੈ ਨਾ ਉਹਨਾਂ ਦੀ ਆਵਾਜ਼ ਨਹੀਂ ਕੋਈ ਵੀ ਆਉਂਦੀ। ਹੁਣ ਝਾਂਜਰਾਂ ਪਾ ਕੇ ਕੀ ਹੁੰਦਾ, ਝਾਂਜਰਾਂ ਕਿਉਂ ਲੋਕ ਪਾਉਂਦੇ ਨੇ? ਲੋਕ ਤਾਂ ਆਏ ਅੱਜ ਕੱਲ ਪਾਦੇ ਵੀ ਬਿੱਲੀ ਦੇ ਗਲ 'ਚ ਪਾ ਦੋ, ਚਿੰਚੋ ਚਾਚੋ ਚਾਚੀ ਚੌਕ, ਕਿਹੋ ਜਿਹੀ ਆਵਾਜ਼ ਆਉਂਦੀ ਹੈ। ਲੋਕੀ ਝਾਂਜਰਾਂ ਪਤਾ ਕਿਉਂ ਪਾਉਂਦੇ? ਜਦੋਂ ਤੁਰਦੀਆਂ ਉਹਦੀ ਚਾਲ ਦੇ ਨਾਲ ਉਹਨਾਂ ਨੇ ਵੱਜਣਾ, ਉਹਨੇ ਇੱਕ ਮਿਊਜ਼ਿਕ ਸ਼ੁਰੂ ਕਰਨੀ ਹੈ, ਉਹ ਮਿਊਜ਼ਿਕ ਨਾਲ ਚੱਲਣਗੀਆਂ। ਸੋ ਲੋਕ ਅੱਜ ਕੱਲ ਜਿਹੜਾ ਹਨ ਸਾਰੀ ਝਾਂਜਰਾਂ ਪਾ ਲੈਂਦੇ, ਪਰ ਤੁਰਦੇ ਤਾਂ ਆਏ ਹੁੰਦੇ ਜਿਵੇਂ ਪਤਾ ਨਹੀਂ ਬੱਕਰੀ ਤੁਰੀ ਫਿਰਦੀ ਹੁੰਦੀ ਹੈ। ਹਾਂਜੀ, ਸੋ ਉਹ ਜਿਹੜਾ ਉਹ ਮਿਊਜ਼ਿਕ ਨਹੀਂ ਨਾ ਆਉਂਦੀ, ਫਿਰ ਝਾਂਜਰਾਂ ਪਾਉਣ ਦੀ ਕੀ ਲੋੜ ਹੈ? ਹਾਂਜੀ, ਉਹ ਤਾਂ ਵੀ ਤੁਸੀਂ ਜਿਹੜਾ ਹਨ ਕੁੱਤੇ ਦੇ ਗਲ 'ਚ ਪਾ ਦਿਓ, ਬਿੱਲੀ ਦੇ ਗਲ 'ਚ ਪਾ ਦਿਓ, ਸੇਮ ਹੀ ਹੈ, ਕੋਈ ਫਰਕ ਨਹੀਂ ਪੈਂਦਾ। ਹਾਂਜੀ, ਫਿਰ ਮਨ ਹੋ ਮਦਨ ਕੋ ਬਜਤ ਨਗਾਰਾ। ਹਾਂ, ਕਿਉਂ ਕਰਕੇ ਕਹਿੰਦੇ, ਇਸ ਕਰਕੇ ਜਿਹੜਾ ਹੈ ਕਹਿੰਦੇ ਇਉਂ ਆਉਂਦੀਆਂ ਹਨ ਤੁਰ ਕੇ ਜਿਵੇਂ ਕੋਈ ਕਾਮ ਦੇਵਤੇ ਨੂੰ ਜਿਹੜਾ ਢੋਲ ਵਜਾ ਕੇ ਸੱਦ ਰਿਹਾ ਹੁੰਦਾ ਹੈ, ਜਿਵੇਂ ਕੋਈ ਨਗਾਰਾ ਵਜਾ ਕੇ ਕਾਮ ਦੇਵਤੇ ਨੂੰ ਸੱਦ ਰਿਹਾ ਹੈ, ਇਨਵੀਟੇਸ਼ਨ ਦੇ ਰਿਹਾ ਤੂੰ ਆ ਜਾ ਹੁਣ। ਜਿਨ ਕੋ ਚਿਤਵਨ ਬਾਨ ਸਮਾਨਾ। ਹਾਂ, ਕਹਿਣ ਲੱਗੇ ਜਿਨ੍ਹਾਂ ਨੂੰ ਦੇਖ ਕਰਕੇ ਜਿਹੜਾ ਦੇਖਦਾ ਸੀ ਨਾ, ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਨਿਗਾਹ ਸੀ, ਜਿਹਦੇ ਵੱਲ ਦੇਖ ਲੈਂਦੀਆਂ ਸੀ ਨਾ ਜਿਵੇਂ ਤੀਰ ਵੱਜਦਾ ਹੁੰਦਾ, ਬੰਦਾ ਉੱਥੇ ਢੇਰੀ ਹੋ ਜਾਂਦਾ ਸੀ ਦੇਖ ਕੇ। ਜਿਹਨੂੰ ਵੀ ਇੱਕ ਵਾਰੀ ਦੇਖ ਲਿਆ ਮਨ ਨੂੰ ਤੀਰੇ ਵੱਜਦਾ ਸੀ ਉਹਨਾਂ ਦੇ ਦਿਲ ਵਿੱਚ। ਤ੍ਰੈ ਕੁੱਟੀ ਕੁਟਲ ਧਨੁਖ ਪਰਮਾਨਾ। ਹਾਂ, ਕਹਿਣ ਲੱਗੇ ਉਹਨਾਂ ਦੇ ਭਰਵੱਟੇ ਜਿਹੜੇ ਸੀ ਨਾ, ਆਈਬ੍ਰੋ ਜਿਹੜੇ ਹਨ, ਕਹਿੰਦੇ ਕਿ ਉਹ ਐਸੇ ਨੇ ਜਿਵੇਂ ਧਨੁਖ ਹੁੰਦਾ ਹੈ।
ਧਨੁਖ ਦਾ ਸ਼ੇਪ ਹੈ, ਇਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਭਰਵੱਟੇ ਹਨ। ਤੇ ਇਸ ਕਰਕੇ ਕਮਾਨ ਵਰਗੇ ਉਹਨਾਂ ਦੇ ਭਰਵੱਟੇ ਹਨ। ਮਨ ਹੋ ਭੂਪ ਇੱਕ ਕੀਨ ਬਹਾਨਾ। ਕਹਿੰਦੇ ਮਨ ਹੋ, ਕਹਿੰਦੇ ਕਿ ਜਿਹੜਾ ਹੈ, ਕਹਿੰਦੇ ਇਹੋ ਜਿਹੜਾ ਮੰਨ ਲਓ ਕਿ ਰਾਜੇ ਨੂੰ ਇੱਕ ਬਹਾਨਾ ਬਣਾ ਕੇ ਆਵਾ ਮਦਨ ਕਰਨ ਪਤਿਆਨਾ। ਕਹਿਣ ਲੱਗੇ ਰਾਜੇ ਨੂੰ ਇੱਕ ਬਹਾਨਾ ਬਣਾ ਕੇ ਨਾ ਉਹ ਕਾਮਦੇਵ ਆਪ ਆ ਰਿਹਾ ਅੱਜ ਗੁਰੂ ਨਾਨਕ ਨੂੰ ਟੈਸਟ ਕਰਨ ਵਾਸਤੇ। ਕਹਿੰਦੇ ਇਹੋ ਮੰਨ ਲਓ ਵੀ ਰਾਜਾ ਤਾਂ ਇੱਕ ਬਹਾਨਾ ਹੈ, ਪਰ ਲੱਗਦਾ ਤਾਂ ਇਹ ਵੀ ਕਾਮ ਦੇਵਤਾ ਹੀ ਆ ਰਿਹਾ ਹੈ ਗੁਰੂ ਨਾਨਕ ਨੂੰ ਟੈਸਟ ਕਰਨ ਵਾਸਤੇ। ਜੈ ਅਰਬਿਨ ਬਿਲੋਚਨ ਰਾਜਤ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਮਹਾਰਾਜ ਬੈਠੇ ਹਨ, ਜਿਨ੍ਹਾਂ ਦੇ ਨੇਤਰ ਕਵਲ ਫੁੱਲ ਵਰਗੇ ਨੇ, ਮਹਾਰਾਜ ਉੱਥੇ ਜਿੱਥੇ ਬੈਠੇ ਹਨ ਉਹ ਗਾਰਡਨ ਦੇ ਵਿੱਚ ਤਹਿ ਬੈਸੀ ਜਿਨ ਪਿਖਰਤ ਲਾਜਤ। ਇਹ ਜਿਹੜੀਆਂ ਕਾਮ ਦੀਆਂ ਇਸਤਰੀਆਂ ਵਰਗੀਆਂ ਸੁੰਦਰ ਹਨ। ਬਿਕਾਜ਼ ਦੇਖੋ ਨਾ, ਜਿਹੜੇ ਸਾਰੇ ਦੇਵਤਿਆਂ ਤੋਂ ਸੁੰਦਰ, ਸਭ ਤੋਂ ਸੋਹਣੀਆਂ ਜਿਹੜੀਆਂ ਹਨ ਉਹ ਕਾਮ ਦੇਵਤਾ ਹੈ। ਕਾਮ ਦੇਵਤੇ ਨੂੰ ਮੰਨਿਆ ਵੀ ਸਭ ਤੋਂ ਸੁੰਦਰ ਹੈ, ਤੇ ਸਭ ਤੋਂ ਸੁੰਦਰ ਕਾਮ ਦੇਵਤੇ ਦੀ ਇਸਤਰੀ ਹੈ। ਸੋ ਉਹਨੂੰ ਮੋਸਟ ਬਿਊਟੀਫੁਲ ਮੰਨਿਆ ਹੈ। ਤਾਂ ਕਰਕੇ ਜਦੋਂ ਕਵੀ ਲਿਖਦੇ ਆ ਨਾ ਇਹ ਜਿਹੀਆਂ ਗੱਲਾਂ, ਉਹ ਹਮੇਸ਼ਾ ਕਾਮ ਦੇਵਤੇ ਨੂੰ ਵਰਤਦੇ ਨੇ ਵੀ ਕਾਮ ਦੇਵਤੇ ਵਰਗਾ ਸੁੰਦਰ। ਸੋ ਕਹਿੰਦੇ ਉੱਥੇ ਜਿਹੜਾ ਹੈ ਇਹ ਜਹਾਂ ਤਹਿ ਬੈਸੀ, ਉਹ ਆ ਕੇ ਗੁਰੂ ਨਾਨਕ ਸਾਹਿਬ ਕੋਲ ਬਹਿ ਗਈਆਂ ਸਾਰੀਆਂ ਜਿਹੜੀਆਂ ਕਿ ਕਾਮ ਦੇਵਤੇ ਦੀਆਂ ਇਸਤਰੀਆਂ ਹਨ। ਕਰ ਕਮਲਨ ਸੋ ਚਰਨ ਮੁਕੰਦਾ। ਜਿਹੜਾ ਕਰ ਕਮਲਨ ਸੋ ਚਰਨ ਮੁਕੰਦਾ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲੰਮੇ ਪਏ ਸਨ। ਸੋ ਮਹਾਰਾਜ ਜੀ ਲੰਮੇ ਪਏ, ਇਹ ਆ ਗਈਆਂ। ਇਹਨਾਂ ਨੇ ਆ ਕੇ ਕੀ ਕੀਤਾ, ਮਹਾਰਾਜ ਦੇ ਚਰਨ ਕਮਲਾਂ ਨੂੰ ਚਾਪਤ ਭੀ ਤਰ ਹਿਰਦੇ ਆਨੰਦਾ। ਆ ਕੇ ਮਹਾਰਾਜ ਦੇ ਚਰਨਾਂ ਨੂੰ ਦੱਬਣ ਲੱਗ ਗਈਆਂ, ਮਹਾਰਾਜ ਦੇ ਚਰਨ ਘੁੱਟਣ ਲੱਗ ਗਈਆਂ ਆ ਕੇ ਇਹ ਸਾਰੀਆਂ ਇਕੱਠੀਆਂ ਹੋ ਕੇ। ਮੰਦ ਮੰਦ ਕਰ ਮੁਖ ਮੁਸਕਾਵਨ। ਫੇਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਨਾ ਫੇਰ ਇੱਕ ਚਿੱਕੀ ਸਮਾਈਲ ਦੀਆਂ ਦੰਦੀਆਂ ਨੇ, ਹੋਰੇ ਤਰ੍ਹਾਂ ਦੀ ਸਮਾਈਲ ਜੀ ਦੰਦੀਆਂ ਨੇ, ਮੂੰਹ ਜਾ ਬਿੰਗਾ ਕਰਕੇ। ਹਿਰਦੇ ਚਹਿਤ ਹੈ ਮਦਨ ਵਢਾਵਨ। ਕਿਉਂ ਚਾਹੁੰਦੀਆਂ ਨੇ ਵੀ ਮਹਾਰਾਜ ਚ ਕਾਮ ਵਾਸ਼ਨਾ ਵਧਾਈਏ। ਹਾਂਜੀ, ਸੋ ਇਹ ਵੀ ਤਰੀਕੇ ਨੇ। ਹਾਂਜੀ, ਕਿਸੇ ਨੂੰ ਸਡਿਊਸ ਕਰਨਾ, ਹਾਂਜੀ, ਇਹ ਸਾਰੇ ਤਰੀਕੇ ਹੁੰਦੇ ਨੇ ਵੀ ਉਹਦੇ ਵੱਲ ਦੇਖਣਾ ਕਿਵੇਂ, ਉਹਦੇ ਵੱਲ ਸਮਾਈਲ ਕਿਵੇਂ ਕਰਨਾ। ਹਾਂਜੀ, ਸੋ ਇਹ ਹੁੰਦਾ ਹੈ। ਹਾਂਜੀ, ਸੋ ਪਰ ਉਹ ਨਾ ਤੁਸੀਂ ਲੁੱਕ ਲੈ ਲਿਓ ਜਿਵੇਂ ਇੱਕ ਵਾਈਫ ਆਪਣੇ ਹਸਬੈਂਡ ਨੂੰ ਦਿੰਦੀ ਹੈ। ਹਾਂਜੀ, ਉਹ ਤਾਂ ਜਿਵੇਂ ਆਏਂ ਕਿ ਸ਼ੇਰਨੀ ਜਿਵੇਂ ਦੇਖਦੀ ਹੁੰਦੀ ਹੈ, ਉਹ ਤਾਂ ਵੱਖਰੀ ਗੱਲ ਹੈ। ਹਾਂਜੀ, ਸੋ ਉਹ ਜਿਹੜਾ ਹੈ, ਹਾਂਜੀ, ਸੋ ਇਹ ਹੋਰ ਤਰ੍ਹਾਂ ਦੀ ਲੁੱਕ ਹੁੰਦੀ ਹੈ। ਸੋ ਉਹ ਲੁੱਕ ਦੇਣ ਲੱਗੀਆਂ ਜੀ ਗੁਰੂ ਨਾਨਕ ਸਾਹਿਬ ਜੀ ਨੂੰ। ਕਰ ਕਟਾਖ ਗੁਰ ਔਰ ਨਿਹਾਰੀ। ਹਾਂਜੀ, ਕਰ ਕਟਾਖ ਗੁਰੂ ਔਰ ਨਿਹਾਰੀ। ਕਟਾਖ ਮੀਨਸ ਆਪਣੇ ਅੱਖਾਂ ਨੂੰ ਪਾਸੇ ਤੋਂ ਦੇਖਦੀਆਂ, ਸਿੱਧੀਆਂ ਨਹੀਂ ਦੇਖਦੀਆਂ, ਐਂ ਪਾਸੇ ਤੋਂ ਦੇਖਦੀਆਂ ਹਨ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਮਦਰ ਮਿਰਦਲ ਮੁਖ ਗਿਰਾ ਫਿਰ ਉਚਾਰੀ। ਬਹੁਤ ਮਿੱਠੀ ਮਿੱਠੀ ਆਵਾਜ਼ ਨਾਲ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰਦੀਆਂ ਹਨ। ਮਨ ਹੋ ਕਾਮ ਕੀ ਬਾਜੀ ਬੀਨਾ। ਕਹਿਣ ਲੱਗੇ ਉਹਨਾਂ ਦਾ ਬੋਲ ਕਿਵੇਂ ਸੀ ਜਿਵੇਂ ਇੱਕ ਕਾਮ ਦੇਵਤੀ ਦੀ ਬਾਂਸੁਰੀ ਵੱਜ ਰਹੀ ਹੈ। ਕਹਿੰਦੇ ਕਿ ਇਸ ਤਰ੍ਹਾਂ ਕਰਕੇ ਉਹ ਮੋਹਿਤ ਕਰ ਰਹੀਆਂ ਸਨ। ਜੋ ਸੁਰ ਮਨ ਕੋ ਕਰਤ ਅਧੀਨਾ। ਦੇਖੋ ਕਹਿੰਦੇ ਇੰਨੀਆਂ ਸੁੰਦਰ ਸਨ, ਜੇ ਕਿਤੇ ਦੇਵਤੇ ਵੀ ਉੱਥੇ ਆ ਜਾਂਦੇ ਨਾ ਉਹਨਾਂ ਵੀ ਢਹਿ ਢੇਰੀ ਹੋ ਜਾਣਾ ਸੀ ਵਿਚਾਰਿਆਂ ਨੇ। ਤੇ ਖਾਸ ਕਰਕੇ ਇੰਦਰ ਦਾ ਵਿਚਾਰਾ ਫਸਿਆ ਹੀ ਰਹਿੰਦਾ। ਹਾਂਜੀ, ਸੋ ਜਿਹੜਾ ਹੈ ਵਿਚਾਰਾ, ਦੇਖੋ ਇੰਦਰ ਦੀਆਂ ਕਹਾਣੀਆਂ ਕਿੰਨੀਆਂ ਆਉਂਦੀਆਂ ਨੇ, ਵਿਚਾਰਾ ਫਸ ਜਾਂਦਾ। ਕਹਿੰਦੇ ਇੰਦਰ ਵੀ ਵਿਚਾਰਾ ਸੋਹਣਾ ਹੈ। ਹਾਂਜੀ, ਚੰਦਰਮਾ ਵੀ ਵਿੱਚ ਨਾਲ ਰਲ ਜਾਂਦਾ ਵਿਚਾਰਾ, ਸੋ ਕਹਿੰਦੇ ਦੇਵਤੇ ਵੀ ਨਹੀਂ ਬਚਦੇ। ਇਹ ਕਾਮ ਚੀਜ਼ ਐਸੀ ਹੈ ਜਿਹੜੀ ਦੇਵਤਿਆਂ ਨੂੰ ਵੀ ਜਿਹੜਾ ਹੈ ਭਰਮਾ ਲੈਂਦੀ ਹੈ। ਸੁਨੋ ਸੰਤ ਜੀ ਬਚਨਨ ਪੂਰੇ। ਤੇ ਇਹ ਕਹਿਣ ਲੱਗਿਆ ਨਾ ਗੁਰੂ ਨਾਨਕ ਸਾਹਿਬ ਜੀ ਨੂੰ, ਕਹਿੰਦੇ ਸੁਣੋ ਸੰਤ ਜੀ ਬਚਨਨ ਪੂਰੇ। ਹੇ ਬਚਨ ਦੇ ਪੂਰੇ ਗੁਰੂ ਨਾਨਕ ਸਾਹਿਬ ਜੀ, ਸਾਡੀ ਗੱਲ ਸੁਣੋ। ਹੋ ਆਈ ਦਰਸ਼ਨ ਹਿਤ ਰੂਏ। ਕਹਿਣ ਲੱਗੇ ਤੁਹਾਡੇ ਸੁੰਦਰ ਦਰਸ਼ਨ ਕਰਨ ਵਾਸਤੇ ਅਸੀਂ ਆਈਆਂ ਹਾਂ। ਸੰਕਾ ਤਜੀਏ ਬਦਨ ਮੈਂ ਅੰਤੇ। ਕਹਿੰਗੇ ਹੇ ਚੰਦਰ ਮੁਖ ਵਾਲੇ ਸੰਤ ਜੀ, ਕਹਿੰਦੇ ਸਾਡੀ ਇੱਕ ਸ਼ੰਕਾ ਨਿਵਾਰੋ, ਸਾਡੀ ਇੱਕ ਸ਼ੰਕਾ ਡਾਊਟ ਦੂਰ ਕਰੋ। ਹਮ ਹੈ ਬਿਲੋਕ ਕਟਾਖਨ ਬਾਂਕੇ। ਕਹਿਣਗੇ ਦੇਖੋ ਹਮੇ ਬਲੋਕ, ਮਹਾਰਾਜ ਨੂੰ ਕਹਿੰਦੇ ਆ ਕਿਤੇ ਸਾਨੂੰ ਵੀ ਟੇਢੀ ਨਿਗਾਹ ਨਾਲ ਦੇਖੋ ਨਾ, ਫੇਰ ਤੁਹਾਨੂੰ ਸਾਡੀ ਸੁੰਦਰਤਾ ਨਜ਼ਰ ਆਏਗੀ। ਹਾਂਜੀ, ਜੇ ਤੁਸੀਂ ਸਿੱਧੇ ਦੇਖੋਗੇ ਫੇਰ ਤਾਂ ਥੋੜੋ ਆਉਣੀ ਹੈ। ਕਹਿੰਦੇ ਟੇਢੀ ਨਿਗਾਹ ਕਰਕੇ ਸਾਡੇ ਵੱਲ ਦੇਖੋ ਤਾਂ ਸਹੀ, ਮਤਲਬ ਕਾਮ ਵਾਸ਼ਨਾ ਵਿੱਚ ਸਾਨੂੰ ਦੇਖੋ। ਇਸਤਰੀਨ ਮਹਿ ਜੋ ਪਦਮਨ ਮਜਾਤੀ। ਕਹਿਣਗੇ ਦੇਖੋ ਮਹਾਰਾਜ ਤੁਹਾਨੂੰ ਦੱਸਣਾ ਚਾਹੁੰਦੀਆਂ ਹੈ, ਇਸਤਰੀਆਂ ਦੇ ਵਿੱਚੋਂ ਜਿਹੜੀ ਪਦਮਣੀਆਂ ਹੁੰਦੀਆਂ ਨਾ ਉਹ ਅਸੀਂ ਹਾਂ, ਟੌਪ ਕਲਾਸ ਵਾਲੀਆਂ। ਸੋ ਮੁਝ ਮਹਿ ਲਖਨ ਬਖਿਆਤੀ। ਕਹਿਣਗੇ ਮਹਾਰਾਜ ਦੇਖੋ ਮੇਰੇ ਚ ਸਾਰੇ ਲੱਛਣ ਨੇ, ਇੱਕ ਪਦਮਣੀ ਚ 16 ਸ਼ਿੰਗਾਰ ਜਿਹੜੇ ਹੁੰਦੇ ਸਾਰੇ ਮੇਰੇ ਵਿੱਚ ਪੂਰਨ ਹਨ। ਸੁੰਦਰ ਮੋਰ ਕਠੋਰ ਉਰੋਜਾ। ਕਹਿਣਗੇ ਸਾਡੀ ਛਾਤੀ ਵੀ ਬੜੀ ਜਿਹੜੀ ਕਠੋਰ ਹੈ, ਤਕੜੀ ਹੈ। ਕਰਹੋ ਸਪਰਸ਼ਨ ਪਾਨ ਸਰੋਜਾ। ਕਹਿਣਗੇ ਆਪਣੇ ਹੱਥਾਂ ਨਾਲ ਸਾਨੂੰ ਛੋਹ ਕੇ ਤਾਂ ਦੇਖੋ, ਸਾਨੂੰ ਟੱਚ ਕਰਕੇ ਦੇਖੋ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਆ ਵੀ ਸਾਡੇ ਸਰੀਰ ਨੂੰ ਟੱਚ ਕਰਕੇ ਤਾਂ ਦੇਖੋ, ਫੇਰ ਤੁਹਾਨੂੰ ਫੀਲ ਹੋਊਗਾ। ਅਧਰ ਮਦਰ
ਅੰਮ੍ਰਿਤ ਕੀ ਨਿਆਈ। ਹਾਂ, ਕਹਿਣ ਲੱਗੇ ਸਾਡੇ ਹੋਂਠ ਜਿਹੜੇ ਬੁੱਲ ਨੇ ਉਹ ਵੀ ਅੰਮ੍ਰਿਤ ਵਰਗੇ ਨੇ। ਆਪ ਲਿਹੋ ਰਸ ਹੋਇ ਮਮ ਸਾਈ। ਕਹਿਣ ਲੱਗੇ ਮਮ ਸਾਈ, ਸਾਡੇ ਸਾਈ ਸਾਡਾ ਰਸ ਲੋ, ਸਾਡੇ ਬੁੱਲਾਂ ਦਾ ਰਸ ਲੈ ਲੋ। ਰੁਚਿਰ ਸਰੂਪ ਅਨੂਪ ਅਮੋਲਾ। ਕਹਿੰਦੇ ਰੁਚਰ ਸਰੂਪ, ਸਾਡਾ ਸਰੂਪ ਜਿਹੜਾ ਸਾਡਾ ਚਿਹਰਾ ਵੀ ਬੜਾ ਸੁੰਦਰ ਹੈ, ਇਹਦਾ ਵੀ ਤੁਸੀਂ ਆਨੰਦ ਲਓ। ਮਿਲ ਮਨ ਭਾਵਤ ਕਰਹੁ ਕਲੋਲਾ। ਜਿਵੇਂ ਤੁਹਾਨੂੰ ਚਾਹੁੰਦਾ ਹੈ ਤੁਸੀਂ ਆਪਣਾ ਖੇਡ ਉਵੇਂ ਹੀ ਕਰੋ ਸਾਡੇ ਨਾਲ, ਜਿਵੇਂ ਤੁਸੀਂ ਚਾਹੁੰਦੇ ਹੋ। ਹੋਏ ਸਫਲ ਤਬ ਹੀ ਮਮ ਦੇਹਾ। ਕਹਿਣਗੇ ਜੇ ਤੁਸੀਂ ਸਾਡੇ ਸਰੀਰ ਨੂੰ ਕਬੂਲ ਕਰੋਗੇ ਤਾਂ ਹੀ ਸਾਡਾ ਸਰੀਰ ਸਫਲ ਹੋਵੇਗਾ। ਗ੍ਰਹਿਣ ਕਰੋ ਜਬ ਧਰ ਔਰ ਨੇਹਾ। ਕਹਿਣਗੇ ਗ੍ਰਹਿਣ ਕਰੋ, ਸਾਨੂੰ ਐਕਸੈਪਟ ਕਰੋ, ਸਾਨੂੰ ਐਮਬ੍ਰੇਸ ਕਰੋ। ਕਹਿਣਗੇ ਜਬ ਤਰ ਔਰ ਨੇਹਾ, ਜਦੋਂ ਪਿਆਰ ਨਾਲ ਸਾਡੇ ਕੋਲ ਤੁਸੀਂ ਆਓਗੇ, ਸਾਨੂੰ ਟੱਚ ਕਰੋਗੇ। ਕਿਰਪਾ ਸਿੰਧ ਕਰ ਕਿਰਪਾ ਵਿਸਾਲਾ। ਇਹ ਕਿਰਪਾ ਦੇ ਸਮੁੰਦਰ ਸਾਡੇ ਤੇ ਕਿਰਪਾ ਕਰ ਦਿਓ ਵੱਡੀ। ਪੂਰੋ ਸ਼ਰਧਾ ਕਰੋ ਨਿਹਾਲਾ। ਕਹਿਣਗੇ ਤੁਸੀਂ ਸੰਤ ਹੋ, ਸਾਰਿਆਂ ਦੀਆਂ ਸ਼ਰਧਾ ਤੁਸੀਂ ਪੂਰੀਆਂ ਕਰ ਦਿਓ, ਸਾਡੀ ਵੀ ਸ਼ਰਧਾ ਪੂਰੀ ਕਰੋ। ਹੁਣ ਸਾਡੀ ਸ਼ਰਧਾ ਐਸੀ ਤਰ੍ਹਾਂ ਦੀ ਦੇਖੋ ਨਾ, ਆਪਾਂ ਕਹਿ ਦਿੰਦੇ ਆ ਵੀ ਮਹਾਰਾਜ ਸ਼ਰਧਾ ਪੂਰਨ ਹਨ, ਮਹਾਰਾਜ ਸਾਰਿਆਂ ਦੀਆਂ ਸ਼ਰਧਾ ਪੂਰੀਆਂ ਕਰਦੇ। ਕਿਤੇ ਆਪਾਂ ਵੀ ਸੰਤ ਬਣ ਗਏ, ਆਪਾਂ ਸਾਰਿਆਂ ਦੀ ਸ਼ਰਧਾ ਪੂਰੀ ਕਰਨੀ ਆ ਜੀ, ਜੇ ਇਹੀ ਜੀ ਕੋਈ ਆ ਗਈ ਫੇਰ ਕੀ ਕਰਾਂਗੇ? ਫੇਰ ਤਾਂ ਫਸ ਗਿਆ ਨਾ ਬੰਦਾ। ਫੇਰ ਕਹੋਗੇ ਤੂੰ ਝੂਠ ਬੋਲਦਾ, ਤੂੰ ਕਹਿੰਦਾ ਸੀ ਤੂੰ ਸ਼ਰਧਾ ਪੂਰੀ ਕਰਦਾ, ਤੂੰ ਮੇਰੀ ਕਰ ਨਹੀਂ ਰਿਹਾ, ਮੇਰੀ ਇਹੀ ਸ਼ਰਧਾ ਸੀ ਤੇਰੇ ਵਾਸਤੇ, ਨੂੰ ਫੇਰ ਕੀ ਕਰਾਂਗੇ? ਦੇਖੋ ਕਿੰਨਾ ਟ੍ਰਿਕੀ ਮਾਮਲਾ ਹੈ ਨਾ ਇਹ। ਸੋ ਉੱਥੇ ਮਹਾਰਾਜ ਨੂੰ ਇੱਥੇ ਫਸਾਉਣ ਲੱਗੀਆਂ ਹਨ। ਸੋ ਦੇਖੋ ਇਹਨਾਂ ਦਾ ਟੈਕਟਿਕ ਜਿਹੜੀ ਬੋਲਣ ਦੀ ਹੈ, ਦੇਖੋ ਸੁੰਦਰਤਾ ਆ ਗਈ, ਉਹਨਾਂ ਦੀ ਚਾਲ ਆ ਗਈ, ਉਹਨਾਂ ਦੀ ਦੇਖਣੀ ਆ ਗਈ, ਫਿਰ ਉਹਨਾਂ ਦੇ ਬੋਲ ਆ ਗਏ, ਉਹਨਾਂ ਦੇ ਫਿਰ ਜਿਹੜੀਆਂ ਉਹਨਾਂ ਦਾ ਜਿਹੜਾ ਹੈ ਕੈਰੈਕਟਰ ਜਾਂ ਉਹਨਾਂ ਦਾ ਜਿਹੜਾ ਇਮੋਸ਼ਨਸ ਨੇ ਉਹ ਆ ਗਏ। ਦੇਖੋ ਕਿੰਨੇ ਤਰ੍ਹਾਂ ਬੰਦੇ ਨੂੰ ਸਡਿਊਸ ਕਰਦੀਆਂ ਨੇ। ਸੋ ਇੱਥੇ ਸਾਰੇ ਕਵੀ ਸੰਤੋਖ ਸਿੰਘ ਜੀ ਨੇ ਦੱਸੇ ਨੇ ਵੀ ਕਿਹੜੇ ਕਿਹੜੇ ਤਰੀਕੇ ਹੁੰਦੇ ਹਨ। ਇਹ ਸਾਰੇ ਇੱਥੇ ਜਿਹੜਾ ਹੈ ਆਪਾਂ ਇਹਦੇ ਵਿੱਚੋਂ ਪੱਖ ਲੈਣਾ ਹੈ ਕਿ ਇਹ ਕੰਮ ਤੋਂ ਕਿਵੇਂ ਬਚਣਾ, ਕਿਤੇ ਇਹਦੇ ਵਿੱਚ ਫਸ ਨਾ ਜਾਇਓ। ਅਸੀਂ ਸੁਣ ਕੇ ਅਸ ਜਬ ਬਾਣੀ ਭਨੀ ਅਧੀਨਾ। ਆ ਕਹਿਣ ਲੱਗੇ ਅਸ ਬਾਣੀ, ਜਦੋਂ ਐਸੀ ਬਾਣੀ, ਜਦੋਂ ਐਸੇ ਬੋਲ ਉਹਨਾਂ ਨੇ ਕਹੇ, ਉਹ ਔਰਤਾਂ ਨੇ, ਉਹ ਜਿਹੜੀਆਂ ਹਨ ਪਦਮਨੀਆਂ ਨੇ, ਬੋਲੇ ਸ੍ਰੀ ਗੁਰੂ ਗੁਣੀ ਪ੍ਰਬੀਨਾ। ਹੁਣ ਦੇਖੋ ਗੁਣ ਸੰਪੰਨ, ਗੁਣਾ ਦੇ ਸੰਪੂਰਨ, ਗੁਣਾ ਵਿੱਚ ਪੂਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ। ਕੀ ਕਹਿੰਦੇ? ਸਤਨਾਮ ਸਿਮਰੋ ਸੁਖ ਭਾਰੀ। ਦੇਖੋ ਇਹ ਕਰ ਰਹੀਆਂ ਨੇ ਹਾਵ ਭਾਵ ਜੀ ਕਾਮ ਕੋ। ਗੁਰੂ ਨਾਨਕ ਸਾਹਿਬ ਤਾਂ ਕੀ ਕਹਿੰਦੇ ਇਹਨਾਂ ਨੂੰ? ਕਹਿੰਦੇ ਸਤਨਾਮ ਸਿਮਰੋ, ਸਤਨਾਮ ਦਾ ਸਿਮਰਨ ਕਰੋ, ਸੁਖ ਭਾਰੀ। ਕਹਿੰਦੇ ਸਤਨਾਮ ਦੇ ਸਿਮਰਨ ਤੋਂ ਵੱਧ ਕੋਈ ਸੁਖ ਨਹੀਂਗਾ, ਸਭ ਤੋਂ ਵੱਡਾ ਸੁੱਖ ਆ ਸਤਨਾਮ। ਪੰਜ ਫੇਰਾ ਸਫਲ ਜਨਮ ਕਰ ਲਿਓ ਇਹ ਬਾਰੀ। ਹਾਂ, ਕਹਿਣ ਲੱਗੇ ਪੁੱਤਰਿਓ ਐਂ ਕਰੋ, ਆਪਣਾ ਜਨਮ ਸਫਲ ਕਰ ਲਓ। ਹਾਂਜੀ, ਨਾਮ ਜਪੋ ਤੇ ਆਪਣਾ ਜਨਮ ਤੁਸੀਂ ਸਫਲ ਕਰੋ। ਆਹ ਕੀ ਤੁਸੀਂ ਗੰਦਮੰਦ 'ਚ ਫਸੀਆਂ ਹੋਈਆਂ, ਚਲੋ ਛੱਡੋ ਇਹ ਕੰਮਾਂ ਨੂੰ, ਸਤਨਾਮ ਜਪੋ, ਆਪਣਾ ਜਨਮ ਤੁਸੀਂ ਸਫਲ ਕਰੋ। ਕਹਿਣਗੇ ਇਹ ਬਾਰੀ, ਇਹ ਤੁਹਾਨੂੰ ਚਾਂਸ ਮਿਲੀ ਹੈ। ਹਾਂਜੀ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਕਹਿਣਗੇ ਆਪਣਾ ਜਨਮ ਸਫਲ ਕਰ ਲਓ ਹੁਣ। ਵਿਸ਼ੇ ਸਾਧ ਮਹਿ ਬੈਸ ਨਾ ਖੋ। ਹਾਂ, ਕਹਿਣਗੇ ਇਹ ਵਿਸ਼ੇ ਵਿਕਾਰਾਂ ਵਿੱਚ ਆਪਣੀ ਉਮਰ ਕਿਉਂ ਗਵਾ ਰਹੇ ਹੋ, ਕਿਉਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਇਹ ਵਿਸ਼ੇ ਵਿਕਾਰਾਂ ਦੇ ਵਿੱਚ? ਹਰ ਕੋ ਭਜੋ ਮੁਕਤ ਸਭ ਹੋ। ਹਾਂ, ਕਹਿੰਦੇ ਹਰ ਕੋ ਭਜੋ, ਪਰਮੇਸ਼ਰ ਦਾ ਭਜਨ ਕਰੋ, ਪਰਮੇਸ਼ਰ ਨੂੰ ਯਾਦ ਕਰੋ ਤੇ ਮੁਕਤੀ ਪਾਓ। ਇਹ ਆਪਣੇ ਜਿਹੜੀਆਂ ਹਨ ਇਹਨਾਂ ਵਾਈਸਸ ਤੋਂ, ਹਾਂਜੀ, ਇਹ ਵਿਸ਼ੇ ਵਿਕਾਰਾਂ ਤੋਂ ਮੁਕਤੀ ਪਾਉਣੀ ਕਰੋ। ਸੋਰਠਾ ਹਮ ਸੋ ਕੀਜੈ ਭੋਗ ਭਨਤ ਭਈ ਪੁਨ ਅੰਗਨਾ। ਉਹ ਜਿਹੜੀਆਂ ਹੜਦੀਆਂ ਨੇ ਜੀ, ਦੇਖੋ ਫਿਰ ਉਹਨਾਂ ਨੇ ਦੂਜੀ ਟਰਾਈ ਕੀਤੀ। ਕਹਿੰਦੇ ਸਤਿਗੁਰੂ ਸਾਡੇ ਨਾਲ ਭੋਗ ਕਰੋ, ਸਾਡੇ ਨਾਲ ਜਿਹੜਾ ਹੈ ਸੰਗ ਕਰੋ ਤੁਸੀਂ। ਹੋ ਤੁਮ ਪੂਰਨ ਜੋਗ ਪੂਰਨ ਕਰੀਏ ਕਾਮਨਾ। ਹਾਂ, ਕਹਿੰਦੇ ਹੋ ਤੁਮ ਪੂਰਨ, ਅਸੀਂ ਸੁਣਿਆ ਹੈ ਕਿ ਤੁਸੀਂ ਪੂਰਨ ਸੰਤ ਹੋ, ਫਿਰ ਸਾਡੀ ਵੀ ਸ਼ਰਧਾ ਪੂਰੀ ਕਰ ਦੋ। ਤਿਨ ਕੇ ਸੁਨ ਕਰ ਬੈਨ ਸ੍ਰੀ ਨਾਨਕ ਬੋਲਤ ਭਏ। ਕਿਉਂਕਿ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੇ ਬੋਲ ਸੁਣ ਕੇ, ਉਹਨਾਂ ਦੇ ਜਿਹੜੀਆਂ ਗੱਲਾਂ ਸੁਣ ਕਰਕੇ ਫਿਰ ਬੋਲੇ ਗੁਰੂ ਨਾਨਕ ਸਾਹਿਬ ਜੀ। ਹੋਏ ਹਿਰਦੈ ਸੁਖ ਚੈਨ ਸ਼ਬਦ ਕਮਾਵਨ ਕੀਜੀਐ। ਮਹਾਰਾਜ ਨੇ ਕੀ ਕਿਹਾ? ਕਹਿੰਦੇ ਦੇਖੋ, ਕਹਿੰਦੇ ਹੋਏ ਹਿਰਦੇ ਸੁਖ ਚੈਨ, ਤੁਹਾਡੇ ਹਿਰਦੇ ਵਿੱਚ ਸੁਖ ਹੋਵੇਗਾ, ਸੁਖ ਮਿਲੇਗਾ, ਪਰ ਕਹਿੰਦੇ ਸ਼ਬਦ ਨੂੰ ਕਮਾਓ। ਹੁਣ ਮਹਾਰਾਜ ਸ਼ਬਦ ਦਾ ਉਚਾਰਨ ਕਰਨ ਲੱਗੇ ਨੇ। ਕਹਿੰਦੇ ਇਹ ਸ਼ਬਦ ਨੂੰ ਤੁਸੀਂ ਕਮਾਉਣਾ ਕਰੋ, ਜਿਹਦੇ ਕਰਕੇ ਤੁਹਾਨੂੰ ਬੜਾ ਸੁੱਖ ਮਿਲੇਗਾ, ਤੁਹਾਨੂੰ ਜ਼ਿੰਦਗੀ ਵਿੱਚ ਸੁੱਖ ਮਿਲੇਗਾ। ਸ੍ਰੀ ਮੁਖ ਵਾਕ ਸ੍ਰੀ ਮੁਖ ਵਾਕ ਆਸਾ ਘਰ ਛੇਵਾਂ ਮਹੱਲਾ ਪਹਿਲਾ। ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ। ਦੇਖੋ ਗੁਰੂ ਮਹਾਰਾਜ ਜੀ ਕਹਿੰਦੇ ਆ ਨਾ ਇਸ ਸ਼ਬਦ ਦੇ ਵਿੱਚ, ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਚਾਰਨ ਕੀਤਾ ਹੈ ਨਾ, ਕਹਿੰਦੇ ਮਨ ਮੋਤੀ, ਕਹਿੰਦੇ ਮਨ ਇੱਕ ਮੋਤੀ ਹੈ, ਇਹਨੂੰ ਆਪਣਾ ਗਹਿਣਾ ਬਣਾਓ, ਇਹਨੂੰ ਗਹਿਣਾ ਬਣਾਓ। ਇਹ ਮਨ ਇੱਕ ਮੋਤੀ ਹੈ, ਇਹਨੂੰ ਜਿਹੜਾ ਹੈ ਇਹ ਪੁੱਠੇ ਪਾਸੇ ਨਾ ਲਾਓ, ਇਹਨੂੰ ਆਪਣਾ ਸ਼ਿੰਗਾਰ ਬਣਾਓ, ਇਹਨੂੰ ਮੋਤੀ ਬਣਾਓ। ਪੌਣ ਹੋਵੇ ਸੁਤ ਧਾਰ, ਇਹਦੇ ਵਿੱਚ ਇਹ ਮੋਤੀ ਨੂੰ ਪਰੋਣ ਵਾਸਤੇ ਇਹਦੇ ਵਿੱਚ ਜਿਹੜਾ ਧਾਗਾ ਹੈ ਨਾ
ਉਹ ਧਾਗਾ ਜਿਹੜਾ ਹੈ ਸੁਤ ਧਾਰ ਪਾਉਣ, ਕਹਿਣਗੇ ਪਾਉਣ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਪਰਮੇਸ਼ਰ ਦਾ ਪਿਆਰ ਉਹਦਾ ਧਾਗਾ ਬਣਾ ਕੇ ਇਸ ਮੋਤੀ ਵਿੱਚ ਪਾਉਣਾ ਕਰੋ। ਸੋ ਇਹ ਜਿਹੜਾ ਹੈ ਕਹਿੰਦੇ ਇਹ ਹਿਰਦੇ ਰੂਪੀ, ਇਹ ਮਨ ਰੂਪੀ ਇੱਕ ਮੋਤੀ ਹੈ। ਕਹਿਣਗੇ ਵਿਰਾਗ ਜਿਹੜਾ ਹੈ ਨਾ, ਵਿਰਾਗ ਹੋਣਾ, ਕਹਿੰਦੇ ਵਿਰਾਗ ਜੈਸਾ ਗਹਿਣਾ ਹੋਵੇ, ਕਹਿਣਗੇ ਇਹ ਗਹਿਣਾ ਹੈ। ਵਿਰਾਗ ਇੱਕ ਗਹਿਣਾ ਹੈ ਜਿਹੜਾ ਮੋਤੀ, ਮਨ ਨੂੰ ਮੋਤੀ ਬਣਾਉਂਦਾ ਹੈ। ਫਿਰ ਪੌਣ ਹੋਵੇ ਸੁਤ ਧਾਰੀ, ਕਹਿਣਗੇ ਜਿਹੜਾ ਪੌਣ ਹੈ ਇਹਦੇ ਵਿੱਚ ਜਿਹੜਾ ਹੈ ਪਕੜਿਆ ਹੋਇਆ ਜਾਂ ਜਿਹੜਾ ਸਵਾਸ ਪਰਮੇਸ਼ਰ ਦਾ ਨਾਮ ਜਪਣਾ, ਇਹੀ ਇੱਕ ਧਾਗਾ ਹੈ ਜਿਹੜਾ ਇਹ ਮੋਤੀ ਨੂੰ ਪਰੋ ਕੇ ਰੱਖਦਾ ਹੈ ਪਰਮੇਸ਼ਰ ਦੇ ਸਿਮਰਨ ਵਿੱਚ। ਮਤਲਬ ਇੱਕ ਪੂਰਾ ਨੈਕਲੇਸ ਬਣ ਜਾਂਦਾ ਹੈ। ਸੋ ਮਨ ਮੋਤੀ ਹੈ, ਸਵਾਸ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ, ਇਹਦੇ ਵਿੱਚ ਧਾਗਾ ਹੈ। ਸੋ ਇਹ ਧਾਗੇ ਨੂੰ ਪਰੋ ਕੇ ਰੱਖਣਾ ਕਰੋ। ਖਿਮਾ ਸਿਗਾਰ ਕਾਮਨ ਤਨ ਪਹਿਰੈ। ਹੁਣ ਖਿਮਾ ਸ਼ਿੰਗਾਰ, ਖਿਮਾ ਕਿਸੇ ਨੂੰ ਫੋਰਗਿਵ ਕਰਨਾ, ਕਹਿੰਦੇ ਇਹ ਜਿਹੜਾ ਸ਼ਿੰਗਾਰ ਬਣਾਓ। ਕਹਿੰਦੇ ਕਾਮਨ ਹੈ ਇਸਤਰੀਓ, ਇਹ ਚੰਗਾ ਜਿਹੜਾ ਹੈ ਤੁਹਾਡਾ ਡੈਕੋਰੇਸ਼ਨ ਹੈ। ਤੁਸੀਂ ਆਪਣੇ ਆਪ ਨੂੰ ਸਜਾਉਣਾ ਹੈ, ਦੁਨੀਆ ਦੂਜਿਆਂ ਨੂੰ ਫੋਰਗਿਵ ਕਰਨਾ ਕਰੋ। ਰਾਵੈ ਲਾਲ ਪਿਆਰੀ, ਕਹਿੰਦੇ ਰਾਵੈ, ਫੇਰ ਤੁਸੀਂ ਆਪਣੇ ਲਾਲ ਪਰਮੇਸ਼ਰ ਪਿਆਰੇ ਨੂੰ ਰਾਵੋਗੇ, ਤੁਸੀਂ ਉਹਨੂੰ ਪਾਓਗੇ। ਲਾਲ ਬਹੁ ਗੁਣ ਕਾਮਨ ਮੋਹੀ, ਕਹਿੰਦੇ ਹੇ ਲਾਲ, ਹੇ ਪਿਆਰੇ ਪਰਮੇਸ਼ਰ, ਲਾਲ ਬਹੁ ਗੁਣ, ਉਹ ਲਾਲ ਪਰਮੇਸ਼ਰ ਜਿਹੜਾ ਪਿਆਰਾ ਹੈ, ਲਾਲ ਵੀ ਪਿਆਰਾ, ਕਹਿੰਦੇ ਪਰਮੇਸ਼ਰ ਜਿਹੜਾ ਬੜਾ ਪਿਆਰਾ ਹੈ। ਕਹਿੰਦੇ ਕਾਮਨ ਮੋਹੀ, ਉਹ ਜਿਹੜੀ ਹਨ ਕਹਿੰਦੇ ਉਹਦੇ ਵਿੱਚ ਇੰਨੀਆਂ ਸਿਫਤਾਂ ਨੇ, ਉਹਨੂੰ ਮੋਹ ਨਾ ਕਰੋ। ਜਿਵੇਂ ਹੁਣ ਗੁਰੂ ਨਾਨਕ ਨੂੰ ਮੋਹਣ ਵਾਸਤੇ ਆਈਆਂ ਨਾ, ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਨੂੰ ਮੋਹੋ, ਪਰਮੇਸ਼ਰ ਨੂੰ ਯਾਦ ਕਰੋ, ਕਿਉਂਕਿ ਉਹ ਗੁਣਾ ਦਾ ਭਰਿਆ ਹੋਇਆ ਹੈ। ਤੇਰੇ ਗੁਣ ਹੋਏ ਨਾ ਅਵਰੀ ਰਹਾ, ਕਹਿੰਦੇ ਉਹ ਅਰਦਾਸ ਕਰੋ ਪਰਮੇਸ਼ਰ ਅੱਗੇ ਕਿ ਤੇਰੇ ਗੁਣ ਜਿਹੜੇ ਨੇ, ਤੇਰੇ ਗੁਣਾ ਵਰਗਾ ਗੁਣ ਕਿਸੇ ਕੋਲ ਨਹੀਂ ਹੈਗਾ। ਤੂੰ ਸਾਰੇ ਗੁਣਾ ਦਾ ਭਰਿਆ ਹੋਇਆ ਪਰਮੇਸ਼ਰ ਹੈ ਤੇ ਤੇਰੇ ਵਰਗਾ ਕੋਈ ਨਹੀਂ ਹੈਗਾ। ਹਰ ਹਰ ਹਾਰ ਕੰਠ ਲੈ ਪਹਿਰੈ, ਕਹਿੰਦੇ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰ, ਜੋ ਹਰਿਆ ਭਰਿਆ ਕਰਨ ਵਾਲਾ, ਜੋ ਹਰੀ ਪਰਮੇਸ਼ਰ ਹੈ, ਜੋ ਪਾਪਾਂ ਨੂੰ ਹਰਨ ਵਾਲਾ ਹੈ, ਜੋ ਪਾਪਾਂ ਨੂੰ ਕੱਟਣ ਵਾਲਾ ਹੈ, ਕਹਿੰਦੇ ਉਹਦਾ ਹਾਰ ਕੰਠ ਵਿੱਚ ਲੈ ਲਓ। ਮਤਲਬ ਕਿ ਸਵਾਸ ਪਰਮੇਸ਼ਰ ਦਾ ਨਾਮ ਜਪੋ। ਤੇ ਅੱਗੇ ਦਾਮੋਦਰ ਦੰਤ ਲਈ, ਕਹਿੰਦੇ ਦਾਮੋਦਰ, ਦਮ ਓਦਰ, ਦਮ ਜਿਹੜਾ ਹੈ ਦਮ ਹੁੰਦੀ ਹੈ ਰੱਸੀ, ਓਦਰ ਮਿਸ ਢਿੱਡ। ਸੋ ਇਹ ਪਰਮੇਸ਼ਰ ਦਾ ਨਾਮ ਉਦੋਂ ਪਿਆ ਜਦੋਂ ਕ੍ਰਿਸ਼ਨ ਨੂੰ ਫੜ ਕੇ ਯਸੋਦਾ ਨੇ, ਉਹਦੀ ਮਾਂ ਨੇ ਉਹਨੂੰ ਜਿਹੜਾ ਹੈ ਬੰਨ੍ਹ ਦਿੱਤਾ ਸੀਗਾ ਢਿੱਡ ਨਾਲ। ਸੋ ਕਿਉਂਕਿ ਉਹ ਮੱਖਣ ਬਹੁਤ ਖਾਂਦੇ ਹੁੰਦੇ ਸਨ ਨਾ ਕ੍ਰਿਸ਼ਨ, ਜੋ ਛੋਟੇ ਹੁੰਦੇ ਸਨ, ਉਦੋਂ ਦਾ ਪਰਮੇਸ਼ਰ ਦਾ ਨਾਮ ਪੈ ਗਿਆ ਦਾਮੋਦਰ। ਸੋ ਦਮ ਤੇ ਉਦਰ, ਦਮ ਨੂੰ ਰੱਸੀ ਨਾਲ ਬੰਨਣਾ। ਸੋ ਕਹਿੰਦੇ ਦਾਮੋਦਰ ਦੰਤ ਲਈ, ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ, ਉਹ ਦਾਮੋਦਰ ਪਰਮੇਸ਼ਰ ਜਿਹੜਾ ਹੈ, ਦੰਤ ਉਹੀ ਦੰਦਾਂ ਦਾ ਜਿਹੜਾ ਸਜਾਵਟ ਹੈ, ਉਹੀ ਦੰਦ ਦਾ ਹੀ ਸਜਾਵਟ, ਜਿਵੇਂ ਦੰਦ ਮੂੰਹ ਨੂੰ ਸੋਹਣਾ ਕਰਦੇ ਨੇ। ਕਹਿੰਦੇ ਪਰਮੇਸ਼ਰ ਹੀ ਇੱਕ ਸਜਾਵਟ ਹੈ ਬੰਦੇ ਦੀ। ਕਰ ਕਰਤਾ ਕੰਗਣ ਪਹਿਰੈ, ਸੋ ਕਰ ਕਹਿੰਦੇ ਕਰ ਮੀਨਸ ਹੱਥ, ਹੱਥਾਂ ਦੇ ਵਿੱਚ ਜਿਹੜੇ ਕਰਕੇ ਕੰਗਣ ਪਾਉਣੇ ਨੇ। ਉਹ ਕੰਗਣ ਕਾਦੇ ਪਾਉਣੇ ਨੇ? ਕੰਗਣ ਪਹਿਰੇ, ਕਹਿੰਦੇ ਕਰਤਾ, ਉਹ ਪਰਮੇਸ਼ਰ ਨੂੰ ਕਰਤਾ ਕ੍ਰੀਏਟ ਕਰਕੇ ਯਾਦ ਰੱਖਣਾ, ਉਹੀ ਕੰਗਣ ਹੱਥਾਂ ਵਿੱਚ ਪਾਉਣੇ ਕਰੋ। ਕਿ ਫਿਰ ਇਨ ਬਿਦ ਚਿਤ ਧਰੀ, ਤੇ ਫਿਰ ਇਸ ਤਰੀਕੇ ਦੇ ਨਾਲ ਪਰਮੇਸ਼ਰ ਨੂੰ ਇੱਕ ਕ੍ਰੀਏਟਰ ਜਾਣ ਕੇ ਨਾ, ਉਹਨੂੰ ਜਾਣਨਾ ਵੀ ਇਹੀ ਕੁਝ ਬਣਾਉਂਦਾ ਹੈ, ਇਹੀ ਕ੍ਰੀਏਟਰ ਸਾਰੀ ਦੁਨੀਆ ਦਾ। ਕਹਿੰਦੇ ਉਹਨੂੰ ਪਰਮੇਸ਼ਰ ਨੂੰ ਇੱਕ ਕ੍ਰੀਏਟਰ ਜਾਣ ਕੇ, ਕਹਿੰਦੇ ਉਹਦੇ ਵਿੱਚ ਹੀ ਆਪਣੇ ਚਿੱਤ ਨੂੰ ਧਰ ਦਿਓ। ਕਿਉਂਕਿ ਦੇਖੋ ਨਾ, ਆਪਾਂ ਕ੍ਰੀਏਸ਼ਨ ਵਿੱਚ ਫਸੇ ਹੋਏ ਹਾਂ, ਆਪਾਂ ਕ੍ਰੀਏਟਰ ਨੂੰ ਭੁੱਲ ਗਏ ਹਾਂ। ਕਹਿੰਦੇ ਕ੍ਰੀਏਟਰ ਨੂੰ ਯਾਦ ਕਰਕੇ ਕ੍ਰੀਏਟਰ ਦੇ ਵਿੱਚ ਆਪਣਾ ਮਨ ਧਾਰਨ ਕਰੋ, ਕ੍ਰੀਏਸ਼ਨ ਵਿੱਚ ਨਾ ਪਾਓ। ਮਧਸੂਦਨ ਕਰ ਮੁੰਦਰੀ ਪਹਿਰੈ, ਹਾਂ ਕਹਿੰਦੇ ਮਧਸੂਦਨ, ਮਧੂ ਦੈਂਤ ਨੂੰ ਸੂਦਨ ਮਾਰਨ ਵਾਲਾ ਜਿਹੜਾ ਪਰਮੇਸ਼ਰ ਹੈ, ਤਾਂ ਕਰਕੇ ਨਾਮ ਮਧਸੂਦਨ ਪੈ ਗਿਆ। ਸੋ ਮਧਸੂਦਨ ਕਰ ਮੁੰਦਰੀ ਪਹਿਰੇ, ਕਹਿੰਦੇ ਪਰਮੇਸ਼ਰ ਦਾ ਨਾਮ ਜੋ ਦੈਂਤਾਂ ਨੂੰ ਮਾਰਨ ਵਾਲਾ ਹੈ, ਜੋ ਆਪਣੇ ਵਾਇਸਸ ਨੂੰ ਖਤਮ ਕਰਨ ਵਾਲਾ ਹੈ, ਉਹਦੀ ਮੁੰਦਰੀ, ਉਹਦੀ ਰਿੰਗ ਬਣਾ ਕੇ ਆਪਣੇ ਉਂਗਲਾਂ ਵਿੱਚ ਪਾਉਣੀ ਕਰੋ। ਪਰਮੇਸ਼ਰ ਪਟ ਲਈ, ਕਹਿੰਦੇ ਪਰਮੇਸ਼ਰ ਨੂੰ ਆਪਣਾ ਕੱਪੜਾ ਜਾਣੋ। ਜਿਵੇਂ ਆਪਾਂ ਕੱਪੜਾ ਪਾਉਂਦੇ ਆ, ਪਰਮੇਸ਼ਰ ਆਪਣਾ ਕੱਪੜਾ ਹੈ ਜੋ ਆਪਾਂ ਨੂੰ ਢੱਕ ਕੇ ਰੱਖਦਾ ਹੈ, ਜੋ ਆਪਾਂ ਨੂੰ ਪ੍ਰੋਟੈਕਟ ਕਰਦਾ ਹੈ। ਧੀਰਜ ਧੜੀ ਬੰਧਾਵੇ ਕਾਮਨ, ਕਹਿੰਦੇ ਧੀਰਜ, ਚਿੱਤ ਦਾ ਟਿਕਾਊ ਜਿਹੜਾ ਹੈ, ਚਿੱਤ ਨੂੰ ਟਿਕਾ ਕੇ ਰੱਖਣਾ, ਮਤਲਬ ਕਿ ਚਿੱਤ ਦਾ ਪੀਸ ਜਿਹੜਾ ਹੈ, ਜਿਹੜਾ ਹੈ ਚਿੱਤ ਨੂੰ ਸ਼ਾਂਤੀ ਵਿੱਚ ਰੱਖਣਾ। ਧੀਰਜ ਧੜੀ ਬੰਧਾਵੇ ਕਾਮਨ, ਕਹਿੰਦੇ ਇਹਨੂੰ ਟਿਕਾ ਕੇ ਰੱਖਣਾ ਹੈ, ਇਹਨੂੰ ਸ਼ਾਂਤੀ ਵਿੱਚ ਰੱਖਣਾ ਹੈ। ਸ੍ਰੀ ਗੁਰ ਸ੍ਰੀ ਰੰਗ ਸੁਰਮਾ ਦੀ, ਕਹਿੰਦੇ ਸ੍ਰੀ, ਉਹ ਸ੍ਰੀ ਜਿਹੜਾ ਮਾਇਆ ਦਾ ਪਤੀ ਹੈ, ਰੰਗ ਪਿਆਰ, ਪਰਮੇਸ਼ਰ ਦਾ ਪਿਆਰ ਹੀ ਸੁਰਮਾ ਬਣਾਓ ਅੱਖਾਂ ਵਿੱਚ। ਸੋ ਉਹਨੂੰ ਸੁਰਮਾ ਬਣਾ ਕੇ ਆਪਣੇ ਅੱਖਾਂ ਵਿੱਚ ਪਾਓ ਪਰਮੇਸ਼ਰ ਦੇ ਪਿਆਰ ਨੂੰ। ਮਨ ਮੰਦਰ ਜੇ ਦੀਪਕ ਜਾਲੇ, ਕਹਿੰਦੇ ਮਨ ਇੱਕ ਮੰਦਰ ਹੈ, ਇਹਦੇ ਵਿੱਚ ਨਾਮ ਰੂਪੀ ਦੀਵੇ ਨੂੰ ਜਗਾਉਣਾ ਕਰੋ। ਕਾਇਆ ਸੇਜ ਕਰੀ, ਤੇ ਕਾਇਆ ਨੂੰ ਪਰਮੇਸ਼ਰ ਵਾਸਤੇ ਇੱਕ ਸੇਜ
ਸੇਜਾ ਬਣਾਓ, ਇੱਕ ਬੈੱਡ ਬਣਾਓ ਜਿੱਥੇ ਪਰਮੇਸ਼ਰ ਆ ਕੇ ਬੈਠੇ। ਗਿਆਨ ਰਾਓ ਜਬ ਸੇਜੇ ਆਵੇ। ਕਿਉਂਕਿ ਗਿਆਨ ਰਾਓ, ਗਿਆਨ ਦਾ ਜਿਹੜਾ ਰਾਜਾ ਹੈ ਪਰਮੇਸ਼ਰ, ਜੋ ਗਿਆਨ ਦਾ ਮਾਲਕ ਹੈ, ਜਦੋਂ ਉਹ ਸੇਜਾ ਤੇ ਉਹ ਬੈੱਡ ਤੇ ਆਉਂਦਾ ਹੈ, ਨਾਨਕ ਭੋਗ ਕਰੇ। ਫਿਰ ਉਹ ਪਰਮੇਸ਼ਰ ਨਾਲ ਭੋਗ ਕਰੋ, ਮਤਲਬ ਭੋਗ ਵਿੱਚ ਉਹਦੇ ਨਾਲ ਸਰਬੰਧ ਕਰੋ, ਮਤਲਬ ਉਹਦੇ ਨਾਲ ਏਕਤਾ ਕਰ ਲਓ, ਉਹਦੇ ਨਾਲ ਮਿਲ ਜਾਓ, ਉਹਦੇ ਨਾਲ ਮਰਜ ਹੋ ਜਾਓ। ਸੋ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਪਰਮੇਸ਼ਰ ਨਾਲ ਇੱਕ ਕਿਵੇਂ ਹੋਣਾ ਹੈ, ਹਾਊ ਟੂ ਬੀ ਵਨ ਵਿਦ ਗੋਡ। ਕਿਉਂਕਿ ਇਹਨਾਂ ਨੇ ਭੋਗ ਦਾ ਨਾਂ ਲਿਆ ਨਾ, ਇਹਨਾਂ ਦਾ ਜਿਹੜਾ ਹੈ ਉਹ ਕਾਮ ਰਸ ਵਿੱਚ ਭੋਗ ਦਾ ਨਾਂ ਲਿਆ, ਪਰ ਮਹਾਰਾਜ ਨੇ ਅਸਲੀ ਭੋਗ ਦੱਸਿਆ। ਭੋਗ ਅਸਲੀ ਕੀ ਹੈ? ਪਰਮੇਸ਼ਰ ਵਿੱਚ ਇੱਕ ਹੋਣਾ। ਜਿਵੇਂ ਆਪਾਂ ਕਹਿੰਦੇ ਜੋਤੀ ਵਿੱਚ ਜੋਤ ਮਿਲਾਉਣੀ ਹੈ, ਉਸ ਜੋਤੀ ਦੇ ਵਿੱਚ ਜੋਤ ਰੂਪ ਹੋ ਕੇ ਸਮਾ ਜਾਣਾ। ਸੋ ਇਹ ਮਹਾਰਾਜ ਕਹਿੰਦੇ ਹਨ, ਦੋਹਰਾ ਸਰਬ ਸ਼ਬਦ ਸਮਝਾਏ। ਸੋ ਇਹ ਸਾਰਾ ਸ਼ਬਦ ਉਹਨਾਂ ਨੂੰ ਸਮਝਾਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਸ੍ਰੀ ਨਾਨਕ ਜਗਕੰਤ ਜੋ ਜਗ ਤੇ ਕੰਤ ਸਵਾਮੀ ਨੇ ਗੁਰੂ ਨਾਨਕ ਸਾਹਿਬ ਜੀ। ਅਸ਼ਟਪਦੀ ਪੁਨ ਅਰਥ ਸੋ। ਫਿਰ ਅਸ਼ਟਪਦੀਆਂ ਜਿਹੜੀਆਂ ਹਨ, ਇੱਕ ਅਸ਼ਟਪਦੀ ਵੀ ਮਹਾਰਾਜ ਨੇ ਉਚਾਰਨ ਕੀਤੀ। ਪਹਿਲਾ ਸ਼ਬਦ ਜਿਹੜਾ ਸੀਗਾ, ਜਿਹੜਾ ਆਪਾਂ ਸੁਣਿਆ 359 ਅੰਗ ਦਾ ਸੀਗਾ। ਸੋ ਹੁਣ ਅਗਲਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਅਸ਼ਟਪਦੀਆਂ ਦਾ ਕਹਿ ਰਹੇ ਹਨ। ਸ੍ਰੀ ਰਾਗ ਬਸੰਤ। ਇਹ ਰਾਗ ਬਸੰਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ। ਸ੍ਰੀ ਮੁਖ ਵਾਕ ਬਸੰਤ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਪਹਿਲਾ। ਦੋ ਤੁਕੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਗ ਕਊਆ ਨਾਮ ਨਹੀਂ ਚੀਤ। ਸੋ ਇਹ ਜਗ ਜਿਹੜਾ ਹੈ ਕਹਿੰਦੇ ਕਊਆ ਵਰਗਾ ਹੈ। ਕਊਆ ਹੁੰਦਾ ਨਾ ਕਰੋ, ਕਰੋ ਵਰਗਾ ਇਹ ਜਗ ਹੈ। ਜਗ ਕਊਆ ਨਾਮ ਨਹੀਂ ਚੀਤ, ਇਹ ਨਾਮ ਨਹੀਂ ਲੈਂਦਾ। ਕਿਉਂਕਿ ਕਰੋ ਕੀ ਕਰਦੇ ਨਾ, ਉਹ ਸਿਰਫ ਗੰਦ ਚੁੱਕਦੇ ਨੇ, ਉਹ ਗੰਦ ਚੁੱਕਦੇ ਨੇ, ਉਹ ਚੰਗੀ ਚੀਜ਼ ਨਹੀਂ ਖਾਂਦੇ। ਉਹ ਜਿਹੜੀ ਮੈਲੀ ਚੀਜ਼ ਹੈ ਜਾਂ ਕੋਈ ਕੀੜੇ ਮਕੌੜੇ ਨੇ ਉਹਨਾਂ ਨੂੰ ਖਾਂਦੇ ਨੇ। ਕਹਿੰਦੇ ਇਹ ਜਗ ਜਿਹੜਾ ਹੈ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਮਾਇਆ ਨੂੰ ਚੁਗਦਾ ਹੈ। ਇਹਨ ਪਰਮੇਸ਼ਰ ਨੂੰ ਨਹੀਂ ਯਾਦ ਕਰਦਾ, ਇਹ ਮਾਇਆ ਨੂੰ ਜ਼ਿਆਦਾ ਯਾਦ ਕਰਦਾ ਹੈ, ਮਾਇਆ ਨਾਲ ਜ਼ਿਆਦਾ ਪ੍ਰੇਮ ਕਰਦਾ ਹੈ। ਨਾਮ ਵਿਸਾਰ ਗਿਰੈ ਦੇਖ ਭੀਤ। ਕਹਿੰਦੇ ਨਾਮ ਵਿਸਾਰ, ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਹਿਰਦੇ ਦੇਖ ਭੀਤ। ਆਪਣੇ ਹਿਰਦੇ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਭੀਤ ਹੈ ਨਾ, ਕਹਿੰਦੇ ਇਹ ਭੀਤ ਦਾ ਸ਼ਬਦ ਹੈ ਚੋਗਾ। ਚੋਗਾ ਹੁੰਦਾ ਖਾਣਾ। ਕਹਿੰਦੇ ਇਹ ਗਿਰੇ ਦੇਖ ਭੀਤ, ਕਹਿੰਦੇ ਨਾਮ ਨੂੰ ਵਿਸਾਰ ਕੇ ਗੰਦੇ ਤੋਂ ਗੰਦੇ ਭੈੜੇ ਤੋਂ ਭੈੜੇ ਕੰਮ ਵੀ ਬੰਦਾ ਕਰ ਲੈਂਦਾ ਹੈ। ਮਾਇਆ ਨੂੰ ਕਮਾਉਣ ਵਾਸਤੇ, ਲਾਲਚ ਵਾਸਤੇ ਬੰਦਾ ਕੀ ਨਹੀਂ ਕਰਦਾ। ਕਹਿੰਦੇ ਐਸਾ ਹੈ ਨਾਮ ਨੂੰ ਵਿਸਾਰ ਕੇ। ਮਨੁਆ ਡੋਲੇ ਚੀਤ ਅਨੀਤ। ਕਹਿੰਦੇ ਮਨੁਆ ਡੋਲੇ, ਮਨ ਡੋਲਦਾ ਹੈ, ਹਮੇਸ਼ਾ ਹੀ ਮਨ ਡੋਲਦਾ ਰਹਿੰਦਾ ਵੀ ਇਹ ਕਰਾਂ, ਇਹ ਕਰਾਂ, ਇਹ ਕਰਾਂ, ਇਹ ਨਾ ਕਰਾਂ। ਸੋ ਮਨ ਡੋਲੇ ਜਿਹੜਾ ਹੈ ਕਹਿੰਦੇ ਚੀਤ ਅਨੀਤ। ਚਿੱਤ ਹਮੇਸ਼ਾ ਅਨੀਤ, ਜਿਹੜੀਆਂ ਚੀਜ਼ਾਂ ਨਹੀਂ ਰਹਿਣ ਵਾਲੀਆਂ, ਮਾਇਆ ਦੇ ਵਿੱਚ ਇਹ ਲੱਗਾ ਰਹਿੰਦਾ। ਇਸ ਕਰਕੇ ਮਨ ਵੀ ਡੋਲਦਾ ਹੈ ਨਾ, ਕਿਉਂਕਿ ਮਾਇਆ ਹਮੇਸ਼ਾ ਚੇਂਜ ਹੁੰਦੀ ਹੈ। ਮਾਇਆ ਨੇ ਹਮੇਸ਼ਾ ਰੂਪ ਬਦਲਨੇ ਨੇ। ਸੋ ਜਦੋਂ ਮਾਇਆ ਚੇਂਜ ਹੁੰਦੀ ਹੈ, ਆਪਣੀ ਮਨ ਦੀ ਸਥਿਤੀ ਵੀ ਬਦਲਦੀ ਹੈ। ਯੋਰ ਇਮੋਸ਼ਨਸ ਵਿਲ ਚੇਂਜ ਅਲੋਂਗ। ਸੋ ਇਹ ਗੋਸ ਅਲੋਂਗ ਨਾ ਸਾਰਾ ਕੰਮ ਜਿਹੜਾ ਹੈ। ਜਦੋਂ ਇੱਕ ਥਾਂ ਤੇ ਆਪਾਂ ਕੋਈ ਪਰਮਨੈਂਟ ਚੀਜ਼ ਦੇ ਨਾਲ ਆਪਣੇ ਆਪ ਨੂੰ ਜੋੜੀਏ, ਉਹ ਨਹੀਂ ਕਿਤੇ ਵੀ ਮਨ ਹਿਲਦਾ। ਪਰ ਇਹ ਚੇਂਜਿੰਗ ਵਾਲੀ ਚੀਜ਼ ਨਾਲ ਤੁਸੀਂ ਜੋੜੋਗੇ, ਹਮੇਸ਼ਾ ਮਨ ਵੀ ਚੇਂਜ ਹੁੰਦਾ ਹੈ। ਸੋ ਇਸ ਕਰਕੇ ਜਗ ਸਿਉ ਟੂਟੀ ਝੂਠ ਪ੍ਰੀਤ। ਕਹਿੰਦੇ ਜਗ ਸਿਉ ਟੂਟੀ, ਕਹਿੰਦੇ ਜਿਨ੍ਹਾਂ ਦੀ ਜਗ ਤੋਂ ਟੁੱਟ ਗਈ ਹਨ ਪ੍ਰੀਤੀ, ਪਿਆਰ ਟੁੱਟ ਗਿਆ ਇਹ ਜਗਤ ਤੋਂ। ਝੂਠ ਪ੍ਰੀਤ, ਇਹ ਝੂਠੀ ਪ੍ਰੀਤੀ ਹੈ, ਕਿਉਂਕਿ ਇਹ ਝੂਠੀ ਹੈ, ਇਹ ਸੱਚੀ ਨਹੀਂ। ਕਿਉਂਕਿ ਜਦੋਂ ਬੰਦਾ ਮਰ ਜਾਂਦਾ ਹੈ, ਮਾਇਆ ਸਾਰੀ ਝੂਠੀ ਹੋ ਜਾਂਦੀ ਹੈ। ਕਿਉਂ? ਇਸ ਕਰਕੇ ਇਹ ਝੂਠੀ ਪ੍ਰੀਤ ਹੈ। ਇਹ ਸਿਰਫ ਜਿਉਂਦਿਆਂ ਜਿਉ ਹੈਗੀ ਹੈ। ਬੰਦਾ ਜਦੋਂ ਸੌਂ ਜਾਂਦਾ ਹੈ ਉਦੋਂ ਵੀ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਕਹਿੰਦੇ ਜੋ ਜਿਉਂਦਿਆਂ ਜੀ ਸੁੱਤੇ ਪਏ ਬੰਦੇ ਨੂੰ ਵੀ ਆਪਣੇ ਪਦਾਰਥ ਭੁੱਲ ਜਾਂਦੇ ਨੇ, ਮਰ ਕੇ ਤਾਂ ਇਹਨਾਂ ਨੇ ਕੀ ਨਾਲ ਜਾਣਾ ਹੈ। ਇਸ ਕਰਕੇ ਇਹ ਝੂਠੀ ਪ੍ਰੀਤ ਹੈ। ਕਾਮ ਕ੍ਰੋਧ ਬਿਖ ਬੱਜਰ ਭਾਰ। ਇਹ ਕਾਮ ਤੇ ਕ੍ਰੋਧ ਜਿਹੜੇ ਨੇ ਇਹ ਬਿਖ ਨੇ, ਇਹ ਜ਼ਹਿਰ ਨੇ, ਇਹ ਪੋਇਜ਼ਨ ਨੇ। ਬੱਜਰ ਭਾਰ, ਇਹ ਸੋਲਿਡ ਭਾਰ ਹੈ ਜਿਹੜਾ ਬੰਦਾ ਆਪਣੇ ਕੰਧਿਆਂ ਤੇ ਚੁੱਕੀ ਫਿਰਦਾ ਹੈ ਵਾਧੂ ਦਾ। ਨਾਮ ਬਿਨਾ ਕੈਸੇ ਗੁਣ ਚਾਰ। ਕਹਿੰਦੇ ਨਾਮ, ਪਰਮੇਸ਼ਰ ਦੇ ਨਾਮ ਤੋਂ ਬਗੈਰ ਕੈਸੇ ਗੁਣ ਚਾਰ, ਚੰਗੇ ਗੁਣ ਕਿਵੇਂ ਆਉਣਗੇ। ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਹਨ, ਘਰ ਬਾਲੂ ਕਾ ਘੂਮਣ ਘੇਰ। ਦੇਖੋ ਕਹਿੰਦੇ ਇਹ ਜੀਵ ਦਾ ਸਰੀਰ ਆ ਨਾ, ਇਹ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ। ਕਹਿੰਦੇ ਘਰ ਬਾਲੂ, ਇਹ ਬਾਲੂ ਮੀਨਸ ਰੇਤ। ਰੇਤ ਹੁੰਦੀ ਹੈ ਜਿਹੜਾ ਆਪਾਂ ਕੀ ਕਹੋਗੇ ਸੈਨ ਦਾ ਬਣਿਆ ਹੋਇਆ। ਜਿਵੇਂ ਸੈਨ ਦੇ ਉੱਤੇ ਨਹੀਂ ਆਪਾਂ ਸਮੁੰਦਰ ਦੇ ਪਾਸੇ ਸੈਨ ਦਾ ਤੁਸੀਂ ਬਣਾ ਲਓ, ਜਦੋਂ ਇੱਕ ਛੱਲ ਆਉਂਦੀ ਹੈ ਸਭ ਕੁਝ ਖਿੱਚ ਕੇ ਲੈ ਜਾਂਦੀ ਹੈ। ਕਹਿੰਦੇ ਇਹ ਸਰੀਰ ਜਿਹੜਾ ਹੈ ਇਹ ਸੈਨ ਦਾ ਬਣਿਆ ਹੋਇਆ, ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਘੁੰਮਣ ਘੇਰ, ਇਹਨੂੰ ਜਿਹੜਾ ਹੈ ਕਾਲ ਰੂਪੀ ਟਵਿਸਟ ਇਹਨੂੰ ਲੱਗੀ ਰਹਿੰਦੀ ਹੈ। ਪਤਾ ਨਹੀਂ ਕਿਹੜੇ ਟਾਈਮ ਤੇ ਇਸ ਸਰੀਰ ਨੂੰ ਖਤਮ ਕਰ ਦੇਣਾ ਹੈ। ਬਰਕਸ ਬਾਣੀ ਬੁੱਧ ਬੁਧਾ ਹੇਰ। ਕਹਿੰਦੇ ਬਰਕਸ ਬਾਣੀ, ਵਰਖਾ ਹੁੰਦੀ ਹੈ, ਵਰਖਾ ਹੁੰਦੀ ਹੈ ਪਾਣੀ।
ਪਾਣੀ ਦੀ ਵਰਖਾ ਜਦੋਂ ਮੀਂਹ ਪੈਂਦਾ ਹੈ ਨਾ, ਕਹਿੰਦੇ ਬਾਣੀ, ਇਹ ਬਾਣੀ ਜਿਹੜੀ ਹੈ ਪਰਮੇਸ਼ਰ ਦੀ, ਕਹਿੰਦੇ ਐਸੀ ਹੈ। ਇਹ ਬਾਣੀ ਜਾਂ ਇਹਦਾ ਅਰਥ ਇਹ ਵੀ ਇੱਥੇ ਬਣਦਾ ਹੈ, ਇਹ ਸਾਰੀ ਜਿੰਨੀ ਬਾਰਿਸ਼ ਜਿਹੜੀ ਹੈ ਬਣਾਵਟ ਦੁਨੀਆ ਦੀ ਜਿਹੜੀ ਕ੍ਰੀਏਸ਼ਨ ਹੈ ਨਾ, ਇਹ ਜਿੰਨੀ ਸਾਰੀ ਹੈ ਬੁੱਧ ਬੁੱਧਾ ਹੇਰ, ਇਹ ਸਿਰਫ ਬੁੱਧ ਬੁੱਧੇ ਨੇ, ਇਹ ਬਾਬਲਸ ਨੇ। ਇਹ ਬਾਬਲਸ ਜਿਹੜੇ ਉੱਠਦੇ ਨੇ, ਇਹੀ ਕੁਝ ਦਾ ਇਹ ਸਰੀਰ ਹੈ, ਜਿਹਦੇ ਕਰਕੇ ਆਪਣੇ ਕਾਮਨਾ ਰੂਪੀ ਮੀਂਹ ਪੈਂਦਾ ਹੈ। ਕਾਮਨਾ ਰੂਪੀ ਮੀਂਹ ਪੈਣ ਕਰਕੇ ਬੱਦਲ ਰੂਪੀ ਜਿਹੜੇ ਆਪਣੇ ਕਰਮ ਨੇ, ਕਰਮਾਂ ਕਰਕੇ ਜਿਹੜਾ ਹੈ ਆਪਣਾ ਜੀਵਨ ਮਿਲਦਾ ਹੈ। ਉਹਦੇ ਕਰਕੇ ਇਹ ਬੁਲਬੁਲੇ ਇੱਕ ਜੀਵਨ ਹੈ ਜੋ ਕਿਸੇ ਵੀ ਟਾਈਮ ਤੇ ਬਣਦੇ ਨੇ ਤੇ ਟੁੱਟ ਜਾਂਦੇ ਨੇ। ਇਸੋ ਜੀਵਨ ਜਿਹੜਾ ਅਸਲ ਵਿੱਚ ਬਹੁਤ ਛੋਟਾ ਹੈ, ਜੀਵਨ ਵਿੱਚ ਕੁਝ ਵੀ ਨਹੀਂ ਹੈ। ਬਿਕਾਜ਼ ਜਿਵੇਂ ਬਬਲਸ ਹੁੰਦਾ, ਉਹਦੇ 'ਚ ਸਿਰਫ ਹਵਾ ਹੁੰਦੀ ਹੈ। ਜਦੋਂ ਉਹ ਟੁੱਟਦਾ ਹੈ, ਉਹ ਵੀ ਨਹੀਂ ਪਤਾ ਲੱਗਦਾ ਹਵਾ ਕਿੱਧਰ ਨੂੰ ਚਲੀ ਗਈ, ਕਿੱਧਰੋਂ ਆਈ ਸੀ ਕਿੱਧਰੋਂ ਚਲੀ ਗਈ। ਇਸੇ ਤਰ੍ਹਾਂ ਹੀ ਆਤਮਾ ਉਹ ਦਿਖਾਈ ਨਹੀਂ ਦਿੰਦੀ, ਪਰ ਆਪਣਾ ਸਰੀਰ ਦਿਖਾਈ ਦਿੰਦਾ ਹੈ। ਮਾਤਰ ਬੂੰਦ ਤੇ ਧਰ ਚੱਕ ਫੇਰ, ਕਹਿਣਗੇ ਇਸੇ ਤਰ੍ਹਾਂ ਹੀ ਮਾਤਰ ਬੂੰਦ ਤੇ ਧਰ ਚੱਕ ਫੇਰ। ਇਸੇ ਤਰ੍ਹਾਂ ਹੀ ਜਿਵੇਂ ਘੁਮਿਆਰ ਹੁੰਦੇ ਨਾ ਭਾਂਡੇ ਬਣਾਉਣ ਵਾਲੇ, ਉਹ ਕੀ ਕਰਦੇ ਨੇ, ਮਾਤਰ ਬੂੰਦ, ਕਹਿੰਦੇ ਉਹ ਜਿਹੜਾ ਮਿੱਟੀ ਲੈ ਕੇ ਥੋੜਾ ਥੋੜਾ ਪਾਣੀ ਉੱਤੇ ਪਾ ਕੇ, ਬੂੰਦਾ ਪਾ ਕੇ ਉਹਨੂੰ ਕ੍ਰੀਏਟ ਕਰਦੇ ਨੇ, ਉਹਨੂੰ ਘੁਮਾ ਕੇ ਘੁੰਮਦਾ ਹੈ ਤੇ ਉਹ ਆਪਣਾ ਘੜਾ ਬਣਾਉਂਦੇ ਨੇ ਘੁਮਿਆਰ। ਸੋ ਕਹਿੰਦੇ ਇਸੇ ਕਰਕੇ ਧਰ ਚੱਕ ਫੇਰ, ਉਹ ਚੱਕ ਤੇ ਰੱਖ ਕੇ ਉਹ ਆਪਣਾ ਪਾਣੀ ਦੀਆਂ ਬੂੰਦਾਂ ਪਾ ਕੇ ਉਹਨੂੰ ਇੱਕ ਮਿੱਟੀ ਨੂੰ ਇੱਕ ਪੋਟ ਬਣਾ ਦਿੰਦੇ ਹਨ। ਸਰਬ ਜੋਤ ਨਾਮੈ ਕੀ ਚੇਰ, ਇਸੇ ਤਰ੍ਹਾਂ ਹੀ ਕਹਿੰਦੇ ਇਹ ਸਰੀਰ ਬਣਿਆ ਹੈ ਮਾਤਾ ਦੇ ਜਿਹੜੇ ਹਨ, ਮਾਤਾ ਤੇ ਪਿਤਾ ਦੇ ਬਿੰਦ ਤੋਂ। ਹਾਂਜੀ, ਇਹ ਪਾਣੀ ਦਾ ਹੀ ਬਣਿਆ ਹੋਇਆ ਸਰੀਰ ਹੈ ਸਾਰਾ, ਕਹਿੰਦੇ ਇਹੀ ਬਣਿਆ ਹੋਇਆ ਹੈ। ਤੇ ਉਹ ਜਿਹੜਾ ਸਰੀਰ ਬਣਿਆ ਹੋਇਆ ਉਹ ਵੀ ਝੂਠਾ ਹੀ ਹੈ। ਤੇ ਕਹਿੰਦੇ ਸਰਬ ਜੋਤ ਨਾਮੇ ਕੀ ਚੇਰ, ਜਿਹੜੀ ਜੋਤ ਹੈ ਪਰਮਾਤਮਾ ਦੀ ਉਹ ਸੱਚੀ ਹੈ, ਜਿਹੜੀ ਸਾਰਿਆਂ ਦੇ ਵਿੱਚ ਇੱਕ ਜੈਸੀ ਵਸਦੀ ਹੈ। ਸਰਬ ਉਪਾਏ ਗੁਰੂ ਸਿਰ ਮੋਰ, ਕਹਿਣਗੇ ਸਰਬ ਉਪਾਏ, ਸਾਰੇ ਉਪਾਅ, ਕਹਿੰਦੇ ਸਭ ਕੁਝ ਜਿਹੜਾ ਕਰਨ ਵਾਲਾ। ਕਹਿੰਦੇ ਇਹੀ ਅਰਦਾਸ ਕਰੀਏ ਸਤਿਗੁਰਾਂ ਅੱਗੇ, ਸਰਬ ਉਪਾਏ ਗੁਰ ਸਿਰ ਮੋਰ, ਮਹਾਰਾਜ ਤੇਰੇ ਸਿਰ ਹਨ, ਤੂੰ ਸਾਰੇ ਕਾਰਜਾਂ ਦਾ ਸਿਰ ਹੈ, ਤੂੰ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਸਰਬ ਉਪਾਏ, ਸਭ ਕੁਝ ਤੂੰ ਕਰਨ ਵਾਲਾ ਹੈ। ਭਗਤ ਕਰੋ ਪਗ ਲਾਗੋ ਤੋਰ, ਕਹਿਣਗੇ ਇਹੀ ਅਰਦਾਸ ਕਰੇ, ਮਹਾਰਾਜ ਮੈਨੂੰ ਆਪਣੀ ਭਗਤੀ ਵਿੱਚ ਲਾ ਲਓ, ਜਿਹਦੇ ਕਰਕੇ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਰਵਾਂ, ਮੈਨੂੰ ਕਿਤੇ ਆਪਣੇ ਚਰਨਾਂ ਨਾਲ ਨਾ ਤੋੜੋ। ਨਾਮ ਰਤੋ ਚਾਹੋ ਤੁਝ ਔਰ, ਕਹਿਣਗੇ ਹੇ ਪ੍ਰਭੂ ਮੈਂ ਤੇਰੇ ਨਾਮ ਵਿੱਚ ਰੰਗਿਆ ਹੋਇਆ ਹਾਂ, ਮੈਂ ਰੰਗਿਆ ਗਿਆ ਤੇਰੇ ਨਾਮ 'ਚ। ਨਾਮ ਰਤੋ ਚਾਹੋ ਤੁਝ ਔਰ, ਮੈਂ ਤੁਹਾਡੇ ਤਰਫ ਹੀ ਚਾਹੁੰਦਾ ਹਾਂ, ਮੈਂ ਤੁਹਾਡੇ ਵੱਲ ਹੀ ਦੇਖਣਾ ਚਾਹੁੰਦਾ ਹਾਂ। ਹਾਂਜੀ, ਫਿਰ ਨਾਮ ਦੁਰਾਏ ਚੱਲੈ ਸੋ ਚੋਰ, ਕਹਿਣ ਲੱਗੇ ਜਿਹੜੇ ਨਾਮ ਨੂੰ ਛੁਪਾ ਲੈਂਦੇ ਨੇ, ਜੋ ਦੁਰਾਏ ਵੀ ਛਪਾਉਣਾ, ਜੋ ਨਾਮ ਨੂੰ ਹਾਈਡ ਕਰ ਲੈਂਦੇ ਨੇ ਜਾਂ ਆਪਣੇ ਆਪ ਨੂੰ ਨਾਮ ਤੋਂ ਹਾਈਡ ਕਰਕੇ ਰੱਖਦੇ ਨੇ, ਉਹਨਾਂ ਨੂੰ ਪਤਾ ਵੀ ਆ ਨਾਮ ਬਹੁਤ ਵੱਡਾ ਹੈ, ਨਾਮ ਹੀ ਨਾਮੀ ਹੈ, ਪਰਮੇਸ਼ਰ ਹੈ, ਫਿਰ ਆਪਣੇ ਆਪ ਨੂੰ ਲੁਕਾ ਲੈਂਦੇ, ਨਾਮ ਨਹੀਂ ਜਪਦੇ। ਨਾਮ ਦੁਰਾਏ ਚੱਲੈ ਸੋ ਚੋਰ, ਕਹਿੰਦੇ ਉਹ ਚੋਰ ਨੇ, ਕਿਉਂਕਿ ਜਿਹੜੇ ਪਰਮੇਸ਼ਰ ਨੇ ਤੁਹਾਨੂੰ ਸਵਾਸ ਦਿੱਤੇ, ਤੁਸੀਂ ਉਹਨੂੰ ਯਾਦ ਕਿਉਂ ਨਹੀਂ ਕੀਤਾ, ਤੁਸੀਂ ਉਹਨੂੰ ਚੇਤੇ ਨਹੀਂ ਕਿਉਂ ਨਹੀਂ ਕਰਦੇ, ਤੁਸੀਂ ਚੋਰ ਹੋਏ ਨਾ। ਪਰਮੇਸ਼ਰ ਨੇ ਤੁਹਾਨੂੰ ਸਵਾਸ ਦਿੱਤੇ ਤੇ ਤੁਸੀਂ ਆਪਣਾ ਜੀਵਨ ਉਹਦੇ ਤੋਂ ਚੁਰਾ ਕੇ ਰੱਖਿਆ, ਤੁਸੀਂ ਉਹਨੂੰ ਚੁਰਾ ਕੇ ਇਹ ਰੱਖਿਆ, ਤੁਸੀਂ ਨਾਮ ਨਹੀਂ ਜਪਿਆ। ਕਹਿੰਦੇ ਫੇਰ ਤਾਂ ਉਹ ਚੋਰ ਨੇ, ਉਹ ਅਸਲੀ ਚੋਰ ਨੇ। ਪਤ ਖੋਈ ਬਿਖ ਅੰਚਲ ਪਾਏ, ਹਾਂ ਦੇਖੋ ਬਿਕ ਅੰਚਲ ਪਾਏ, ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਜਿਹੜਾ ਨਾ ਪੱਲੇ ਦੇ ਵਿੱਚ, ਅੰਚਲ ਵਿੱਚ ਪੱਲਾ, ਜਿਨ੍ਹਾਂ ਨੇ ਉਹ ਪੱਲੇ ਦੇ ਵਿੱਚ ਜ਼ਹਿਰ ਰੂਪੀ ਜਿਹੜੇ ਪਦਾਰਥ ਉਹ ਪਾ ਕੇ ਇਕੱਠੇ ਕਰ ਲਏ, ਪਤ ਖੋਈ, ਉਹਨਾਂ ਦੀ ਇੱਜ਼ਤ ਚਲੀ ਗਈ। ਸੱਚ ਨਾਮ ਰਤੋ ਪਤ ਸਿਉ ਕਰ ਜਾਏ, ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਪ੍ਰੇਮ ਕੀਤਾ, ਸੱਚੇ ਨਾਮ ਨਾਲ ਪ੍ਰੇਮ ਕੀਤਾ, ਪਤ ਸਿਉ ਕਰ ਜਾਏ, ਉਹ ਪਰਮੇਸ਼ਰ ਦੇ ਘਰ ਪਰਲੋਕ ਵਿੱਚ ਇੱਜ਼ਤ ਨਾਲ ਜਾਂਦੇ ਨੇ। ਬਾਕੀ ਦਿਆਂ ਨੂੰ ਤਾਂ ਜਮਦੂਤ ਕੁੱਟ ਕੇ ਹੀ ਲੈ ਕੇ ਜਾਂਦੇ ਹਨ। ਜੋ ਕਿਛ ਕੀਨਸ ਪ੍ਰਭ ਰਜਾਏ, ਕਹਿੰਦੇ ਜੋ ਵੀ ਪਰਮੇਸ਼ਰ ਕਰਦਾ ਹੈ, ਜੋ ਵੀ ਕੁਝ ਹੁੰਦਾ ਹੈ, ਜੋ ਕੁਝ ਕੀਨਸ, ਜੋ ਵੀ ਕੁਝ ਪਰਮੇਸ਼ਰ ਕਰਦਾ ਹੈ, ਪ੍ਰਭੂ ਰਜਾਏ, ਉਹ ਆਪਣੀ ਖੁਸ਼ੀ ਵਿੱਚ ਕਰਦਾ ਹੈ। ਇਸ ਕਰਕੇ ਆਪਾਂ ਨੂੰ ਉਹਦਾ ਸ਼ਰੀਕ ਨਹੀਂ ਬਣਨਾ ਚਾਹੀਦਾ, ਆਪਾਂ ਨੂੰ ਉਹਦਾ ਕੰਪੀਟੀਟਰ ਨਹੀਂ ਬਣਨਾ ਚਾਹੀਦਾ, ਆਪਾਂ ਨੂੰ ਜੱਜਮੈਂਟ ਨਹੀਂ ਦੇਣਾ ਚਾਹੀਦਾ ਵੀ ਇਹ ਠੀਕ ਕੀਤਾ ਉਹ ਗਲਤ ਕੀਤਾ, ਨਹੀਂ। ਕਰਨ ਵਾਲਾ ਉਹ ਪਰਮੇਸ਼ਰ ਆਪ ਹੈ। ਭੈ ਮਾਨੈ ਨਿਰਭਉ ਮੇਰੀ ਮਾਏ, ਕਹਿੰਦੇ ਹੇ ਮੇਰੀ ਮਾਂ, ਕਹਿੰਦੇ ਇਹ ਗੱਲ ਸੁਣੋ, ਕਹਿੰਦੇ ਪ੍ਰਭੂ ਜਿਹੜਾ ਹੈ, ਕਹਿੰਦੇ ਭੈ ਮਾਨੈ, ਉਹਦਾ ਡਰ ਮੰਨਣਾ ਕਰੋ। ਕਹਿੰਦੇ ਉਹ ਨਿਰਭਉ ਮੇਰੀ ਮਾਏ, ਉਹ ਜਮਦੂਤ ਤੇ ਹੋਰਾਂ ਤੋਂ ਜਿਹੜਾ ਡਰ ਤੋਂ ਉਹ ਬਚਾਉਣ ਵਾਲਾ ਹੈ। ਇਸ ਕਰਕੇ ਜੇ ਡਰਨਾ ਹੈ ਤਾਂ ਸਿਰਫ ਪਰਮੇਸ਼ਰ ਤੋਂ ਡਰੋ। ਜਿਹੜਾ ਰੱਬ ਤੋਂ ਨਹੀਂ ਡਰਦਾ ਉਹਨੂੰ ਬਾਕੀ ਸਾਰਿਆਂ ਤੋਂ ਡਰਨਾ ਪੈ ਜਾਂਦਾ। ਜੋ ਸਾਰਿਆਂ ਤੋਂ ਡਰਦਾ ਹੋਵੇ ਉਹ ਫਿਰ ਪਰਮੇਸ਼ਰ ਤੋਂ ਨਹੀਂ ਡਰਦਾ, ਪਰ ਜਿਹੜਾ ਇੱਕ ਪਰਮੇਸ਼ਰ ਦਾ ਡਰ ਰੱਖ ਲਵੇ ਉਹ ਸਾਰਿਆਂ ਕਿਸੇ ਵੀ ਚੀਜ਼ ਤੋਂ ਉਹਨੂੰ ਫਿਰ ਡਰਦਾ। ਸੋ ਇਸ ਤਰ੍ਹਾਂ ਕਰਕੇ ਕਾਮਨ ਚਾਹੈ ਸੁੰਦਰ ਭੋਗ, ਕਹਿੰਦੇ ਜਿਵੇਂ ਤੁਸੀਂ ਹੋ, ਮਹਾਰਾਜ ਉਹ ਉਹਨਾਂ ਨੂੰ ਕਹਿੰਦੇ ਨੇ, ਉਹ ਪਦਮਣੀਆਂ ਨੂੰ ਕਹਿੰਦੇ ਕਾਮਨ ਚਾਹੈ,
ਤੁਸੀਂ ਕਾਮਣ ਜਿਹੜੀਆਂ ਹਨ ਸੁੰਦਰ ਇਸਤਰੀਆਂ ਭੋਗ ਚਾਹੁੰਦੀਆਂ ਹੋ ਵੀ ਤੁਹਾਡੇ ਨਾਲ ਕੋਈ ਭੋਗ ਕਰੇ, ਸੁੰਦਰ ਭੋਗ ਕਰੇ ਤੁਹਾਡੇ ਨਾਲ। ਪਾਨ ਫੂਲ ਮੀਠੇ ਰਸ ਰੋਗ। ਹਾਂ, ਕਹਿਣ ਲੱਗੇ ਤੁਸੀਂ ਪਾਨ ਦੇ ਫੁੱਲ ਖਾਂਦੇ ਹੋ, ਤੁਸੀਂ ਪਾਨ ਖਾਂਦੀਆਂ ਹੋ ਆਪਣੇ ਮੂੰਹ ਨੂੰ ਸੁਗੰਧੀ ਕਰਨ ਵਾਸਤੇ। ਮਿੱਠੇ ਰਸ ਰੋਗ, ਕਹਿਣ ਲੱਗੇ ਇਹ ਸਭ ਕੁਝ ਮਿੱਠਾ ਜ਼ਰੂਰ ਹੈ ਪਰ ਰੋਗ ਦੇਣ ਵਾਲਾ ਹੈ। ਦੇਖੋ ਮਹਾਰਾਜ ਨੇ ਇਸ ਦੀ ਗੱਲ ਇੱਥੇ ਵੀ ਕਰ ਦਿੱਤੀ। ਇਹ ਭੋਗ ਭਾਵੇਂ ਚੰਗੇ ਲੱਗਦੇ ਨੇ, ਮਿੱਠੇ ਲੱਗਦੇ ਨੇ, ਪਰ ਇਹਨਾਂ ਦਾ ਰਿਜ਼ਲਟ ਕੀ ਹੈ? ਅਖੀਰਕਾਰ ਬੰਦੇ ਨੂੰ ਤੜਫਣਾ ਹੀ ਪੈਂਦਾ ਹੈ। ਇਹ ਰੋਗ ਦਾ ਕਾਰਨ ਬਣਦੇ ਨੇ, ਇਹ ਰੋਗ ਨੇ ਸਾਰੇ। ਖੀਲੇ ਬਿਗਸੈ ਤੇਤੋ ਸੋਗ। ਹਾਂ, ਕਹਿਣਗੇ ਜਿਵੇਂ ਵੀ ਬੰਦਾ ਇਹ ਜਨਾਨ ਇਸਤਰੀਆਂ ਦੀਆਂ ਖੇਡਾਂ ਵਿੱਚ ਖੇਡਦਾ ਹੈ, ਖਿਲੇ ਬਿਗਸੈ ਬਹੁਤ ਖੁਸ਼ ਹੁੰਦਾ ਹੈ ਖੇਡ ਕੇ, ਪਰ ਕਹਿੰਦੇ ਤੇਤੋ ਸੋਗ, ਜਿੰਨਾ ਇਹ ਜਿਹੜਾ ਹਨ ਇਸਤਰੀਆਂ ਦੇ ਜਾਂ ਕਾਮ ਦੇ ਵਿੱਚ ਫਸਦਾ ਹੈ ਉਨੇ ਹੀ ਇਹਨੂੰ ਸੋਗ ਪੈਂਦੇ ਨੇ, ਉਨੇ ਇਹਨੂੰ ਦੁੱਖ ਪੈ ਜਾਂਦੇ ਹਨ। ਪ੍ਰਭ ਸਰਨਾਗਤ ਕੀਨਸ ਹੋ। ਕਹਿਣਗੇ ਪ੍ਰਭੂ ਦੀ ਸਰਨਾਗਤ, ਪ੍ਰਭੂ ਦੀ ਸਰਨਾਈ ਦੇ ਵਿੱਚ ਜਾਣ ਕਰਕੇ ਕੀਨਸ ਹੋਗ, ਇਸ ਕਰਕੇ ਜਿਹੜਾ ਹੈ ਪਰਮੇਸ਼ਰ ਦੇ ਵਿੱਚ ਜੋ ਵੀ ਕੁਝ ਹੁੰਦਾ ਪਰਮੇਸ਼ਰ ਕਰਨ ਵਾਲਾ ਕੀਨਸ ਹੋਗ, ਕਿਉਂਕਿ ਪਰਮਾਤਮਾ ਦੀ ਸ਼ਰਨਾਗਤ ਵਿੱਚ ਜਾਣਾ ਹੀ ਠੀਕ ਹੈ, ਕਿਉਂਕਿ ਜੋ ਕਰਦਾ ਪਰਮੇਸ਼ਰ ਹੀ ਕਰਦਾ ਹੈ। ਸੋ ਇਸ ਕਰਕੇ ਪਰਮੇਸ਼ਰ ਦੀ ਸ਼ਰਨ ਵਿੱਚ ਜਾਣਾ ਹੀ ਚੰਗਾ ਹੈ, ਕਿਉਂਕਿ ਉਹਨੇ ਹੀ ਕਰਨਾ ਜੋ ਕਰਨਾ ਹੈ। ਕਾਪੜ ਪਹਿਰਸ ਅਧਿਕ ਸਿਗਾਰ। ਦੇਖੋ ਭਾਵੇਂ ਸੁੰਦਰ ਕੱਪੜੇ ਪਾ ਲੇ, ਚੰਗੇ ਸ਼ਿੰਗਾਰ ਕਰ ਲੇ, ਮਾਟੀ ਫੁੱਲੀ ਰੂਪ ਵਿਕਾਰ। ਕਹਿਣ ਲਗੇ ਇਹ ਜਿਹੜੀ ਹਨ ਇਹ ਸਰੀਰ ਜਿਹੜਾ ਜੂਆ ਅਵਸਥਾ, ਜੂਆ ਹੁੰਦਾ ਨੌਜਵਾਨ ਅਵਸਥਾ, ਮਾਟੀ ਫੁੱਲੀ, ਇਹ ਮਿੱਟੀ ਜਿਹੜੀ ਆ ਨਾ ਫੁੱਲ ਜਾਂਦੀ ਹੈ। ਕਹਿੰਦੇ ਜਿਵੇਂ ਨਾ ਸੂਰਜ ਨਹੀਂ ਆਉਂਦਾ, ਸੂਰਜ ਮਿੱਟੀ ਨੂੰ ਰੱਖ ਦੋ ਗਿੱਲੀ ਕਰਕੇ, ਜਦੋਂ ਸੂਰਜ ਆਉਂਦਾ ਗਰਮੈਸ਼ ਪੈਂਦੀ ਹੈ ਨਾ, ਇਹ ਮਿੱਟੀ ਫੁੱਲ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਨੌਜਵਾਨ ਅਵਸਥਾ ਆਉਂਦੀ ਹੈ ਨਾ, ਉਹ ਇੱਕ ਸੂਰਜ ਹੈ, ਇਹ ਜਦ ਸਰੀਰ ਫੁੱਲ ਜਾਂਦਾ ਹੈ, ਫੁੱਲ ਕੇ ਕੀ ਹੁੰਦਾ? ਇਹ ਸੁੰਦਰ ਬਣ ਜਾਂਦਾ, ਸੋਹਣਾ ਹੋ ਜਾਂਦਾ ਹੈ, ਰੂਪ ਵਿਕਾਰ। ਪਰ ਕਹਿੰਦੇ ਫਿਰ ਕੀ ਹੁੰਦਾ ਹੈ? ਇਹ ਵਿਕਾਰ ਕਰਨ ਵਾਸਤੇ ਬੰਦੇ ਨੂੰ ਫੋਰਸ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿੰਨਾ ਕੋਈ ਬੰਦਾ ਸੁੰਦਰ ਹੁੰਦਾ ਉਨਾ ਹੀ ਵਿਕਾਰਾਂ ਵਿੱਚ ਫਸਦਾ ਹੈ, ਉਨਾ ਹੀ ਉਹ ਸਰੀਰ ਨੂੰ ਵਰਤਦਾ ਹੈ। ਆਸਾ ਮਨਸਾ ਬੰਧੂ ਬਾਰ। ਦੇਖੋ ਇਸੇ ਤਰ੍ਹਾਂ ਹੀ ਆਸਾ ਤੇ ਮਨਸਾ, ਆਸਾ ਹੁੰਦੀ ਹੈ ਪਦਾਰਥਾਂ ਦੀ ਇੱਛਾ ਕਰਨੀ, ਪਦਾਰਥਾਂ ਨੂੰ ਲੈਣ ਵਾਸਤੇ ਅੰਦਰ ਚਾਹਨਾ ਰੱਖਣੀ, ਤੇ ਮਨਸਾ ਹੁੰਦੀ ਹੈ ਵਿਸ਼ਿਆਂ ਵਿਕਾਰਾਂ ਵਾਸਤੇ ਜਿਹੜੀ ਤਰਸਤ ਹੁੰਦੀ ਹੈ। ਸੋ ਇਹ ਆਸਾ ਮਨਸਾ ਬੰਧੋ ਬਾਰ, ਕਹਿਣਗੇ ਇਹ ਵਾਸ਼ਨਾਵਾਂ ਦੇ ਸਾਰੇ ਹਨ ਜਿਹੜੇ ਦੁਆਰ ਤੇ ਬੰਨੇ ਹੋਏ ਹਨ, ਮਤਲਬ ਇਹ ਸਾਰੇ ਦਰਵਾਜ਼ੇ ਤੇ ਹੀ ਰਹਿ ਜਾਂਦੇ ਆ, ਨਾ ਇੱਧਰ ਨਾ ਉੱਧਰ। ਕਹਿਣਗੇ ਇਹ ਦਰਵਾਜ਼ੇ ਤੇ ਜਿਹੜੇ ਲੜਕਦੇ ਰਹਿ ਜਾਂਦੇ ਹਨ। ਨਾਮ ਬਿਨਾ ਸੂਨਾ ਘਰ ਬਾਰ। ਪਰਮੇਸ਼ਰ ਦੇ ਨਾਮ ਬਗੈਰ ਇਹ ਸਾਰਾ ਹੀ ਜਿਹੜਾ ਸਰੀਰ ਹੈ ਖਾਲੀ ਸੁੰਨਾ ਹੈ, ਇਹਦੇ ਵਿੱਚ ਕੁਝ ਵੀ ਨਹੀਂ ਹੈ। ਪਰਮੇਸ਼ਰ ਦਾ ਨਾਮ ਹੀ ਤਾਂ ਹੋਣਾ ਸੀ ਨਾ, ਜੇ ਉਹ ਹੈ ਨਹੀਂ ਤਾਂ ਖਾਲੀ ਹੈ। ਸੋ ਵੈਨ ਯੂ ਡਿਪ ਇਨਟੂ ਯੋਰ ਬੋਡੀ, ਤੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ, ਕਿਉਂਕਿ ਉੱਥੇ ਨਾਮ ਹੈ ਨਹੀਂ। ਨਾਮ ਦੇ ਨਾਲ ਹੀ ਭਰਨਾ ਸੀ ਇਹ ਸਰੀਰ ਮਨ। ਗਾਛੋ ਪੁੱਤਰੀ ਰਾਜ ਕੁਵਾਰ। ਦੇਖੋ ਮਹਾਰਾਜ ਨੇ ਕਿਹਾ ਗਾਛੋ ਪੁੱਤਰੀ ਰਾਜ ਕੁਵਾਰ, ਕਹਿੰਦੇ ਗਾਛੋ, ਕਹਿੰਦੇ ਚਲੀਆਂ ਜਾਓ। ਮਹਾਰਾਜ ਉਹਨਾਂ ਨੂੰ ਪਦਮਨੀਆਂ ਨੂੰ ਕਹਿੰਦੇ ਗਾਛੋ ਪੁੱਤਰੀ, ਹੇ ਰਾਜ ਪੁੱਤਰਿਓ ਤੁਸੀਂ ਇੱਥੋਂ ਚਲੀਆਂ ਜਾਓ। ਮਹਾਰਾਜ ਕਹਿੰਦੇ ਚਲਿਆ ਜਾਓ। ਫਿਰ ਨਾਮ ਭਣੋ ਸੱਚ ਦੋਤ ਸਵਾਰ। ਕਹਿੰਦੇ ਨਾਮ ਭਣੋ ਸੱਚ, ਜਾ ਕੇ ਨਾਮ ਜਪੋ, ਪਰਮੇਸ਼ਰ ਦਾ ਨਾਮ, ਸੱਚਾ ਨਾਮ ਜਪਣਾ ਕਰੋ। ਦੋਤ ਸਵਾਰ, ਕਹਿੰਦੇ ਉਹ ਜਿਹੜਾ ਹੈ ਸੁੰਦਰਤਾ ਦਾ ਜਿਹੜਾ ਹੈ ਗੁਣਾਂ ਦੇ ਨਾਲ ਆਪਣੇ ਆਪ ਨੂੰ ਸਵਾਰੋ। ਇਹ ਸਰੀਰ ਦੀ ਸੁੰਦਰਤਾ ਨਹੀਂ ਹੁੰਦੀ, ਗੁਣਾਂ ਦੀ ਸੁੰਦਰਤਾ ਆਪਣੇ ਆਪ ਤੇ ਧਾਰਨ ਕਰੋ। ਪ੍ਰਿਓ ਸੇਵੋ ਪ੍ਰਭ ਪ੍ਰੇਮ ਆਧਾਰ। ਕਹਿੰਗੇ ਪ੍ਰਿਓ ਸੇਵੋ, ਕਹਿੰਗੇ ਪ੍ਰਿਓ ਆਪਣੇ ਪਿਆਰੇ ਪਤੀ ਪਰਮੇਸ਼ਰ ਨੂੰ ਤੁਸੀਂ ਸੇਵਨਾ ਕਰੋ, ਯਾਦ ਕਰੋ। ਪ੍ਰਭ ਪ੍ਰੇਮ ਆਧਾਰ, ਉਸਦੇ ਪ੍ਰੇਮ ਦਾ ਆਸਰਾ ਲੈ ਕੇ ਜਿਉਣਾ ਕਰੋ। ਗੁਰ ਸ਼ਬਦੀ ਬਿਖ ਇਤਿਹਾਸ ਨਿਵਾਰ। ਗੁਰੂ ਦਾ ਸ਼ਬਦ ਲੈ ਕੇ, ਗੁਰੂ ਦੇ ਸ਼ਬਦ ਨੂੰ ਕਮਾ ਕੇ ਬਿਖ ਇਤਿਹਾਸ ਨਿਵਾਰ, ਇਹ ਜਿਹੜੀ ਤਰਸਤ ਹੈ ਨਾ ਵਿਕਾਰਾਂ ਵਾਲੀ, ਇਹਨੂੰ ਜਿਹੜਾ ਦੂਰ ਕਰ ਦਿਓ। ਮੋਹਨ ਮੋਹੇ ਲਿਆ ਮਨ ਮੋਹੇ। ਦੇਖੋ ਉਹ ਮੋਹਨ, ਪਰਮੇਸ਼ਰ ਬੜਾ ਪਿਆਰਾ ਹੈ, ਉਹਨੇ ਮੇਰਾ ਮਨ ਮੋਹ ਲਿਆ, ਤੁਸੀਂ ਨਹੀਂ ਮੇਰਾ ਮੋਹ ਕਰ ਸਕਦੇ, ਕਿਉਂਕਿ ਮੇਰਾ ਮਨ ਮੋਹਿਆ ਗਿਆ ਉਸ ਪਰਮੇਸ਼ਰ ਦੇ ਨਾਲ। ਜਿਵੇਂ ਹੁਣ ਆਪਾਂ ਦੇਖਦੇ ਹਾਂ ਨਾ, ਕੋਈ ਇਸਤਰੀ ਬਹੁਤ ਸੁੰਦਰ ਹੈ ਜਾਂ ਕੋਈ ਬੰਦਾ ਬਹੁਤ ਹੈਂਡਸਮ ਹੈ, ਗੁਰੂ ਨਾਨਕ ਕਹਿੰਦੇ ਨੇ ਵੀ ਮੇਰੇ ਵਾਸਤੇ ਮੇਰਾ ਪਰਮੇਸ਼ਰ ਸਭ ਤੋਂ ਸੁੰਦਰ ਹੈ, ਤੁਸੀਂ ਤਾਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੋ, ਮੇਰਾ ਪਰਮੇਸ਼ਰ ਹੀ ਸੁੰਦਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾ ਮੋਹਨ ਮੋਹੇ ਲਿਆ ਮਨ ਮੋਹੇ, ਮੇਰਾ ਮਨ ਮੋਹ ਲਿਆ ਉਸ ਪਰਮੇਸ਼ਰ ਨੇ। ਗੁਰ ਕੈ ਸ਼ਬਦ ਪਛਾਨਾ ਤੋਹੇ। ਕਹਿੰਦੇ ਗੁਰੂ ਕੇ ਸ਼ਬਦ ਦੇ ਨਾਲ ਪਛਾਣਾ ਤੋਹੇ, ਕਹਿੰਦੇ ਤੁਹਾਡੀ ਪਛਾਣ ਉਸ ਪਰਮੇਸ਼ਰ ਨਾਲ ਤਾਂ ਹੋਵੇਗੀ ਕਿ ਗੁਰੂ ਮਹਾਰਾਜ ਦਾ ਸ਼ਬਦ ਦਾ ਵਿਚਾਰ ਤੁਸੀਂ ਕਰੋਗੇ। ਨਾਨਕ ਠਾਡੇ ਚਾਹੇ ਪ੍ਰਭ ਦੁਆਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ
ਤੇ ਨਾਨਕ ਜਿਹੜਾ ਇੱਥੇ ਆਇਆ ਇਹ ਵੀ ਮੁਕਤਾ ਆਇਆ। ਸੋ ਨਾਨਕ ਹੇਅਰ ਮੀਨਸ ਪਰਮਾਤਮਾ। ਕਹਿੰਦੇ ਪਰਮਾਤਮਾ ਦੇ ਡਰ ਤੇ ਅਸੀਂ ਖੜੇ ਹਾਂ। ਤੇਰੇ ਨਾਮ ਸੰਤੋਖੇ ਕਿਰਪਾ ਕਹਿੰਦੇ ਧਾਰ। ਤੇਰਾ ਨਾਮ ਰੂਪੀ ਸੰਤੋਖ ਸਾਨੂੰ ਦੇ ਦਿਓ, ਸਾਨੂੰ ਉਹ ਸੰਤੋਖ ਦੇ ਦਿਓ ਤੇਰੇ ਨਾਮ ਦਾ। ਕਿਰਪਾ ਕਰਕੇ ਸਾਡੀ ਝੋਲੀ ਵਿੱਚ ਸੰਤੋਖ ਪਾ ਦਿਓ ਨਾਮ ਦਾ, ਅਸੀਂ ਹੋਰ ਕੁਝ ਨਹੀਂ ਮੰਗਦੇ। ਗੁਰੂ ਨਾਨਕ ਸਾਹਿਬ ਨੇ ਜੋ ਐਸਾ ਸ਼ਬਦ ਪੜਿਆ, ਚੌਪਈ ਸੁਣ ਕਰ ਸ੍ਰੀ ਗੁਰ ਬਚਨ ਰਸਾਲਾ। ਜਦੋਂ ਇਹ ਬਚਨ ਸੁਣੇ ਨਾ ਉਹ ਕਾਮਨ ਜਿਹੜੀਆਂ ਇਸਤਰੀਆਂ ਹਨ, ਹੁਣ ਇਹ ਸ਼ਬਦ ਆਇਆ ਹੈ 1187 ਅੰਗ ਤੇ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਸੋ ਇੱਥੇ ਹੁਣ ਕਹਿੰਦੇ ਸੁਣ ਕਰ ਸ੍ਰੀ ਗੁਰੂ ਬਚਨ ਰਸਾਲਾ, ਮਿੱਠੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮਹਿਮਾ ਨਾਮ ਮੁਕਤ ਜਨਮਾਲਾ। ਮਹਾਰਾਜ ਨੇ ਮਹਿਮਾ ਨਾਮ ਦੀ ਪ੍ਰੇਸ ਮਹਾਰਾਜ ਨੇ ਦੱਸੀ। ਮੁਕਤ ਜਨਮਾਲਾ, ਇਹ ਜਿਵੇਂ ਮੁਕਤੀ ਦੀ ਇੱਕ ਮਾਲਾ ਹੈ। ਮਹਾਰਾਜ ਨੇ ਜਿਵੇਂ ਇੱਕ ਮੁਕਤੀ ਦੀ ਮਾਲਾ ਬਣਾ ਕੇ ਉਹਨਾਂ ਦੇ ਗਲ ਵਿੱਚ ਪਾ ਦਿੱਤੀ। ਮਹਾਰਾਜ ਨੇ ਐਸਾ ਉਪਦੇਸ਼ ਉਹਨਾਂ ਨੂੰ ਦਿੱਤਾ। ਔਰ ਪਹਿਰਾਏ ਪਰਮ ਭਾ ਪ੍ਰੇਮਾ। ਕਹਿਣਗੇ ਔਰ ਪਹਿਰਾਏ, ਉਹਨਾਂ ਨੇ ਵੀ ਪਹਿਨ ਲਿਆ, ਉਹਨਾਂ ਨੇ ਵੀ ਉਹ ਮੋਤੀ ਰੂਪੀ ਮੁਕਤੀ ਰੂਪੀ ਹਾਰ ਆਪਣੇ ਗਲ ਵਿੱਚ ਪਾ ਲਿਆ। ਤੇ ਕਹਿੰਦੇ ਪਰਮ ਭਾ ਪ੍ਰੇਮਾ, ਉਹਦੇ ਮਨ 'ਚ ਬੜਾ ਪ੍ਰੇਮ ਆਇਆ। ਉਹਨਾਂ ਦੇ ਵਿੱਚ ਮਨ ਦੇ ਵਿੱਚ ਮਹਾਰਾਜ ਨੇ ਪਰਮੇਸ਼ਰ ਦਾ ਪ੍ਰੇਮ ਜਗਾ ਦਿੱਤਾ। ਸਿਮਰਨ ਲਿਵ ਲਗ ਮਗ ਸੋ ਜੋ ਖੇਮਾ। ਕਹਿਣ ਲੱਗੇ ਸਿਮਰਨ ਲਿਵ ਲਗ, ਉਹਨਾਂ ਦੀ ਜਿਹੜੀ ਬ੍ਰਿਤੀ ਸੀ ਨਾ, ਕਾਮ ਜਿਹੜਾ ਉਤਰ ਗਿਆ ਉਹਨਾਂ ਦਾ ਸਾਰਾ, ਉਹ ਸਿਮਰਨ ਦੀ ਬ੍ਰਿਤੀ ਵਿੱਚ ਜੁੜ ਗਏ। ਉਹ ਸਾਰੀਆਂ ਇਸਤਰੀਆਂ ਪਦਮਣੀਆਂ ਬਹਿ ਕੇ ਸਿਮਰਨ ਕਰਨ ਲੱਗ ਪਈਆਂ। ਸਾਰੀ ਰਾਤ ਉਹਨਾਂ ਨੇ ਸਿਮਰਨ ਕੀਤਾ ਜੀ, ਉਹਨਾਂ ਦੀ ਲਿਵ ਜੁੜ ਗਈ ਪਰਮੇਸ਼ਰ ਦੇ ਵਿੱਚ। ਤੇ ਐਸਾ ਮਹਾਰਾਜ ਨੇ ਕਿਰਪਾ ਕੀਤੀ, ਮਗ ਜੋ ਖੇਮਾ, ਉਹ ਮੁਕਤੀ ਦੇ ਮਾਰਗ ਤੇ ਤੁਰ ਪਈਆਂ। ਜਿਉ ਵਿਰਾਟਿਕਾ ਜਾਚਤ ਕੀਰਾ। ਕਹਿਣ ਲੱਗੇ ਜਿਵੇਂ ਕੋਈ ਮੰਗਤਾ ਆਉਂਦਾ ਹੈ ਨਾ, ਕੌਡੀ ਮੰਗਣ ਵਾਸਤੇ ਕੋਈ ਆਵੇ, ਮੈਨੂੰ ਕੋਈ ਕੌਡੀ ਦੇ ਦਿਓ। ਹਾਂਜੀ, ਜਿਵੇਂ ਆਪਾਂ ਕਹਿੰਦੇ ਇੱਕ ਸੈਨ ਮੰਗਣ ਵਾਸਤੇ ਕੋਈ ਆਵੇ, ਹੋਏ ਅਚਾਨਕ ਪ੍ਰਾਪਤ ਹੀਰਾ। ਸਡਨਲੀ ਉਹਨੂੰ ਹੀਰਾ ਮਿਲ ਜਾਵੇ, ਦੇਖੋ ਕਿੰਨੀ ਖੁਸ਼ੀ ਹੋਵੇਗੀ। ਉਹ ਤਾਂ ਕੌਡੀ ਲੈਣ ਵਾਸਤੇ ਆਇਆ ਸੀ ਤੇ ਉਹਨੂੰ ਹੀਰਾ ਮਿਲ ਗਿਆ। ਕਹਿਣਗੇ ਪਦਮਣੀਆਂ ਦਾ ਵੀ ਇਹੀ ਹਾਲ ਹੋਇਆ। ਇਹ ਤਾਂ ਕਾਮ ਲੈਣ ਵਾਸਤੇ ਆਈਆਂ ਸੀ, ਮਹਾਰਾਜ ਤਾਂ ਮੁਕਤੀ ਸਿਮਰਨ ਪਰਮੇਸ਼ਰ ਦਾ ਨਾਮ ਇਹਨਾਂ ਦੀ ਝੋਲੀ ਵਿੱਚ ਪਾਤਾ। ਤਿਉ ਆਨੰਦ ਭਾ ਵਰਨ ਨਾ ਜਾਈ। ਕਿਉਂਕਿ ਇੰਨਾ ਉਹਨਾਂ ਨੂੰ ਆਨੰਦ ਮਹਿਸੂਸ ਹੋਇਆ ਜਿਹੜਾ ਵਰਣ ਨਹੀਂ ਕੀਤਾ ਜਾ ਸਕਦਾ। ਦੇਖੋ ਨਾ ਇੱਥੇ ਹੁਣ ਇਹਨਾਂ ਵਾਸਤੇ ਜਿਹੜਾ ਸੈਕਸ ਦਾ ਜਿਹੜਾ ਸਵਾਦ ਆਉਂਦਾ ਹੈ ਨਾ, ਉਹਨੂੰ ਸਭ ਤੋਂ ਉੱਤਮ ਮੰਨਿਆ ਹੈ। ਹੁਣ ਇਹ ਜਿਹੜੀਆਂ ਪਦਮਣੀਆਂ ਨੇ ਨਾ, ਇਹਨਾਂ ਤੋਂ ਵੱਧ ਉਹ ਟੇਸਟ ਨੂੰ ਕੌਣ ਸਮਝ ਸਕਦਾ ਸੀਗਾ। ਹੁਣ ਇਹਨਾਂ ਨੂੰ ਵੀ ਸਿਮਰਨ ਦਾ ਸਵਾਦ ਉਹ ਤੋਂ ਜ਼ਿਆਦਾ ਲੱਗਿਆ। ਦੇਖੋ ਲਾੜੇ ਕੰਸਿਸਟੈਂਟਲੀ ਸਾਰੀ ਰਾਤ ਇਹ ਸਿਮਰਨ ਵਿੱਚ ਜੁੜੀਆਂ, ਇੰਨਾ ਇਹਨਾਂ ਨੂੰ ਸਵਾਦ ਆਇਆ। ਤੇ ਮਹਾਰਾਜ ਦੀ ਇਹ ਜੀ ਕਿਰਪਾ ਹੋਈ, ਉਹ ਸਿਮਰਨ ਕਰਦਿਆਂ ਕਰਦਿਆਂ ਸਾਰੀ ਰਾਤ ਬੀਤ ਗਈ। ਵਿਖੇ ਬਾਸ਼ਨਾ ਅਗਨ ਬੁਝਾਈ। ਉਹਨਾਂ ਦੇ ਸਰੀਰ ਤੋਂ ਵਿਸ਼ੇ ਵਿਕਾਰਾਂ ਦੀ ਜਿਹੜੀ ਅੱਗ ਸੀ ਨਾ, ਸਾਰੀ ਬੁਝ ਗਈ। ਚਰਨ ਸੇਵ ਕੀਨੀ ਸਭ ਜਾਮਨ। ਕਹਿਣ ਲੱਗੇ ਉਹਨਾਂ ਨੇ ਸਾਰੀ ਰਾਤ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਉਹਨਾਂ ਨੇ ਬਸ ਸਿਮਰਨ ਕੀਤਾ, ਸਮਾਧੀ ਲਾਈ। ਮਿਹਰ ਦ੍ਰਿਸ਼ਟ ਤੇ ਉਦਰੀ ਕਾਮਨ। ਮਹਾਰਾਜ ਨੇ ਐਸੀ ਮਿਹਰ ਦੀ ਨਿਗਾਹ ਉਹਨਾਂ ਤੇ ਕੀਤੀ, ਕਿਰਪਾ ਦੀ ਨਿਗਾਹ, ਕਿ ਉਹਨਾਂ ਦਾ ਜਨਮ ਮਰਨ ਕੱਟ ਦਿੱਤਾ ਮਹਾਰਾਜ ਨੇ। ਮਹਾਰਾਜ ਨੇ ਉਹਨਾਂ ਨੂੰ ਮੁਕਤੀ ਦੇ ਦਿੱਤੀ। ਹੋਰ ਭਈ ਜੈ ਥੋ ਅਵਨੀ। ਕੀ ਹੋਇਆ ਹੁਣ ਇਹ ਇਸਤਰੀਆਂ ਚੱਲ ਕੇ ਸਵੇਰੇ ਜਦੋਂ ਇਹਨਾਂ ਨੂੰ ਜਾਗ ਆਈ ਨਾ, ਸਮਾਧੀ ਤੋਂ ਉੱਠੀਆਂ, ਇਹ ਉੱਠ ਕੇ ਆਪਣੇ ਮਹਿਲਾਂ ਨੂੰ ਗਈਆਂ, ਜਿੱਥੇ ਰਾਜਾ ਸ਼ਿਵਨਾਭ ਹੈ ਉਧਰ ਨੂੰ ਗਈਆਂ। ਪਹੁੰਚੀ ਤਾਂ ਕਿ ਜਾਏ ਸਮੀਪਾ। ਜਦੋਂ ਰਾਜਾ ਸ਼ਿਵਨਾਭ ਦੇ ਕੋਲ ਪਹੁੰਚੀਆਂ ਇਹ ਸਾਰੀਆਂ, ਨਿਰਪਤ ਬਿਲੋਕਤ ਬਚਨ ਬਖਾਨਾ। ਹੁਣ ਰਾਜਾ ਸ਼ਿਵਨਾਭ ਡੀਕਦਾ ਸੀ ਪੁੱਛਣ ਵਾਸਤੇ, ਮੈਂ ਪੁੱਛਾ ਕੀ ਹੋਇਆ ਰਾਤ ਨੂੰ। ਸੋ ਇਹ ਆਈਆਂ ਤੇ ਰਾਜੇ ਕੋਲ ਗਈਆਂ ਤੇ ਰਾਜਾ ਫਿਰ ਪੁੱਛਦਾ ਹੈ, ਕਹੋ ਸੰਤ ਨਿਸਕਸ ਪਹਿਚਾਨਾ। ਕਹਿਣ ਲੱਗੇ ਦੱਸੋ ਜੀ, ਸੰਤ ਨੂੰ ਕਿਵੇਂ ਪਹਿਚਾਣਿਆ ਤੁਸੀਂ? ਕਿਵੇਂ ਸੰਤ ਲਿਖ ਲਿਆ ਕਿ ਭੇਖੀ ਲਿਖ ਲਿਆ? ਕੀ ਹੋਇਆ ਜੀ, ਮੈਨੂੰ ਸਾਰੀ ਗੱਲ ਦੱਸੋ, ਰਾਤ ਨੂੰ ਕੀ ਹੋਇਆ? ਕਾਮਾ ਤੁਰ ਕਰ ਜਿੱਤਿਓ ਕਿ ਨਹੀਂ। ਤੁਸੀਂ ਕਾਮ ਪਾ ਕੇ ਉਹ ਸੰਤ ਨੂੰ ਜਿੱਤਿਆ ਕਿ ਨਹੀਂ ਜਿੱਤਿਆ? ਤੁਹਾਡਾ ਕਾਮ ਜਿੱਤਿਆ ਕਿ ਸੰਤ ਜਿੱਤਿਆ, ਉਹ ਮੈਨੂੰ ਦੱਸੋ। ਇਹ ਵੀ ਇੱਕ ਲੜਾਈ ਆ ਨਾ। ਤਾਂ ਇਹ ਕਹਿੰਦੇ ਇਹ ਕਾਮ ਲੈ ਕੇ ਗਈਆਂ ਤੇ ਸਤਿਗੁਰੂ ਜੀ ਸੱਚ ਲੈ ਕੇ ਨਾ, ਕਹਿੰਦੇ ਹੁਣ ਕੌਣ ਜਿੱਤਿਆ, ਸੰਤ ਜਿੱਤਿਆ ਜਾਂ ਕਾਮ ਜਿੱਤਿਆ? ਜਸ ਬੀਤੀ ਤਸ ਕਹੋ ਮੁਝ ਪਾਹੀ। ਹਾਂ, ਕਹਿੰਦੇ ਕਿਵੇਂ ਹੋਈ, ਮੈਨੂੰ ਡਿਟੇਲ ਵਿੱਚ ਸਭ ਕੁਝ ਦੱਸੋ, ਕੀ ਕੀ ਹੋਇਆ ਉੱਥੇ? ਸਰਬ ਅੰਗਨਾ ਮੈਂ ਜੋ ਪ੍ਰਧਾਨਾ। ਹਾਂ, ਕਹਿੰਦੇ ਸਾਰੀਆਂ ਪਦਮਨੀਆਂ ਤੋਂ ਜਿਹੜੀ ਲੀਡਰ ਪਦਮਨੀ ਸੀਗੀ, ਜਿਹੜੇ ਉਹਨਾਂ ਦੀ ਲੀਡਰ ਸੀ ਜੀ, ਸੋ ਬੋਲੀ ਸੁਣੀਏ ਰਾਜਨ। ਉਹ ਕਹਿਣ ਲੱਗੀ, ਹੇ ਰਾਜਨ ਮੇਰੀ ਗੱਲ ਸੁਣੋ। ਹੁਣ ਦੇਖੋ ਆਹ ਸੁਣਨ ਵਾਲੀ ਗੱਲ ਹੈ। ਉਹ ਦੱਸਣ ਲੱਗੀ ਉਹ ਰਾਜਾ ਸ਼ਿਵਨਾਭ ਨੂੰ, ਕਹਿੰਦੀ ਰਾਜਨ ਮੇਰੀ ਗੱਲ ਸੁਣ। ਪੂਰਬ ਬਹੁ ਫਕੀਰ ਜੇ ਆਏ। ਕਹਿੰਦੀ ਮੈਂ ਆਪਣੀ ਜ਼ਿੰਦਗੀ ਵਿੱਚ ਨਾ ਬਹੁਤ ਫਕੀਰ ਦੇਖੇ ਨੇ, ਮੈਂ ਵੱਡੇ ਤੋਂ ਵੱਡੇ ਫਕੀਰ ਦੇਖੇ ਨੇ। ਇਹ ਦੁਨੀਆ ਦੇ ਸੰਤ ਲੋਕ, ਜਿਹੜੇ ਸਾਧੂ ਲੋਕ ਹਨ, ਦੇਖ ਰੂਪ ਤੈ ਸਭੈ ਲੁਭਾਏ। ਕਹਿਣ ਲੱਗੇ ਭਾਵੇਂ ਕੋਈ ਕਿੱਡਾ ਵੀ ਵੱਡਾ ਸੰਤ ਸੀ ਨਾ, ਸਾਡਾ ਰੂਪ ਦੇ ਕੇ ਕੋਈ ਰੈਸਿਸਟ ਨਹੀਂ ਕਰ ਸਕਿਆ। ਉਹ ਜਿਹੜਾ ਹੈ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਿਆ। ਕਿਸੇ ਨੂੰ ਘੰਟਾ ਲੱਗਿਆ, ਕਿਸੇ ਨੂੰ 2 ਘੰਟੇ ਲੱਗੇ, ਕਿਸੇ ਨੂੰ 3, ਪਰ ਅਸੀਂ ਉਹਨੂੰ ਕਰ ਲੈਂਦੀਆਂ ਸੀ।
हाँ जी टाइम थोड़ा ज़्यादा लग जाता पर हो जाता जी वो बंदा जो डुबे ही जाता है ਹੁਣ ਜਿਵੇਂ ਕਹਿੰਦੇ ਨਾ ਕਿਸੇ ਨੂੰ ਕਰਪਸ਼ਨ ਦੇਣੀ ਹੋਵੇ ਹਾਂਜੀ ਤੁਸੀਂ ਦੋਗੇ ਜੀ 5 ਰਿੰਗਿਟ ਉਹ ਬੰਦਾ ਨਾ ਕਰ ਦੂਗਾ ਮੈਂ ਨਹੀਂ ਲੈਣੀ ਫਿਰ ਤੁਸੀਂ ਕਹੋ ਜੀ 500 ਵੀ ਬੰਦਾ ਕਹੋ ਮੈਂ ਨਹੀਂ ਲੈਣੀ ਫਿਰ ਤੁਸੀਂ 5000 ਤੇ ਆ ਜਾਓ ਬੰਦਾ ਕਹਿੰਦਾ ਮੈਂ ਨਹੀਂ ਲੈਣੀ ਫਿਰ 50000 ਤੇ ਆ ਜਾਓ ਨਹੀਂ ਲੈਣੀ 500,000 ਤੇ ਆ ਜਾਓ ਨਹੀਂ ਲੈਣੀ 5 ਮਿਲੀਅਨ ਤੇ ਆ ਜਾਓ ਨਹੀਂ ਲੈਣੀ 50 ਮਿਲੀਅਨ ਵਿਕ ਗਿਆ ਹਨਾ ਅੰਨਾ ਪੈਸਾ ਕੌਣ ਨਾ ਕਰੇ ਕਿਤੇ ਨਾ ਕਿਤੇ ਤਾਂ ਕੋਈ ਥ੍ਰੈਸ਼ੋਲਡ ਪੁਆਇੰਟ ਹੁੰਦਾ ਨਾ ਜਿੱਥੇ ਬੰਦਾ ਡਿੱਗ ਪੈਂਦਾ ਜਿੱਥੇ ਬੰਦਾ ਫੇਲ ਹੋ ਜਾਂਦਾ ਕਹਿੰਦੇ ਮਹਾਰਾਜ ਬੜੇ ਦੇਖੇ ਨੇ ਪਰ ਕਹਿੰਦੇ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਨੂੰ ਮੂੰਹ ਹੀ ਲੈਦਾ ਸੀਗਾ ਇਨ ਸੋ ਹਾਵ ਭਾਵ ਮੈਂ ਕੀਨੇ ਕਹਿਣ ਲੱਗੇ ਇਹਨਾਂ ਨਾਲ ਅਸੀਂ ਬਹੁਤ ਕੀਤਾ ਜੀ ਅਸੀਂ ਸੱਚੇ ਮਨੋਂ ਇਹਨਾਂ ਨਾਲ ਕੀਤਾ ਇਹ ਨਹੀਂ ਵੀ ਸਾਨੂੰ ਸਿਰਫ ਦਿਖਾਵੇ ਵਾਸਤੇ ਕੀਤਾ ਅਸੀਂ ਸੱਚੇ ਮਨੋਂ ਇਹਨਾਂ ਨਾਲ ਕੀਤਾ ਜਾ ਕੇ ਵੀ ਇਹਨਾਂ ਨੂੰ ਮੋਹ ਲਈਏ ਅਸੀਂ ਜਿਨ ਬਿਲੋਕ ਮਨ ਤਪੀ ਭੁਲੀਨੇ ਕਹਿਣਗੇ ਜਿਨ੍ਹਾਂ ਨੂੰ ਦੇਖ ਕਰਕੇ ਨਾ ਵੱਡੇ ਵੱਡੇ ਤਪੀ ਜਿਹੜੇ ਵੱਡੇ ਵੱਡੇ ਰਿਸ਼ੀ ਵੀ ਭੁੱਲ ਜਾਂਦੇ ਸਨ ਇਨਕੇ ਤਨ ਕੋ ਤਨਕ ਨਾ ਪਰਸੇ ਕਹਿਣ ਲੱਗੇ ਸਾਡਾ ਜਿਹੜਾ ਕਾਮ ਸੀਗਾ ਨਾ ਇਹਨਾਂ ਦੇ ਸਰੀਰ ਨੂੰ ਟੱਚ ਵੀ ਨਹੀਂ ਕੀਤਾ ਪੂਰਾ ਵੀ ਕਿ ਪਤਾ ਲੱਗ ਜਾਂਦਾ ਨਾ ਬੰਦੇ ਦਾ ਪਤਾ ਤਾਂ ਲੱਗੇ ਜਾਂਦਾ ਕਿ ਜਿਹੜੀ ਔਰਤ ਹੁੰਦੀਆਂ ਨਾ ਖਾਸ ਕਰਕੇ ਇਹ ਜਿਹੀਆਂ ਨਾ ਇਹ ਬੰਦੇ ਨੂੰ ਐਂ ਪਛਾਣ ਜਾਂਦੀਆਂ ਇਸੇ ਕਰਕੇ ਨਾ ਇਹ ਜਿਹੜੀਆਂ ਔਰਤਾਂ ਹੁੰਦੀਆਂ ਨਾ ਇਹ ਬੰਦੇ ਨੂੰ ਦੇਖ ਕੇ ਅੱਖਾਂ ਵਿੱਚ ਦੱਸ ਦਿੰਦੇ ਆ ਬੰਦਾ ਕਿਹੋ ਜਿਹਾ ਕਿਉਂਕਿ ਰੋਜ਼ ਦੇਖਦੀਆਂ ਜੀ ਇਹਨਾਂ ਨੂੰ ਤਾਂ ਅਸਲੀ ਰੰਗ ਬੰਦੇ ਦੇ ਦਿਸਦੇ ਨੇ ਸੋ ਇਹ ਸਭ ਜਾਣਦੀਆਂ ਹੁੰਦੀਆਂ ਨੇ ਪਰ ਇਹ ਕਹਿੰਦੀਆਂ ਨਾ ਅਸੀਂ ਤੁਹਾਨੂੰ ਗਾਰੰਟੀ ਕਰਕੇ ਦੱਸ ਸਕਦੀਆਂ ਸਾਡਾ ਹਾਵ ਭਾਵ ਕੀਤਾ ਹੋਇਆ ਨਾ ਗੁਰੂ ਨਾਨਕ ਨੂੰ ਟੱਚ ਵੀ ਨਹੀਂ ਕੀਤਾ ਰਹੇ ਅਡੋਲ ਸੇ ਕਾਂਚਨ ਗਿਰ ਸੇ ਕਹਿਣਗੇ ਉਹ ਜਿਹੜਾ ਹਨ ਸੁਮੇਰ ਪਰਬਤ ਵਾਂਗੋਂ ਟਿਕੇ ਰਹੇ ਉਹਨਾਂ ਤੇ ਕੋਈ ਅਸਰ ਨਹੀਂ ਸਾਡਾ ਪਿਆ ਕਿਰਪਾ ਦ੍ਰਿਸ਼ਟ ਪੁਨ ਹਮ ਪਰ ਕੀਨੀ ਦੇਖੋ ਅਸੀਂ ਤਾਂ ਉਹਨਾਂ ਨੂੰ ਕਾਮ ਵਿੱਚ ਫਸਾਉਣ ਵਾਸਤੇ ਗਈਆਂ ਸੀ ਉਲਟਾ ਉਹਨਾਂ ਨੇ ਕਿਰਪਾ ਦੀ ਦ੍ਰਿਸ਼ਟੀ ਸਾਡੇ ਤੇ ਕਰ ਦਿੱਤੀ ਏਡੀ ਕਿਰਪਾ ਦੀ ਦ੍ਰਿਸ਼ਟੀ ਸਾਡੇ ਤੇ ਕੀਤੀ ਹਰ ਸਿਮਰਨ ਕੋ ਰਸ ਮਤ ਪੀਨੀ ਉਹਨਾਂ ਨੇ ਸਾਡੀ ਮਤ ਜਿਹੜੀ ਹੈ ਸਿਮਰਨ ਵਿੱਚ ਭਿਜਾ ਦਿੱਤੀ ਸਿਮਰਨ ਵਿੱਚ ਭਿੱਜ ਗਿਆ ਅਸੀਂ ਸਿਮਰਨ ਵਿੱਚ ਜੁੜ ਗਿਆ ਉਲਟਾ ਇਹ ਤਾਂ ਪੂਰਨ ਪੁਰਖ ਕਿਰਪਾਲਾ ਕਹਿਣ ਲੱਗੇ ਇਹ ਤਾਂ ਕਿਰਪਾ ਦਾ ਘਰ ਕੋਈ ਪੂਰਨ ਪੁਰਖ ਹੈ ਇਹ ਤਾਂ ਆਪ ਰੱਬ ਹੋਗਾ ਪਰਮੇਸ਼ਰ ਹੀ ਹੋਗਾ ਇਹ ਜਿਸ ਕੋ ਦਰਸ਼ਨ ਕਰਤ ਨਿਹਾਲਾ ਕਹਿਣਗੇ ਇਹਨਾਂ ਦੇ ਦਰਸ਼ਨ ਕਰਕੇ ਅਸੀਂ ਤਾਂ ਨਿਹਾਲ ਹੋ ਗਈਆਂ ਪੂਰਬ ਜਨਮ ਕਰਮ ਹਮ ਜਾਗੇ ਉਹ ਵਿਚਾਰੀਆਂ ਪਤਾ ਕੀ ਕਹਿੰਦੀਆਂ ਕਹਿੰਦੇ ਸਾਡੇ ਪਿਛਲੇ ਕਰਮ ਕੀਤੇ ਜਾਗ ਪਏ ਜਿਹਦੇ ਕਰਕੇ ਪੂਰਨ ਸੰਤ ਦੇ ਦਰਸ਼ਨ ਹੋ ਗਏ ਅੱਜ ਸਾਨੂੰ ਤੋ ਪਰਸ਼ੋਤਮ ਸੇਵਾ ਲਾਗੇ ਕਹਿਣਗੇ ਭਾਵ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਸੀਂ ਸੇਵਾ ਵਿੱਚ ਲੱਗ ਜਾਓ ਕਹਿੰਦੇ ਕਿ ਸਾਨੂੰ ਇੱਕ ਰਾਤ ਦੀ ਤੂੰ ਸੇਵਾ ਦਿੱਤੀ ਨਾ ਸਾਨੂੰ ਤਾਂ ਤੁਸੀਂ ਮੁਕਤ ਕਰਾਤਾ ਰਾਜੇ ਨੂੰ ਕਹਿੰਦੀ ਹਾਂਜੀ ਕਹਿੰਦੀ ਹੁਣ ਰਾਜਨ ਤੂੰ ਵੀ ਜਾ ਕੇ ਸੇਵਾ ਕਰ ਉਹਨਾਂ ਦੀ ਸੁਨ ਸਰਬ ਰੈਨ ਦੇ ਕਰ ਉਪਦੇਸ਼ ਸਾਰੀ ਰਾਤ ਸਾਨੂੰ ਉਪਦੇਸ਼ ਦਿੱਤਾ ਉਹ ਗੁਰੂ ਨੇ ਕਿਉ ਕਿਰਤਾਰਥ ਸੁਨੋ ਨਰੇਸਾ ਸਾਨੂੰ ਤਾਂ ਬਿਲਕੁਲ ਹੀ ਨਿਹਾਲ ਹੋ ਗਈਆਂ ਅਸੀਂ ਤਾਂ ਨਿਹਾਲ ਹੋ ਗਈਆਂ ਰਾਜੇ ਨੂੰ ਕਹਿਣ ਲੱਗਿਆ ਹੁਣ ਨਾ ਸਾਨੂੰ ਕੋਈ ਕਾਮ ਦਾ ਕੰਮ ਕਹੀ ਹੁਣ ਨਹੀਂ ਸਤੋ ਹੋਣਾ ਹੁਣ ਉਹ ਚੀਜ਼ ਸਾਡੇ ਵਿੱਚ ਰਹੀ ਹੋਈ ਨਹੀਂ ਹੁਣ ਤਾਂ ਸਾਡਾ ਜੀ ਕਰਦਾ ਸੀ ਸਿਮਰਨ ਵਿੱਚ ਜੁੜੀਆਂ ਰਹੀਏ ਵਿਸ਼ੇ ਭੋਗ ਵਿਸਟਾ ਕੀ ਨਿਆਈ ਹੁਣ ਕਹਿੰਦੇ ਉਹ ਵਿਸ਼ੇ ਵਿਕਾਰ ਜਿਹੜੇ ਸਾਨੂੰ ਬਹੁਤ ਚੰਗੇ ਲੱਗਦੇ ਸਨ ਹੁਣ ਸਾਨੂੰ ਜ਼ਹਿਰ ਲੱਗਦੇ ਨੇ ਹੁਣ ਸਾਨੂੰ ਜ਼ਹਿਰ ਦੀ ਤਰ੍ਹਾਂ ਸਾਨੂੰ ਚੰਗੇ ਨਹੀਂ ਲੱਗਦੇ ਅਸੀਂ ਨਫ਼ਰਤ ਕਰਦੀਆਂ ਹਾਂ ਦੁਰਗੰਧਤ ਸੋ ਹਮੇ ਨਾ ਭਾਈ ਕਹਿਣਗੇ ਦੁਰਗੰਧਤ ਜਿਵੇਂ ਬੁਦਬੂ ਆਉਂਦੀ ਹੈ ਨਾ ਕੋਈ ਜਿਹੜਾ ਹੈ ਕੋਈ ਗਾਬੇਜ ਵਿੱਚੋਂ ਕਹਿੰਦੇ ਕਾਮ ਤੋਂ ਸਾਨੂੰ ਬੁਦਬੂ ਆਉਂਦੀ ਆ ਸਾਨੂੰ ਇਹ ਕਾਮ ਹੁਣ ਚੰਗਾ ਨਹੀਂ ਕੋਈ ਵੀ ਲੱਗਦਾ ਹਿਰਦੈ ਸ਼ਾਂਤ ਪ੍ਰਾਪਤ ਸਭ ਭਾਂਤੀ ਹੁਣ ਸਾਡੇ ਅੰਦਰ ਸਾਨੂੰ ਸ਼ਾਂਤੀ ਪ੍ਰਾਪਤ ਹੋ ਗਈ ਪੀਸ ਆਫ ਮਾਈਂਡ ਸਾਨੂੰ ਮਿਲ ਗਿਆ ਹੁਣ ਪੂਰਾ ਸੁਨਤ ਬਚਨ ਪੀ ਸੀਤਲ ਛਾਤੀ ਉਹਨਾਂ ਦੇ ਬਚਨ ਸੁਣ ਕੇ ਸੀਤਲ ਠੰਡੀ ਹੋ ਗਈ ਸਾਡੀ ਛਾਤੀ ਸਾਨੂੰ ਇਉਂ ਲੱਗਿਆ ਵੀ ਸਾਨੂੰ ਸਭ ਕੁਝ ਪ੍ਰਾਪਤ ਹੋ ਗਿਆ ਦੁਨੀਆ 'ਚ ਕਾਢ ਨਰਕ ਤੇ ਸੁਰਗ ਪਹੁੰਚਾਏ ਸਾਨੂੰ ਤਾਂ ਇਉਂ ਲੱਗਦਾ ਗੁਰੂ ਨਾਨਕ ਨੇ ਸਾਨੂੰ ਨਰਕ 'ਚੋਂ ਕੱਢ ਕੇ ਸਵਰਗ 'ਚ ਪਹੁੰਚਾਤਾ ਮਹਾਰਾਜ ਨੇ ਸਾਨੂੰ ਕੱਢ ਕੇ ਜਿਹੜਾ ਹਨ ਹੈਲ ਤੋਂ ਹੈਵਨ ਵਿੱਚ ਪਾ ਦਿੱਤਾ ਐਸੋ ਸੰਤ ਪਿਖਿਓ ਨਿਸ ਜਾਏ ਕਹਿਣ ਲੱਗੇ ਰਾਜਨ ਉਹ ਤਾਂ ਸੰਤ ਸਾਨੂੰ ਐਸਾ ਦੱਸਿਆ ਜਿਹੜਾ ਨਰਕਾਂ 'ਚੋਂ ਕੱਢ ਕੇ ਸਵਰਗ ਬਖਸ਼ਣ ਵਾਲਾ ਹੈ ਉਹ ਸੰਤ ਤਾਂ ਪੂਰਨ ਸੰਤ ਹੈ ਸੁਨਤ ਭੂਪ ਮਨ ਮਹਿ ਹਰ ਖਾਨਾ ਇਹ ਸੁਣ ਕੇ ਨਾ ਰਾਜਾ ਸ਼ਿਵ ਨਾ ਬਹੁਤ ਖੁਸ਼ ਹੋਇਆ ਆਨੰਦ ਆ ਗਿਆ ਜੀ ਮੈਨੂੰ ਪੂਰਾ ਗੁਰੂ ਨਾਨਕ ਜੀ ਆ ਗਏ ਹਨ ਹੈ ਇਹ ਸ੍ਰੀ ਨਾਨਕ ਗਤ ਦਾਨਾ ਬਸ ਉਹਨੂੰ ਜਿਹੜਾ ਹੈ ਵਿਸ਼ਵਾਸ ਹੋ ਗਿਆ ਕਿ ਇਹੀ ਗੁਰੂ ਨਾਨਕ ਹੈ ਜਿਹਨੂੰ ਮੈਂ ਉਡੀਕ ਰਿਹਾ ਸੀਗਾ ਕਲੀ ਕਾਲ ਕੀ ਪ੍ਰਬਲ ਕੁਚਾਲੀ ਇਹ ਕਲੀ ਕਾਲ ਕਲਯੁਗ ਦੇ ਸਮੇਂ ਵਿੱਚ ਜਿਹੜੀ ਝੂਠੀ ਰੀਤੀ ਚੱਲੀ ਆ ਰਹੀ ਹੈ ਜਤ ਸਤ ਤੇ ਕੇ ਨਰ ਸਭ ਖਾਲੀ ਜਿਹਦੇ ਕਰਕੇ ਜਤ ਤੇ ਸਤ ਕਰਕੇ ਨਾ ਬੰਦਾ ਖਾਲੀ ਹੋ ਜਾਂਦਾ ਇਹ ਕਾਮ ਕਰਕੇ ਕਾਮ ਨੇ ਜਿਹੜੇ ਵੱਡੇ ਵੱਡੇ ਜਤੀ ਸਤੀਆਂ ਨੂੰ ਨਹੀਂ ਛੱਡਿਆ ਹਾਂਜੀ ਵੱਡੇ ਤੋਂ ਵੱਡੇ ਜਿਹੜੇ ਹਨ ਭਗਤੀ ਵਾਲਿਆਂ ਨੂੰ ਨਹੀਂ ਇਹਨਾਂ ਨੇ ਛੱਡਿਆ ਇਹ ਕਾਮ ਐਸੀ ਭੈੜੀ ਚੀਜ਼ ਹੈ ਜਿਹੜਾ ਬੰਦੇ ਨੂੰ ਜਿਹੜਾ ਹੈ ਕਿਤੇ ਰੱਬ ਕੋਲ ਪਹੁੰਚਿਆ ਹੁੰਦਾ ਉਹ ਡਿੱਗ ਕੇ ਸਿੱਧਾ ਨਰਕ ਵਿੱਚ ਪਾ ਦਿੰਦੀ ਹੈ ਸੋ ਕਹਿੰਦੇ ਐਸੀ ਜਿਹੜੀ ਹੈ ਜਤ ਸਤ ਕਰੀ ਨਿਰਿਆ ਸਭ ਖਾਲੀ ਜਿਹੜੀ ਸਾਰਿਆਂ ਨੂੰ ਖਾਲੀ ਕਰ ਦਿੰਦੀ ਹੈ
ਉਹ ਉਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੇ ਸਿਮਰਨ ਨਾਲ ਭਰ ਦਿੱਤਾ। ਬਿਨ ਸ੍ਰੀ ਨਾਨਕ ਕੋਈ ਨਾ ਪੂਰਨ। ਯਾਨੀ ਕਿ ਗੁਰੂ ਨਾਨਕ ਸਾਹਿਬ ਤੋਂ ਪੂਰਨ ਇਹ ਕੰਮ ਕੋਈ ਵੀ ਨਹੀਂ ਕਰ ਸਕਦਾ। ਅਸ ਵਿਚਾਰ ਗਮਨਿਓ ਪੁਨ ਤੂਰਨ। ਉਹਨੇ ਕੀ ਕੀਤਾ, ਰਾਜਾ ਸ਼ਿਵਨਾਥ ਉਦੋਂ ਹੀ ਤੁਰ ਕੇ ਗੁਰੂ ਨਾਨਕ ਸਾਹਿਬ ਕੋਲ ਚੱਲਿਆ। ਕਹਿੰਦਾ ਹੁਣ ਗੁਰੂ ਨਾਨਕ ਸਾਹਿਬ ਦੇ ਮੈਂ ਹੁਣੇ ਜਾ ਕੇ ਦਰਸ਼ਨ ਕਰਦਾ ਹਾਂ। ਪਗ ਨੰਗੇ ਕਰ ਪ੍ਰੇਮ ਸੁਗਾਡੇ। ਕਹਿੰਦੇ ਬੜਾ ਪ੍ਰੇਮ, ਉਹਦੇ ਮਨ 'ਚ ਬਹੁਤ ਪ੍ਰੇਮ, ਬਹੁਤ ਪਿਆਰ ਹੈ ਸ਼ਿਵ ਬਾਬਾ ਕੀ ਰਾਜਾ ਸ਼ਿਵਨਾਥ ਦੇ। ਤੁਰਿਆ ਕਿਵੇਂ? ਨੰਗੇ ਪੈਰੀ, ਆਪਣੀਆਂ ਜੁੱਤੀਆਂ ਵੀ ਲਾ ਦਿੱਤੀਆਂ ਮਹਿਲਾਂ ਵਿੱਚ। ਕਹਿੰਦਾ ਮੈਂ ਨੰਗੇ ਪੈਰੀ ਤੁਰ ਕੇ ਜਾਣਾ ਗੁਰੂ ਨਾਨਕ ਸਾਹਿਬ ਕੋਲ। ਗਇਓ ਸੋ ਗੁਰ ਤਰਵਰ ਤਰ ਠਾਂਡੇ। ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਬੈਠੇ ਸਨ ਇੱਕ ਦਰਖਤ ਦੇ ਥੱਲੇ, ਉੱਥੇ ਜਾ ਖੜਾ ਹੋਇਆ ਰਾਜਾ ਸ਼ਿਵਨਾਥ। ਪੀਠ ਕਰੇ ਭੂਪਤ ਕੀ ਓਰਾ। ਜਦੋਂ ਮਹਾਰਾਜ ਨੇ ਦੇਖਿਆ ਨਾ ਰਾਜਾ ਸ਼ਿਵਨਾਥ ਆਏ, ਗੁਰੂ ਨਾਨਕ ਸਾਹਿਬ ਨੇ ਪਿੱਠ ਕਰ ਲਈ ਉਹਦੇ ਵੱਲ। ਮਹਾਰਾਜ ਪਿੱਠ ਕਰਕੇ ਬਹਿ ਗਏ, ਦੂਜੇ ਪਾਸੇ ਮੂੰਹ ਕਰ ਲਿਆ ਗੁਰੂ ਮਹਾਰਾਜ ਨੇ। ਤਨਕ ਨ ਚਿਤਵਨ ਹਿਤ ਮੁਖ ਮੋਰਾ। ਮਹਾਰਾਜ ਨੇ ਭੋਰਾ ਵੀ ਆਪਣਾ ਮੂੰਹ ਪਿੱਛੇ ਨੂੰ ਕਰਕੇ ਨਹੀਂ ਦੇਖਿਆ ਰਾਜਾ ਸ਼ਿਵਨਾਥ ਨੂੰ, ਉਹਨੂੰ ਪਿੱਠ ਕਰਕੇ ਬਹਿ ਗਏ ਮਹਾਰਾਜ। ਮਹਾਰਾਜ ਨੇ ਆਪਣੇ ਚਿਹਰੇ ਦੇ ਦਰਸ਼ਨ ਨਹੀਂ ਕਰਾਏ ਉਹਨੂੰ। ਕੀਨ ਡੋਤ ਭੂਪ ਬਿਦਨੀ ਕੀ। ਉਹ ਵਿਚਾਰਾ ਜਿਹੜਾ ਰਾਜਾ ਸ਼ਿਵਨਾਥ ਆਇਆ, ਉਹ ਲੰਮਾ ਡੰਡੇ ਮੂੰਹੋਂ ਪੈ ਕੇ ਉਹਨੇ ਮਹਾਰਾਜ ਨੂੰ ਮੱਥਾ ਟੇਕਿਆ। ਲੰਮਾ ਪੈ ਗਿਆ ਧਰਤੀ ਦੇ ਉੱਤੇ, ਸਾਰੇ ਅੰਗ ਧਰਤੀ ਤੇ ਲਾ ਕੇ ਮੱਥਾ ਟੇਕਿਆ। ਵਦੀ ਚਰਨ ਪਰ ਸਰਦਾ ਹੀ ਕੀ। ਉਹਦੇ ਮਨ ਵਿੱਚ ਇੰਨੀ ਸ਼ਰਧਾ ਸੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੀ। ਬੰਦ ਹਾਥ ਹੋਇਓ ਪੁਨ ਠਾਂਡਾ। ਕੀ ਹੋਇਆ? ਹੱਥ ਬੰਨ ਕੇ ਖੜਾ ਹੋ ਗਿਆ। ਮਹਾਰਾਜ ਪਿੱਠ ਕਰਕੇ ਬੈਠੇ ਨੇ, ਉਹ ਮਹਾਰਾਜ ਦੀ ਪਿੱਠ ਤੇ ਹੱਥ ਜੋੜ ਕੇ ਖੜਾ ਹੋ ਗਿਆ। ਬਸ ਉਹਨੇ ਹੱਥ ਜੋੜ ਕੇ ਖੜਾ ਰਿਹਾ ਉੱਥੇ। ਡੋਲਿਓ ਹਿਰਦੇ ਨਾ ਨਿਸ਼ਚਾ ਗਾਂਡਾ। ਉਹਦਾ ਮਨ ਵਿੱਚ ਡੋਲਿਆ ਕੋਈ ਨਹੀਂਗਾ ਵੀ ਮਹਾਰਾਜ ਨੇ ਪਿੱਠ ਕਿਉਂ ਕੀਤੀ, ਕਿਉਂ ਮੇਰੇ ਨਾਲ। ਉਹਨੂੰ ਡੋਲਿਆ ਨਹੀਂ ਪੂਰਾ। ਉਹਨਾਂ ਨੂੰ ਪਤਾ ਵੀ ਪੂਰਨ ਨਹੀਂ ਇਹ ਪੂਰਨ ਸੰਤ ਨੇ, ਇਹ ਗੁਰੂ ਨਾਨਕ ਸਾਹਿਬ ਜੀ ਸੱਚੇ ਨੇ। ਉਹ ਜਿਹੜਾ ਹਨ ਪਿੱਠ ਕਰਕੇ, ਜਿਹੜਾ ਪਿੱਠ 'ਚ ਹੱਥ ਜੋੜ ਕੇ ਖੜਾ ਹੋਇਆ, ਤੇ ਉਹਦਾ ਨਿਸ਼ਚਾ, ਉਹਦਾ ਫੇਥ ਬਹੁਤ ਸਟਰੋਂਗ ਸੀਗਾ। ਸ੍ਰੀ ਗੁਰਮੁਖ ਤੇ ਤੂਸਨ ਠਾਨੀ। ਮਹਾਰਾਜ ਕੁਝ ਵੀ ਨਹੀਂ ਬੋਲੇ, ਇੱਕ ਲਫ਼ਜ਼ ਨਹੀਂ ਉਹਦੇ ਨਾਲ ਬੋਲਣਾ ਕੀਤਾ। ਕਛੂ ਨਾ ਭੂਪ ਸੰਗ ਬੋਲੇ ਬਾਣੀ। ਤੇ ਇੱਕ ਵੀ ਗੱਲ ਉਹਨੂੰ ਨਾ ਪੁੱਛੀ ਨਾ ਦੱਸੀ ਹੈ ਗੁਰੂ ਨਾਨਕ ਸਾਹਿਬ ਜੀ ਨੇ। ਜਿਉਂ ਬੀਤੇ ਜਾਮ ਹਟਾਈ। ਦੇਖੋ 2.5 ਜਾਮ ਬੀਤ ਗਏ ਉਹਨੂੰ ਖੜੇ ਹੋਏ ਨੂੰ, which is equivalent to 7.5 hours। 7.5 hours ਵਾਸਤੇ ਰਾਜਾ ਸ਼ਿਵਨਾਥ ਆਏ ਖੜਾ ਰਿਹਾ ਹੱਥ ਜੋੜ ਕੇ। ਉੱਥੇ ਹੀ ਖੜਾ ਰਿਹਾ ਜਿੱਥੇ ਖੜਾ ਸੀ, ਉਹ ਨਹੀਂ ਹਿੱਲਿਆ। 7.5 hours ਵਾਸਤੇ ਇੱਕ ਰਾਜਾ ਖੜਾ ਹੈ, ਗੁਰੂ ਨਾਨਕ ਨੂੰ ਡੀਕ ਰਿਹਾ ਹੈ। ਡੋਲਿਓ ਨਾ ਸੋਏ ਰਹਿਓ ਥਿਰ ਥਾਈ। ਬਸ ਉਹ ਨਹੀਂ ਡੋਲਿਆ, ਨਾ ਗੁਰੂ ਨਾਨਕ ਸਾਹਿਬ ਜੀ ਹਿੱਲੇ ਨਾ ਇਹ ਹਿੱਲਿਆ, ਖੜਾ ਰਿਹਾ ਜੀ ਹੱਥ ਜੋੜ ਕੇ ਉੱਥੇ। ਤਬ ਬੋਲੇ ਸ੍ਰੀ ਗੁਰੂ ਮੁਕੰਦਾ। 7.5 hours ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਬੋਲੇ। ਮਹਾਰਾਜ ਕੀ ਕਹਿੰਦੇ ਹਨ? ਹੈ ਭੂਪਤ ਤੁਝ ਕੁਸਲ ਆਨੰਦਾ। ਮਹਾਰਾਜ ਕਹਿੰਦੇ ਹੇ ਰਾਜਨ, ਖੁਸ਼ੀ ਆਨੰਦ ਹੈ ਤੈਨੂੰ, ਸਭ ਕੁਝ ਠੀਕ ਹੈ ਤੇਰਾ। 7.5 ਘੰਟੇ ਖੜਾ ਕੇ ਉਹਨੂੰ, ਹਾਂਜੀ ਮਹਾਰਾਜ ਪੁੱਛਦੇ ਖੁਸ਼ੀ ਆਨੰਦ ਹੈ, ਐਵਰੀਥਿੰਗ ਓਕੇ ਵਿਦ ਯੂ। ਹਾਂਜੀ ਫਿਰ ਕਹੋ ਆਪਣੀ ਮਨ ਅਭਿਲਾਖਾ। ਕਹਿਣਗੇ ਰਾਜਨ ਦੱਸ ਤੇਰੇ ਮਨ ਵਿੱਚ ਕੀ ਅਭਿਲਾਖਾ, ਕੀ ਇੱਛਾ ਹੈ ਦੱਸ। ਕਰੋ ਹੋਣ ਜਾਤੇ ਪ੍ਰਣ ਰਾਖਾ। ਹਾਂ ਕਹਿਣ ਲੱਗੇ ਜਿਹੜਾ ਤੂੰ ਖੜੇ ਹੋ ਕੇ ਤੂੰ ਆਪਣਾ ਪ੍ਰਣ ਰੱਖਿਆ ਹੈ, ਵੀ ਤੂੰ ਹਿੱਲਿਆ ਨਹੀਂ, ਤੇਰਾ ਟੈਸਟ ਲਿਆ ਸੀ ਅਸੀਂ ਵੀ, ਤੂੰ ਮੇਰਾ ਟੈਸਟ ਲਿਆ, ਗੁਰੂ ਨਾਨਕ ਸਾਹਿਬ ਨੇ ਉਹਦਾ ਟੈਸਟ ਲਿਆ, 7.5 ਘੰਟੇ ਖੜਾਇਆ। ਮਹਾਰਾਜ ਕਹਿੰਦੇ ਤੂੰ ਆਪਣਾ ਪ੍ਰਣ ਜਿਹੜਾ ਪੂਰਾ ਕੀਤਾ, ਦੱਸ ਰਾਜਨ ਤੇਰੇ ਮਨ 'ਚ ਕੀ ਇੱਛਾ ਹੈ। ਦੋਹਰਾ ਬੇਦੀ ਖੱਤਰੀ ਜਾਤ ਜੋ ਨਾਨਕ ਨਾਮ ਅਨੂਪ। ਦੇਖੋ ਰਾਜਾ ਸ਼ਿਵਨਾਥ ਹਜੇ ਵੀ ਨਹੀਂ ਕਨਵਿੰਸ ਹੈਗਾ ਇੱਕ ਹੋਰ ਅਖੀਰਲਾ ਹੋਰ ਟੈਸਟ ਕਰ ਲਿਆ ਉਹਨੇ ਕੀ ਕੀਤਾ, ਕਹਿੰਦੇ ਬੇਦੀ ਖੱਤਰੀ। ਉਹਨੂੰ ਪਤਾ ਸੀਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੇਦੀ ਕੁਲ ਵਿੱਚੋਂ ਨੇ, ਖੱਤਰੀ ਨੇ, ਤੇ ਉਹਨਾਂ ਦਾ ਨਾਂ ਨਾਨਕ ਹੈ। ਹਾਂਜੀ ਸੋ ਇਹ ਤਿੰਨ ਚੀਜ਼ਾਂ ਅੱਗੇ ਮਨ ਸੁਖ ਕੋ ਬੂਝਨ ਕਰੀ ਲਿਖ ਲੀਨੀ ਤਬ ਭੂਪ। ਆਪ ਜੀ ਨੂੰ ਯਾਦ ਹੋਗਾ ਜਦੋਂ ਭਾਈ ਮਨਸੁਖ ਨੂੰ ਮਿਲੇ ਸੀ ਰਾਜਾ ਸ਼ਿਵਨਾਥ, ਉਹਨੇ ਲਿਖ ਲਿਆ ਸੀਗਾ ਵੀ ਗੁਰੂ ਨਾਨਕ ਸਾਹਿਬ ਜੀ ਬੇਦੀ ਨੇ, ਹਾਂਜੀ ਬੇਦੀ ਕੁਲ ਵਿੱਚੋਂ ਨੇ, ਸਾਰਾ ਉਹਨੇ ਲਿਖ ਲਿਆ ਸੀਗਾ, ਪਤਾ ਕਿੱਥੇ ਰਹਿਣ ਵਾਲੇ ਨੇ, ਐਡਰੈਸ ਕੀ ਹੈ। ਜੇ ਉਦੋਂ IC ਨੰਬਰ ਹੁੰਦਾ ਉਹ ਵੀ ਲਿਖ ਲੈਣਾ ਸੀ, ਪਾਸਪੋਰਟ ਨੰਬਰ ਪਰ ਹੈ ਨਹੀਂ ਸੀ। ਹਾਂਜੀ ਮੇਰਾ ਸਭ ਕੁਝ ਇਹਨੇ ਲਿਖ ਕੇ ਰੱਖਿਆ ਹੋਇਆ ਸੀਗਾ। ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਉਹ ਡਿਟੇਲ ਵੀ ਮਿਲਦੇ ਕਿ ਨਹੀਂ, ਹਾਂਜੀ ਵੀ ਉਹ ਇਕੁਅਲੈਂਟ ਡਿਟੇਲ ਹੁੰਦੇ ਕਿ ਨਹੀਂ, ਜੋ ਮਹਾਰਾਜ ਕਿਵੇਂ ਦੱਸਣਗੇ। ਚੌਪਈ ਤਨ ਬੂਝਨ ਕੇ ਹੇਤ ਪਵਾਲਾ। ਹੁਣ ਪੁੱਛਣ ਵਾਸਤੇ ਇਹ ਜਿਹੜਾ ਰਾਜਾ ਸ਼ਿਵਨਾਥ ਬੋਲਿਓ ਸੁਨਿਓ ਸੰਤ ਕਿਰਪਾਲਾ। ਕਹਿਣਗੇ ਹੇ ਸੰਤ ਕਿਰਪਾਲਾ, ਕਿਰਪਾ ਦੇ ਘਰ ਸੰਤ ਜੀ ਜਿਹੜਾ ਹੈ ਸੁਣੋ ਮੇਰੀ ਇੱਕ ਗੱਲ। ਆਪਣੋ ਨਾਮ ਜਾਤ ਮੁਝ ਤਾਈ। ਮਹਾਰਾਜ ਮੈਨੂੰ ਆਪਣਾ ਨਾਮ ਤੇ ਆਪਣੀ ਜਾਤ ਦੱਸੋ। ਹਾਂਜੀ ਪੁੱਛਣ ਲੱਗਿਆ ਹੁਣ ਕਿ ਆਪਣਾ ਨਾਮ ਤੇ ਆਪਣੀ ਜਾਤ ਦੱਸ ਦਿਓ। ਨਿਜ ਕਰ ਕਰਨਾ ਦੇਹੋ ਸੁਨਾਈ। ਹਾਂ ਕਹਿਣਗੇ ਤੁਸੀਂ ਆਪਣੇ ਮੂੰਹ ਤੋਂ ਦੱਸੋ, ਮੈਨੂੰ ਆਪਣੇ ਮੂੰਹ ਰਾਹੀਂ ਮੈਨੂੰ ਦੱਸਣਾ ਕਰੋ। ਮਨ ਅਭਿਲਾਖ ਕਹੋ ਸਭ ਪਾਛੇ। ਹਾਂ ਮਹਾਰਾਜ ਮਨ ਅਭਿਲਾਖ, ਫਿਰ ਬਾਅਦ ਵਿੱਚ ਮੈਂ ਦੱਸਾਂਗਾ ਵੀ ਮੇਰੇ ਮਨ ਵਿੱਚ ਕੀ ਹੈ, ਤੁਸੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ।
ਹਾਂਜੀ ਤੁਹਾਡਾ ਨਾਮ ਤੇਰੀ ਜਾਤ ਦੱਸੋ। ਜਬ ਮੈਂ ਜਾਣ ਲਿਓ ਬਿਦ ਆਛੇ। ਜਦੋਂ ਮੈਂ ਚੰਗੀ ਤਰ੍ਹਾਂ ਜਾਣ ਲੂੰਗਾ ਤਾਂ ਮੈਂ ਤੁਹਾਨੂੰ ਆਪਣੀ ਦਿਲ ਦੀ ਗੱਲ ਦੱਸਣੀ ਹੈ। ਸੁਨ ਕਰ ਸ੍ਰੀ ਨਾਨਕ ਜਗ ਸਾਈਂ। ਇਹ ਗੱਲ ਸੁਣ ਕੇ ਨਾ ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਮੁਖ ਸੋ ਸੁਭ ਗਿਰਾ ਅਲਾਈ। ਮਹਾਰਾਜ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ ਜਿਹੜਾ ਕਿ 992 ਅੰਗ ਤੇ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਸੋ ਇੱਥੇ ਮਹਾਰਾਜ ਨੇ ਜਿਹੜਾ ਹੈ ਇੱਕ ਹੋਰ ਸ਼ਬਦ ਉਚਾਰਨ ਕਰਕੇ ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ। ਸੋ ਮਹਾਰਾਜ ਨੇ ਦੇਖੋ ਇਹ ਸ਼ਬਦ ਦੇ ਵਿੱਚ ਨਾ ਮਹਾਰਾਜ ਬੜਾ ਸੋਹਣਾ ਦੱਸਦੇ ਨੇ। ਹੁਣ ਦੇਖੋ ਇਹ ਟੈਸਟ ਲੈਂਦਾ ਨਾ ਮਹਾਰਾਜ ਦਾ, ਮਹਾਰਾਜ ਇਹਦਾ ਬਾਬਲ ਟੈਸਟ ਲੈ ਲੈਂਦੇ ਨੇ ਕਿਉਂਕਿ ਗੁਰੂ ਵੀ ਪੂਰਾ ਹੈ, ਹੁਣ ਇਹ ਸਿੱਖ ਵੀ ਪੂਰਾ ਹੈ, ਹੁਣ ਦੋਵੇਂ ਪੂਰੇ ਮਿਲੇ ਹੋਏ ਹਨ। ਕਹਿੰਦੇ ਜੋਗੀ ਜੁਗਤ ਨਾਮ ਨਿਰਮਾਇਲ। ਕਹਿੰਦੇ ਜਿਹੜਾ ਅਸਲੀ ਜੋਗੀ ਹੁੰਦਾ ਹੈ ਨਾ ਮਹਾਰਾਜ ਕਹਿੰਦੇ ਜੋਗੀ ਜੁਗਤ, ਕਹਿੰਦੇ ਜੋਗੀ ਉਹ ਹੁੰਦਾ ਹੈ ਜਿਹੜਾ ਜੁਗਤੀ ਮੈਥਡ ਨੂੰ ਸਮਝਦਾ ਹੈ। ਨਾਮ ਨਿਰਮਾਇਲ, ਜਿਹੜਾ ਨਾਮ ਨਿਰਮਾਇਲ ਹੈ। ਨਿਰ ਮੀਨਸ ਵਿਦਆਊਟ, ਮੈਲ ਮੀਨਸ ਡਰਟ, ਜਿਹੜਾ ਮਾਇਆ ਦੀ ਜਾਂ ਜਿਹੜੀਆਂ ਹਨ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ। ਜਿਹੜਾ ਨਾਮ ਹੈ ਕਹਿੰਦੇ ਕਿ ਜੋਗੀ ਜੁਗਤ, ਜੋਗੀ ਉਹੀ ਇਹ ਪਰਮਾਤਮਾ ਨੂੰ ਮਿਲਣ ਦੀ ਜੁਗਤੀ ਜਾਣਦਾ ਹੈ ਜਿਹਦੇ ਪੱਲੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ, ਜਿਹੜਾ ਨਾਮ ਮੈਲ ਤੋਂ ਪਰੇ ਹੈ। ਤਾਂ ਕਹਿ ਮੈਲ ਨ ਰਾਤੀ। ਕਹਿਣਗੇ ਜਿਸ ਪਰਮੇਸ਼ਰ ਦੇ ਨਾਮ ਨੂੰ ਕੋਈ ਰੱਤੀ ਮਾਤਰ ਵੀ ਮੈਲ ਨਹੀਂ ਲੱਗਦੀ। ਪ੍ਰੀਤਮ ਨਾਥ ਸਦਾ ਸਚ ਸੰਗੇ। ਕਹਿਣਗੇ ਉਹ ਪ੍ਰੀਤਮ, ਉਹ ਪਰਮੇਸ਼ਰ ਜਿਹੜਾ ਪਿਆਰਾ ਹੈ ਉਹ ਪ੍ਰੀਤਮ ਤਾਂ ਕਹਿੰਦੇ ਹਨ। ਹਾਂਜੀ ਸੋ ਪ੍ਰੀਤਮ ਨਾਥ, ਪ੍ਰੀਤਮ ਜਿਹੜਾ ਪਿਆਰਾ ਸੁਆਮੀ ਹੈ, ਸਦਾ ਸੱਚ ਸੰਗੇ, ਉਹ ਹਮੇਸ਼ਾ ਹੀ ਸੱਚ ਸੰਗੇ ਹੈ, ਉਹ ਸੱਚ ਦਾ ਸੰਗ ਰੱਖਣ ਵਾਲਾ ਹੈ, ਉਹ ਸੱਚੇ ਨਾਲ ਰਹਿਣ ਵਾਲਾ ਹੈ। ਜਨਮ ਮਰਨ ਗਤ ਬੀਤੀ। ਕਹਿਣਗੇ ਜਨਮ ਮਰਨ ਗਤ ਬੀਤੀ, ਜਿਹਨੇ ਵੀ ਪਰਮੇਸ਼ਰ ਨੂੰ ਮੰਨ ਲਿਆ, ਪਰਮੇਸ਼ਰ ਨੂੰ ਜਾਣ ਲਿਆ, ਸੱਚ ਜਾਣ ਲਿਆ, ਉਹਨਾਂ ਦੀ ਜਿਹੜੀ ਹੈ ਜਨਮ ਤੇ ਮਰਨ ਰੀਤ ਬੀਤ ਗਈ, ਮਤਲਬ ਬੀਤ ਗਈ, ਮੁੱਕ ਗਈ, ਉਹਨਾਂ ਦੀ ਸਾਰੀ ਉਹ ਰੀਤੀ ਮੁੱਕ ਜਾਂਦੀ ਹੈ। ਚੌਪਈ ਸਮਝ ਭੂਪ ਕਛ ਔਰੈ ਰੀਤੀ। ਕਹਿਣ ਲੱਗੇ ਇਸ ਕਰਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਜੇ ਤੁਸੀਂ ਮੈਨੂੰ ਜੋਗੀ ਮੰਨਦੇ ਹੋ ਤਾਂ ਜੋਗੀ ਐਸੇ ਹੁੰਦੇ ਨੇ। ਇਹਨਾਂ ਨੂੰ ਜੋਗੀ ਕਹਿੰਦੇ ਹੋ। ਡੈਫੀਨੇਸ਼ਨ ਦਿੱਤਾ ਮਹਾਰਾਜ ਨੇ ਜੋਗੀਆਂ ਦਾ ਵੀ ਜੋਗੀ ਕੌਣ ਹੁੰਦੇ ਨੇ। ਸੋ ਮਹਾਰਾਜ ਕਹਿੰਦੇ ਹੁਣ ਉਹ ਪੁੱਛਦਾ ਹੈ ਨਾ ਵੀ ਮਹਾਰਾਜ ਤੁਸੀਂ ਪਰਮੇਸ਼ਰ ਨਾਲ ਜੁੜੇ ਹੋਏ ਹੋ ਨਾ, ਤੁਹਾਡਾ ਨਾਮ ਤੇ ਜਾਤ ਕੀ ਹੈ ਨਾ। ਸੋ ਮਹਾਰਾਜ ਕਹਿੰਦੇ ਸਮਝ ਭੂਪ ਕਛ ਔਰੀ ਰੀਤੀ। ਕਹਿਣਗੇ ਭੂਪ ਰਾਜਨ ਤੂੰ ਹੋਰ ਤਰ੍ਹਾਂ ਸਮਝਦਾ ਹੈ। ਬੋਲਿਓ ਬਹੁਰ ਬੂਝਨੇ ਪ੍ਰੀਤੀ। ਫਿਰ ਉਹ ਰਾਜਾ ਮੁੜ ਕੇ ਫਿਰ ਪੁੱਛਦਾ ਹੈ, ਰਾਜਾ ਸ਼ਿਵ ਨਾਮ ਕੀ ਪੁੱਛਦਾ ਹੈ? ਜੋਗੀ ਰੂਪ ਆਪ ਕੋ ਹੈ। ਮਹਾਰਾਜ ਤੁਸੀਂ ਯੋਗੀ ਹੋ? ਆਯੂ ਯੋਗੀ? ਹਾਂਜੀ ਉਹ ਪੁੱਛਿਆ ਕਿਉਂਕਿ ਮਹਾਰਾਜ ਨੇ ਯੋਗ ਦਾ ਦੱਸਿਆ ਨਾ, ਕਹਿੰਦਾ ਮਹਾਰਾਜ ਤੁਸੀਂ ਯੋਗੀ ਹੋ? ਹਾਂਜੀ ਫਿਰ ਅਸ ਸੁਨ ਪੁਨ ਸ੍ਰੀ ਨਾਨਕ ਕਹੈ। ਮਹਾਰਾਜ ਨੇ ਇਹ ਸੁਣ ਕੇ ਫਿਰ ਹੁਣ ਦੂਜਾ ਉਹ ਪਦਾ ਤੁਕ ਉਚਾਰਨ ਕੀਤੀ। ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ। ਹਾਂ ਦੇਖੋ ਗੂ ਸਾਈ, ਗੂ ਮੀਨਸ ਸਾਰੀ ਧਰਤੀ, ਸਾਈ ਮੀਨਸ ਮਾਲਕ, ਜਿਹੜਾ ਮਸਤ ਹੈ ਸਾਰੀ ਧਰਤੀ ਦਾ। ਕਹਿੰਦੇ ਗੁਸਾਈ ਤੇਰਾ ਕਹਾ ਨਾਮ, ਵੀ ਤੇਰਾ ਜਿਹੜਾ ਹੈ ਕਿਹਾ ਨਾਮ, ਵੀ ਤੇਰਾ ਕਿੱਡਾ ਕਿ ਤੇਰਾ ਨਾਮ ਹੈ, ਕਿਹੜਾ ਨਹੀਂ ਤੇਰਾ ਨਾਮ ਹੈਗਾ। ਮਤਲਬ ਜਿੰਨੇ ਵੀ ਨਾਮ ਨੇ ਇਹ ਪਰਮੇਸ਼ਰ ਤੇਰੇ ਹੀ ਨੇ। ਸੋ ਕਹਿੰਦੇ ਕਿ ਤੇਰਾ ਕਿਹਾ ਨਾਮ ਐਸੇ ਕੈਸੇ ਜਾਤੀ, ਪਰਮੇਸ਼ਰ ਤੇਰੀ ਜਾਤੀ ਕੀ ਹੈ, ਤੂੰ ਕਿਹੜੀ ਜਾਤ ਦਾ ਹੈ। ਹੁਣ ਉਹਨੇ ਪੁੱਛਿਆ ਨਾ ਗੁਰੂ ਨਾਨਕ ਤੁਹਾਡਾ ਨਾਮ ਕੀ ਹੈ, ਜਾਤੀ ਕੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੋਸਾਈ ਤੇਰਾ ਕਹਾ ਨਾਮ, ਤੇਰਾ ਕੀ ਨਾਮ ਹੈ, ਕੀ ਨਾਮ ਕਰਕੇ ਤੈਨੂੰ ਪੁਕਾਰੀਏ। ਤੇ ਮਹਾਰਾਜ ਕਹਿੰਦੇ ਕੈਸੇ ਜਾਤੀ, ਤੇਰੀ ਜਾਤੀ ਕੈਸੀ ਹੈ। ਜਾ ਤੋ ਭੀਤਰ ਮਹਿਲ ਬੁਲਾਵੈ। ਇਹ ਪਰਮੇਸ਼ਰ ਜੇਕਰ ਤੂੰ ਆਪਣੇ ਅੰਦਰ ਜਿਹੜਾ ਹੈ ਭੀਤਰ ਮਹਿਲ ਬੁਲਾਵੈ, ਤੂੰ ਆਪਣੇ ਜਿਹੜਾ ਹਨ ਮੁਕਤੀ ਰੂਪ ਘਰ, ਆਪਣੇ ਸਵੈ ਰੂਪੀ ਘਰ, ਆਪਣੀ ਆਤਮਾ ਰੂਪੀ ਘਰ ਦੇ ਵਿੱਚ ਸਾਨੂੰ ਬੁਲਾ ਲਵੇਂ। ਪੁੱਛੋ ਬਾਤ ਨਿਰੰਤਰੀ ਰਹੋ। ਮਹਾਰਾਜ ਫੇਰ ਜਿਹੜੀ ਹੈ ਨਿਰੰਤਰੀ। ਸੋ ਨਿਰੰਤਰ ਵਿੱਚ ਜਿਹਦੇ ਵਿੱਚ ਅੰਤਰ ਕੋਈ ਨਹੀਂ, ਜਿਹਦੇ ਵਿੱਚ ਡਿਫਰੈਂਸ ਕੋਈ ਨਹੀਂ। ਤਾਂ ਇਹ ਵਰਡ ਜਿਹੜੀ ਹੈ ਨਾ ਦੋ ਵਰਡਸ ਨੂੰ ਇੱਕ ਬਣਾਇਆ ਹੈ। ਸੋ ਇੱਕ ਤਾਂ ਹੈ ਨਿਰ ਮੀਨਸ ਵਿਦਆਊਟ, ਜਿਹੜਾ ਉਹ ਟਿੱਪੀ ਆਉਂਦੀ ਹੈ ਉੱਥੇ ਐੜਾ ਲੱਗ ਜਾਣਾ ਹੈ। ਨਿਰੰਤਰੀ ਜਿਹਦੇ ਚ ਅੰਤਰ ਮੀਨਸ ਡਿਫਰੈਂਸ, ਜਿਹਦੇ ਡਿਫਰੈਂਸ ਨਹੀਂ ਹੈਗਾ। ਸੋ ਕਹਿੰਦੇ ਪੁੱਛੋ ਬਾਤ ਨਿਰੰਤਰੀ। ਮਹਾਰਾਜ ਜੇ ਤੂੰ ਜਿਹੜਾ ਹੈ, ਜੇ ਤੂੰ ਸਾਡੇ ਆਤਮਾ ਰੂਪ ਨੂੰ ਸਾਨੂੰ ਰਿਵੀਲ ਕਰ ਦਵੇਂ ਤਾਂ ਫਿਰ ਅਸੀਂ ਤੈਨੂੰ ਪੁੱਛਾਂਗੇ ਤੇਰਾ ਉਸ ਰੂਪ ਨੂੰ ਦਿਖਾਓ ਜਿਹਦੇ ਵਿੱਚ ਅੰਤਰ ਡਿਫਰੈਂਸ ਕੋਈ ਨਾ ਹੋਵੇ। ਸੋ ਮਹਾਰਾਜ ਨੇ ਇਹ ਕਹਿ ਦਿੱਤਾ ਜੀ। ਹੁਣ ਚੌਪਈ ਅਸ ਸੁਣ ਬੋਲਿਓ ਬਹੁਰ ਰਜਾਨਾ। ਇਹ ਸੁਣ ਕੇ ਨਾ ਹੁਣ ਰਾਜਾ ਸ਼ਿਵ ਨਾ ਫੇਰ ਬੋਲਿਆ ਜੀ। ਫੇਰ ਕੀ ਕਹਿੰਦਾ? ਸਮਝਤ ਕਛੂ ਆਨ ਤੇ ਆਨ। ਉਹਨੇ ਹੋਰ ਦਾ ਹੋਰੇ ਸਮਝ ਲਿਆ ਰਾਜੇ ਨੇ, ਵਿਚਾਰੇ ਨੇ, ਰਾਜਾ ਸ਼ਿਵ ਨਾਮ ਨੇ। ਜੇ ਬ੍ਰਾਹਮਣ ਹੈ ਤੁਮਰੀ ਜਾਤੀ। ਮਹਾਰਾਜ ਤੁਸੀਂ ਬ੍ਰਾਹਮਣ ਹੋ?
ਹਾਂ ਤੂੰ ਬ੍ਰਾਹਮਣ ਜਾਤੀ ਵਿੱਚੋਂ ਹੋ। ਕਰਨਾ ਕਰ ਕਹੀਏ ਬਖਿਆਤੀ। ਮਹਾਰਾਜ ਪ੍ਰਗਟ ਕਰਕੇ ਦੱਸ ਦਿਓ ਜੇ ਤੁਸੀਂ ਬ੍ਰਾਹਮਣ ਹੋ। ਮਹਾਰਾਜ ਨੇ ਫਿਰ ਹੁਣ ਤੀਜਾ ਹੀ ਤੁਕ ਪੜੀ ਹੁਣ। ਬ੍ਰਾਹਮਣ ਬ੍ਰਹਮ ਗਿਆਨ ਇਸਨਾਨੀ। ਕਹਿਣ ਲੱਗੇ ਬ੍ਰਾਹਮਣ ਉਹੀ ਹੁੰਦਾ ਹੈ ਜੋ ਬ੍ਰਹਮ ਗਿਆਨ ਇਸਨਾਨੀ, ਜੋ ਬ੍ਰਹਮ ਗਿਆਨ ਦੇ ਇਸ਼ਨਾਨ ਵਿੱਚ ਨਹਾਉਂਦਾ ਹੈ, ਜੋ ਬ੍ਰਹਮ ਗਿਆਨ ਦਾ ਇਸ਼ਨਾਨ ਕਰਦਾ ਹੈ ਉਹੀ ਬ੍ਰਾਹਮਣ ਹੈ। ਹਰ ਗੁਣ ਪੂਜੈ ਪਾਤੀ। ਤੇ ਹਰ ਪਰਮੇਸ਼ਰ ਦੇ ਗੁਣਾਂ ਨੂੰ ਪੂਜਦਾ ਹੈ। ਪਾਤਰ ਨਾ ਜਿਵੇਂ ਉਹਨਾਂ ਦੇ ਹੁੰਦੇ ਨਾ ਜਿਹੜੇ ਪੂਜਾ ਕਰਨ ਵਾਲੇ ਭਾਂਡੇ ਹੁੰਦੇ ਨੇ, ਹੋਰ ਉਹ ਪਾਤੀ ਕਹਿੰਦੇ ਨੇ ਉਹਨਾਂ ਨੂੰ। ਕਹਿੰਦੇ ਪਰਮੇਸ਼ਰ ਦੇ ਗੁਣ ਹੀ ਉਹ ਪਾਤੀ ਨੇ, ਉਹ ਭਾਂਡੇ ਨੇ ਜਿਹਦੀ ਉਹ ਪੂਜਾ ਕਰਦਾ ਹੈ। ਏਕੋ ਨਾਮ ਏਕ ਨਰਾਇਣ। ਦੇਖੋ ਇੱਕੋ ਹੀ ਨਾਮ ਹੈ, ਇੱਕ ਹੀ ਨਰ ਆਇਨ। ਨਰ ਆਇਨ ਮੀਨਸ ਨਰਾਂ ਦਾ ਘਰ, ਆਇਨ ਮੀਨਸ ਘਰ, ਨਰ ਮੀਨਸ ਨਰ, ਜੀਵ, ਜੀਵਾਂ ਦਾ ਘਰ ਜਿਹੜਾ ਪਰਮੇਸ਼ਰ ਹੈ। ਕਹਿੰਦੇ ਉਹਦਾ ਇੱਕੋ ਹੀ ਨਾਮ ਹੈ ਤੇ ਉਹ ਇੱਕੋ ਹੀ ਪਰਮੇਸ਼ਰ ਜਿਹੜਾ ਨਰਾਂ ਦਾ ਘਰ ਹੈ। ਮਤਲਬ ਸਾਰੇ ਜੀਵ ਆਪਾਂ ਆਤਮਾ ਸਰੂਪ ਹਾਂ। ਸੋ ਉਹ ਆਤਮਾ ਸਾਰੀ ਪਰਮਾਤਮਾ ਵਿੱਚ ਲੀਨ ਹੁੰਦੀ ਹੈ। ਜਿਵੇਂ ਸਨ ਦੇ ਵਿੱਚ ਰੇ ਆਪਣੇ ਆਪ ਉਹਦੇ ਵਿੱਚ ਸਮਾ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਉਹ ਨਾਰਾਇਣ ਰੂਪ ਹੈ। ਤ੍ਰਿਭਵਨ ਏਕਾ ਜੋਤੀ। ਕਿਉਂਕਿ ਤ੍ਰਿਭਵਨ ਤਿੰਨੇ ਭਵਨਾਂ ਦੇ ਵਿੱਚ ਉਹ ਇੱਕੋ ਹੀ ਜੋਤ ਪਰਮੇਸ਼ਰ ਦੀ ਵਾਸਾ ਕਰ ਰਹੀ ਹੈ। ਜੋ ਇਹ ਗਿਆਨ ਰੱਖਣ ਵਾਲਾ ਉਹ ਬ੍ਰਾਹਮਣ ਹੈ, ਉਹ ਬ੍ਰਹਮ ਨੂੰ ਜਾਣਨ ਵਾਲਾ ਹੈ, ਪਛਾਣਨ ਵਾਲਾ ਹੈ। ਚੌਪਈ ਸੁਨ ਕਰ ਐਸੇ ਬਚਨ ਅਨੂਪਾ। ਐਸੇ ਬਚਨ ਅਨੂਪ ਵਾਲੇ, ਅਨੂਪ ਮਤਲਬ ਜਿਹੜੀ ਉਪਮਾ ਤੋਂ ਪਰੇ ਨੇ, ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਬਹੁਰ ਬੋਲਤ ਭਾ ਬਚ ਭੂਪਾ। ਫੇਰ ਬੋਲਿਆ ਜੀ ਹੁਣ ਰਾਜਾ ਸ਼ਿਵ ਨੇ ਫੇਰ ਪੁੱਛਿਆ, ਹੁਣ ਕੀ ਪੁੱਛਦਾ ਹੈ? ਜਾਤ ਤੁਮਾਰੀ ਖੱਤਰੀ ਹੈ। ਮਹਾਰਾਜ ਤੁਸੀਂ ਖੱਤਰੀ ਹੋ? ਹਾਂਜੀ ਹੁਣ ਮੈਨੂੰ ਦੱਸੋ ਜੇ ਤੁਸੀਂ ਖੱਤਰੀ ਹੋ। ਸੁਨਿਓ ਕਮਲ ਨੈਣ ਪੁਨ ਕਹੈ। ਫਿਰ ਨੈਣ ਕਹਿਣਗੇ ਮਹਾਰਾਜ ਕਮਲ ਨੈਣ, ਹੁਣ ਮਹਾਰਾਜ ਕਮਲ ਵਰਗੇ ਨੈਣਾ ਵਰਗੇ ਗੁਰੂ ਸਾਹਿਬ ਜੀ ਹੁਣ ਕਹਿਣ ਲੱਗੇ ਜਿਹਵਾ ਡੰਡੀ ਇਹੋ ਘਟ ਸ਼ਾਬਾ। ਕਹਿਣ ਲੱਗੇ ਦੇਖੋ ਜਿਹਵਾ ਜੀਭ ਜਿਹੜੀ ਹੈ ਨਾ ਇਹ ਸੱਚ ਬੋਲਣ ਵਾਲੀ ਹੈ। ਇਹ ਇੱਕ ਵੇ ਹੈ, ਤਕੜੀ ਹੈ, ਤਕੜੀ ਹੈ ਤੇ ਇਹਦੇ ਦੋ ਸ਼ਾਬੇ ਨੇ। ਸੋ ਦੋ ਸ਼ਾਬੇ ਕੀ ਆ? ਇਹਦੇ ਵਿੱਚ ਚਿੱਤ ਹੈ ਤੇ ਬੁੱਧੀ ਹੈ। ਬੁੱਧੀ ਤੇ ਜਿਹੜਾ ਹੈ ਚਿੱਤ ਇਹਦੇ ਸ਼ਾਬੇ ਨੇ। ਇਹ ਜੀਭ ਇੱਕ ਤਕੜੀ ਹੈ ਤੋਲਣ ਵਾਲੀ। ਹਾਂਜੀ ਤੋਲੋ ਨਾਮ ਅਜਾਚੀ। ਕਹਿਣਗੇ ਉਹ ਨਾਮ ਨੂੰ ਤੋਲੋ ਜੋ ਅਜਾਚੀ ਹੈ, ਜਿਹੜਾ ਨਹੀਂ ਮੰਗਿਆ ਜਾਂਦਾ, ਜਿਹੜਾ ਮੰਗਣ ਤੋਂ ਨਹੀਂ ਮਿਲਦਾ, ਕਿਰਪਾ ਕਰਕੇ ਮਿਲਦਾ ਹੈ ਉਹ ਨਾਮ ਪਰਮੇਸ਼ਰ ਦਾ। ਏਕੋ ਹਾਟ ਸਾਹੋ ਸਭਨਾ ਸਿਰ। ਦੇਖੋ ਇੱਕੋ ਹਾਟ, ਇੱਕੋ ਦੁਕਾਨ ਤੋਂ ਪਰਮੇਸ਼ਰ ਦਾ ਨਾਮ ਮਿਲਦਾ ਹੈ। ਉਹ ਪਰਮੇਸ਼ਰ ਤੋਂ ਹੀ ਪਰਮੇਸ਼ਰ ਦਾ ਨਾਮ ਮਿਲਦਾ ਹੈ। ਇੱਕੋ ਹੱਟ, ਇੱਕੋ ਹੀ ਇੱਕ ਦੁਕਾਨ ਹੈ। ਸ਼ਾਹੋ ਵਣਜਾਰੇ ਸ਼ਾਹੋ ਸਭਨਾ ਸਿਰ। ਇੱਕੋ ਹੀ ਸ਼ਾਹ ਪਰਮੇਸ਼ਰ ਹੈ ਉਹ ਨਾਮ ਨੂੰ ਦੇਣ ਵਾਲਾ, ਜਿਹੜਾ ਸਾਰਿਆਂ ਦੇ ਸਿਰ ਉੱਤੇ ਹੈ, ਮਤਲਬ ਸਾਰਿਆਂ ਦਾ ਸਿਰ ਮੋਹਰ ਹੈ। ਫਿਰ ਵਣਜਾਰੇ ਇੱਕ ਭਾਤੀ। ਵਣਜਾਰੇ ਇੱਕ ਭਾਤੀ। ਕਹਿਣਗੇ ਜਿਹੜੇ ਵਣਜਾਰੇ ਨੇ ਉਹ ਜਿਹੜੇ ਅਧਿਕਾਰੀ ਵਣਜਾਰੇ ਆਉਂਦੇ ਨੇ, ਜਿਹੜੇ ਕੁਆਲੀਫਾਈਡ ਨੇ ਇਹ ਨਾਮ ਵਾਸਤੇ। ਕਹਿਣਗੇ ਵਣਜਾਰੇ ਇੱਕ ਭਾਤੀ। ਵਣਜਾਰੇ ਇੱਕ ਤਰ੍ਹਾਂ ਦੇ ਨੇ ਜਿਹੜੇ ਅਧਿਕਾਰੀ ਹੁੰਦੇ ਨੇ। ਦੇਖੋ ਨਾਮ ਜਿਹੜਾ ਹੈ ਨਾ ਇਹ ਹਰ ਇੱਕ ਨੂੰ ਥੋੜ੍ਹਾ ਮਿਲਦਾ। ਹਾਂਜੀ ਜਿਹੜਾ ਅਧਿਕਾਰੀਆਂ ਨੂੰ ਮਿਲਦਾ, ਕੁਆਲੀਫਾਈਡ ਵਾਲਿਆਂ ਨੂੰ ਪਰਮੇਸ਼ਰ ਦਿੰਦਾ ਆਪਣਾ ਨਾਮ। ਚੌਪਈ ਤਦਪਨ ਨਿਸ਼ਚਾ ਭੂਪਤ ਆਵਾ। ਸੋ ਉਸ ਵੇਲੇ ਜਿਹੜਾ ਹੈ ਇਹ ਜਿਹੜਾ ਹੈ ਤਦਪ ਕਹਿੰਦੇ ਉਸ ਵੇਲੇ ਨਿਸ਼ਚਾ ਆ ਗਿਆ, ਫੇਤ ਆ ਗਿਆ ਹੁਣ ਰਾਜਾ ਸ਼ਿਵਨਾਮ ਨੂੰ। ਮਨ ਕੈ ਵਿਖੇ ਅਧਿਕ ਉਕਲਾਵਾ। ਹੁਣ ਮਨ ਦੇ ਵਿੱਚ ਜਿਹੜਾ ਹੈ ਅਕਲਾਵਾ, ਥੋੜਾ ਜਿਹਾ ਅੱਕ ਜੇ ਗਿਆ, ਹੁਣ ਸਮਝ ਨਹੀਂ ਆ ਰਹੀ। ਨਾਲ ਨਾਲ ਉਹਨੂੰ ਨਿਸ਼ਚਾ ਵੀ ਆ ਰਿਹਾ ਹੈ ਤੇ ਨਾਲ ਨਾਲ ਉਹਦਾ ਡਾਊਟ ਵੀ ਤੁਰਿਆ ਫਿਰਦਾ ਹੈ। ਨਿਰਣੇ ਕਰਨ ਹੈ ਜਾਤ ਬਤਾਵੈ। ਹੁਣ ਉਹਨੂੰ ਇਹ ਹੋ ਗਿਆ ਵੀ ਗੁਰੂ ਨਾਨਕ ਸਿੱਧੇ ਪੱਧਰੇ ਮੈਨੂੰ ਦੱਸ ਨਹੀਂ ਰਿਹਾ ਉਹਨਾਂ ਦੀ ਜਾਤ ਕੀ ਹੈ। ਉਹ ਤਾਂ ਡਿਟੇਲ ਲਈ ਬੈਠਾ ਸੀਗਾ ਟਿਕ ਕਰਨ ਵਾਸਤੇ। ਓਕੇ ਟੇਕ 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 ਨਾ, ਜਿਵੇਂ ਇੱਕ ਮੇਰੇ ਖਿਆਲ ਉਹਨੇ ਇੱਕ ਚੈੱਕ ਲਿਸਟ ਬਣਾਈ ਹੋਈ ਸੀ। ਨਹਿ ਨਿਜ ਆਨਨ ਨਾਮ ਅਲਾਵੈ। ਕਹਿਣ ਕਿ ਆਪਣੇ ਮੁਖ ਤੋਂ ਆਪਣਾ ਨਾਮ ਕਿਉਂ ਨਹੀਂ ਲੈ ਰਿਹਾ ਗੁਰੂ ਨਾਨਕ ਸਾਹਿਬ ਜੀ? ਕਿਉਂ ਨਹੀਂ ਦੱਸ ਰਿਹਾ ਕੀ ਨਾਮ ਹੈ? ਦੋਹਰਾ ਸਾਧ ਗ੍ਰਸਤੀ ਜਗਤ ਮੈਂ ਔਰ ਸੇ ਮੁਖੀ ਸੰਤ। ਹਾਂ ਕਹਿਣਗੇ ਸਾਧ ਗ੍ਰਸਤੀ, ਜਿਹੜੇ ਸਾਧ ਹੁੰਦੇ ਨੇ, ਜਿਹੜੇ ਗ੍ਰਸਤੀ ਫੈਮਿਲੀ ਪੀਪਲ ਹੁੰਦੇ ਨੇ ਜਗਤ ਮੈਂ, ਕਿਉਂਕਿ ਬਹੁਤ ਇਹ ਜਗਤ ਵਿੱਚ ਔਰ ਸਮੁਖੀ ਸੰਤ, ਹੋਰ ਵੀ ਬੜੇ ਚੰਗੇ ਜਾਤ ਵਾਲੇ, ਚੰਗੇ ਜਿਹੜੇ ਪਹੁੰਚੇ ਹੋਏ ਸੰਤ ਹਨ ਸਾਰੇ। ਉਬੈ ਮਦ ਤੁਮ ਕੌਣ ਹੋ। ਕਹਿਣਗੇ ਦੋਹਾਂ ਵਿੱਚੋਂ ਤੁਸੀਂ ਕੌਣ ਹੋ? ਤੁਸੀਂ ਗ੍ਰਸਤੀ ਹੋ, ਸੰਤ ਹੋ, ਤੁਸੀਂ ਕੀ ਹੋ? ਇਹਨਾਂ ਦੋਵਾਂ ਵਿੱਚੋਂ ਤੁਸੀਂ ਕੀ ਹੋ? ਕਹੋ ਸੰਤ ਜੀ ਮੰਤ। ਕਹਿਣਗੇ ਇਹ ਮਹਾਰਾਜ, ਇਹ ਸੰਤ ਜੀ ਮੈਨੂੰ ਜਿਹੜਾ ਹੈ ਛੁਪਾ ਕੇ ਨਾ ਦੱਸੋ, ਸਿੱਧਾ ਹੀ ਦੱਸ ਦਿਓ ਤੁਸੀਂ ਕੌਣ ਹੋ। ਉਹ ਜਿਹੜਾ ਥੋੜਾ ਜਿਹਾ ਨਾ ਉਹ ਰੈਸਟ ਲਾ ਕੇ ਉਹ ਹੋ ਰਿਹਾ ਹੈ, ਜਿਹੜਾ ਉਤਾਵਲਾ ਹੋ ਰਿਹਾ ਵੀ ਮੈਨੂੰ ਛੱਤੀ ਪਤਾ ਲੱਗ ਜਾਵੇ। ਦੋਵੇਂ ਸਿਰੇ ਸਤਿਗੁਰੂ ਨਵੇੜੇ। ਮਹਾਰਾਜ ਨੇ ਕਹਿਣਾ ਦੋਵੇਂ ਸਿਰ ਹੈ। ਕਹਿੰਦੇ ਦੋਵੇਂ ਪਾਸੇ ਜਿਹੜਾ ਹੈ ਨਾ, ਗ੍ਰਸਤੀ ਦਾ ਹੋਵੇ ਚਾਹੇ ਸੰਤ ਦਾ ਪਾਸਾ ਹੋਵੇ, ਇਹਨੂੰ ਸੰਪੂਰਨ ਕਰਨ ਵਾਲਾ ਪਰਮੇਸ਼ਰ ਹੈ। ਪਰਮੇਸ਼ਰ ਇੱਕ ਗ੍ਰਸਤੀ ਨੂੰ ਵੀ ਪੂਰਨ ਗ੍ਰਸਤੀ ਬਣਾ ਦਿੰਦਾ ਹੈ, ਇੱਕ ਸੰਤ ਨੂੰ ਪੂਰਨ ਸੰਤ ਬਣਾ ਦਿੰਦਾ ਹੈ। ਤੇ ਦੋਵੇਂ ਸਿਰੇ ਸਤਿਗੁਰੂ ਨਿਬੇੜੇ।
ਉਹ ਸਤਿਗੁਰੂ ਹੀ ਨਿਬੇੜਦੇ ਹਨ ਦੋਵੇਂ ਸਿਰੇ। ਸੋ ਬੂਝੈ ਜਿਸ ਏਕ ਲਿਵ ਲਾਗੀ। ਕਹਿਣਗੇ ਪਰ ਉਹੀ ਸਮਝਦਾ ਹੈ ਜਿਹਦੀ ਲਿਵ ਪਰਮੇਸ਼ਰ ਨਾਲ ਜੁੜੀ ਹੋਵੇ। ਇਹ ਗੱਲ ਨੂੰ ਉਹੀ ਸਮਝ ਸਕਦਾ ਹੈ। ਜੀਉ ਰਹਿ ਨਿਭਰਾਤੀ। ਹਾਂ, ਕਹਿਣਗੇ ਜੀਵੋ ਰਹਿ ਨਿਰਭਰਾਤੀ। ਕਹਿਣਗੇ ਜੀਵੋ, ਕਹਿਣਗੇ ਇਹ ਜੀਵ ਜਿਹੜੇ ਨੇ ਨਿਰਭ੍ਰਾਂਤੀ, ਭ੍ਰਾਂਤੀ ਮੀਨਸ ਜਿਹੜਾ ਹੈ ਦੁੱਖ ਤੋਂ ਰਹਿਤ ਹੋ ਕੇ। ਕਹਿਣਗੇ ਜਿਹੜੇ ਦੁੱਖ ਤੋਂ ਰਹਿਤ ਹੋ ਜਾਂਦੇ ਨੇ, ਕਹਿਣਗੇ ਉਹੀ ਜਿਹੜੇ ਜਨਮ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਂਦੇ, ਜੀਵੋ ਰਹਿ, ਉਹੀ ਮੁਕਤੀ ਨੂੰ ਪਾ ਕਰਕੇ ਅਮਰ ਜੀਵਨ ਵਿੱਚ ਜਿਉਂਦੇ ਹਨ। ਸ਼ਬਦ ਵਸਾਏ ਭਰਮ ਚੁਕਾਏ। ਹਾਂ, ਕਹਿੰਦੇ ਸ਼ਬਦ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ, ਭਰਮ ਉਹਨਾਂ ਦਾ ਚੁੱਕਿਆ ਜਾਂਦਾ, ਉਹਨਾਂ ਦਾ ਇਲੂਸ਼ਨਸ ਮੁੱਕ ਜਾਂਦੇ ਹਨ। ਸਦਾ ਸੇਵਕ ਦਿਨ ਰਾਤੀ। ਉਹ ਸਦਾ ਹੀ ਸੇਵਕ ਬਣ ਕੇ ਪਰਮੇਸ਼ਰ ਦੀ ਭਗਤੀ ਵਿੱਚ ਲੱਗੇ ਰਹਿੰਦੇ ਹਨ। ਚੌਪਈ ਬਹੁ ਵਿਚਾਰ ਕਰ ਸੋਚਣ ਲੱਗਾ। ਹੁਣ ਵਿਚਾਰਾ ਇਸ ਸੁਣ ਕੇ ਨਾ ਰਾਜਾ ਸ਼ਿਵਨਾਭ ਸੋਚਣ ਲੱਗ ਗਿਆ। ਕਹਿੰਦਾ ਹੁਣ ਬੜਾ ਡੂੰਘੀ ਸੋਚ ਵਿੱਚ ਪੈ ਗਿਆ ਜੀ। ਹੁਣ ਘਟੀ ਬਿਤੈ ਪੁਨ ਕਹਿ ਵਡਭਾਗਾ। ਹੁਣ ਘੜੀ ਬੀਤ ਗਈ, 24 ਮਿੰਟ ਵਾਸਤੇ ਚੁੱਪੇ ਰਿਹਾ। ਹੁਣ ਸੋਚਦਾ ਰਿਹਾ ਵੀ ਇਹ ਕੀ ਰਿਡਲ ਹੈ, ਇਹ ਕਿਵੇਂ ਮਹਾਰਾਜ ਮੈਨੂੰ ਕੀ ਦੱਸ ਰਹੇ ਨੇ, ਕੀ ਕਰ ਰਹੇ ਹਨ। ਜੇ ਤੁਮ ਗੋਰਖ ਦੇਹੋ 부ਝਾਈ। ਹੁਣ ਪੁੱਛਣ ਲੱਗਿਆ ਮਹਾਰਾਜ ਤੁਸੀਂ ਗੋਰਖਨਾਥ ਤਾਂ ਨਹੀਂ ਆ ਗਏ? ਕਹਿੰਦੇ ਜਿਹੜਾ ਜੋਗੀਆਂ ਦਾ ਵੱਡਾ ਸੀ ਨਾ ਗੋਰਖਨਾਥ, ਕਹਿੰਦੇ ਮਹਾਰਾਜ ਤੁਸੀਂ ਗੋਰਖਨਾਥ ਹੋ। ਫਿਰ ਸੁਨ ਕਰ ਸਤਿਗੁਰ ਗਿਰਾ ਅਲਾਈ। ਹੁਣ ਮਹਾਰਾਜ ਨੇ ਫੇਰ ਇਹ ਸ਼ਬਦ ਦਾ ਅਖੀਰਲੀਆਂ 2 ਤੁਕਾਂ ਉਚਾਰਨ ਕੀਤੀਆਂ ਦੱਸਣ ਵਾਸਤੇ। ਉਪਰ ਗਗਨ ਗਗਨ ਪਰ ਗੋਰਖ। ਲਿਖੋ, ਕਹਿੰਦੇ ਉੱਪਰ ਗਗਨ, ਧਰਤੀ ਦੇ ਉੱਤੇ ਆਕਾਸ਼ ਹੈ, ਆਕਾਸ਼ ਦੇ ਉੱਤੇ ਉਹ ਗੋਰਖ ਹੈ, ਉਹ ਪਰਮੇਸ਼ਰ ਹੈ ਜੋ ਕਿ ਪੌਣ ਪਾਣੀ ਜਿੰਨੇ ਵੀ 5 ਤੱਤਾਂ ਨੂੰ ਬਣਾਉਣ ਵਾਲਾ ਉਹ ਪਰਮੇਸ਼ਰ ਹੈ। ਕਹਿੰਦੇ ਉਹ ਗਗਨ ਤੋਂ ਵੀ ਉੱਤੇ ਹੈ, ਮਤਲਬ ਸਾਰੀ ਸ੍ਰਿਸ਼ਟੀ ਦੀ ਰਚਨਾ ਸੰਭਾਲ ਤੇ ਉਹ ਆਪ ਹੀ ਕਰਦਾ ਹੈ ਪਰਮੇਸ਼ਰ। ਤਾਂਕਾ ਅਗਮ ਗੁਰੂ ਪਨਵਾਸੀ। ਕਹਿੰਗੇ ਤਾਂਕਾ ਅਗੰਮ, ਕਹਿੰਗੇ ਤਾਂਕਾ ਅਗੰਮ, ਉਹ ਮਨ ਦੀ ਗਮਤਾ ਸਮਝ ਤੋਂ ਪਰੇ ਹੈ ਪਰਮੇਸ਼ਰ। ਕਹਿੰਦੇ ਗੁਰੂ ਪੁਨਵਾਸੀ, ਪਰ ਗੁਰੂ ਪੁਨਵਾਸੀ ਗੁਰੂ ਤੋਂ ਉਸਦਾ ਪਤਾ ਲੱਗ ਜਾਂਦਾ ਹੈ, ਗੁਰੂ ਤੋਂ ਉਹਦਾ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂ ਪੁਨਵਾਸੀ ਕਿਉਂਕਿ ਗੁਰੂ ਉਹਦੇ ਕੋਲ ਰਹਿਣ ਵਾਲਾ ਹੈ, ਗੁਰੂ ਉਹਦੇ ਭੇਤ ਨੂੰ ਜਾਣਨ ਵਾਲਾ ਹੈ, ਇਸ ਕਰਕੇ ਗੁਰੂ ਤੋਂ ਪਰਮੇਸ਼ਰ ਦਾ ਪਤਾ ਲੱਗਦਾ ਹੈ। ਪਰਮੇਸ਼ਰ ਦੇ ਬਾਰੇ ਕੌਣ ਦੱਸਦਾ ਹੈ? ਗੁਰੂ ਹੀ ਦੱਸਦਾ ਹੈ ਨਾ, ਕਿਉਂਕਿ ਗੁਰੂ ਉਹਦਾ ਜਾਣੂ ਹੈ, ਉਹਨੂੰ ਜਾਣਨ ਵਾਲਾ ਹੈ। ਗੁਰ ਬਚਨੀ ਬਾਹਰ ਕਰ ਏਕੋ। ਹਾਂ ਦੇਖੋ, ਗੁਰ ਬਚਨੀ, ਕਹਿੰਦੇ ਗੁਰੂ ਦੀ ਬਚਨੀ, ਗੁਰੂ ਦਾ ਉਪਦੇਸ਼ ਜਿਹੜਾ ਹੈ, ਬਾਹਰ ਕਰ ਏਕੋ, ਬਾਹਰ ਤੇ ਘਰ ਦੇ ਵਿੱਚ, ਸਰੀਰ ਦੇ ਅੰਦਰ ਤੇ ਬਾਹਰ ਉਹ ਪਰਮੇਸ਼ਰ ਇੱਕੋ ਹੀ ਹੈ, ਕੋਈ ਫਰਕ ਨਹੀਂ। ਆਪਾਂ ਨੂੰ ਤਾਂ ਹੋਰ ਲੱਗਦਾ ਨਾ ਵੀ ਅੰਦਰ ਆਪਾਂ ਹੋਰ ਬਾਹਰ ਹੋਰ ਹੈ, ਪਰ ਕਹਿੰਦੇ ਅੰਦਰ ਤੇ ਬਾਹਰ ਪਰਮੇਸ਼ਰ ਇੱਕ ਹੈ। ਨਾਨਕ ਭਇਆ ਉਦਾਸੀ। ਕਹਿੰਦੇ ਨਾਨਕ ਭਇਆ ਉਦਾਸੀ। ਹੁਣ ਗੁਰੂ ਨਾਨਕ ਨੇ ਨਾਂ ਦੱਸਦਾ, ਹਾਂਜੀ, ਕਹਿੰਦੇ ਨਾਨਕ ਭਇਆ ਉਦਾਸੀ। ਇਸ ਕਰਕੇ ਨਾਨਕ ਉਦਾਸ ਹੋ ਗਿਆ ਦੁਨੀਆ ਤੋਂ, ਜਦੋਂ ਪਰਮੇਸ਼ਰ ਨੂੰ ਜਾਣਿਆ ਵੀ ਸਭ ਕੁਝ ਤਾਂ ਪਰਮੇਸ਼ਰ ਆਪ ਹੀ ਹੈ। ਚੌਪਈ ਸੁਣੀ ਜਬੈ ਬਾਣੀ ਸੁਖ ਰਾਸੀ। ਜਦੋਂ ਇਹ ਬਾਣੀ ਦੀ ਪੂਰਾ ਸ਼ਬਦ ਇਹ ਜਦ ਰਾਜਾ ਸ਼ਿਵਨਾਮ ਨੇ ਸੁਣਿਆ, ਸੁਖ ਦੇਣ ਵਾਲਾ, ਜਨ ਹੋ ਨਾਨਕ ਭਇਆ ਉਦਾਸੀ। ਉਹਨੂੰ ਪਤਾ ਲੱਗ ਗਿਆ, ਜਦੋਂ ਤੁਕ ਪੜੀ ਨਾ ਨਾਨਕ ਭਇਆ ਉਦਾਸੀ, ਇਹ ਨਾਨਕ ਹੀ ਹੈ। ਹੁਣ ਉਹਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਹੈ। ਨਿਸ਼ਚਾ ਦ੍ਰਿੜ ਕੀਨੋ ਮਨ। ਉਹਨੇ ਆਪਣੇ ਮਨ 'ਚ ਨਿਸ਼ਚਾ ਕਰ ਲਿਆ, ਫੇਥ ਕਰ ਲਿਆ ਵੀ ਗੁਰੂ ਨਾਨਕ ਜੀ ਹਨ। ਬੋਹਰ ਨ ਕਬਹੂ ਭਇਓ ਡੁਲਾਉ। ਉਸ ਤੋਂ ਬਾਅਦ ਰਾਜਾ ਸ਼ਿਵਨਾਮ ਨੇ ਆਪਣਾ ਮਨ ਨਹੀਂ ਡੁਲਾਇਆ, ਬਸ ਉਹਨੇ ਮੰਨ ਲਿਆ ਵੀ ਇਹੀ ਗੁਰੂ ਨਾਨਕ ਨੇ। ਪ੍ਰੇਮ ਵਿਖੈ ਪੀ ਗਦ ਗਦ ਬਾਣੀ। ਉਹ ਇੰਨਾ ਪ੍ਰੇਮ ਵਿੱਚ ਗਿਆ, ਉਹ ਬੋਲਿਆ ਨਹੀਂ ਜਾਂਦਾ, ਉਹ ਗਦ ਗਦ ਹੋ ਗਈ ਬਾਣੀ। ਵਿਚਾਰਾ ਬੋਲਣਾ ਚਾਹੁੰਦਾ, ਰਾਜਾ ਸ਼ਿਵ ਬੋਲਿਆ ਨਹੀਂ ਜਾਂਦਾ, ਇੰਨੇ ਪ੍ਰੇਮ ਵਿੱਚ ਆ ਗਿਆ। ਭਨਤ ਬਿਨੈ ਉਸਤਤ ਪਦ ਸਾਨੀ। ਕਹਿੰਦੇ ਭਨਤ ਬਿਨੈ, ਆਪਣੇ ਜਿਹੜਾ ਹਨ ਮਹਾਰਾਜ ਦੇ ਚਰਨਾਂ ਤੇ ਪੈ ਕੇ ਮਹਾਰਾਜ ਦੇ ਜਿਹੜਾ ਉਸਤਤ ਗਾਉਣ ਲੱਗਿਆ, ਉਸਤਤ ਕਰਦਾ ਹੈ ਸਤਿਗੁਰਾਂ ਦੀ। ਜਨਮ ਧਨ ਵਡਭਾਗ ਹਮਾਰਾ। ਕਹਿੰਦੇ ਜਨਮ ਧਨ, ਮੇਰਾ ਜਨਮ ਧਨ ਹੋ ਗਿਆ, ਭਇਓ ਜਿਹੜਾ ਹੈ ਵਡਭਾਗ ਹਮਾਰਾ, ਮੇਰੇ ਵੱਡੇ ਭਾਗ ਹਨ। ਜਾਂ ਤੇ ਦਰਸ਼ਨ ਭਇਓ ਤੁਮਾਰਾ। ਜਿਹਦੇ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ। ਹੁਣ ਮਨ ਮੇਰੇ ਕੀ ਜਾਣੋ ਸੁਆਮੀ। ਮਹਾਰਾਜ ਮੇਰੇ ਮਨ ਦੀ ਤੁਸੀਂ ਜਾਣਦੇ ਹੋ, ਮੇਰੇ ਮਾਲਕ, ਮੇਰੇ ਸੁਆਮੀ। ਬਨੈ ਨਾ ਕਹਿਬੋ ਅੰਤਰ ਜਾਮੀ। ਮਹਾਰਾਜ ਤੁਸੀਂ ਅੰਤਰ ਜਾਮਿਓ, ਮੈਂ ਨਹੀਂ ਹੁਣ ਕੁਝ ਕਹਿਣਾ, ਤੁਸੀਂ ਆਪੇ ਜਾਣਦੇ ਹੋ। ਤੁਸੀਂ ਪੁੱਛਿਆ ਸੀ ਨਾ ਮਹਾਰਾਜ ਵੀ ਤੇਰੀ ਅਬਲਾਖਾ ਕੀ ਹੈ? ਮਹਾਰਾਜ ਕਹਿੰਦੇ ਤੁਸੀਂ ਜਾਣੀ ਜਾਣ ਹੋ, ਹੁਣ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਸਭ ਕੁਝ ਜਾਣਨ ਵਾਲੇ ਹੋ। ਇੱਕ ਗੱਲ ਹੁੰਦੀ ਹੈ ਨਾ, ਕਈ ਵਾਰ ਆਪਾਂ ਦੇਖਦੇ ਆ ਨਾ, ਇੰਗਲਿਸ਼ ਮੂਵੀ 'ਚ ਜ਼ਿਆਦਾ ਆਪਾਂ ਦੇਖਦੇ ਹਾਂ ਨਾ, ਉਹ ਕਹਿੰਦਾ ਵਿਲ ਯੂ ਮੈਰੀ ਮੀ, ਉਹ ਕਹਿੰਦੀ ਯੈਸ। ਪਰ ਅਸਲ 'ਚ ਜਿਹੜੀ ਪ੍ਰੇਮ ਦੀ ਅਵਸਥਾ ਪਤਾ ਕੀ ਹੁੰਦੀ ਆ? ਬੋਲਿਆ ਨਹੀਂ ਜਾਂਦਾ ਬੰਦੇ ਤੋਂ, ਉਹ ਗਦ ਗਦ ਹੋ ਜਾਂਦੀ ਆ ਬਾਣੀ, ਉਹ ਤਾਂ ਠੋਕ ਕੇ ਜਵਾਬ ਦਿੰਦੀਆਂ। ਕਾਹਦਾ ਪ੍ਰੇਮ ਹੋਇਆ ਉਹਨਾਂ ਨੂੰ? ਹਾਂਜੀ ਫਿਰ ਅਸਨਾ ਮਨੀਖਾ ਤੁਮੈ ਪਛਾਨੋ। ਹਾਂ, ਅਸਨਾ ਮਨੀਖਾ, ਕਹਿੰਦੇ ਐਸੀ ਜਿਹੜੀ ਹੈ, ਕਹਿੰਦੇ ਮੇਰੀ ਬੁੱਧੀ ਐਸੀ ਨਹੀਂ ਹੈ ਮਹਾਰਾਜ ਜਿਹੜਾ ਮੈਂ ਤੁਹਾਨੂੰ ਦੱਸ ਸਕਾਂ ਮੇਰੀ ਮਨ ਦੀ ਅਬਲਾਖਾ ਕੀ ਹੈ। What goes in me I cannot put into words।
ਮੈਨੂੰ ਨਹੀਂ ਪਤਾ ਮੈਂ ਉਹ ਠੀਕ ਵਰਡਸ ਦਵਾਂਗਾ ਕਿ ਨਾ ਦਵਾਂਗਾ, ਪਰ ਜੇ ਤੁਸੀਂ ਮੈਨੂੰ ਪੜੋਗੇ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਪੜ ਸਕਦੇ ਹੋ। ਯੂ ਨੋ ਮੀ ਬੈਟਰ। ਫਿਰ ਰਸਨਾ ਸਖਤ ਨਾ ਨੂੰ ਤੁਹੇ ਬਖਾਨੋ। ਮਹਾਰਾਜ ਮੇਰੀ ਰਸਨਾ ਜਿਹੜੀ ਮੇਰੀ ਜੀਭ ਉਨਾ ਨਹੀਂ ਬੋਲ ਸਕਦੀ, ਥੋੜੀ ਉਸਤਤ ਗਾ ਨਹੀਂ ਸਕਦੀ। ਮਹਾਰਾਜ ਮੇਰੇ 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 ਲਫ਼ਜ਼ਾਂ ਤੋਂ, ਮੇਰੀ ਆਵਾਜ਼ ਤੋਂ ਤੁਸੀਂ ਕਿੰਨੇ ਵੱਡੇ ਹੋ, ਫਿਰ ਮੈਂ ਆਪਣੀ ਆਵਾਜ਼ ਵਿੱਚ, ਆਪਣੇ ਸ਼ਬਦਾਂ ਵਿੱਚ ਕਿਵੇਂ ਤੁਹਾਨੂੰ ਬੰਦ ਕਰ ਸਕਦਾ ਹਾਂ। ਮਹਾਰਾਜ ਆਈ ਕੈਨੋਟ ਡਿਸਕ੍ਰਾਈਬ ਯੂ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਕਿੱਡੇ ਹੋ। ਕਹਿ ਇਉਂ ਤੀਨ ਪ੍ਰਦਖਣ ਦੀਨੀ। ਇਹ ਕਹਿ ਕੇ ਨਾ ਉਹਨੇ 3 ਪਰਿਕਰਮਾ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ। ਰਾਜਾ ਸ਼ਿਵਨਾਮ ਨੇ ਚਰਨ ਕਮਲ ਪਰ ਬੰਧਨ ਕੀਨੀ। ਤੇ ਆ ਕੇ ਸਤਿਗੁਰਾਂ ਚਰਨਾਂ ਤੇ ਮੱਥਾ ਟੇਕਿਆ। ਸਰਬ ਭਾਂਤ ਮੁਝ ਦਾਸ ਜਿਨੀ। ਕਹਿੰਦੇ ਸਾਰੇ ਪ੍ਰਕਾਰ ਕਰਕੇ ਮੈਨੂੰ ਆਪਣਾ ਦਾਸ ਬਣਾ ਲਓ, ਆਪਣਾ ਨੌਕਰ ਬਣਾ ਲਓ। ਚੱਲ ਕਰ ਭਵਨ ਪੁਨੀਤ ਕਰੀਜੈ। ਮਹਾਰਾਜ ਮੇਰੇ ਘਰ ਚਲੋ, ਮੇਰੇ ਮਹਿਲਾਂ 'ਚ ਚਲੋ ਤੇ ਪਵਿੱਤਰ ਕਰੋ ਮੇਰੇ ਮਹਿਲਾਂ ਨੂੰ। ਪੂਰਬ ਧਰਮਸਾਲ ਬਿਨਾ। ਦੇਖੋ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਰਾਜਨ ਤੇਰੇ ਘਰ ਨਹੀਂ ਅਸੀਂ ਜਾਣਾ, ਧਰਮਸਾਲ ਪਹਿਲਾਂ ਬਣਾ। ਇੱਥੇ ਧਰਮਸਾਲ ਬਣਾ ਤੋਂ ਪਹਿਲਾਂ ਜਿੱਥੇ ਧਰਮ ਦੀ ਗੱਲ ਹੋਵੇ, ਜਿੱਥੇ ਲੋਕ ਜੁੜ ਕੇ ਸਿਮਰਨ ਕਰਿਆ ਕਰਨ, ਇਹ ਧਰਮਸਾਲਾ ਬਣਾ ਪਹਿਲਾਂ। ਬਹੁਰ ਆਏ ਹਮ ਕੋ ਲੈ ਜਾ। ਜਦੋਂ ਧਰਮਸਾਲ ਬਣ ਗਈ ਫੇਰ ਮੈਨੂੰ ਆਪਣੇ ਘਰ ਲੈ ਜਿਓ, ਮੈਂ ਤੁਹਾਡੇ ਘਰ ਫੇਰ ਜਾਵਾਂਗਾ, ਪਰ ਪਹਿਲਾਂ ਧਰਮਸਾਲ ਬਣਾ। ਸੁਨ ਕਰ ਭੂਪਤ ਸਦਨ ਸਿਧਾਇਓ। ਇਹ ਸੁਣ ਕੇ ਨਾ ਰਾਜਾ ਸ਼ਿਵਨਾਪ ਆਪਣੇ ਮਹਿਲਾਂ ਨੂੰ ਚਲਿਆ ਗਿਆ। ਕਹਿਓ ਜੋ ਗੁਰ ਸੋ ਆਰੰਭ ਕਰਾਇਓ। ਜੋ ਗੁਰੂ ਮਹਾਰਾਜ ਨੇ ਕਿਹਾ ਉਹਨੇ ਆਰੰਭ ਕਰ ਦਿੱਤਾ, ਉਹਨੇ ਸਟਾਰਟ ਕਰ ਦਿੱਤਾ, ਧਰਮਸਾਲ ਬਣਾਉਣੀ ਸ਼ੁਰੂ ਕਰ ਦਿੱਤੀ। ਸੋ ਇੱਥੋਂ ਤੱਕ ਇਹ ਕਥਾ ਅੱਜ ਸਮਾਪਤ ਹੈ। ਅਗਲੀ ਕਥਾ ਜਿਹੜੀਆਂ ਵੈਰੀ ਇੰਟਰਸਟਿੰਗ ਹੈ, ਜਿਵੇਂ ਜਿਹੜਾ ਹੈ ਰਾਜਾ ਸ਼ਿਵਨਾਮ ਨੇ ਹੁਣ ਗੁਰੂ ਨਾਲ ਗਿਆਨ ਵਾਲੀਆਂ ਗੱਲਾਂ ਕਰਨੀਆਂ ਨੇ। ਹੁਣ ਗਿਆਨ ਦੀ ਚਰਚਾ ਹੋਣੀ ਹੈ, ਗਿਆਨ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਹੈ। ਤੇ ਇਹੀ ਜਿਹੜੀ ਵਾਰਤਾਲਾਪ ਸਾਰੀ ਹੈ ਨਾ, ਇਹ ਪ੍ਰਾਣ ਸੰਗਲੀ ਗ੍ਰੰਥ ਬਣਿਆ ਸੀ ਉਸ ਵੇਲੇ। ਜਿਹੜੇ ਵੀ ਪ੍ਰਸ਼ਨ ਇਹ ਰਾਜਾ ਸ਼ਿਵਨਾਮ ਨੇ ਗੁਰੂ ਨਾਨਕ ਨੂੰ ਕਹੇ ਤੇ ਗੁਰੂ ਨਾਨਕ ਨੇ ਉਹਨਾਂ ਦਾ ਆਨਸਰ ਦਿੱਤਾ, ਉਹ ਸਾਰਾ ਗ੍ਰੰਥ ਦਾ ਨਾਮ ਹੈ ਪ੍ਰਾਣ ਸੰਗਲੀ। ਸੋ ਉਹਦਾ ਜਿਹੜਾ ਹੈ ਇੱਕ ਸਮਰਾਈਜ਼ ਵਰਸ਼ਨ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਲਿਖਿਆ ਹੈ ਵੀ ਕਿੰਨੇ ਤਰ੍ਹਾਂ ਦੇ ਯਮ ਹੁੰਦੇ ਨੇ, ਕਿੰਨੇ ਤਰ੍ਹਾਂ ਦੇ ਸੱਚ ਹੁੰਦੇ ਨੇ, ਕਿੰਨੇ ਤਰ੍ਹਾਂ ਦਾ ਯੋਗ ਹੁੰਦਾ ਹੈ, ਉਹ ਸਾਰਾ ਹੀ ਇੱਕ ਚੈਪਟਰ ਵਿੱਚ ਆਉਣਾ ਹੈ। ਅਗਲਾ ਚੈਪਟਰ ਇਹ ਆ ਰਿਹਾ ਆਪਣਾ ਵਿਚ ਇਜ਼ ਵੈਰੀ ਇੰਟਰਸਟਿੰਗ, ਕਿਵੇਂ ਮਹਾਰਾਜ ਉਹਨੂੰ ਹੁਣ ਗਿਆਨ ਦੇਣਗੇ। ਬਿਕਾਜ਼ ਦੇਖੋ ਨਾ, ਰਾਏ ਬੁਲਾਰ ਨੂੰ ਮਹਾਰਾਜ ਨੇ ਮੁਕਤੀ ਦਿੱਤੀ ਹੈ, ਰਾਜਾ ਸ਼ਿਵਨਾਮ ਨੂੰ ਗਿਆਨ ਦੇ ਰਹੇ ਨੇ, ਉਹ ਮਹਾਰਾਜ ਸਾਰਾ ਹੀ ਗਿਆਨ ਦੇਣਗੇ ਇਸ ਨੂੰ। ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹ ਜਿਹੜਾ ਹੈ ਮਹਾਰਾਜ ਦੀ ਬੜੀ ਕਿਰਪਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਾਗਰ ਨੇ, ਮਹਾਰਾਜ ਜੀ ਆਪ ਪਰਮੇਸ਼ਰ ਨੇ। ਸੋ ਜੇ ਪਰਮੇਸ਼ਰ ਹੀ ਆਪਣੇ ਕੋਲ ਆ ਜਾਣ ਫਿਰ ਆਪਾਂ ਨੂੰ ਘਾਟਾ ਕਾਹਦਾ ਹੈ? ਆਪਾਂ ਕਿਉਂ ਹੋਰ ਕਿਤੇ ਭੱਜੇ ਫਿਰਦੇ ਹਾਂ, ਵਾਧੂ ਹੋਰ ਕਿਤੇ ਟੱਕਰਾਂ ਮਾਰਦੇ ਕਿਉਂ ਫਰੀਏ ਆਪਾਂ, ਜਦੋਂ ਆਪਣੇ ਕੋਲ ਪਰਮੇਸ਼ਰ ਆਪ ਆਇਆ ਹੋਇਆ ਹੈ, ਜਿਹਦੀ ਕਥਾ ਆਪ ਜੀ ਨੇ ਸੁਣੀ ਹੈ। ਹਾਂਜੀ, ਸੁਨ ਕਰ ਭੂਪਤ ਸਦਨ। पूरब धर्मसाल बनवावो, बहुर आए हमको लह जावो। सुन कर भूपत सदन सिधायो, कहियो जो गुर सो आरंभ करायो। इत श्री गुरु नानक प्रकाश ग्रंथे पूर्व हृदय संगला दीप प्रसंग वर्णन नाम सैंतलासी मो ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।